हाँ जी। ਸਿਰਜਣਾਤਮਕ ਸਿੱਖਿਆ ਸੰਸਾਰ ਗਰੁੱਪ ਨਾਲ ਜੁੜੇ ਸਿਰਜਕ ਦੋਸਤੋ, ਅੱਜ ਅਸੀਂ ਇਸ ਗਰੁੱਪ ਦੇ ਹਫ਼ਤਾਵਾਰੀ ਲਾਈਵ ਪ੍ਰੋਗਰਾਮ ਆਓ ਗੱਲਾਂ ਕਰੀਏ ਦੀ 91ਵੀਂ ਲੜੀ ਦੇ ਵਿੱਚ ਸ਼ਾਮਲ ਹਾਂ ਤੇ ਇਸ ਲੜੀ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਅੱਜ ਆਪਾਂ ਜਿਵੇਂ ਹਰ ਵਾਰ ਦੀ ਤਰ੍ਹਾਂ ਇੱਕ ਵਿਸ਼ੇ ਦੇ ਉੱਪਰ ਗੱਲ ਕਰਾਂਗੇ ਤੇ ਵਿਸ਼ਾ ਹੈ ਵਿਦਿਅਕ ਮੁਕਾਬਲੇ, ਤਕਨੀਕੀ ਨੁਕਤੇ। ਅੱਜ ਜਦੋਂ ਅਸੀਂ ਖਾਸ ਕਰਕੇ ਸਕੂਲਾਂ ਨਾਲ ਜੁੜੇ ਸਾਡੇ ਸਾਥੀ, ਅਧਿਆਪਕ ਸਾਥੀ ਅਤੇ ਵਿਦਿਆਰਥੀ ਮੁਕਾਬਲਿਆਂ ਦੇ ਦੌਰ ਦੇ ਵਿੱਚੋਂ ਲੰਘ ਰਹੇ ਨੇ, ਇਹਨਾਂ ਦਿਨਾਂ ਦੇ ਵਿੱਚ ਸਕੂਲ ਸਿੱਖਿਆ ਵਿਭਾਗ ਦੇ ਯਤਨਾਂ ਸਦਕਾ ਸਕੂਲਾਂ ਦੇ ਵਿੱਚ ਬਹੁਤ ਸੋਹਣੇ ਮੁਕਾਬਲੇ ਚੱਲ ਰਹੇ ਨੇ, ਵਿਦਿਅਕ ਮੁਕਾਬਲੇ ਚੱਲ ਰਹੇ ਨੇ। ਤਾਂ ਸਾਡਾ ਵਿਸ਼ਾ ਵੀ ਲਗਭਗ ਸਾਡੇ ਕੰਮ ਦੇ ਅਨੁਸਾਰ ਬਿਲਕੁਲ ਢੁਕਵਾਂ ਹੈ ਤੇ ਇਹਨਾਂ ਦਿਨਾਂ ਦੇ ਵਿੱਚ ਸਾਨੂੰ ਲੱਗ ਰਿਹਾ ਸੀ ਕਿ ਇਸ ਵਿਸ਼ੇ ਦੇ ਉੱਪਰ ਗੱਲਬਾਤ ਕਰਨ ਦੀ ਲੋੜ ਹੈ। ਸੋ ਉਸ ਲੋੜ ਨੂੰ ਮਹਿਸੂਸ ਕਰਦਿਆਂ ਅਸੀਂ ਇਸ ਵਿਸ਼ੇ ਦੀ ਚੋਣ ਕੀਤੀ ਤੇ ਇਸ ਵਿਸ਼ੇ ਦੇ ਉੱਪਰ ਗੱਲਬਾਤ ਕਰਨ ਲਈ ਅੱਜ ਇਸ ਵਿਸ਼ੇ ਦੇ ਪਹਿਲੇ ਭਾਗ ਦੇ ਵਿੱਚ ਸਾਡੇ ਨਾਲ ਸ਼ਾਮਲ ਨੇ ਡਾਕਟਰ ਕੁਲਦੀਪ ਸਿੰਘ ਦੀਪ, ਜੋ ਇਸ ਗਰੁੱਪ ਦੇ ਮੁੱਖ ਪ੍ਰਬੰਧਕ ਤਾਂ ਹਨ ਹੀ, ਨਾਲ ਇੱਕ ਬਹੁਤ ਅੱਛੇ ਨਾਟਕਕਾਰ, ਆਲੋਚਕ, ਕਵੀ ਅਤੇ ਅਧਿਆਪਕ ਵੀ ਹਨ। ਸੋ ਉਹਨਾਂ ਬਾਰੇ ਅਸੀਂ ਇਹੀ ਕਹਿ ਸਕਦੇ ਹਾਂ कि उनकी अदा तो देखो कितने शैतान बनकर आए हैं, आज अपने ही घर में वो मेहमान बनकर आए हैं, आज अपने ही घर में वो मेहमान बनकर आए हैं। तो ਬਹੁਤੀ ਦੇਰ ਆਪਾਂ ਨਹੀਂ ਕਰਾਂਗੇ ਅੱਜ ਦੇ ਵਿਸ਼ੇ ਦੇ ਉੱਪਰ ਗੱਲਬਾਤ ਸ਼ੁਰੂ ਕਰਨ ਲਈ। ਸੋ ਸਭ ਤੋਂ ਪਹਿਲਾਂ ਮੈਂ ਡਾਕਟਰ ਕੁਲਦੀਪ ਸਿੰਘ ਦੀਪ ਜੀ ਦਾ ਅੱਜ ਦੇ ਇਸ ਪ੍ਰੋਗਰਾਮ ਵਿੱਚ ਸਵਾਗਤ ਕਰਦਾ ਜੀ। ਸ਼ੁਕਰੀਆ ਬਹੁਤ ਬਹੁਤ ਸੁਖਜੀਵਨ, ਗੁਰਜੰਟ ਸਿੰਘ ਚਾਹਲ ਤੇ ਮੈਡਮ ਮਨਜਿੰਦਰ ਤੇ ਬਾਕੀ ਸਾਰੇ ਐਡਮਿਨ ਦੋਸਤਾਂ ਦਾ ਤੇ ਜਿਹੜੇ ਨਾਲ ਜੁੜੇ ਹੋਏ ਨੇ ਬਾਕੀ ਸਾਥੀਆਂ ਦਾ। ਤੁਸੀਂ ਅੱਜ ਮੈਨੂੰ ਆਪ ਹੀ ਮਹਿਮਾਨ ਬਣਾ ਕੇ ਆਪ ਹੀ ਸ਼ੈਤਾਨ ਬਣਾ ਲਿਆ। ਦੋਨਾਂ ਗੱਲਾਂ ਲਈ ਬਹੁਤ ਬਹੁਤ ਧੰਨਵਾਦ। ਤੇ ਤੁਹਾਨੂੰ ਆਸ ਹੈ ਕਿ ਅੱਜ ਦੀ ਜਿਹੜੀ ਗੱਲਬਾਤ ਹੈ ਪਹਿਲਾਂ ਦੇ ਮੁਕਾਬਲੇ ਵੀ ਵੱਧ ਸੋਹਣੀ, ਸੁਚੱਜੀ ਤੇ ਸਿਖਾਵੀਂ ਰਹੇਗੀ, ਕਿਉਂਕਿ ਅੱਜ ਮੇਜ਼ਬਾਨ ਵੀ ਅਸੀਂ ਆਪ ਹਾਂ ਤੇ ਮਹਿਮਾਨ ਵੀ ਅਸੀਂ ਆਪ ਹਾਂ। ਤੇ ਸੋ ਸਰ, ਤੁਹਾਡਾ ਬਹੁਤ ਬਹੁਤ ਸਵਾਗਤ। ਤੇ ਜਿਵੇਂ ਕਿ ਆਪਾਂ ਗੱਲ ਕੀਤੀ ਹੈ ਕਿ ਅੱਜ ਅਸੀਂ ਵਿਦਿਅਕ ਮੁਕਾਬਲੇ, ਤਕਨੀਕੀ ਨੁਕਤੇ ਵਿਸ਼ੇ ਦੇ ਉੱਪਰ ਗੱਲ ਕਰਨੀ ਹੈ, ਤਾਂ ਸਭ ਤੋਂ ਪਹਿਲਾਂ ਅਸੀਂ ਇਹ ਜਾਣਨਾ ਚਾਹਾਂਗੇ ਕਿ ਸਿੱਖਿਆ ਖੇਤਰ ਵਿੱਚ ਇਹਨਾਂ ਵਿਦਿਅਕ ਮੁਕਾਬਲਿਆਂ ਦੀ ਲੋੜ ਜਾਂ ਮਹੱਤਤਾ ਕੀ ਹੈ, ਇਹ ਕਿੰਨੇ ਕੁ ਤੇ ਕਿਉਂ ਜ਼ਰੂਰੀ ਨੇ? ਜੀ ਸੁਖਜੀਵਨ, ਜਿੱਥੋਂ ਤੱਕ ਵਿਦਿਅਕ ਮੁਕਾਬਲਿਆਂ ਦਾ ਸੰਬੰਧ ਹੈ, ਇਹ ਸਹਿ ਵਿਦਿਅਕ ਸਰਗਰਮੀਆਂ ਦੇ ਵਿੱਚ ਆਉਂਦੇ ਨੇ ਜੀ। ਸਿੱਖਿਆ ਦਾ ਜਿਹੜਾ ਸਭ ਤੋਂ ਮਹੱਤਵਪੂਰਨ ਏਜੰਡਾ ਹੁੰਦਾ ਹੈ, ਸਭ ਤੋਂ ਮਹੱਤਵਪੂਰਨ ਉਦੇਸ਼ ਹੁੰਦਾ ਹੈ, ਉਹ ਬੱਚੇ ਦਾ ਸਰਬਪੱਖੀ ਵਿਕਾਸ ਕਰਨਾ ਹੁੰਦਾ ਹੈ ਜੀ। ਉਸ ਸਰਬਪੱਖੀ ਵਿਕਾਸ ਦੇ ਵਿੱਚ ਕਿਤਾਬਾਂ, ਸਿਲੇਬਸ, ਪੀਰੀਅਡ, ਇਹਨਾਂ ਦੀ ਆਪਣੀ ਇੱਕ ਭੂਮਿਕਾ ਹੁੰਦੀ ਹੈ ਤੇ ਮਹੱਤਵਪੂਰਨ ਭੂਮਿਕਾ ਹੁੰਦੀ ਹੈ। ਪਰ ਜਦੋਂ ਅਸੀਂ ਇਹਨਾਂ ਨੂੰ ਹੀ ਏਜੰਡਾ ਸਮਝ ਲੈਂਦੇ ਹਾਂ, ਉਦੋਂ ਸਾਡੇ ਦਿਮਾਗ ਦੇ ਵਿੱਚ ਇੱਕ ਅਧੂਰੀ ਸਿੱਖਿਆ ਦਾ ਜਿਹੜਾ ਸੰਕਲਪ ਪੈਦਾ ਹੁੰਦਾ ਹੈ, ਉਹ ਬਹੁਤ ਖਤਰਨਾਕ ਸੰਕਲਪ ਹੁੰਦਾ ਹੈ ਜੀ। ਅਸਲ ਦੇ ਵਿੱਚ ਸਿਲੇਬਸ ਭਾਵੇਂ ਬਹੁਤ ਮਹੱਤਵਪੂਰਨ ਹੈ, ਪਰ ਸਿਲੇਬਸ ਦੇ ਨਾਲ ਨਾਲ ਜਿਹੜੀਆਂ ਸਹਿ ਵਿਦਿਅਕ ਸਰਗਰਮੀਆਂ ਨੇ, ਉਹਨਾਂ ਦੀ ਭੂਮਿਕਾ ਨੂੰ ਕਦੇ ਵੀ ਘਟਾ ਕੇ ਨਹੀਂ ਦੇਖਿਆ ਜਾ ਸਕਦਾ। ਜੀ ਆਪਾਂ ਪਿਛਲੇ ਦਿਨਾਂ ਦੇ ਵਿੱਚ ਸਕਾਊਟ ਐਂਡ ਗਾਈਡ ਤੇ ਪ੍ਰੋਗਰਾਮ ਕੀਤਾ, ਇਸ ਤੋਂ ਪਹਿਲਾਂ ਆਪਾਂ NCC ਤੇ ਪ੍ਰੋਗਰਾਮ ਕਰ ਚੁੱਕੇ ਹਾਂ, ਇਸ ਤੋਂ ਪਹਿਲਾਂ ਆਪਾਂ ਹੋਰ ਬਹੁਤ ਸਾਰੀਆਂ ਕਲਾਮਾਂ ਤੇ ਪ੍ਰੋਗਰਾਮ ਕਰ ਚੁੱਕੇ ਹਾਂ। ਸਾਡੇ ਸਕੂਲਾਂ ਦੇ ਵਿੱਚ NSS, ਰੈੱਡ ਕਰਾਸ, ਸਕਾਊਟ ਐਂਡ ਗਾਈਡ, NCC, ਕਲਚਰਲ ਐਕਟੀਵਿਟੀ, ਸਪੋਰਟਸ, ਇਹ ਸਾਰੀਆਂ ਚੀਜ਼ਾਂ ਉਹ ਨੇ ਜਿਹੜੀਆਂ ਸਿਲੇਬਸ ਤੋਂ ਬਿਨਾਂ ਨੇ। ਇਹਨਾਂ ਨੂੰ ਅਸੀਂ ਕਰਿਕੂਲਮ ਕਹਿ ਦਿੰਦੇ ਹਾਂ। ਸਿਲੇਬਸ ਹੁੰਦਾ ਇਕੱਲੀਆਂ ਕਿਤਾਬਾਂ ਵਾਲਾ,
ਜਿਹਦੇ ਵਿੱਚ ਅਸੀਂ ਤੈਅ ਕਰਦੇ ਹਾਂ ਕਿ ਅਸੀਂ ਆਹ ਚੈਪਟਰ ਪੜ੍ਹਾਉਣੇ ਨੇ, ਅੰਗਰੇਜ਼ੀ ਦੇ ਵਿੱਚ ਇਹ ਪੜ੍ਹਾਉਣਾ, ਪੰਜਾਬੀ 'ਚ ਇਹ ਪੜ੍ਹਾਉਣਾ, ਹਿੰਦੀ 'ਚ ਇਹ ਪੜ੍ਹਾਉਣਾ, ਸਾਇੰਸ ਦੇ ਵਿੱਚ ਇਹ ਪੜ੍ਹਾਉਣਾ, ਮੈਥ ਦੇ ਵਿੱਚ ਇਹ ਪੜ੍ਹਾਉਣਾ। ਪਰ ਇਹ ਜਿਹੜੀਆਂ ਸਾਰੀਆਂ ਸਹਿ ਵਿਦਿਅਕ ਸਰਗਰਮੀਆਂ ਨੇ ਇਹ ਇਹਨਾਂ ਸਾਰੇ ਸਿਲੇਬਸ ਤੋਂ ਬਾਹਰ ਹੁੰਦੀਆਂ ਨੇ, ਪਰ ਇਹਨਾਂ ਨੇ ਮਨੁੱਖੀ ਵਿਹਾਰ ਨੂੰ ਕੰਟਰੋਲ ਕਰਨਾ ਹੁੰਦਾ ਹੈ। ਇੱਕ ਮਨੁੱਖ ਨੂੰ ਅੱਛਾ ਨਾਗਰਿਕ ਬਣ ਕੇ ਸਮਾਜ ਦੇ ਵਿੱਚ ਆਪਣੇ ਆਪ ਦੇ ਰੂਪ ਦੇ ਵਿੱਚ ਤੇ ਇੱਕ ਸਮਾਜਿਕ ਪ੍ਰਾਣੀ ਦੇ ਤੌਰ ਤੇ ਵਿਚਰਨਾ ਕਿਵੇਂ ਹੈ ਇਹ ਸਿਖਾਉਣਾ ਹੁੰਦਾ ਹੈ। ਸਿੱਖਿਆ ਦਾ ਮਕਸਦ ਇਹ ਹੁੰਦਾ ਹੈ ਕਿ ਵਿਦਿਆਰਥੀ ਸਮਾਜ ਨਾਲ ਤੇ ਸਕੂਲ ਨਾਲ ਇੱਕ ਬਿਹਤਰ ਲਿੰਕ ਸਥਾਪਿਤ ਕਰ ਸਕੇ। ਜਿਹੜੀ ਐਜੂਕੇਸ਼ਨ ਉਹਨੂੰ ਕਿਤਾਬਾਂ ਰਾਹੀਂ ਦਿੱਤੀ ਜਾ ਰਹੀ ਹੈ ਉਹ ਐਜੂਕੇਸ਼ਨ ਬਾਹਰਲੇ ਸਮਾਜ ਦੇ ਨਾਲ ਜਾਂ ਉਹਦੀ ਅਗਲੀ ਜ਼ਿੰਦਗੀ ਨਾਲ ਕਿਸ ਤਰ੍ਹਾਂ ਜੁੜਦੀ ਹੈ, ਅਗਲੀ ਜ਼ਿੰਦਗੀ ਨਾਲ ਕਿਵੇਂ ਲਿੰਕ ਕਰਦੀ ਹੈ, ਇਹ ਇੱਕ ਬਹੁਤ ਮਹੱਤਵਪੂਰਨ ਟਾਰਗੇਟ ਹੁੰਦਾ ਹੈ ਜਿਹਦੇ ਵਿੱਚ ਸਹਿ ਵਿਦਿਅਕ ਸਰਗਰਮੀਆਂ ਦਾ ਬਹੁਤ ਵੱਡਾ ਰੋਲ ਹੁੰਦਾ ਹੈ। ਇਹ ਬੱਚੇ ਨੂੰ ਜ਼ਿੰਮੇਵਾਰ ਬਣਨਾ ਸਿਖਾਉਂਦੀਆਂ ਨੇ, ਇਹ ਬੱਚੇ ਅੰਦਰ ਇੱਕ ਇਨਸਾਨ ਵਾਲੇ ਉਹ ਸਾਰੇ ਗੁਣ ਪੈਦਾ ਕਰਦੀਆਂ ਨੇ ਜਿਹਦੇ ਕਰਕੇ ਇੱਕ ਇਨਸਾਨ ਬਣਦਾ ਹੈ। ਇਹ ਬੱਚੇ ਅੰਦਰ ਲੀਡਰਸ਼ਿਪ ਕੁਆਲਿਟੀ ਪੈਦਾ ਕਰਦੀਆਂ ਨੇ, ਇਹ ਬੱਚੇ ਅੰਦਰ ਮਿੱਤਰਤਾ ਦੀ ਭਾਵਨਾ ਪੈਦਾ ਕਰਦੀਆਂ ਨੇ, ਇਹ ਬੰਦੇ ਅੰਦਰ ਸਹਿਯੋਗ ਦੀ ਭਾਵਨਾ ਕਰਦੀਆਂ ਨੇ, ਇਹ ਬੰਦੇ ਅੰਦਰ ਸੰਵੇਦਨਾ ਪੈਦਾ ਕਰਦੀਆਂ ਨੇ। ਇਹ ਸਾਰੀਆਂ ਚੀਜ਼ਾਂ ਇੱਕ ਵੱਡਾ ਪਰਪਸ ਹੈ ਜਿਹਦੇ ਵਿੱਚ ਅਸੀਂ ਕਹਿੰਦੇ ਹਾਂ ਕਿ ਅਸੀਂ ਬੱਚੇ ਨੂੰ ਉਹਦਾ ਇੰਨਾ ਕੁ ਵਿਕਾਸ ਕਰ ਦੇਣਾ ਹੁੰਦਾ ਹੈ ਬਤੌਰ ਇਨਸਾਨ ਕਿ ਉਹ ਆਪਣੀ ਅਗਲੀ ਜ਼ਿੰਦਗੀ ਬਿਹਤਰ ਤਰੀਕੇ ਨਾਲ ਨਿਭਾ ਸਕੇ, ਆਪਣੇ ਆਪ ਦਾ ਵਿਕਾਸ ਵੀ ਕਰ ਸਕੇ ਤੇ ਆਪਣੇ ਸਮਾਜ ਦਾ ਵਿਕਾਸ ਵੀ ਕਰ ਸਕੇ। ਕਿਉਂਕਿ ਕੋਈ ਵੀ ਪ੍ਰਾਣੀ ਬਿਨਾਂ ਸਮਾਜ ਤੋਂ ਜਿਉਂਦਾ ਨਹੀਂ ਰਹਿ ਸਕਦਾ। ਜਿੰਨੀ ਦੇਰ ਤੱਕ ਸਾਡੀ ਸਿੱਖਿਆ ਸਮਾਜ ਨਾਲ ਲਿੰਕ ਨਹੀਂ ਹੁੰਦੀ ਹੈਗੀ, ਸਮਾਜਿਕ ਸਰਗਰਮੀਆਂ ਨਾਲ ਲਿੰਕ ਨਹੀਂ ਹੁੰਦੀ ਹੈਗੀ, ਉਨੀ ਦੇਰ ਤੱਕ ਬੱਚੇ ਦਾ ਸਰਬਪੱਖੀ ਵਿਕਾਸ ਸੰਭਵ ਨਹੀਂ ਹੈਗਾ। ਸੋ ਇਹ ਸਾਰੀਆਂ ਗਤੀਵਿਧੀਆਂ ਉਹਦੇ ਵਿੱਚ ਹੀ ਸੱਭਿਆਚਾਰਕ ਮੁਕਾਬਲੇ ਆ ਜਾਂਦੇ ਨੇ। ਇਹ ਮਨੁੱਖ ਨੂੰ ਬਿਹਤਰ ਇਨਸਾਨ ਬਣਨਾ ਸਿਖਾਉਂਦੇ ਨੇ, ਇਹ ਮਨੁੱਖ ਨੂੰ ਆਪਣਾ ਵਿਕਾਸ ਕਰਨਾ ਸਿਖਾਉਂਦੇ ਨੇ, ਇਹ ਮਨੁੱਖ ਨੂੰ ਸਮਾਜਿਕ ਸਰਗਰਮੀਆਂ ਦੇ ਵਿੱਚ ਆਪਣਾ ਹਿੱਸਾ ਪਾਉਣਾ ਸਿਖਾਉਂਦੇ ਨੇ। ਬਹੁਤ ਵਧੀਆ ਸਰ, ਤੁਸੀਂ ਬਹੁਤ ਖੂਬਸੂਰਤ ਸ਼ਬਦਾਂ ਦੇ ਵਿੱਚ ਦੱਸਿਆ ਕਿ ਸਰਬਪੱਖੀ ਵਿਕਾਸ ਲਈ, ਬੱਚੇ ਦੇ ਸਰਬਪੱਖੀ ਵਿਕਾਸ ਲਈ ਇਹ ਜਿਹੜੀਆਂ ਸਹਿ ਵਿਦਿਅਕ ਸਰਗਰਮੀਆਂ ਨੇ, ਚਾਹੇ ਉਹ ਵਿਦਿਅਕ ਮੁਕਾਬਲੇ ਹੋਣ ਜਾਂ ਹੋਰ ਬਾਕੀ ਸਰਗਰਮੀਆਂ ਹੋਣ, ਇਹ ਬੇਹੱਦ ਜ਼ਰੂਰੀ ਨੇ। ਸੋ ਅਗਲੇ ਸਵਾਲ ਲਈ ਓਵਰ ਟੂ ਮਨਜਿੰਦਰ ਮੈਡਮ। ਹਾਂਜੀ ਸਰ, ਮੈਂ ਜਾਣਨਾ ਚਾਹਾਂਗੀ ਕਿ ਇਸ ਸਮੇਂ ਸਕੂਲਾਂ ਦੇ ਵਿੱਚ ਕਿਹੜੇ-ਕਿਹੜੇ ਮੁਕਾਬਲੇ ਕਰਵਾਏ ਜਾ ਰਹੇ ਹਨ ਤੇ ਹੋਰ ਅਜਿਹੇ ਕਿਹੜੇ ਮੁਕਾਬਲੇ ਹਨ ਜਿਹੜੇ ਕਿ ਕਰਵਾਏ ਜਾ ਸਕਦੇ ਹਨ? ਮਨਜਿੰਦਰ ਮੈਡਮ, ਆਪਾਂ ਬਹੁਤ ਸਾਰੇ ਮੁਕਾਬਲੇ ਨੇ ਸਕੂਲਾਂ ਦੇ ਵਿੱਚ ਜਿਹੜੇ ਕਰਵਾਏ ਜਾ ਰਹੇ ਨੇ, ਉਹਨਾਂ ਦੀ ਗਿਣਤੀ ਲਗਭਗ 40-50 ਤੱਕ ਹੈ। ਪਰ ਅੱਜ ਆਪਾਂ ਮੇਨਲੀ ਜਿਹੜੇ ਥੀਏਟਰ ਨਾਲ ਸੰਬੰਧਿਤ ਮੁਕਾਬਲੇ ਨੇ ਉਹਨਾਂ ਤੇ ਫੋਕਸ ਕਰਾਂਗੇ ਜ਼ਿਆਦਾ। ਵੈਸੇ ਜਿਹੜੇ ਕੁੱਲ ਮੁਕਾਬਲੇ ਨੇ ਉਹਨਾਂ ਨੂੰ 4-5 ਭਾਗਾਂ ਦੇ ਵਿੱਚ ਵੰਡਿਆ ਜਾਂਦਾ ਹੈ। ਜੇ ਮੈਂ ਓਵਰਆਲ ਗੱਲ ਕਰਨਾ, ਇੱਕ ਮੁਕਾਬਲੇ ਹੁੰਦੇ ਨੇ ਲਿਟਰੇਰੀ ਮੁਕਾਬਲੇ, ਜਿਹਦੇ ਵਿੱਚ ਕਵਿਤਾ ਮੁਕਾਬਲਾ, ਭਾਸ਼ਣ ਮੁਕਾਬਲਾ, ਡਿਬੇਟ ਮੁਕਾਬਲਾ। ਇਹ ਜਿਹੜੇ ਮੁਕਾਬਲੇ ਨੇ ਇਹਨਾਂ ਨੂੰ ਅਸੀਂ ਲਿਟਰੇਰੀ ਐਕਟੀਵਿਟੀਜ਼ ਕਹਿੰਦੇ ਆ। ਇਹਦੇ ਪੈਰਲਲ ਇੱਕ ਮੁਕਾਬਲੇ ਹੁੰਦੇ ਨੇ ਥੀਏਟਰੀਕਲ ਮੁਕਾਬਲੇ, ਜਿਹਦੇ ਬਾਰੇ ਆਪਾਂ ਅੱਜ ਸਾਰੀ ਗੱਲਬਾਤ ਕਰਨੀ ਹੈ। ਇਹਦੇ ਬਾਰੇ ਮੈਂ ਡਿਟੇਲ ਦੇ ਵਿੱਚ ਤੁਹਾਨੂੰ ਦੱਸਦਾ ਕਿ ਥੀਏਟਰੀਕਲ ਮੁਕਾਬਲੇ ਕਿਹੜੇ-ਕਿਹੜੇ ਹੁੰਦੇ ਨੇ। ਇੱਕ ਹੁੰਦੇ ਨੇ ਮਿਊਜ਼ੀਕਲ ਮੁਕਾਬਲੇ, ਜਿਹਦੇ ਵਿੱਚ ਮਿਊਜ਼ਿਕ ਨਾਲ ਜੁੜੀਆਂ ਹੋਈਆਂ ਸਾਰੀਆਂ ਐਟਮਾਂ ਹੁੰਦੀਆਂ ਨੇ। ਮਿਊਜ਼ਿਕ ਦੇ ਬਹੁਤ ਸਾਰੇ ਰੂਪ ਨੇ, ਮਿਊਜ਼ਿਕ ਵੋਕਲ ਹੈ, ਮਿਊਜ਼ਿਕ ਇੰਸਟਰੂਮੈਂਟਲ ਹੈ, ਮਿਊਜ਼ਿਕ ਫੋਕ ਹੈ, ਮਿਊਜ਼ਿਕ ਸੂਫੀ ਹੈ, ਮਿਊਜ਼ਿਕ ਪਾਪੂਲਰ ਹੈ। ਕਿੰਨੇ ਮਿਊਜ਼ਿਕ ਦੇ ਰੂਪ ਨੇ ਤੇ ਕਿੰਨੇ ਇਹਦੇ ਮੁਕਾਬਲੇ ਨੇ। ਇਸ ਤਰ੍ਹਾਂ ਇੱਕ ਅਗਲਾ ਵਰਗ ਹੈ ਜਿਹੜਾ ਉਹ ਹੈ ਡਾਂਸ ਨਾਲ ਸੰਬੰਧਿਤ ਮੁਕਾਬਲੇ, ਜਿਹਦੇ ਵਿੱਚ ਸੋਲੋ ਡਾਂਸ ਆ ਜਾਂਦਾ ਹੈ, ਜਿਹਦੇ ਵਿੱਚ ਗਰੁੱਪ ਡਾਂਸ ਆ ਜਾਂਦਾ ਹੈ, ਜਿਹਦੇ ਵਿੱਚ ਫੋਕ ਡਾਂਸ ਆ ਜਾਂਦਾ ਹੈ, ਜਿਹਦੇ ਵਿੱਚ ਕਲਾਸੀਕਲ ਡਾਂਸ ਆ ਜਾਂਦਾ ਹੈ। ਇਹ 4-5 ਕੈਟਾਗਰੀਜ਼ ਮੁੱਖ ਤੌਰ ਤੇ ਨੇ। ਇਸ ਤੋਂ ਇਲਾਵਾ ਕੁਝ ਹੋਰ ਤਰ੍ਹਾਂ ਦੇ ਮੁਕਾਬਲੇ ਹੁੰਦੇ ਨੇ, ਜਿਵੇਂ ਕਲੇ ਮਾਡਲਿੰਗ ਮੁਕਾਬਲੇ ਆ ਜਾਂਦੇ ਨੇ, ਕੁਝ ਕਲਚਰਲ ਮੁਕਾਬਲੇ ਹੁੰਦੇ ਨੇ, ਜਿਵੇਂ ਗੇਂਦ ਬਣਾਉਣਾ, ਇਹਨੂੰ ਬਣਾਉਣਾ, ਦਰੀਆਂ ਬਣਾਉਣਾ ਜਾਂ ਹੋਰ ਇਸ ਤਰ੍ਹਾਂ ਦੀਆਂ ਰੱਸੀਆਂ ਬੁਣਨਾ, ਟੋਕਰੇ ਬੁਣਨਾ, ਮੰਜੇ ਬੁਣਨਾ, ਪੀੜੀਆਂ ਬੁਣਨਾ। ਉਹ ਸਾਰੇ ਕਲਚਰਲ ਮੁਕਾਬਲੇ ਹੁੰਦੇ ਨੇ, ਲੋਕ ਧਾਰਾ ਦੇ ਮੁਕਾਬਲੇ ਹੁੰਦੇ ਨੇ। ਕੁਝ ਮੁਕਾਬਲੇ ਹੁੰਦੇ ਨੇ ਗਿਆਨ ਨਾਲ ਜੁੜੇ ਹੋਏ ਸਿੱਧੇ ਤੌਰ ਤੇ, ਜਿਵੇਂ ਆਮ ਗਿਆਨ ਮੁਕਾਬਲਾ, ਇਸ ਤਰ੍ਹਾਂ ਦੇ ਮੁਕਾਬਲੇ ਹੁੰਦੇ ਨੇ ਜਿਹੜੇ ਜੀਕੇ ਦੇ ਟੈਸਟ ਹੁੰਦੇ ਨੇ। ਸੋ ਬਹੁਤ ਤਰ੍ਹਾਂ ਦੇ ਮੁਕਾਬਲੇ ਨੇ। ਅੱਜ ਆਪਾਂ ਇੱਕ ਲੜੀ ਜਿਹੜੀ ਸ਼ੁਰੂ ਕੀਤੀ ਹੈ, ਜਿਹਦੇ ਵਿੱਚ ਆਪਾਂ ਅਗਲੇ ਦਿਨਾਂ ਦੇ ਵਿੱਚ ਕੁਝ ਹੋਰ ਮੁਕਾਬਲਿਆਂ ਦੀਆਂ ਗੱਲਾਂ ਬਾਤਾਂ ਵੀ ਕਰਾਂਗੇ, ਕੁਝ ਹੋਰ ਐਕਸਪਰਟ ਨਾਲ ਵੀ ਕਰਾਂਗੇ। ਪਰ ਮੇਰਾ ਸੰਬੰਧ ਕਿਉਂਕਿ ਪਿਛਲੇ 30 ਸਾਲਾਂ ਤੋਂ ਨਾਟਕ ਥੀਏਟਰ ਨਾਲ ਹੈ, ਇਸ ਕਰਕੇ ਮੈਂ ਚਾਹੁੰਦਾ ਸੀ ਕਿ ਆਪਾਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਨਾਟਕ ਥੀਏਟਰ ਨਾਲ ਸੰਬੰਧਿਤ ਗੱਲਾਂ ਕਰੀਏ। ਜਿਹੜੇ ਥੀਏਟਰ ਨਾਲ ਸੰਬੰਧਿਤ ਮੁਕਾਬਲੇ ਨੇ, ਜੇ ਮੈਂ ਉਹਨਾਂ ਦੀ ਗੱਲ ਕਰਾਂ, ਨੰਬਰ 1 ਨਾਟਕ ਸਾਡੇ ਵਿਦਿਅਕ ਮੁਕਾਬਲਿਆਂ ਦੇ ਵਿੱਚ ਇੱਕ ਅਹਿਮ ਮੁਕਾਬਲਾ ਹੈ। ਇਹ ਪ੍ਰਾਇਮਰੀ ਪੱਧਰ ਦਾ ਉਵੇਂ ਮੁਕਾਬਲਾ ਨਹੀਂ ਹੁੰਦਾ ਜਿਵੇਂ ਬੋਰਡ ਵੱਲੋਂ ਵਿਦਿਅਕ ਮੁਕਾਬਲੇ ਕਰਾਏ ਜਾਂਦੇ ਨੇ। ਪ੍ਰਾਇਮਰੀ ਪੱਧਰ ਤੋਂ ਉੱਪਰ ਜਦੋਂ ਅਸੀਂ
ਸੈਕੰਡਰੀ ਪੱਧਰ ਤੱਕ ਜਾਂਦੇ ਆ ਉਦੋਂ ਨਾਟਕ ਲਗਭਗ 25 ਤੋਂ ਲੈ ਕੇ 30 ਮਿੰਟ ਦਾ ਨਾਟਕ ਜਿਹੜਾ ਹੈ ਉਹ ਸਾਡੇ ਕਰਿਕੂਲਮ ਦਾ ਹਿੱਸਾ ਹੈ, ਉਹ ਸਾਡੇ ਵਿਦਿਅਕ ਮੁਕਾਬਲੇ ਦਾ ਹਿੱਸਾ ਹੈ। ਨਾਟਕ ਤੋਂ ਇਲਾਵਾ ਇਸ ਕੈਟਾਗਰੀ ਦੇ ਵਿੱਚ ਸਕਿੱਟ ਆ ਜਾਂਦੀ ਹੈ, ਇਸੇ ਕੈਟਾਗਰੀ ਦੇ ਵਿੱਚ ਕੋਰੀਓਗ੍ਰਾਫੀ ਆ ਜਾਂਦੀ ਹੈ, ਇਸ ਕੈਟਾਗਰੀ ਦੇ ਵਿੱਚ ਹਿਸਟ੍ਰੋਨਿਕਸ ਆ ਜਾਂਦੀ ਹੈ ਜਿਹਨੂੰ ਅਸੀਂ ਮੋਨੋ ਐਕਟਿੰਗ ਕਹਿ ਦਿੰਦੇ ਹਾਂ, ਇਸੇ ਕੈਟਾਗਰੀ 'ਚ ਮਾਈਮ ਆ ਜਾਂਦਾ ਹੈ, ਇਸੇ ਕੈਟਾਗਰੀ 'ਚ ਮਿਮਿਕਰੀ ਆ ਜਾਂਦੀ ਹੈ, ਇਸੇ ਕੈਟਾਗਰੀ 'ਚ ਰੋਲ ਪਲੇ ਆ ਜਾਂਦਾ ਹੈ। ਇਸ ਤਰ੍ਹਾਂ ਦੇ ਜਿਹੜੇ ਜਿੰਨਾ ਮੁਕਾਬਲਿਆਂ ਦੇ ਈਵਨ ਜਿਹੜਾ ਪਹਿਰਾਵਾ ਪ੍ਰਦਰਸ਼ਨੀ ਹੈ ਇਹ ਵੀ ਬੇਸਿਕਲੀ ਥੀਏਟਰ ਦਾ ਮੁਕਾਬਲਾ ਹੈ, ਇਹ ਵੀ ਵਿਜ਼ੂਅਲ ਹੈ, ਇਹਦੇ ਵਿੱਚ ਵੀ ਅਸੀਂ ਮਤਲਬ ਕੁਝ ਦਿਖਾਉਣੇ ਹੁੰਦੇ ਆ, ਪਹਿਰਾਵਾ ਅਸੀਂ ਆਪਣਾ ਦਿਖਾਉਂਦੇ ਆ। ਸੋ ਇਹ ਸਾਰੇ ਜਿਹੜੇ 8-10 ਮੁਕਾਬਲੇ ਨੇ ਇਹਨਾਂ ਨੂੰ ਅਸੀਂ ਥੀਏਟਰੀਕਲ ਮੁਕਾਬਲੇ ਕਹਿੰਦੇ ਆ ਤੇ ਇਹਨਾਂ ਮੁਕਾਬਲਿਆਂ ਦਾ ਇੱਕ ਵਰਗ ਹੈ ਬਕਾਇਦਾ ਤੇ ਇਹ ਮੁਕਾਬਲੇ ਬੱਚਿਆਂ ਦੇ ਸਰਬਪੱਖੀ ਵਿਕਾਸ ਦੇ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਨੇ ਤੇ ਅੱਜ ਆਪਾਂ ਇਹਨਾਂ ਸਾਰੇ ਜਿਹੜੇ ਥੀਏਟਰੀਕਲ ਮੁਕਾਬਲੇ ਨੇ ਇਹਨਾਂ ਬਾਰੇ ਗੱਲ ਕਰਾਂਗੇ। ਜੀ ਗੁਰਜੰਟ ਸਰ, ਮੈਨੂੰ ਲੱਗਦਾ ਤੁਹਾਡਾ ਸਵਾਲ ਸਰ ਨੇ ਕਵਰ ਕਰਤਾ ਤੇ ਤੁਸੀਂ ਇਸ ਬਾਰੇ ਕੁਝ ਹੋਰ ਪੁੱਛਣਾ ਚਾਹੁੰਦੇ ਹੋ? ਹਾਂਜੀ ਸਰ ਨੇ ਮੇਰਾ ਸਵਾਲ ਕਵਰ ਕਰਤਾ ਵੀ ਪਹਿਲਾਂ ਮੇਰਾ ਇਹ ਸੀਗਾ ਵੀ ਆਪਣੇ ਜਿਹੜਾ ਮੁਕਾਬਲੇ ਵੀ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਹੁੰਦੇ ਆ ਵੀ ਮੈਂ ਵੀ ਇਹੀ ਕਹਿਣਾ ਸੀ ਸਰ ਨੂੰ ਵੀ ਆਪਾਂ ਅੱਜ ਥੀਏਟਰ ਨਾਲ ਸੰਬੰਧ ਜਿਹੜੇ ਮੁਕਾਬਲੇ ਆ ਵੀ ਉਹਨਾਂ ਬਾਰੇ ਹੀ ਗੱਲਬਾਤ ਕਰੀਏ ਤੇ ਮੇਰਾ ਖਿਆਲ ਹੈ ਵੀ ਮੈਂ ਹੁਣ ਅਗਲਾ ਸਵਾਲ ਸਰ ਨੂੰ ਕਰ ਰਿਹਾ ਗਾ। ਸਰ ਸਾਨੂੰ ਇਹ ਸਮਝਾਓ ਵੀ ਸਕਿੱਟ ਤੇ ਨਾਟਕ ਬਾਰੇ ਦੱਸੋ ਵੀ ਜਿਹੜਾ ਇਹਦੇ ਵਿੱਚ ਕੀ ਫਰਕ ਹੈ ਕਿ ਕਿਵੇਂ ਅਸੀਂ ਇਹਨੂੰ ਮਤਲਬ ਕਿ ਬੱਚਿਆਂ ਨੂੰ ਤਿਆਰ ਕਰਵਾ ਸਕਦੇ ਹਾਂ, ਕਿਹੜੀਆਂ ਇਹਦੇ ਵਿੱਚ ਅਸੀਂ ਮਤਲਬ ਕਿ ਤਕਨੀਕਾਂ ਨੇ ਜਿਹੜੀਆਂ ਉਹ ਵਰਤ ਸਕਦੇ ਹਾਂ। ਗੁਰਜੰਟ ਸਿੰਘ, ਸਭ ਤੋਂ ਪਹਿਲੀ ਗੱਲ ਤਾਂ ਸਾਰੇ ਜਿਹੜੇ ਥੀਏਟਰੀਕਲ ਮੁਕਾਬਲੇ ਨੇ ਉਹਨਾਂ ਬਾਰੇ ਇੱਕ ਗੱਲ ਸਮਝਣ ਵਾਲੀ ਹੈ ਕਿ ਇਹ ਪਰਫਾਰਮਿੰਗ ਆਰਟਸ ਹੈ ਜੀ, ਜਿਹਦੇ ਵਿੱਚ ਅਸੀਂ ਕਿਸੇ ਇੱਕ ਥੀਮ ਨੂੰ, ਕਿਸੇ ਇੱਕ ਸਟੋਰੀ ਨੂੰ ਕੁਝ ਐਕਟਰਾਂ ਦੀ ਮਦਦ ਦੇ ਨਾਲ ਸਟੇਜ ਤੇ ਪਰਫਾਰਮ ਕਰਨਾ ਹੁੰਦਾ ਹੈ। ਹਰ ਚੀਜ਼ ਦਾ ਆਪਣਾ ਇੱਕ ਮਾਧਿਅਮ ਹੈ, ਜਿਵੇਂ ਚਿੱਤਰਕਾਰ ਦਾ ਮਾਧਿਅਮ ਰੰਗ ਤੇ ਬ੍ਰਸ਼ ਨੇ, ਜਿਵੇਂ ਮੂਰਤੀਕਾਰ ਦਾ ਮਾਧਿਅਮ ਮਿੱਟੀ ਹੈ, ਪੱਥਰ ਹੈ, ਛੈਣੀ ਹੈ, ਹਥੌੜਾ ਹੈ। ਡਾਂਸ ਦਾ ਮਾਧਿਅਮ ਆਪਣਾ ਉਹਦੇ ਵਿੱਚ ਰਿਦਮ ਹੈ, ਉਹਦੇ ਵਿੱਚ ਤੁਹਾਡੀਆਂ ਜਿਹੜੀਆਂ ਗਤੀਆਂ ਨੇ, ਤੁਹਾਡੀਆਂ ਜਿਹੜੀਆਂ ਮੂਵਮੈਂਟਸ ਨੇ, ਤੁਹਾਡੀਆਂ ਜਿਹੜੀਆਂ ਬਲੋਕਿੰਗਸ ਨੇ ਉਹ ਬਹੁਤ ਮਹੱਤਵਪੂਰਨ ਨੇ। ਸੋ ਇਸੇ ਤਰ੍ਹਾਂ ਹੀ ਥੀਏਟਰ ਦੇ ਵਿੱਚ ਜਿਹੜੀ ਸਭ ਤੋਂ ਮਹੱਤਵਪੂਰਨ ਚੀਜ਼ ਹੈ, ਕੋਈ ਵੀ ਬਣ ਗਈ ਹੈ ਚਾਹੇ, ਉਹਦੇ ਵਿੱਚ ਇੱਕ ਥੀਮ ਹੋਣਾ ਜ਼ਰੂਰੀ ਹੈ। ਉਸ ਥੀਮ ਦੇ ਮੁਤਾਬਕ ਅਸੀਂ ਇੱਕ ਐਕਟਰ ਤੋਂ ਲੈ ਕੇ 50 ਐਕਟਰ ਤੱਕ ਜਾਂ 100 ਐਕਟਰ ਤੱਕ ਉਹਦੇ ਵਿੱਚ ਅਸੀਂ ਲੈ ਸਕਦੇ ਹਾਂ। ਉਹ ਥੀਮ ਨੂੰ ਉਹ ਐਕਟਰ ਪਰਫਾਰਮ ਕਰਦੇ ਨੇ। ਜਿੰਨੀਆਂ ਸਾਹਿਤ ਦੀਆਂ ਬਾਕੀ ਸਾਰੀਆਂ ਬਣ ਗਈਆਂ ਨੇ, ਆਪਾਂ ਕਵਿਤਾ ਕਹਿੰਦੇ ਆ, ਆਪਾਂ ਕਹਾਣੀ ਕਹਿੰਦੇ ਆ, ਅਸੀਂ ਨਾਵਲ ਕਹਿੰਦੇ ਆ, ਮਿੰਨੀ ਕਹਾਣੀ ਹੈ ਜਾਂ ਹੋਰ ਨੇ, ਉਹਨਾਂ ਸਾਰੀਆਂ ਦੇ ਵਿੱਚ ਬਿਰਤਾਂਤ ਹੁੰਦਾ ਹੈ। ਉਹਦੇ ਵਿੱਚ ਕੋਈ ਇੱਕ ਬੰਦਾ ਕਹਾਣੀ ਸੁਣਾਉਂਦਾ ਹੈ, ਬਸ ਉਹ ਚਾਹੇ ਰਾਈਟਰ ਆਪ ਹੈ ਜਾਂ ਕੋਈ ਹੋਰ ਬੰਦਾ ਹੈ, ਨੈਰੇਟਰ ਹੈ ਉਹਦੇ ਵਿੱਚ। ਪਰ ਨਾਟਕ ਦੇ ਵਿੱਚ ਕਿਤੇ ਨੈਰੇਟਰ ਨਹੀਂ ਹੁੰਦਾ ਹੈਗਾ। ਨਾਟਕ ਦੇ ਵਿੱਚ ਨਾਟਕਕਾਰ ਜੇ ਹੁੰਦਾ ਵੀ ਹੈ ਪਰਦੇ ਤੋਂ ਪਿੱਛੇ ਹੁੰਦਾ ਹੈ। ਜਿਹੜੇ ਸਟੇਜ ਦੇ ਉੱਪਰ ਐਕਟਰ ਹੁੰਦੇ ਨੇ, ਉਹਨਾਂ ਐਕਟਰਾਂ ਨੇ ਜਿਹੜਾ ਨਾਟਕਕਾਰ ਥੀਮ ਡਿਵੈਲਪ ਕਰਦਾ ਹੈ, ਉਸ ਥੀਮ ਨੂੰ ਐਕਟਿੰਗ ਰਾਹੀਂ ਪਰਫਾਰਮ ਕਰਕੇ ਸਟੇਜ ਦੇ ਉੱਤੇ ਪੇਸ਼ ਕਰਨਾ ਹੁੰਦਾ ਹੈ। ਸੋ ਚਾਹੇ ਉਹ ਨਾਟਕ ਆਪਣੇ ਆਪ ਦੇ ਵਿੱਚ, ਨਾਟਕ ਦੀ ਕੈਟਾਗਰੀ ਦੇ ਵਿੱਚ ਬਹੁਤ ਸਾਰੀਆਂ ਵਿਧਾਵਾਂ ਨੇ। ਨਾਟਕ ਆਪਣਾ ਸੋਲੋ ਪਲੇ ਵੀ ਹੈ, ਨਾਟਕ ਫੁੱਲ ਲੈਂਥ ਪਲੇ ਵੀ ਹੈ, ਨਾਟਕ ਇਕਾਂਗੀ ਵੀ ਹੈ, ਨਾਟਕ ਡਾਂਸ ਪਲੇ ਵੀ ਹੈ, ਨਾਟਕ ਓਪੇਰਾ ਵੀ ਹੈ, ਨਾਟਕ ਬੈਲਟ ਵੀ ਹੈ। ਇਕੱਲੇ ਨਾਟਕ ਜਿਹੜੀ ਕੈਟਾਗਰੀ ਹੈ, ਸਬ ਕੈਟਾਗਰੀ ਹੈ, ਉਹਦੇ ਵਿੱਚ ਹੀ ਅੱਗੇ ਸੈਂਕੜੇ ਕਿਸਮ ਦੀ ਜਿਹੜੀ ਚੀਜ਼ਾਂ ਨੇ। ਪਰ ਉਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਮੇਨ ਗੱਲ ਇਹੀ ਹੈ ਕਿ ਇੱਕ ਥੀਮ ਹੁੰਦਾ, ਉਸ ਥੀਮ ਨੂੰ ਕੁਝ ਐਕਟਰਾਂ ਰਾਹੀਂ ਇੱਕ ਖਾਸ ਸ਼ੈਲੀ ਦੇ ਵਿੱਚ ਪੇਸ਼ ਕੀਤਾ ਜਾਂਦਾ ਹੈ। ਜਿਹੜੀ ਗੱਲ ਤੁਸੀਂ ਕੀਤੀ ਹੈ ਸਕਿੱਟ ਤੇ ਕਿਹੜੀ ਵਿਧਾ ਨਾਲ ਤੁਲਨਾ ਕਰਨੀ ਹੈ? ਸਕਿੱਟ ਤੇ ਨਾਟਕ ਸਰ। ਸਕਿੱਟ ਤੇ ਨਾਟਕ। ਨਾਟਕ ਜਿਹੜਾ ਹੈਗਾ ਉਹ ਇੱਕ ਵੱਡਾ ਚੌਖਟ ਹੈ ਜੀ। ਇਹ ਸਾਰੇ ਇਹਦੇ ਰੂਪ ਨੇ। ਅੱਗੇ ਸਕਿੱਟ ਵੀ ਨਾਟਕੀ ਗਤੀਵਿਧੀ ਹੈ, ਕੋਰੀਓਗ੍ਰਾਫੀ ਵੀ ਨਾਟਕੀ ਗਤੀਵਿਧੀ ਹੈ, ਬਾਕੀ ਸਾਰੇ ਨਾਟਕੀ ਗਤੀਵਿਧੀਆਂ ਨੇ। ਓਵਰਆਲ ਅਸੀਂ ਇਹਨਾਂ ਸਾਰੀਆਂ ਨੂੰ ਡਰਾਮੈਟਿਕ ਐਕਟੀਵਿਟੀ ਕਹਿੰਦੇ ਆ, ਥੀਏਟਰੀਕਲ ਐਕਟੀਵਿਟੀ ਕਹਿੰਦੇ ਆ। ਪਰ ਜਦੋਂ ਆਪਾਂ ਇਕੱਲੀ ਸਕਿੱਟ ਦੀ ਗੱਲ ਕਰਦੇ ਆ, ਮੈਂ ਵੀ ਇਸ ਪ੍ਰੋਸੈਸ ਦੇ ਵਿੱਚੋਂ ਲੰਘਿਆ। ਜਿਹੜੇ ਹੁਣ 75 ਸਾਲਾਂ ਮੁਕਾਬਲੇ ਹੋ ਕੇ ਹਟੇ ਨੇ, ਜਾਂ ਪਿਛਲੇ 30 ਸਾਲਾਂ ਦੇ ਵਿੱਚ ਮੈਂ ਪਤਾ ਨਹੀਂ ਕਿੰਨੇ ਯੂਥ ਫੈਸਟੀਵਲਾਂ ਦੇ ਵਿੱਚ ਸਕਿੱਟ ਦੀ ਜੱਜਮੈਂਟ ਤੇ ਗਿਆ, ਜਾਂ ਸਕਿੱਟ ਬਾਰੇ ਗੱਲਾਂ ਬਾਤਾਂ ਕੀਤੀਆਂ ਨੇ, ਜਾਂ ਸਕਿੱਟ ਬਾਰੇ ਆਰਟੀਕਲ ਲਿਖੇ ਨੇ।
ਉਹਦੇ ਵਿੱਚ ਸਭ ਤੋਂ ਮਹੱਤਵਪੂਰਨ ਗੱਲ ਹੈ ਕਿ ਸਕਿੱਟ ਇੱਕ ਇਹੋ ਜਿਹਾ ਛੋਟਾ ਜਿਹਾ ਨਾਟਕ ਹੈ, ਕੁਝ ਕੁ ਮਿੰਟਾਂ ਦਾ, 8 10 12 ਮਿੰਟ ਦਾ ਨਾਟਕ ਹੈ, ਜਿਹਦੀ ਸ਼ੈਲੀ ਹਾਸਰਸੀ ਹੁੰਦੀ ਹੈ ਜੀ। ਸਕਿੱਟ ਦਾ ਬੇਸਿਕ ਪਰਪਸ ਲੋਕਾਂ ਨੂੰ ਹਸਾਉਣਾ ਹੁੰਦਾ ਹੈ। ਉਸ ਹਸਾਉਣ ਦੇ ਵਿੱਚ ਕਿਤੇ ਸਟਾਇਰ ਸ਼ਾਮਲ ਹੋ ਜਾਂਦਾ, ਵਿਅੰਗ ਸ਼ਾਮਲ ਹੋ ਜਾਂਦਾ ਹੈ, ਪਰ ਸਕਿੱਟ ਆਮ ਨਾਟਕ ਵਾਂਗੂ ਕਿਸੇ ਥੀਮ ਨੂੰ ਸੀਰੀਅਸਲੀ ਨਹੀਂ ਪੇਸ਼ ਕਰਦੀ ਹੈਗੀ। ਉਹਦੀ ਸ਼ੈਲੀ ਹਾਸਰਸੀ ਹੈ। ਉਹਨੇ ਜਿਹੜੀ ਵੀ ਗੱਲ ਕਹਿਣੀ ਹੈ ਉਹ ਹਾਸੇ ਨਾਲ ਤੇ ਸਟਾਇਰ ਨਾਲ ਹੀ ਕਹਿਣੀ ਹੈ। ਜੇ ਤੁਸੀਂ ਉਸ ਨੂੰ ਸਿੰਪਲ ਤਰੀਕੇ ਨਾਲ ਕਹਿਣ ਲੱਗ ਜਾਓਗੇ ਤਾਂ ਉਹ ਸਕਿੱਟ ਦੇ ਦਾਇਰੇ ਚੋਂ ਬਾਹਰ ਨਿਕਲ ਜਾਂਦਾ ਹੈ। ਸੋ ਸਕਿੱਟ ਇੱਕ ਇਹੋ ਜਿਹੀ ਲਘੂ ਨਾਟਕ ਹੈ, ਇੱਕ ਇਹੋ ਜਿਹਾ ਨਾਟਕ ਦਾ ਛੋਟਾ ਰੂਪ ਹੈ ਜਿਹਦੇ ਵਿੱਚ ਸਾਰੇ ਪਾਤਰ ਆਪਣੇ ਥੀਮ ਦੀ ਪ੍ਰੈਜੈਂਟੇਸ਼ਨ ਜਿਹੜੀ ਕਰਦੇ ਨੇ ਉਹ ਹਾਸਰਸੀ ਸ਼ੈਲੀ ਦੇ ਵਿੱਚ ਕਰਦੇ ਨੇ। ਉਹਦਾ ਕੰਮ ਹੈ ਬੇਸਿਕਲੀ ਹਾਸੇ ਦੇ ਤਰੀਕੇ ਨਾਲ, ਸਟਾਇਰ ਦੇ ਤਰੀਕੇ ਨਾਲ ਆਪਣੀ ਗੱਲ ਪੇਸ਼ ਕਰਨਾ। ਮੈਂ ਵੱਡੇ ਯੂਥ ਫੈਸਟੀਵਲਾਂ ਦੇ ਵਿੱਚ ਦੇਖਦਾ ਜਿੱਥੇ ਕੋਈ ਪ੍ਰੋਫੈਸ਼ਨਲ ਬੰਦਾ ਨਹੀਂ ਬੈਠਾ ਹੈਗਾ, ਜਿਹਨੂੰ ਸਕਿੱਟ ਦੀ ਵਿਧਾ ਦਾ ਨਹੀਂ ਪਤਾ ਹੈ, ਜਿਹੜਾ ਉਸ ਤੋਂ ਬਿਨਾਂ ਕੋਈ ਬੰਦਾ ਬੈਠਾ ਹੈ, ਉੱਥੇ ਸਾਰੇ ਕੀ ਕਰਦੇ ਨੇ, ਜਾਂ ਤਾਂ ਕੋਈ ਵੀ ਨਾਟਕ ਲੈ ਕੇ ਉਸ ਨੂੰ ਸਕਿੱਟ ਦੇ ਨਾਂ ਤੇ ਖੇਡ ਦਿੰਦੇ ਨੇ। ਉਹਦੇ ਵਿੱਚ ਕੋਈ ਹਾਸਰਸੀ ਐਲੀਮੈਂਟ ਹੁੰਦਾ ਹੀ ਨਹੀਂ ਹੈਗਾ। ਜੇ ਹੁੰਦਾ ਵੀ ਹੈ ਫਿਰ ਵੀ ਕੀ ਕਰਦੇ ਨੇ, ਅਖੀਰ ਤੇ ਜਾ ਕੇ ਮਤਲਬ ਉਸ ਨੂੰ ਸਕਿੱਟ ਨੂੰ ਸੀਰੀਅਸ ਕਰ ਦਿੰਦੇ ਨੇ। ਕਿਤੇ ਸੀਰੀਅਸ ਹੁੰਦੀ ਨਹੀਂ ਹੈਗੀ। ਸਟਾਇਰ ਆਪਣੇ ਆਪ ਦੇ ਵਿੱਚ ਹੀ ਬਹੁਤ ਸਾਰੀਆਂ ਗੱਲਾਂ ਦਾ ਜਵਾਬ ਹੈ। ਜੇ ਤੁਸੀਂ ਕਿਸੇ ਗੱਲ ਨੂੰ ਸਟਾਇਰ ਤੇ ਲਿਜਾ ਕੇ ਛੱਡ ਦੋਗੇ, ਇਹ ਨਹੀਂ ਕਿ ਉਹ ਮੈਸੇਜ ਨਹੀਂ ਦਿੰਦਾ ਹੈਗਾ, ਉਹ ਮੈਸੇਜ ਸਟਾਇਰ ਦੀ ਸ਼ੈਲੀ 'ਚ ਦੇ ਰਿਹਾ ਹੁੰਦਾ ਹੈ। ਚੁਟਕਲਾ ਵੀ ਆਪਣਾ ਮੈਸੇਜ ਦਿੰਦਾ ਹੈ। ਆਪਾਂ ਚੁਟਕਲੇ ਦੇ ਪਿੱਛੇ ਕੋਈ ਉਪਦੇਸ਼ ਨਹੀਂ ਪਾਉਂਦੇ ਹੈਗੇ। ਚੁਟਕਲਾ ਆਪਣੇ ਆਪ ਦੇ ਵਿੱਚ ਇੱਕ ਮੁਕੰਮਲ ਪੀਸ ਹੈ। ਚੁਟਕਲਾ ਇਹ ਸਮਝ ਲਓ ਕਿ ਸਕਿੱਟ ਦਾ ਇੱਕ ਛੋਟਾ ਜਿਹਾ ਰੂਪ ਹੈ। ਚੁਟਕਲਾ ਇੱਕ ਬੰਦਾ ਨਰੇਟ ਕਰਦਾ ਹੈ। ਜੇ ਉਸੇ ਚੁਟਕਲੇ ਨੂੰ ਆਪਾਂ, ਜੇ ਉਹਦਾ ਕੋਈ ਉਦੇਸ਼ ਹੋਵੇ ਉਸ ਚੁਟਕਲੇ ਦਾ, ਤੇ ਉਸ ਚੁਟਕਲੇ ਨੂੰ ਕੁਝ ਐਕਟਰ ਪਾ ਕੇ ਆਪਾਂ ਸਟੇਜ ਤੇ ਪੇਸ਼ ਕਰ ਦਈਏ ਤਾਂ ਉਹ ਸਕਿੱਟ ਬਣ ਜਾਂਦੀ ਹੈ। ਚੁਟਕਲੇ ਨੂੰ ਆਮ ਤੌਰ ਤੇ ਇਕੱਲੇ ਆਪਾਂ ਹਾਸੇ ਤੌਰ ਤੇ ਪੇਸ਼ ਕਰਦੇ ਹਾਂ। ਜੇ ਚੁਟਕਲੇ ਦੇ ਵਿੱਚ ਇੱਕ ਥੀਮ ਪਾ ਦਈਏ ਆਪਾਂ ਤੇ ਚੁਟਕਲੇ ਨੂੰ ਥੋੜਾ ਜਿਹਾ ਵੱਡਾ ਕਰ ਦਈਏ ਤੇ ਉਸ ਚੁਟਕਲੇ ਨੂੰ ਕੁਝ ਪਾਤਰਾਂ ਦੀ ਮਦਦ ਨਾਲ ਸਟੇਜ ਤੇ ਐਕਸ਼ਨ ਦੇ ਰੂਪ ਵਿੱਚ ਪੇਸ਼ ਕਰ ਦਈਏ ਤਾਂ ਚੁਟਕਲਾ ਸਕਿੱਟ ਬਣ ਜਾਂਦਾ ਹੈ। ਪਰ ਸੀਰੀਅਸ ਨਾਟਕ ਕਦੇ ਵੀ ਸਕਿੱਟ ਨਹੀਂ ਬਣਦਾ ਹੈਗਾ। ਟ੍ਰੈਜਡੀ ਕਦੇ ਵੀ ਸਕਿੱਟ ਨਹੀਂ ਬਣਦੀ ਹੈਗੀ। ਸਕਿੱਟ ਦਾ ਕਾਮੇਡੀ ਹੋਣਾ, ਸਕਿੱਟ ਦਾ ਹਾਸਰਸੀ ਹੋਣਾ, ਸਕਿੱਟ ਦਾ ਹਿਸਟੈਰੀਕਲ ਹੋਣਾ, ਇਹ ਉਹਦੀ ਪਹਿਲੀ ਸ਼ਰਤ ਹੈ। ਤੇ ਆਮ ਤੌਰ ਤੇ ਮਤਲਬ ਮੈਂ ਵੀ ਦੇਖਿਆ ਕਿ ਸਕਿੱਟ ਦੇ ਨਾਂ ਤੇ ਅਸੀਂ ਬਹੁਤ ਸੀਰੀਅਸ ਚੀਜ਼ਾਂ ਨੂੰ ਇਸ ਵੰਨਗੀ ਦੇ ਵਿੱਚ ਲਿਆਂਦਾ ਤੇ ਉਹੀ ਜਿਹੀ ਲਗਭਗ ਸਾਡੇ ਜੱਜਸ ਸੀ ਜਿਨ੍ਹਾਂ ਨੇ ਉਹਨਾਂ ਦੇ ਵਿੱਚੋਂ ਹੀ ਪੋਜੀਸ਼ਨਾਂ ਕੱਢਤੀਆਂ। ਨਾ ਕਰਨ ਵਾਲਿਆਂ ਨੂੰ ਕਲੀਅਰ ਸੀ ਤੇ ਨਾ ਕਰਾਉਣ ਵਾਲਿਆਂ ਨੂੰ ਕਲੀਅਰ ਸੀ ਤੇ ਨਾ ਜੱਜਸ ਨੂੰ ਕਲੀਅਰ ਸੀ। ਉਹਦੇ ਨਾਲ ਕੀ ਹੁੰਦਾ ਕਿ ਆਈਟਮ ਤਾਂ ਪਹਿਲੀ ਦੂਜੀ ਤੀਜੀ ਆ ਜਾਂਦੀ ਹੈ, ਪਰ ਵੰਨਗੀ ਮਰ ਜਾਂਦੀ ਹੈ, ਵਿਧਾ ਮਰ ਜਾਂਦੀ ਹੈ। ਇਹ ਉਹ ਮੁਕਾਬਲੇ ਵਿਧਾ ਦੇ ਮੁਕਾਬਲੇ ਨੇ। ਸਕਿੱਟ ਦਾ ਮਤਲਬ ਸਕਿੱਟ ਦਾ ਮੁਕਾਬਲਾ ਹੋਣਾ ਚਾਹੀਦਾ ਹੈ। ਮੈਂ ਮਤਲਬ ਜਿੱਥੇ ਮੇਰੀ ਵੀ ਕਿਥਾਂ ਦੀ ਜੋ ਜਜਮੈਂਟ ਡਿਊਟੀ ਲੱਗੀ, ਮੈਂ ਉੱਥੇ ਬਕਾਇਦਾ ਇਹ ਗੱਲ ਕਹੀ ਸੀ ਕਿ ਜੇ ਮੈਂ ਆਈਟਮ ਦੀ ਚੋਣ ਕਰਨੀ ਹੋਵੇ ਤਾਂ ਹੋਰ ਚੋਣ ਹੋਊਗੀ, ਪਰ ਜਦੋਂ ਮੈਂ ਇੱਕ ਵੰਨਗੀ ਦੀ ਚੋਣ ਕਰ ਰਿਹਾ, ਜਦੋਂ ਮੈਂ ਇੱਕ ਸਕਿੱਟ ਚੁਣ ਰਿਹਾ, ਤਾਂ ਇਹਨਾਂ ਸਾਰੇ ਮੁਕਾਬਲਿਆਂ ਦੇ ਵਿੱਚੋਂ 12 ਟੀਮਾਂ ਦੇ ਵਿੱਚੋਂ ਆ 2 ਟੀਮਾਂ ਹੀ ਸਕਿੱਟ ਦੀਆਂ ਨੇ, ਬਾਕੀ ਸਕਿੱਟ ਕੋਈ ਹੈ ਹੀ ਨਹੀਂਗੀ ਜੀ। ਇਹ ਪਛਾਣ ਕਰਨੀ ਪਊਗੀ ਕਿ ਜੋ ਮੁਕਾਬਲਾ ਅਸੀਂ ਕਰਾ ਰਹੇ ਹਾਂ ਕਿ ਉਹ ਉਸ ਵਿਧਾ ਦੇ ਨਾਰਮਸ ਤੇ ਉਸ ਵਿਧਾ ਦੀਆਂ ਸ਼ਰਤਾਂ ਤੇ ਪੂਰਾ ਉਤਰਦਾ ਕਿ ਨਹੀਂ ਉਤਰਦਾ। ਉਹ ਚੰਗਾ ਮਾੜਾ ਹੈ ਇਹ ਬਾਅਦ ਚ ਫੈਸਲਾ ਹੁੰਦਾ ਹੈ, ਇਹ ਅਲੱਗ ਗੱਲ ਹੈ, ਪਰ ਉਹ ਸਕਿੱਟ ਤਾਂ ਹੋਵੇ ਨਾ। ਸਕਿੱਟ ਦਾ ਸਕਿੱਟ ਹੋਣਾ ਪਹਿਲੀ ਸ਼ਰਤ ਹੈ। ਉਹ ਚੰਗੀ ਹੈ, ਮਾੜੀ ਹੈ, ਉਹ ਅਧੂਰੀ ਹੈ, ਪੂਰੀ ਹੈ, ਉਹਨੇ ਟਾਈਮ ਪੂਰਾ ਕੀਤਾ ਹੈ, ਨਹੀਂ ਕੀਤਾ, ਇਹ ਬਾਅਦ ਦੀਆਂ ਗੱਲਾਂ ਨੇ। ਪਹਿਲੀ ਗੱਲ ਹੈ ਕਿ ਸਕਿੱਟ ਹੋਵੇ। ਉਹ ਜੇ 5 ਸਕਿੱਟਾਂ ਨੇ, ਤੁਸੀਂ ਉਹਨਾਂ ਦੇ ਵਿੱਚੋਂ ਅੱਗੇ ਪਿੱਛੇ ਕਰ ਸਕਦੇ ਹੋ ਕਿ ਆ ਚੰਗੀ ਹੈ, ਮਾੜੀ ਹੈ, ਇਹਨੇ ਟਾਈਮ ਪੂਰਾ ਕੀਤਾ, ਇਹਨੇ ਨਹੀਂ ਕੀਤਾ ਹੈਗਾ। ਪਰ ਜੇ ਸਕਿੱਟ ਦੇ ਮੁਕਾਬਲੇ ਤੁਸੀਂ ਕੋਰੀਓਗ੍ਰਾਫੀ ਲਿਆਂਦੀ ਤੇ ਉਹਦੇ ਮੁਕਾਬਲੇ ਕੋਰੀਓਗ੍ਰਾਫੀ ਦੀ ਪੋਜੀਸ਼ਨ ਕੱਢ ਦੋ, ਚਾਹੇ ਉਹ ਕਿੰਨੀ ਵੀ ਸੋਹਣੀ ਕਿਉਂ ਨਾ ਹੋਵੇ, ਇਹਦਾ ਮਤਲਬ ਤੁਸੀਂ ਬੇਇਨਸਾਫੀ ਕਰ ਰਹੇ ਹੋ ਉਸ ਵਿਧਾ ਦੇ ਨਾਲ। ਸੋ ਸਕਿੱਟ ਦਾ ਹਾਸਰਸੀ ਤੇ ਹਿਸਟੈਰੀਕਲ ਹੋਣਾ ਉਹਦੀ ਪਹਿਲੀ ਸ਼ਰਤ ਹੈ। ਇੱਕ ਸਰ ਇਹ ਸੀਗਾ ਕਿ ਜਿਵੇਂ ਨਾਟਕ ਦੇ ਵਿੱਚ ਪਲੇਬੈਕ ਸਿੰਗਿੰਗ ਹੋ ਸਕਦੀ ਹੈ ਜੀ, ਤੇ ਸਕਿੱਟ ਦੇ ਵਿੱਚ ਵੀ ਕੋਈ ਇਸ ਤਰ੍ਹਾਂ ਅਸੀਂ ਕਰ ਸਕਦੇ ਹੁੰਦੇ ਆ ਜਾਂ ਨਹੀਂ, ਕੋਈ ਇਸ ਤਰ੍ਹਾਂ ਦੀ ਹੁੰਦੀ ਹੈ ਗੱਲਬਾਤ? ਹਾਂ, ਪਲੇਬੈਕ ਸਿੰਗਿੰਗ ਦੀ ਕੋਈ ਪ੍ਰੋਬਲਮ ਨਹੀਂ। ਪਲੇਬੈਕ ਡਾਇਲੌਗ ਵੀ ਹੋ ਸਕਦੇ ਨੇ, ਪਲੇਬੈਕ ਸਿੰਗਿੰਗ ਵੀ ਹੋ ਸਕਦੀ ਹੈ। ਕੋਈ ਨਾ ਕੋਈ ਇਹਦੇ ਵਿੱਚ ਡਾਂਸ ਦੀ ਇੱਕ 2-4 ਸਕਿੰਟ ਦੀ, 5-10 ਸਕਿੰਟ ਦੀ ਕੋਈ ਮੂਵਮੈਂਟ ਵੀ ਹੋ ਸਕਦੀ ਹੈ, ਕੋਈ ਛੋਟਾ ਗੀਤ ਵੀ ਹੋ ਸਕਦਾ ਹੈ। ਮਤਲਬ ਇਹ ਸਾਰੀਆਂ ਚੀਜ਼ਾਂ ਹੈਲਪਿੰਗ ਟੂਲ ਨੇ। ਪਰ ਜੇ ਆਪਾਂ ਇਕੱਲੇ ਨੱਚਣ ਨੂੰ ਸਕਿੱਟ ਕਹਿ ਦਈਏ ਫਿਰ ਸਕਿੱਟ ਨਹੀਂ ਹੈਗੀ, ਜੇ ਇਕੱਲੇ ਗਾਉਣ ਨੂੰ ਸਕਿੱਟ ਕਹਿ ਦਈਏ ਫਿਰ ਸਕਿੱਟ ਨਹੀਂ ਹੈਗੀ। ਜੇ ਸਾਰਾ ਪਰਦੇ ਪਿੱਛੇ ਗੀਤ ਹੀ ਚਲਾ ਦਈਏ, ਮੂਹਰੇ ਇਕੱਲੀ ਐਕਟਿੰਗ ਹੋਵੇ, ਫਿਰ ਵੀ ਸਕਿੱਟ ਨਹੀਂ ਹੈਗੀ। ਸੋ ਇਹ ਸਾਰੀਆਂ ਚੀਜ਼ਾਂ ਆ ਸਕਦੀਆਂ ਨੇ ਸਕਿੱਟ ਦੇ ਵਿੱਚ। ਪਰਦੇ ਪਿੱਛੇ ਗਾਇਆ ਵੀ ਜਾ ਸਕਦਾ ਹੈ,
पर्दे पिछों कोई डायलॉग बोलिया भी जा सकता है, स्टेज ਤੇ ਆ ਕੇ ਨੱਚਿਆ ਵੀ ਜਾ ਸਕਦਾ ਹੈ, ਸਟੇਜ ਤੇ ਆ ਕੇ ਵੀ ਕੋਈ ਐਕਟਰ ਮੰਨ ਲਓ ਕੋਈ ਇੱਕ ਆਪਾਂ ਰੋਲ ਹੀ ਉਹਦੇ ਵਿੱਚ ਸਾਡੀ ਸਕਿੱਟ ਦੇ ਵਿੱਚ ਇੱਕ ਐਕਟਰ ਦਾ ਗਾਇਕ ਦਾ ਰੋਲ ਲਿਖਿਆ ਹੋਇਆ ਹੈ ਤੇ ਗਾਇਕ ਨੇ ਆ ਕੇ ਗਾਊਗਾ ਹੀ ਉਹ ਸਟੇਜ ਤੇ, ਪਰ ਇਕੱਲਾ ਉਹਦੇ ਗਾਉਣ ਨਾਲ ਹੀ ਸਾਰੀ ਸਕਿੱਟ ਨਹੀਂ ਪੂਰੀ ਹੋ ਜੂਗੀ, ਉਹਦਾ ਗਾਉਣਾ ਵੀ ਉਹਦਾ ਇੱਕ ਡਾਇਲੌਗ ਹੈ, ਉਹਦਾ ਗਾਉਣਾ ਵੀ ਇੱਕ ਡਾਇਲੌਗ ਦੇ ਤੌਰ ਤੇ ਲਿਆ ਜਾਊਗਾ। ਉਹ ਇਹ ਨਹੀਂ ਕਿ ਉਹ ਗਾ ਰਿਹਾ ਹੈ, ਉਹ ਗਾ ਕੇ ਉਹਦਾ ਰੋਲ ਹੀ ਇਹੋ ਜਿਹਾ ਕਿ ਉਹ ਗਾਇਕ ਹੈ, ਇਸ ਕਰਕੇ ਉਹ ਗਾ ਰਿਹਾ। ਮਤਲਬ ਪਲੇਬੈਕ ਤੇ ਸਾਰੀ ਚੀਜ਼ਾਂ ਹੋ ਸਕਦੀਆਂ ਨੇ, ਪਰ ਉਹਨਾਂ ਦੀ ਇੱਕ ਸੀਮਾ ਹੋਣੀ ਚਾਹੀਦੀ ਹੈ ਕਿ ਤੁਸੀਂ ਸਾਰਾ ਕੁਝ ਪਲੇਬੈਕ ਤੋਂ ਨਹੀਂ ਕਰ ਸਕਦੇ ਹੈਗੇ। ਜਿੰਨਾ ਕੁ 10 ਮਿੰਟਾਂ ਦੇ ਵਿੱਚ ਸਪੇਸ ਹੈ ਵੀ ਤੁਸੀਂ 1 ਮਿੰਟ ਅੱਧਾ ਮਿੰਟ ਪਰਦੇ ਪਿੱਛੋਂ ਪੂਰੀ ਆਈਟਮ ਦੇ ਵਿੱਚ ਗਾ ਲਿਆ ਜਾਂ ਬੋਲ ਲਿਆ, ਜਾਂ ਸਟੇਜ ਤੇ ਅੱਧੇ ਮਿੰਟ ਦਾ ਕੋਈ ਤੁਸੀਂ ਡਾਂਸ ਮੂਵਮੈਂਟ ਕਰਤੀ, ਜਾਂ ਕੋਈ 1 ਮਿੰਟ ਦਾ ਕੋਈ ਗਾਉਣ ਦਾ ਪੀਸ ਪਾਤਾ ਵਿੱਚ, ਇਹ ਸਾਰੀ ਚੀਜ਼ਾਂ ਸੰਭਵ ਨੇ, ਪਰ ਕੱਲਾ ਗਾਉਣਾ, ਕੱਲਾ ਨੱਚਣਾ, ਕੱਲਾ ਪਲੇਬੈਕ ਤੇ ਚਲਾਉਣਾ ਇਹ ਕੱਲੀ ਸਕਿੱਟ ਨਹੀਂ ਹੁੰਦੀ। ਇੱਕ ਸਰ ਹੋਰ ਹੈ ਕਿ ਜਿਸ ਤਰ੍ਹਾਂ 10 ਮਿੰਟ ਦੀ ਇਹ ਆਈਟਮ ਹੁੰਦੀ ਹੈ, ਤਾਂ ਕੀ 10 ਮਿੰਟ ਦੇ ਵਿੱਚ ਇੱਕ ਤੋਂ ਵੱਧ ਦ੍ਰਿਸ਼ ਵੀ ਕੀਤੇ ਜਾ ਸਕਦੇ ਆ ਜਾਂ ਇੱਕ ਦ੍ਰਿਸ਼ ਹੀ ਹੋਏਗਾ? ਦ੍ਰਿਸ਼ ਕੀਤੇ ਜਾ ਸਕਦੇ ਨੇ, ਦ੍ਰਿਸ਼ਾਂ ਤੇ ਮਤਲਬ ਐ ਕੋਈ ਪਾਬੰਦੀ ਨਹੀਂ ਹੁੰਦੀ ਹੈਗੀ, ਪਰ ਦ੍ਰਿਸ਼ ਇੰਟਰਕਨੈਕਟਡ ਹੋਣ, ਕਿਉਂਕਿ ਇਹਦੇ ਵਿੱਚ ਸੀਨ ਤਾਂ ਉਵੇਂ ਕ੍ਰੀਏਟ ਨਹੀਂ ਕਰ ਸਕਦੇ ਹੈਗੇ 10 ਮਿੰਟਾਂ ਦੇ ਵਿੱਚ। ਇਹ ਕੋਈ ਐਡੀ ਵੱਡੀ ਚੀਜ਼ ਤਾਂ ਹੈ ਨਹੀਂਗੀ ਕਿ ਤੁਸੀਂ ਮਤਲਬ ਅਲੱਗ-ਅਲੱਗ ਸੀਨ ਦਿਖਾਈ ਜਾਓ। ਉਹਦੇ ਵਿੱਚ ਦ੍ਰਿਸ਼ ਹੋ ਸਕਦੇ ਨੇ, ਪਰ ਉਹਨਾਂ ਦ੍ਰਿਸ਼ਾਂ ਨੂੰ ਇੰਨੀ ਜਲਦੀ ਤੁਹਾਨੂੰ ਇੰਟਰਕਨੈਕਟ ਕਰਨਾ ਪਊਗਾ ਤਾਂ ਕਿ ਉਹ ਇੱਕ ਯੂਨਿਟ ਦੇ ਤੌਰ ਤੇ ਸਾਹਮਣੇ ਆਵੇ, ਇਹ ਲੱਗੇ ਨਾ ਕਿ ਕਿਤੇ ਗੈਪ ਪੈ ਗਿਆ। ਨਾਟਕ ਦੇ ਵਿੱਚ ਸਾਡੇ ਕੋਲ ਬਹੁਤ ਸਪੇਸ ਹੁੰਦੀ ਹੈ, ਨਾਟਕ ਦੇ ਵਿੱਚ ਅਸੀਂ 10 ਸਕਿੰਟ 15 ਸਕਿੰਟ 20 ਸਕਿੰਟ ਤਾਂ ਸੀਨ ਚੇਂਜ ਕਰਨ ਤੇ ਵੀ ਲਾ ਦਿੰਦੇ ਹਾਂ, ਇਕੱਲਾ ਮਿਊਜ਼ਿਕ ਵੀ ਚੱਲਦਾ ਰਹਿੰਦਾ, ਪਰ ਸਕਿੱਟ ਦੇ ਵਿੱਚ ਇਹ ਕੋਈ ਗੁੰਜਾਇਸ਼ ਨਹੀਂ ਹੁੰਦੀ। ਜੇ ਕੋਈ ਸੀਨ ਚੇਂਜ ਵੀ ਹੁੰਦਾ ਤਾਂ ਉਹ ਇੰਨੀ ਜਲਦੀ ਹੋਵੇ ਤੇ ਇੰਨਾ ਇੰਟਰਕਨੈਕਟਡ ਹੋਵੇ ਕਿ ਪਾਠਕ ਨੂੰ ਜਾਂ ਸਰੋਤੇ ਨੂੰ, ਦਰਸ਼ਕ ਨੂੰ ਇਹ ਅਹਿਸਾਸ ਹੀ ਨਾ ਹੋਵੇ ਕਿ ਹੁਣ ਕੋਈ ਸੀਨ ਚੇਂਜ ਹੋ ਗਿਆ। ਜੀ, ਮੋਸਟਲੀ ਵੈਸੇ ਇਹ ਹੈ ਕਿ ਜਦੋਂ ਇਕਾਂਗੀ ਦੇ ਮੁਕਾਬਲੇ ਹੁੰਦੇ ਆ ਤਾਂ ਸਕੂਲਾਂ ਵਾਲੇ ਜਾਂ ਕਾਲਜਾਂ ਵਾਲੇ ਕੋਈ ਨਾ ਕੋਈ ਡਾਇਰੈਕਟਰ ਜ਼ਰੂਰ ਹਾਇਰ ਕਰਦੇ ਨੇ, ਤੇ ਜਾਂ ਫਿਰ ਸਕੂਲ ਦੇ ਵਿੱਚ ਹੀ ਕੋਈ ਇਸ ਤਰ੍ਹਾਂ ਦਾ ਅਧਿਆਪਕ ਹੁੰਦਾ। ਪਰ ਇਹ ਜਿਹੜਾ ਸਕਿੱਟ ਦਾ ਮੁਕਾਬਲਾ ਹੈ ਇਹ ਖਾਸ ਕਰਕੇ ਹੁਣ ਪ੍ਰਾਇਮਰੀ ਸਕੂਲਾਂ ਦੇ ਵਿੱਚ ਵੀ ਹੋ ਰਿਹਾ ਹੈ, ਤੇ ਇਸ ਤਰ੍ਹਾਂ ਦਾ ਕੁਝ ਨਹੀਂ ਹੁੰਦਾ। ਤੇ ਤੁਹਾਡੀਆਂ ਸ਼ਾਇਦ ਇਹ ਗੱਲਾਂ ਸਾਡੇ ਅਧਿਆਪਕਾਂ ਦੇ ਬਹੁਤ ਕੰਮ ਆਉਣਗੀਆਂ, ਕਿਉਂਕਿ ਉਹਨਾਂ ਨੇ ਆਪ ਹੀ ਐਕਟਰ ਡਾਇਰੈਕਟਰ ਸਾਰਾ ਕੁਝ ਆਪ ਹੀ ਤਿਆਰ ਕਰਨਾ ਹੁੰਦਾ ਤੇ ਆਪ ਹੀ ਇਹਨੂੰ ਸਾਰੇ ਨੂੰ ਮੈਨੇਜ ਕਰਨਾ ਹੁੰਦਾ। ਸੋ ਅਗਲੇ ਸਵਾਲ ਲਈ ਅਸੀਂ ਮੈਡਮ ਮਨਜਿੰਦਰ ਨੂੰ ਕਹਾਂਗੇ। ਹਾਂਜੀ ਸਰ, ਨਾਟਕ ਅਤੇ ਸਕਿੱਟ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਕੋਰੀਓਗ੍ਰਾਫੀ ਅਤੇ ਐਕਸ਼ਨ ਸੌਂਗ ਦੀ। ਇਹ ਦੋਨੋਂ ਮੁਕਾਬਲੇ ਕਿਵੇਂ ਇੱਕ ਦੂਜੇ ਤੋਂ ਵੱਖ ਹਨ ਤੇ ਇਹਨਾਂ ਵਿੱਚ ਕੀ ਸਾਂਝ ਹੈ, ਇਹਦੇ ਬਾਰੇ ਸਾਨੂੰ ਤੁਸੀਂ ਵਿਸਥਾਰ ਨਾਲ ਦੱਸੋ ਜੀ। ਜੀ, ਮਨਜਿੰਦਰ, ਜਿਹੜੀ ਕੋਰੀਓਗ੍ਰਾਫੀ ਹੈ ਇਹਦੇ 2 ਰੂਪ ਨੇ ਸਾਡੇ ਕੋਲੇ। ਇੱਕ ਕੋਰੀਓਗ੍ਰਾਫੀ ਹੈਗੀ ਹੈ ਜਿਹੜੀ ਟਰਮ ਫਿਲਮਾਂ ਦੇ ਵਿੱਚ ਯੂਜ਼ ਕੀਤੀ ਜਾਂਦੀ ਹੈ। ਤੁਸੀਂ ਕਦੇ ਕਿਸੇ ਫਿਲਮ ਦਾ ਜੇ ਬੈਨਰ ਦੇਖੋ ਤਾਂ ਉਹਤੇ ਬਕਾਇਦਾ ਲਿਖਿਆ ਹੁੰਦਾ ਕਿ ਕੋਰੀਓਗ੍ਰਾਫਰ ਫਲਾਣਾ। ਉਹ ਟੋਟਲੀ ਡਿਫਰੈਂਟ ਹੈ ਸਾਡੀ ਇਸ ਵਿਧਾ ਨਾਲੋਂ। ਉਹਦੇ ਵਿੱਚ ਕੋਰੀਓਗ੍ਰਾਫਰ ਉਹ ਹੈ ਜਿਹੜਾ ਉਸ ਫਿਲਮ ਦੇ ਡਾਂਸ ਨੂੰ ਡਾਇਰੈਕਟ ਕਰਦਾ ਹੈ। ਜੀ, ਉਸ ਫਿਲਮ ਦੇ ਵਿੱਚ ਜਿੰਨੇ ਡਾਂਸ ਦੀਆਂ ਮੂਵਮੈਂਟਸ ਪਾਈਆਂ ਹੋਈਆਂ ਨੇ, ਉਹ ਉਸ ਜਿਹੜਾ ਹੀਰੋ ਹੈ ਜਾਂ ਕੋਈ ਹੋਰ ਐਕਟਰ ਹੈ ਉਹਨੇ ਫਿਲਮ ਦੇ ਵਿੱਚ ਨੱਚਣਾ ਕਿਵੇਂ ਹੈ, ਕਿਸੇ ਗੀਤ ਤੇ ਨੱਚਣਾ ਜਾਂ ਗੀਤ ਤੋਂ ਬਿਨਾਂ ਨੱਚਣਾ ਹੈ, ਉਹ ਜਿੰਨੀਆਂ ਡਾਂਸ ਦੀਆਂ ਚੀਜ਼ਾਂ ਉਸ ਫਿਲਮ ਦੇ ਵਿੱਚ ਨੇ ਉਹਨੂੰ ਉਹ ਕੋਰੀਓਗ੍ਰਾਫਰ ਹੈਂਡਲ ਕਰਦਾ ਹੈ, ਉਸ ਫਿਲਮ ਦਾ ਜਿਹੜਾ ਕੋਰੀਓਗ੍ਰਾਫਰ ਹੈ। ਪਰ ਜਦੋਂ ਅਸੀਂ ਇੱਕ ਵੰਨਗੀ ਦੇ ਤੌਰ ਤੇ, ਇੱਕ ਵਿਧਾ ਦੇ ਤੌਰ ਤੇ ਕੋਰੀਓਗ੍ਰਾਫਰ ਨੂੰ ਲੈ ਰਹੇ ਹਾਂ ਤਾਂ ਇਹ ਥੀਏਟਰ ਦੀ ਆਈਟਮ ਹੈ, ਇਹ ਥੀਏਟਰ ਦੀ ਵੰਨਗੀ ਹੈ। ਸੋ ਕਈਆਂ ਦੇ ਮਨ ਦੇ ਵਿੱਚ ਜਿਹੜੇ ਸਾਰੇ ਟੀਚਰ ਨੇ ਉਹਨਾਂ ਦੇ ਦਿਮਾਗ ਦੇ ਵਿੱਚ ਫਿਲਮ ਵਾਲਾ ਕੋਰੀਓਗ੍ਰਾਫਰ ਬੜਿਆ ਹੁੰਦਾ ਹੈ, ਉਹਨਾਂ ਨੂੰ ਲੱਗਦਾ ਕਿ ਨੱਚਣਾ ਕੋਰੀਓਗ੍ਰਾਫੀ ਹੈ। ਜਿਹੜਾ ਕੋਰੀਓਗ੍ਰਾਫਰ ਦੇ ਮਾਮਲੇ 'ਚ ਸਭ ਤੋਂ ਵੱਧ ਰਿਊਮਰ ਹੈ ਜਾਂ ਸਭ ਤੋਂ ਵੱਧ ਮਿਸਕਨਸੈਪਸ਼ਨ ਹੈ ਉਹ ਇਹੀ ਹੈ, ਕਿਉਂਕਿ ਸਾਡੇ ਦਿਮਾਗ ਦੇ ਵਿੱਚ ਫਿਲਮਾਂ ਵਾਲਾ ਕੋਰੀਓਗ੍ਰਾਫਰ ਬੜਿਆ ਹੁੰਦਾ ਹੈ ਤੇ ਫਿਲਮਾਂ ਵਾਲੇ ਕੋਰੀਓਗ੍ਰਾਫਰ ਨੇ ਡਾਂਸ ਨੂੰ ਡਿਜ਼ਾਈਨ ਕਰਨਾ ਹੁੰਦਾ, ਸਿਰਫ ਉਹਦਾ ਕੰਮ ਹੀ ਡਾਂਸ ਡਿਜ਼ਾਈਨਰ ਹੈ ਉਹ। ਇਸ ਕਰਕੇ ਪਰ ਜਦੋਂ ਅਸੀਂ ਇਹਨੂੰ ਇੱਕ ਕੋਰੀਓਗ੍ਰਾਫੀ ਨੂੰ ਇੱਕ ਕੰਪੀਟੀਸ਼ਨ ਦੀ ਵੰਨਗੀ ਦੇ ਤੌਰ ਤੇ ਪੇਸ਼ ਕਰਦੇ ਹਾਂ ਤਾਂ ਇਹ ਥੀਏਟਰ ਦੀ ਆਈਟਮ ਹੈ, ਨਾਟਕ ਦੀ ਆਈਟਮ ਹੈ। ਤੇ ਨਾਟਕ ਦੀ ਪਹਿਲੀ ਸ਼ਰਤ ਤੁਹਾਨੂੰ ਮੈਂ ਦੱਸੀ ਹੈ ਕਿ ਨਾਟਕ ਦੇ ਵਿੱਚ ਇੱਕ ਥੀਮ ਹੋਣਾ ਜ਼ਰੂਰੀ ਹੈ। ਵਿਦਾਊਟ ਥੀਮ ਕੋਰੀਓਗ੍ਰਾਫੀ ਵੀ ਨਹੀਂ ਹੋ ਸਕਦੀ ਹੈਗੀ। ਕੋਰੀਓਗ੍ਰਾਫੀ ਦੇ ਵਿੱਚ ਵੀ ਇੱਕ ਥੀਮ ਹੋਣਾ ਜ਼ਰੂਰੀ ਹੈ, ਇੱਕ ਥੀਮ ਹੋਣਾ ਜ਼ਰੂਰੀ ਹੈ, ਇੱਕ ਐਕਟਿੰਗ ਹੋਣੀ ਜ਼ਰੂਰੀ ਹੈ, ਐਕਸ਼ਨ ਹੋਣਾ ਜ਼ਰੂਰੀ ਹੈ ਪਾਤਰਾਂ ਦਾ। ਇਹ 2 ਚੀਜ਼ਾਂ ਜੇ ਕੋਰੀਓਗ੍ਰਾਫੀ ਚੋਂ ਵੀ ਬਾਹਰ ਕੱਢ ਦਾਂਗੇ ਤਾਂ ਕੋਰੀਓਗ੍ਰਾਫੀ ਨਹੀਂ ਰਹਿੰਦੀ ਹੈਗੀ। ਅਕਸਰ ਕੀ ਕੀਤਾ ਜਾਂਦਾ ਹੈ, ਕਿਉਂਕਿ ਕੋਰੀਓਗ੍ਰਾਫੀ ਦੇ ਪਿੱਛੇ ਵੀ ਇੱਕ ਗੀਤ ਹੁੰਦਾ ਹੈ, ਇੱਕ ਗੀਤ ਜਾਂ ਕੁਝ ਗੀਤਾਂ ਦੇ ਟੁਕੜੇ ਜੋੜ ਕੇ ਅਸੀਂ ਇੱਕ ਥੀਮ ਡਿਜ਼ਾਈਨ ਕਰ ਲੈਂਦੇ ਹਾਂ।
ਉਹ ਸਾਰਾ ਗੀਤ ਜਿਹੜਾ ਹੈਗਾ ਉਹਦੇ ਵਿੱਚੋਂ ਇੱਕ ਥੀਮ ਨਿਕਲਦਾ। ਜੇ ਇੱਕ ਗੀਤ ਚੋਂ ਪੂਰਾ ਥੀਮ ਨਹੀਂ ਨਿਕਲਦਾ, ਫਿਰ ਅਸੀਂ ਇੱਕ ਗੀਤ ਦੇ ਨਾਲ 2 ਗੀਤ 3 ਗੀਤ 4 ਗੀਤ 5 ਗੀਤ, ਕਈ ਵਾਰੀ ਅਸੀਂ ਮਤਲਬ ਵੱਡੀਆਂ ਕੋਰੀਓਗ੍ਰਾਫੀਆਂ ਵੀ ਕੀਤੀਆਂ ਨੇ। ਸੁਖਜੀਵਨ ਨੂੰ ਪਤਾ ਹੋਣਾ ਕਿ ਅਸੀਂ 45 ਮਿੰਟ 50 ਮਿੰਟ ਦੀ ਕੋਰੀਓਗ੍ਰਾਫੀ ਵੀ ਕੀਤੀ ਹੈ, ਜਿਹਦੇ ਵਿੱਚ 50 ਪੀਸ ਗੀਤਾਂ ਦੇ ਵੀ ਹੁੰਦੇ ਸੀ। ਇੱਕ ਕੋਰੀਓਗ੍ਰਾਫੀ ਦਾ ਨਾਮ ਸੀ ਪੰਜਾਬ। ਉਹਦੇ ਵਿੱਚ ਅਸੀਂ ਪੰਜਾਬ ਦਾ ਸਾਰਾ ਇਤਿਹਾਸ ਦੱਸਦੇ ਸੀ, ਗੁਰੂ ਸਾਹਿਬਾਨ ਤੋਂ ਲੈ ਕੇ ਅੱਜ ਤੱਕ ਪੰਜਾਬ ਨੂੰ ਕੀ ਕੀ ਚੁਣੌਤੀਆਂ ਆਈਆਂ, ਪੰਜਾਬ ਕਿਹੜੇ ਦੌਰਾਂ ਦੇ ਵਿੱਚੋਂ ਲੰਘਿਆ। ਉਹਦੇ ਵਿੱਚ ਅਸੀਂ ਸੈਂਕੜੇ ਗੀਤਾਂ ਦੇ ਐਲੀਮੈਂਟ ਪਾਏ ਹੋਏ ਸੀ, ਕਿਸੇ ਤੋਂ 2 ਲੈਣਾ, ਕਿਸੇ ਦੇ ਵਿੱਚ ਇੱਕ ਪੈਰਾਗ੍ਰਾਫ। ਸੋ ਮਤਲਬ ਪਹਿਲਾਂ ਅਸੀਂ ਇੱਕ ਥੀਮ ਕੰਪੋਜ਼ ਕਰਨਾ ਹੁੰਦਾ ਹੈ। ਉਸ ਥੀਮ ਦੇ ਵਿੱਚ 1 ਗੀਤ 2 ਗੀਤ 3 ਗੀਤ, ਕੋਈ ਕੰਡੀਸ਼ਨ ਨਹੀਂ। ਤੁਸੀਂ ਟਾਈਮ ਦੇ ਮੁਤਾਬਕ, ਜੇ ਤੁਹਾਡੇ ਕੋਲ 5 ਮਿੰਟ ਹੈ, 5 ਮਿੰਟਾਂ ਦੇ ਵਿੱਚ ਆਏ 5 ਗੀਤ ਪਾ ਲਓ, ਕੋਈ ਪ੍ਰੋਬਲਮ ਨਹੀਂ। ਪਰ ਉਹਦੇ ਵਿੱਚੋਂ ਇੱਕ ਥੀਮ ਬਿਲਡ ਹੁੰਦਾ ਹੋਵੇ, ਇੱਕ ਸਟੋਰੀ ਬਿਲਡ ਹੁੰਦੀ ਹੋਵੇ। ਫਿਰ ਉਸ ਸਟੋਰੀ ਨੂੰ ਜਦੋਂ ਅਸੀਂ ਪ੍ਰੈਜੈਂਟੇਸ਼ਨ ਦੇਣੀ ਹੈ ਤਾਂ ਅਸੀਂ ਜਿਹੜੇ ਉਹਦੇ ਵਿੱਚ ਐਕਟਰ ਹੋਣਗੇ ਉਹ ਐਕਟ ਕਰਨਗੇ, ਨਾ ਕਿ ਡਾਂਸ ਕਰਨਗੇ। ਇੱਥੇ ਵੀ ਇੱਕ ਬਹੁਤ ਵੱਡਾ ਟਪਲਾ ਮਤਲਬ ਜਿਹੜਾ ਮੈਂ ਦੇਖਿਆ, ਜਿਹੜਾ ਮੈਂ ਮਹਿਸੂਸ ਕੀਤਾ ਹੈ ਕਿ ਗੀਤ ਤਾਂ ਲੈ ਲੈਂਦੇ ਨੇ, ਕਿਸੇ ਵੀ ਗੀਤ ਦੇ ਵਿੱਚ ਕੋਈ ਨਾ ਕੋਈ ਥੀਮ ਤਾਂ ਹੁੰਦਾ ਹੀ ਹੈ, ਜਿੰਨੇ ਵੀ ਗੀਤ ਰਿਕਾਰਡ ਹੋਏ ਨੇ, ਪਰ ਉਹਨਾਂ ਥੀਮਾਂ ਦੀ ਪ੍ਰੈਜੈਂਟੇਸ਼ਨ ਜਦੋਂ ਹੁੰਦੀ ਹੈ ਉਹ ਡਾਂਸ ਦੀਆਂ ਬਲੋਕਿੰਗ ਰਾਹੀਂ ਕਰਨ ਲੱਗ ਜਾਂਦੇ ਨੇ, ਤਾਂ ਉਹ ਕੋਰੀਓਗ੍ਰਾਫੀ ਨਹੀਂ ਰਹਿੰਦੀ, ਫਿਰ ਉਹ ਗਰੁੱਪ ਡਾਂਸ ਬਣ ਜਾਂਦਾ ਹੈ। ਸੋ ਇਸ ਕਰਕੇ ਜੇ ਤੁਸੀਂ ਕੋਰੀਓਗ੍ਰਾਫੀ ਕਰਨਾ ਚਾਹੁੰਦੇ ਹੋ ਤਾਂ ਕੋਰੀਓਗ੍ਰਾਫੀ ਦੇ ਵਿੱਚ ਨੰਬਰ 1 ਤੁਸੀਂ 1 ਗੀਤ 2 ਗੀਤ 3 ਗੀਤ ਇਹਨਾਂ ਦੇ ਆਧਾਰ ਤੇ ਇੱਕ ਥੀਮ ਡਿਵੈਲਪ ਕਰਨਾ ਹੈ, ਇੱਕ ਸਟੋਰੀ ਡਿਵੈਲਪ ਕਰਨੀ ਹੈ ਕਿ ਇੱਥੋਂ ਮੇਰੀ ਸਟੋਰੀ ਸ਼ੁਰੂ ਹੋਊਗੀ ਤੇ ਇੱਥੇ ਮੇਰੀ ਸਟੋਰੀ ਮੁੱਕੂਗੀ। ਮੰਨ ਲਓ ਤੁਸੀਂ ਪੰਜਾਬ ਦੀ ਤਰਾਸਦੀ ਦਿਖਾਉਣੀ ਹੈ, ਤੁਸੀਂ ਉਹਨੂੰ ਗੁਰੂ ਸਾਹਿਬਾਨ ਤੋਂ ਸ਼ੁਰੂ ਕਰਦੇ ਹੋ, ਤੁਸੀਂ ਉਹਨੂੰ ਮਹਾਰਾਜਾ ਰਣਜੀਤ ਸਿੰਘ ਤੋਂ ਸ਼ੁਰੂ ਕਰ ਦਿੰਦੇ ਹੋ, ਜਾਂ ਤੁਸੀਂ ਉਹਨੂੰ ਆਧੁਨਿਕ ਪੰਜਾਬ ਤੋਂ ਸ਼ੁਰੂ ਕਰਦੇ ਹੋ, ਤੁਸੀਂ ਉਹਨੂੰ ਅੱਜ ਤੱਕ ਲੈ ਕੇ ਆਉਣੇ ਜਾਂ ਕਿੱਥੇ ਤੱਕ ਲੈ ਕੇ ਆਉਣੇ ਹੋ। ਜਾਂ ਮੰਨ ਲਓ ਕੋਈ ਨਸ਼ਿਆਂ ਦੀ ਤੁਹਾਡੇ ਸਾਹਮਣੇ ਸਟੋਰੀ ਹੈ, ਜਾਂ ਕੋਈ ਜਾਤ ਪਾਤ ਦੀ ਤੁਹਾਡੇ ਸਾਹਮਣੇ ਸਟੋਰੀ ਹੈ, ਤੁਸੀਂ ਦੇਖਣਾ ਕਿ ਆਹ ਮੇਰੀ ਸਟੋਰੀ ਹੈ, ਇਹਦੇ ਵਿੱਚ ਮੈਂ ਆਹ ਪੇਸ਼ ਕਰਨਾ ਹੈ। ਹੁਣ ਸਟੋਰੀ ਤੁਹਾਡੇ ਸਾਹਮਣੇ ਹੈ, ਸਟੋਰੀ ਦੇ ਮੁਤਾਬਕ ਤੁਸੀਂ ਗੀਤ ਚੁਣ ਲਏ, ਗੀਤਾਂ ਨੂੰ ਤੁਸੀਂ ਇੱਕ ਫਰੇਮ ਦੇ ਵਿੱਚ ਇੱਕ ਸੀਕੁਐਂਸ ਦੇ ਵਿੱਚ ਡਿਵੈਲਪ ਕਰ ਲਿਆ। ਉਸ ਤੋਂ ਬਾਅਦ ਤੁਸੀਂ ਆਪਣੇ ਪਾਤਰਾਂ ਨੂੰ ਉੱਤੇ ਐਕਟਿੰਗ ਕਰਾਉਣੀ ਹੈ, ਨਾ ਕਿ ਡਾਂਸ ਕਰਾਉਣਾ ਹੈ। ਜਦੋਂ ਤੁਹਾਡੇ ਪਾਤਰ ਉੱਤੇ ਐਕਟਿੰਗ ਕਰਨਗੇ, ਜੇ ਕਿਤੇ ਕੋਈ ਡਾਂਸ ਦਾ ਸਟੈਪ ਆਊਗਾ ਤਾਂ ਕਰ ਸਕਦੇ ਨੇ, ਇਹ ਨਹੀਂ ਕਿ ਡਾਂਸ ਕਰਨਾ ਮਨਾ ਹੁੰਦਾ ਹੈ, ਪਰ ਓਨਲੀ ਡਾਂਸ ਨਹੀਂ ਜੀ, ਉਹ ਐਕਟ ਕਰਨਗੇ ਬਕਾਇਦਾ। ਉਹ ਜਿਵੇਂ ਆਪਾਂ ਨਾਟਕ ਪੇਸ਼ ਕਰਦੇ ਹਾਂ, ਨਾਟਕ ਦੇ ਵਿੱਚ ਕਹਾਣੀ ਪੇਸ਼ ਕਰਦੇ ਹਾਂ, ਬਸ ਇਹਦੇ ਵਿੱਚ ਇੰਨਾ ਕੀ ਹੈ ਕਿ ਜਿਹੜੇ ਪਾਤਰ ਨੇ ਉਹਨਾਂ ਨੇ ਆਪ ਡਾਇਲਾਗ ਨਹੀਂ ਬੋਲਣਾ ਹੁੰਦਾ ਸਟੇਜ ਤੇ, ਉਹ ਲਿਪਸ ਮੂਵਮੈਂਟ ਕਰ ਲੈਣਗੇ, ਜਾਂ ਤਾਂ ਜੇ ਪਿੱਛੋਂ ਕੋਈ ਲੱਗਦਾ ਹੈ, ਤੇ ਨਹੀਂ ਤਾਂ ਲਿਪਸ ਮੂਵਮੈਂਟ ਵੀ ਨਾ ਕਰਨਾ, ਪਿੱਛੋਂ ਆਵਾਜ਼ ਚੱਲ ਰਹੀ ਹੈ, ਉਹ ਆਵਾਜ਼ ਦੇ ਮੁਤਾਬਿਕ ਸਟੇਜ ਤੇ ਐਕਸ਼ਨ ਕਰਨ। ਮੰਨ ਲਓ ਇੱਕ ਗੀਤ ਚੱਲ ਰਿਹਾ ਹੈ ਕਿ ਮੈਂ ਆਪਣੇ ਖੇਤਾਂ ਨੂੰ ਗੁੱਡਾਂਗਾ, ਮੈਂ ਆਪਣੇ ਖੇਤਾਂ ਨੂੰ ਬੀਜਾਂਗਾ, ਮੈਂ ਆਪਣੇ ਖੇਤਾਂ ਨੂੰ ਵਾਹਾਂਗਾ, ਉਹ ਗੀਤ ਚੱਲੀ ਜਾਂਦਾ ਹੈ। ਸਟੇਜ ਤੇ ਜਿਹੜੇ ਐਕਟਰ ਨੇ ਉਹ ਖੇਤਾਂ ਨੂੰ ਗੁੱਡਣ ਦੀ ਐਕਟਿੰਗ ਕਰਨ, ਖੇਤਾਂ ਨੂੰ ਬੀਜਣ ਦੀ ਐਕਟਿੰਗ ਕਰਨ, ਖੇਤਾਂ ਨੂੰ ਵਾਹੁਣ ਦੀ ਐਕਟਿੰਗ ਕਰਨ, ਨਾ ਕਿ ਉਸ ਗੀਤ ਤੇ ਨੱਚਣ ਲੱਗ ਜਾਣ ਜੀ। ਸਟੇਜ ਦੇ ਉੱਤੇ ਉਹਨਾਂ ਨੇ ਐਕਟਿੰਗ ਕਰਨੀ ਹੈ ਉਸ ਗੀਤ ਦੇ ਮੁਤਾਬਕ। ਉਹਨਾਂ ਬੋਲਾਂ ਦੇ ਨਾਲ ਉਹ ਗੁਣਗੁਣਾਵੇ ਜਾਂ ਉਹਨਾਂ ਬੋਲਾਂ ਨੂੰ ਉਹ ਬੋਲੇ, ਇਹ ਕੋਈ ਕੰਡੀਸ਼ਨ ਨਹੀਂ ਹੈਗੀ। ਹਾਂ, ਉਹਨਾਂ ਬੋਲਾਂ ਦੇ ਮੁਤਾਬਕ ਉਹਦੀ ਐਕਟਿੰਗ ਹੋਣੀ ਚਾਹੀਦੀ ਹੈ। ਸਟੇਜ ਤੇ ਮੰਨ ਲਓ ਕਰੀ ਕਿਤੇ ਮੇਲ ਰੱਬਾ ਦਿੱਲੀ ਤੇ ਲਾਹੌਰ ਦਾ ਗੀਤ ਚੱਲ ਰਿਹਾ ਹੈ, ਸਟੇਜ ਤੇ 2 ਐਕਟਰ ਨੇ, ਇੱਕ ਹਿੰਦੂ ਕਰੈਕਟਰ ਹੈ, ਇੱਕ ਸਿੱਖ ਕਰੈਕਟਰ ਹੈ, ਇੱਕ ਮੁਸਲਮਾਨ ਕਰੈਕਟਰ ਹੈ, 2 ਬੱਚੇ ਨੇ, ਉਹਨਾਂ ਦੋਵਾਂ ਨੇ ਇੱਕ ਦੂਜੇ ਦੇ ਬਾਹਾਂ ਫੜੀਆਂ ਹੋਈਆਂ ਨੇ, ਦੋਨੇ ਰੋ ਰਹੇ ਨੇ, ਤੇ ਪਿੱਛੇ ਗੀਤ ਚੱਲਦਾ ਕਰੀ ਕਿਤੇ ਮੇਲ ਰੱਬਾ ਦਿੱਲੀ ਤੇ ਲਾਹੌਰ ਦਾ। ਦਿਸ ਇਜ਼ ਕੋਰੀਓਗ੍ਰਾਫੀ। ਸਰ, ਜਿਵੇਂ ਕਿਤੇ ਆਪਾਂ ਨੂੰ ਲੱਗਦਾ ਹੈ ਕਿ ਕਿਸੇ ਦ੍ਰਿਸ਼ ਨੂੰ ਜੋੜਨ ਲਈ ਸਾਨੂੰ ਕਿਸੇ ਡਾਇਲੌਗ ਦੀ ਲੋੜ ਹੈ ਜੀ, ਤਾਂ ਪਹਿਲੀ ਤਾਂ ਗੱਲ ਇਹ ਕਿ ਡਾਇਲੌਗ ਹੋ ਸਕਦਾ ਹੈ ਜਾਂ ਨਹੀਂ ਹੋ ਸਕਦਾ। ਜੇ ਹੋ ਸਕਦਾ ਤਾਂ ਉਹ ਰਿਕਾਰਡਡ ਹੋਣਾ ਚਾਹੀਦਾ ਹੈ ਜਾਂ ਬੋਲਿਆ ਵੀ ਜਾ ਸਕਦਾ ਹੈ ਜੀ। ਡਾਇਲੌਗ ਬੋਲਿਆ ਵੀ ਜਾ ਸਕਦਾ ਹੈ, ਡਾਇਲੌਗ ਹੋ ਵੀ ਸਕਦਾ ਹੈ, ਪਰ ਇਹਨੂੰ ਬਹੁਤ ਮਿਨੀਮਾਈਜ਼ ਕਰਨਾ ਹੁੰਦਾ ਹੈ। ਇਹਨੂੰ ਮਤਲਬ ਇਹ ਨਹੀਂ ਕਿ ਸਾਰਾ ਤੁਸੀਂ ਸਾਰੀ ਜਿਹੜੀ ਕੋਰੀਓਗ੍ਰਾਫੀ ਹੈ ਉਹ ਤੁਸੀਂ ਬੋਲ ਕੇ ਪੇਸ਼ ਕਰ ਦੋ। ਹਾਂ, ਕਈ ਵਾਰੀ ਕਿਸੇ ਗੀਤ ਦੇ ਵਿੱਚ ਕੋਈ ਡਾਇਲੌਗ ਹੁੰਦਾ ਹੈ, ਬੋਲਿਆ ਹੁੰਦਾ ਹੈ, ਕੋਈ ਲੈਣਾ ਮੂਹਰੇ ਬੋਲੀਆਂ ਹੁੰਦੀਆਂ ਨੇ, ਪਿੱਛੇ ਲੈਣਾ ਬੋਲੀਆਂ ਹੁੰਦੀਆਂ ਨੇ, ਤੁਸੀਂ ਉਹਦੇ ਇੱਕ ਸੂਤਰਧਾਰ ਬਣਾ ਦਿਓ। ਉਹ ਸੂਤਰਧਾਰ ਦੇ ਤੌਰ ਤੇ ਮੰਨ ਲਓ ਗੀਤ ਹੈ, ਉਸ ਗੀਤ ਦੇ ਮੂਹਰੇ ਪਾਇਆ ਹੋਇਆ ਹੈ ਵੀ ਮੈਂ ਪੰਜਾਬ ਬੋਲਦਾ ਹਾਂ, ਆਓ ਮੈਂ ਤੁਹਾਨੂੰ ਆਪਣੀ ਕਹਾਣੀ ਸੁਣਾਉਣਾ ਹਾਂ। ਤੁਸੀਂ ਉਹਨੂੰ ਜਦੋਂ ਐਕਟ ਕਰਾਓਗੇ ਤਾਂ ਇੱਕ ਸੂਤਰਧਾਰ ਦਾ ਕਰੈਕਟਰ ਬਣਾ ਦਿਓ। ਉਹ ਸੂਤਰਧਾਰ ਸਟੇਜ ਤੇ ਆਊਗਾ, ਉਹ ਕਹੂਗਾ ਵੀ ਹਾਂ ਮੈਂ ਪੰਜਾਬ ਬੋਲਦਾ ਹਾਂ, ਹੁਣ ਮੈਂ ਤੁਹਾਨੂੰ ਆਪਣੀ ਕਹਾਣੀ ਸੁਣਾਉਣਾ ਹਾਂ। ਮਤਲਬ ਪਿੱਛੇ ਡਾਇਲੌਗ ਚੱਲਿਆ, ਸਟੇਜ ਤੇ ਲਿਪਸਿੰਗ ਕਰਤੀ ਉਸ ਐਕਟਰ ਨੇ ਉਹਦੀ, ਕੋਈ ਪ੍ਰੋਬਲਮ ਨਹੀਂ ਹੈਗੀ। ਕੋਈ ਇੱਕ ਤਾਂ ਡਾਇਲੌਗ ਕੋਈ ਆਪ ਵੀ ਬੋਲਣਾ ਚਾਹੁੰਦਾ ਹੈ, ਜੇ ਉਹਦਾ ਡਾਇਲੌਗ ਕਨਵੇ ਹੁੰਦਾ ਹੈ। ਅਦਰਵਾਈਜ਼ ਕੀ ਹੁੰਦਾ ਹੈ ਕਿ ਜਦੋਂ ਤੁਸੀਂ ਪਿੱਛੋਂ ਮਿਊਜ਼ਿਕ ਚਲਾਉਂਦੇ ਹੋ, ਉਹ ਮਿਊਜ਼ਿਕ ਨੂੰ ਬੰਦ ਕਰਕੇ ਜਦੋਂ ਆਪਣੇ ਡਾਇਲੌਗ ਬੋਲਦੇ ਹੋ, ਤੁਹਾਡੀ ਆਵਾਜ਼ ਦਾ ਪਿਛਲੀ ਆਵਾਜ਼ ਨਾਲ ਕੰਬੀਨੇਸ਼ਨ ਹੀ ਨਹੀਂ ਹੁੰਦਾ ਹੈਗਾ। ਉਹ ਆਵਾਜ਼ ਦੀ ਪਿੱਚ ਬਹੁਤ ਉੱਚੀ ਹੁੰਦੀ ਹੈ,
ਜਿਹੜੀ ਰਿਕਾਰਡਡ 뮤직 ਹੁੰਦਾ ਉਹਦੀ ਪਿਚ ਬਹੁਤ ਉੱਚੀ ਹੁੰਦੀ ਹੈ, ਉਹਦੇ ਤੁਹਾਡੇ ਮੂਹਰੇ ਮੈਕ ਤਾਂ ਹੁੰਦਾ ਨਹੀਂ ਹੈਗਾ ਕੋਰੀਓਗ੍ਰਾਫੀ ਦੇ ਵਿੱਚ। ਨਾਟਕ ਦੇ ਵਿੱਚ, ਸਕਿੱਟ ਦੇ ਵਿੱਚ, ਬਾਕੀ ਸਾਰੀਆਂ ਵਿਧਾਵਾਂ ਤੁਹਾਡੇ ਸਾਹਮਣੇ ਮਾਈਕ ਰੱਖੇ ਹੁੰਦੇ ਨੇ, ਉਦੋਂ ਤੁਸੀਂ ਮਾਈਕ 'ਚ ਹੀ ਬੋਲਣਾ ਹੁੰਦਾ ਹੈ। ਕੋਰੀਓਗ੍ਰਾਫੀ ਦੇ ਵਿੱਚ ਕੋਈ ਮਾਈਕ ਨਹੀਂ ਹੁੰਦਾ, ਆਵਾਜ਼ ਸਾਰੀ ਪਿੱਛੋਂ ਆਉਣੀ ਹੁੰਦੀ ਹੈ। ਜੇ ਤੁਸੀਂ ਡਾਇਲਾਗ ਆਪ ਬੋਲਣ ਦੀ ਕੋਸ਼ਿਸ਼ ਵੀ ਕਰੋਗੇ ਤਾਂ ਵੀ ਉਹਨਾਂ ਡਾਇਲਾਗਾਂ ਦਾ ਕੋਈ ਪ੍ਰਭਾਵ ਬਣਦਾ ਨਹੀਂ ਹੈਗਾ। ਹਾਂ, ਗੀਤ ਦੇ ਵਿੱਚ ਡਾਇਲਾਗ ਪਾਇਆ ਹੋਇਆ ਹੈ ਤਾਂ ਤੁਸੀਂ ਉਹਨੂੰ ਬਿਹਤਰ ਤਰੀਕੇ ਨਾਲ ਉਤੇ ਲਿਪਸਿੰਗ ਕਰਕੇ ਉਹਨੂੰ ਐਜ਼ ਇਟ ਇਜ਼ ਕਿਸੇ ਐਕਟਰ ਰਾਹੀਂ ਬੁਲਵਾ ਸਕਦੇ ਹੋ, ਜਾਂ ਉਸ ਨੂੰ ਤੁਸੀਂ ਸਟਿਲ ਹੋ ਸਕਦੇ ਹੋ ਸਟੇਜ ਉੱਤੇ। ਪਿੱਛੋਂ ਜਿਹੜਾ ਡਾਇਲਾਗ ਹੈ ਉਹ ਮਤਲਬ ਆਪਣੇ ਆਪ ਚੱਲ ਸਕਦਾ ਹੈ। ਤੁਸੀਂ ਉਸ ਡਾਇਲਾਗ ਨੂੰ ਸਾਇਲੈਂਟ ਇੰਪ੍ਰੈਸ਼ਨ ਰਾਹੀਂ ਵੀ ਪੇਸ਼ ਕਰ ਸਕਦੇ ਹੋ। ਡਾਇਲਾਗ ਬੋਲਿਆ ਜਾ ਰਿਹਾ ਹੈ, ਤੁਹਾਡੇ ਪਾਤਰ ਸਾਰੇ ਸਟਿਲ ਨੇ, ਸਾਰੇ ਖੜੇ ਨੇ ਸਟੇਜ ਤੇ ਸਟਿਲ ਰੂਪ ਦੇ ਵਿੱਚ, ਪਿੱਛੋਂ ਆਵਾਜ਼ ਆਉਂਦੀ ਹੈ ਕਿ ਮੈਂ ਪੰਜਾਬ ਬੋਲਦਾ, ਹੁਣ ਮੈਂ ਤੁਹਾਨੂੰ ਆਪਣੀ ਕਹਾਣੀ ਸੁਣਾਉਣਾ। ਮੇਰੀ ਕਹਾਣੀ ਦੀ ਸ਼ੁਰੂਆਤ ਹੁੰਦੀ ਹੈ 5 ਦਰਿਆਵਾਂ ਦੀ ਧਰਤੀ ਤੋਂ, ਉਦੋਂ ਬਾਅਦ ਗੀਤ ਚੱਲਦਾ ਹੈ, ਤੁਹਾਡੇ ਪਾਤਰ ਐਕਟ ਕਰਨ ਲੱਗ ਜਾਂਦੇ ਨੇ। ਸੋ ਕਈ ਵਾਰੀ ਸਾਇਲੈਂਟ ਵੀ ਹੋਇਆ ਜਾ ਸਕਦਾ ਹੁੰਦਾ ਹੈ, ਕਈ ਵਾਰੀ ਡਾਇਲਾਗ ਦੀ ਲਿਪਸਿੰਗ ਵੀ ਕੀਤੀ ਜਾ ਸਕਦੀ ਹੈ। ਹਾਂ, ਤੁਸੀਂ ਚਾਹੁੰਦੇ ਹੋ ਕਿ ਇੱਕ ਅੱਧਾ ਡਾਇਲਾਗ ਕੀ ਪਾਤਰਾਂ ਤੋਂ ਬੁਲਾਉਣਾ, ਬੁਲਵਾ ਦਿਓ, ਪਰ ਮੈਨੂੰ ਲੱਗਦਾ ਹੈ ਕਿ ਇਹ ਠੀਕ ਨਹੀਂ ਰਹਿੰਦਾ ਹੈਗਾ, ਕਿਉਂਕਿ ਉਹਨਾਂ ਦੀ ਆਵਾਜ਼ ਉਸ ਰੂਪ ਤੱਕ ਦਰਸ਼ਕਾਂ ਤੱਕ ਜਾਂਦੀ ਨਹੀਂ ਹੈਗੀ। ਇਹ ਨਾ ਮੰਨ ਕੇ ਚੱਲੋ ਕਿ ਤੁਸੀਂ ਕਮਰੇ 'ਚ ਕਰਨੀ ਹੈ, ਇਹ ਮੰਨ ਕੇ ਚੱਲੋ ਕਿ ਤੁਹਾਡੇ ਸਾਹਮਣੇ 10,000 ਬੰਦਾ ਬੈਠਾ ਹੈ। ਤੁਸੀਂ 10,000 ਬੰਦੇ ਸਾਹਮਣੇ ਕੀ ਤੁਸੀਂ ਬਿਨਾਂ ਮਾਈਕ ਤੋਂ ਆਪਣੀ ਆਵਾਜ਼ ਪਹੁੰਚਾ ਸਕਦੇ ਹੋ, ਜਾਂ ਉਹਦਾ ਕੋਈ ਪ੍ਰਭਾਵ ਉਸ ਰੂਪ ਦੇ ਵਿੱਚ ਬਣੂਗਾ? ਇਸ ਕਰਕੇ ਕੋਰੀਓਗ੍ਰਾਫੀ ਦੇ ਵਿੱਚ ਨਾ ਹੋਵੇ ਸਟੇਜ ਤੇ ਡਾਇਲਾਗ ਬਹੁਤ ਅੱਛਾ ਹੈ। ਹਾਂ, ਪਿੱਛੋਂ ਕੋਈ 1 ਡਾਇਲਾਗ, 2 ਡਾਇਲਾਗ, 4 ਡਾਇਲਾਗ ਗੀਤਾਂ ਦੇ ਵਿੱਚ ਹੋਣ, ਉਹ ਕੋਈ ਪ੍ਰੋਬਲਮ ਨਹੀਂ, ਉਹ ਹੋ ਸਕਦੇ ਨੇ। ਗੁਰਜੰਟ ਸਰ, ਤੁਹਾਡਾ ਵੀ ਕਾਫੀ ਮੁਕਾਬਲਿਆਂ ਸੰਬੰਧੀ ਤਜਰਬਾ ਹੈ ਤੇ ਇਹਨਾਂ ਦਿਨਾਂ ਦੇ ਵਿੱਚ ਵੀ ਤੁਸੀਂ ਇਸ ਪਾਸੇ ਵਿਚਰ ਰਹੇ ਹੋ, ਤੇ ਕੋਰੀਓਗ੍ਰਾਫੀ ਜਾਂ ਐਕਸ਼ਨ Song ਬਾਰੇ ਤੁਹਾਡਾ ਕੋਈ ਸਵਾਲ ਹੋਵੇ, ਜਾਂ ਫਿਰ ਇਸ ਤੋਂ ਅਗਲਾ ਸਵਾਲ ਕੀ ਹੈ ਆਪਣੇ ਕੋਲ? ਹਾਂਜੀ ਸਰ, ਮੇਰੇ 2 ਸਵਾਲ ਦਾ ਪਹਿਲਾਂ ਵਾਲੇ ਮੁਕਾਬਲਿਆਂ ਬਾਰੇ ਹੈ ਜੀ। ਤਾਂ ਮੈਂ ਸਕਿੱਟ ਬਾਰੇ ਜਾਣਨਾ ਚਾਹੁੰਦਾ ਸੀ ਵੀ ਸਕਿੱਟ ਦੇ ਵਿੱਚ ਹਾਰਡ ਐਂਡ ਫਾਸਟ ਇਹ ਹੈਗਾ ਹੈ, ਇਹ 'ਚ ਇੰਨੇ ਪਾਤਰ ਹੀ ਹੋ ਸਕਦੇ ਆ, ਤੇ ਇੱਕ ਐਕਸ਼ਨ Song ਹੈ ਜਿਹੜਾ ਉਹ ਕੋਰੀਓਗ੍ਰਾਫੀ ਨੂੰ ਕਿਵੇਂ ਵੱਖ ਹੈ ਜੀ? ਪਹਿਲਾਂ ਸਰ, ਉਸ ਤੋਂ ਬਾਅਦ ਆਪਾਂ ਸਾਨੂੰ ਮੋਨੋ ਐਕਟਿੰਗ ਤੇ ਮਿਮਿਕਰੀ ਬਾਰੇ ਜਾਣਨਾ ਪਾਓ ਜੀ। ਜੀ, ਪਹਿਲਾਂ ਆਪਾਂ ਇਹ ਤੇ ਗੱਲ ਕਰਦੇ ਹਾਂ। ਜਿਹੜੀ ਪਾਤਰਾਂ ਵਾਲੀ ਗੱਲ ਹੈ, ਇਹ ਰੂਲ ਕੋਈ ਹਾਰਡ ਐਂਡ ਫਾਸਟ ਨਹੀਂ ਹੈਗਾ, ਇਹ ਬਦਲਿਆ ਜਾਂਦਾ ਹੁੰਦਾ ਹੈ ਯੂਨੀਵਰਸਿਟੀ ਟੂ ਯੂਨੀਵਰਸਿਟੀ, ਸੰਸਥਾ ਟੂ ਸੰਸਥਾ। ਪਰ ਫਿਰ ਵੀ ਮਤਲਬ ਇਹ ਹੈ ਕਿ ਇਹਦਾ ਕਾਮਨ ਜਿਹਾ ਰੂਲ ਇਹ ਹੈ ਕਿ 7-8 ਪਾਤਰ 10 ਪਾਤਰਾਂ ਤੱਕ ਲਗਭਗ ਜਿਹੜੇ ਅਲਾਉਡ ਹੁੰਦੇ ਨੇ। ਇਦੋਂ ਵੱਧ ਪਾਤਰ ਅਲਾਉਡ ਨਹੀਂ ਹੁੰਦੇ, ਕਿਉਂਕਿ ਇਦੋਂ ਵੱਧ ਪਾਤਰਾਂ ਨੂੰ ਤੁਸੀਂ ਸਕਿੱਟ ਦੇ ਵਿੱਚ ਲਿਆਓਗੇ ਤਾਂ ਕੜਮੱਸ ਪੈਂਦਾ ਉਹਦਾ, ਤਾਂ ਕੋਈ ਪਾਤਰ ਐਸਟੈਬਲਿਸ਼ ਨਹੀਂ ਹੋ ਸਕਦਾ ਹੈਗਾ। ਤੁਸੀਂ ਜਿੰਨੀ ਗੱਲ ਕਹਿਣੀ ਹੈ 7-8 ਪਾਤਰਾਂ ਨਾਲ ਕਹਿ ਸਕਦੇ ਹੋ। ਅੱਧੇ ਘੰਟੇ ਦਾ ਨਾਟਕ 4-4 ਪਾਤਰ ਜਾਂ 5-5 ਪਾਤਰ ਜਾਂ 6-6 ਪਾਤਰ ਕਰ ਦਿੰਦੇ ਨੇ, ਪਰ ਫਿਰ ਵੀ ਹਾਰਡ ਐਂਡ ਫਾਸਟ ਰੂਲ ਪਾਤਰਾਂ ਬਾਰੇ ਕੋਈ ਨਹੀਂ ਹੈਗਾ। ਇਹ ਪ੍ਰਬੰਧਕ ਜਿਹੜੇ ਕਿਸੇ ਵੀ ਸੰਸਥਾ ਨਾਲ ਜੁੜੇ ਨੇ, ਉਹ ਬਹਿ ਕੇ ਤੈਅ ਕਰਦੇ ਨੇ। ਉਹ ਇਹ ਵੀ ਕਰ ਸਕਦੇ ਨੇ ਕਿ 5 ਤੋਂ ਲੈ ਕੇ 8 ਪਾਤਰ ਹੋਣ, ਉਹ ਇਹ ਵੀ ਕਰ ਸਕਦੇ ਨੇ 4 ਤੋਂ ਲੈ ਕੇ 10 ਪਾਤਰ ਹੋਣ, ਉਹ ਇਹ ਵੀ ਕਰ ਸਕਦੇ ਨੇ 10 ਤੋਂ 12 ਪਾਤਰ ਹੋਣ। ਸੋ ਇਹਨੂੰ ਮਤਲਬ ਓਪਨ ਛੱਡਿਆ ਜਾ ਸਕਦਾ ਹੈ। ਇਹ ਯੂਨੀਵਰਸਿਟੀ, ਕਾਲਜ, ਇੰਸਟੀਚਿਊਟ, ਬੋਰਡ ਆਪਣੇ ਮੁਤਾਬਕ ਕਰਾ ਸਕਦਾ ਹੈ। ਦੂਜਾ ਸਵਾਲ ਕੀ ਸੀ ਤੁਹਾਡਾ ਇਹਦੇ ਨਾਲ? ਕੋਰੀਓਗ੍ਰਾਫੀ ਸਰ ਐਕਸ਼ਨ Song ਨਾਲੋਂ ਕਿਵੇਂ ਵੱਖ? ਇਹ ਬਹੁਤ ਮਹੱਤਵਪੂਰਨ ਸਵਾਲ ਹੈ, ਕਿਉਂਕਿ ਇਸ ਵਾਰੀ ਖਾਸ ਤੌਰ ਤੇ ਜਿੰਨਾ ਰਲਗੜ ਇਹ 2 ਮੁਕਾਬਲਿਆਂ ਨੂੰ ਕੀਤਾ ਗਿਆ ਹੈ, ਉਹਨਾਂ ਰਲਗੜ ਹੋਰ ਕੋਈ ਮੁਕਾਬਲੇ ਆਪਸ 'ਚ ਨਹੀਂ ਹੋਏ ਹੈਗੇ। ਦੋਨਾਂ ਦੇ ਰਲਗੜ ਹੋਣ ਦਾ ਇੱਕ ਬਹੁਤ ਸੁਭਾਵਿਕ ਜਿਹਾ ਕਾਰਨ ਹੈ ਕਿ ਦੋਨੇ ਗੀਤਾਂ ਤੇ ਪੇਸ਼ ਹੁੰਦੇ ਨੇ ਜੀ। ਐਕਸ਼ਨ Song ਦਾ ਮਤਲਬ ਸਾਡੇ ਕੋਲੇ ਨਾ ਪਹਿਲਾਂ ਇੱਕ ਵੰਨਗੀ ਸੀ ਡਾਂਸ ਦੀ। ਉਹ ਡਾਂਸ ਬੇਸਿਕਲੀ ਸੀ ਢੋਲ ਤੇ ਹੋਣ ਵਾਲਾ ਡਾਂਸ, ਜਿਹਦੇ ਵਿੱਚ ਬਕਾਇਦਾ ਇੱਕ ਢੋਲ ਹੁੰਦਾ ਹੈ ਤੇ ਢੋਲ ਤੇ ਫਿਰ ਭੰਗੜਾ ਜਾਂ ਝੂਮਰ ਜਾਂ ਸੰਮੀ ਜਾਂ ਢੋਲਕੀ ਤੇ ਜਿਵੇਂ ਗਿੱਧਾ, ਉਹ ਸਾਡੇ ਕੋਲ ਡਾਂਸ ਦੀ ਫਾਰਮ ਸੀ। ਪਰ ਉਸ ਤੋਂ ਬਾਅਦ ਹੌਲੀ ਹੌਲੀ ਸਮੇਂ ਦੇ ਮੁਤਾਬਕ ਕੀ ਹੋਇਆ, ਜਦੋਂ ਢੋਲ ਤੇ ਨਾਟਕ ਡਾਂਸ ਤਿਆਰ ਕਰਾਉਣੇ ਔਖੇ ਹੋ ਗਏ ਬਹੁਤ, ਤਾਂ ਇੱਕ ਸੌਖਾ ਤਰੀਕਾ ਇਹ ਲੱਭ ਲਿਆ ਕਿ ਗੀਤਾਂ ਤੇ ਨੱਚ ਲਿਆ ਜਾਵੇ ਜੀ। ਵੀ ਢੋਲ ਦੀ, ਢੋਲਕੀ ਦੀ, ਚਿਮਟੇ ਦੀ, ਕਿਸ ਚੀਜ਼ ਦੀ ਲੋੜ ਨਹੀਂ, ਮਿਊਜ਼ਿਕ ਸਾਰਾ ਬਣਿਆ ਬਣਾਇਆ ਮਿਲ ਗਿਆ। ਉਹਦੇ ਵਿੱਚੋਂ ਫਿਰ ਇੱਕ ਨਵੀਂ ਫਾਰਮ ਡਿਵੈਲਪ ਹੋ ਗਈ ਜਿਹਨੂੰ ਅਸੀਂ ਐਕਸ਼ਨ Song ਕਹਿੰਦੇ ਆ ਜੀ। ਹੁਣ ਐਕਸ਼ਨ Song ਦੀ ਬੇਸਿਕ ਥਿਉਰੀ ਵੀ ਇਹੀ ਹੈ ਕਿ ਉਹਦੇ ਪਿੱਛੇ ਇੱਕ ਗੀਤ ਚੱਲਦਾ ਹੈ। ਕੋਰੀਓਗ੍ਰਾਫੀ ਦੀ ਬੇਸਿਕ ਥਿਉਰੀ ਵੀ ਇਹੀ ਹੈ ਕਿ ਉਹਦੇ ਪਿੱਛੇ ਗੀਤ ਚੱਲਦਾ ਹੈ ਜੀ। ਇਸ ਕਰਕੇ ਕੋਰੀਓਗ੍ਰਾਫੀ ਦੇ ਨਾਂ ਤੇ ਐਕਸ਼ਨ Song, ਐਕਸ਼ਨ Song ਦੇ ਨਾਂ ਤੇ ਕੋਰੀਓਗ੍ਰਾਫੀ, ਦੋਨੇ ਚੀਜ਼ਾਂ ਰਲਗੜ ਹੋ ਜਾਂਦੀਆਂ ਨੇ। ਹੁਣ ਇੱਥੇ ਜਦੋਂ ਨਿਖੇੜਾ ਆਪਾਂ ਕਰਨਾ 2 ਵਿਧਾਵਾਂ ਦਾ, ਉੱਥੇ ਬਹੁਤ ਜ਼ਰੂਰੀ ਗੱਲ ਜਿਹੜੀ ਸਮਝਣ ਵਾਲੀ ਹੈ ਕਿ ਜਿਹੜਾ ਐਕਸ਼ਨ Song ਹੈ ਉਹ ਡਾਂਸ ਦੀ ਫਾਰਮ ਹੈ, ਉਹ ਥੀਏਟਰ ਦੀ ਫਾਰਮ ਨਹੀਂ ਹੈ ਜੀ। ਕੋਰੀਓਗ੍ਰਾਫੀ ਥੀਏਟਰ ਦੀ ਫਾਰਮ ਹੈ। ਜਦੋਂ
दो फॉर्म ही अलग अलग ने, जो दो दायरे ही अलग अलग ने, ਤਾਂ ਇਹਦਾ ਮਤਲਬ ਸਾਨੂੰ ਗੱਲ ਖਾਸੀ ਸਮਝ ਆ ਜਾਊਗੀ ਸਾਡੇ ਟੀਚਰਾਂ ਨੂੰ ਕਿ ਜੇ ਅਸੀਂ ਕੋਰੀਓਗ੍ਰਾਫੀ ਕਰਨੀ ਹੈ ਤਾਂ ਉਹਦੇ ਵਿੱਚ ਅਸੀਂ ਆਪਣੇ ਕਲਾਕਾਰਾਂ ਤੋਂ ਨਾਟਕ ਕਰਾਉਣਾ ਹੈ ਸਟੇਜ ਤੇ ਜਦੋਂ ਅਸੀਂ ਐਕਸ਼ਨ ਸੌਂਗ ਕਰਾਉਣਾ ਹੈ ਉਦੋਂ ਅਸੀਂ ਸਟੇਜ ਤੇ ਡਾਂਸ ਕਰਾਉਣਾ ਹੈ, ਉਦੋਂ ਅਸੀਂ ਐਕਟਿੰਗ ਨਹੀਂ ਕਰਾਉਣੀ ਉਹਨਾਂ ਤੋਂ। ਡਾਂਸ ਦੀਆਂ ਆਪਣੀਆਂ ਬਲੌਕਿੰਗਸ ਹੁੰਦੀਆਂ ਨੇ, ਡਾਂਸ ਦੀਆਂ ਆਪਣੀਆਂ ਮੂਵਮੈਂਟਸ ਹੁੰਦੀਆਂ ਨੇ, ਡਾਂਸ ਦੀਆਂ ਆਪਣੀਆਂ ਸ਼ੈਲੀਆਂ ਹੁੰਦੀਆਂ ਨੇ। ਜਿਹੜੇ ਬੰਦੇ ਡਾਂਸ ਕਰਾਉਂਦੇ ਨੇ ਉਹਨਾਂ ਨੂੰ ਪਤਾ ਹੈ ਕਿ ਕਿਵੇਂ ਕਿਵੇਂ ਬਲੌਕਿੰਗਾਂ ਬਣਾਈਆਂ ਜਾਂਦੀਆਂ ਨੇ, ਕਿ ਇਧਰੋਂ ਐ ਕਰਕੇ ਐ ਆਉਣਗੇ, ਜਾਂ ਇੱਥੋਂ ਐ ਕਰਕੇ ਐ ਆਉਣਗੇ, ਜਾਂ ਇੱਥੋਂ ਐ ਕਰਕੇ ਐ ਆਉਣਗੇ, ਜਾਂ ਗੋਲ ਘੇਰਾ ਬਣਾ ਕੇ ਨੱਚਣਗੇ, ਜਾਂ ਹਾਫ ਸਰਕਲ ਦੇ ਵਿੱਚ ਨੱਚਣਗੇ। ਉਹ ਸਾਰੀਆਂ ਬਲੌਕਿੰਗਾਂ ਇੱਕ ਇੱਕ ਡਾਂਸ ਦੇ ਵਿੱਚ 10-10, 15-15, 20-20, 30-30 ਬਲੌਕਿੰਗਾਂ ਬਣਾਉਂਦੇ ਨੇ ਆਪਣੀਆਂ। ਉਹਨਾਂ ਨੇ ਦੱਸਿਆ ਹੁੰਦਾ ਹੈ ਕਿ ਪਿੱਛੋਂ ਆਹ ਰਿਦਮ ਚੱਲੂਗੀ, ਇਸ ਰਿਦਮ ਤੁਸੀਂ ਇਧਰੋਂ ਐਂਟਰ ਕਰਕੇ ਐ ਹੋ ਕੇ ਐ ਚਲਾ ਜਾਣਾ ਹੈਗਾ, ਇਧਰੋਂ ਆਉਣਾ ਐ ਕਰਕੇ ਐ ਚਲਾ ਜਾਣਾ ਹੈਗਾ, ਵਿੱਚੋਂ ਐ ਨਿਕਲ ਜਾਣਾ ਹੈਗਾ। ਇਹ ਸਾਰੀਆਂ ਡਾਂਸ ਦੀਆਂ ਬਲੌਕਿੰਗਸ ਨੇ। ਉਹਨਾਂ ਬਲੌਕਿੰਗਸ ਦੇ ਵਿੱਚ ਫਿਰ ਹੁੰਦੀਆਂ ਨੇ ਮੂਵਮੈਂਟਸ, ਕਿ ਤੁਸੀਂ ਮੂਵਮੈਂਟਸ ਕਿਹੜੀਆਂ ਕਰਨੀਆਂ ਨੇ, ਕਿੱਥੇ ਲੱਕ ਨੂੰ ਹਿਲਾਉਣਾ, ਕਿੱਥੇ ਬਾਹਾਂ ਨੂੰ ਹਿਲਾਉਣਾ, ਕਿੱਥੇ ਪੈਰਾਂ ਨੂੰ ਹਿਲਾਉਣਾ, ਕਿੱਥੇ ਬੋਡੀ ਦੇ ਹੋਰ ਪਾਰਟਸ ਹਿਲਾਉਣੇ ਨੇ ਤੁਸੀਂ, ਉਹਨਾਂ ਨੂੰ ਅਸੀਂ ਮੂਵਮੈਂਟਸ ਕਹਿੰਦੇ ਆ। ਸੋ ਜਿਹੜਾ ਗਰੁੱਪ ਡਾਂਸ ਹੈ, ਜਿਹਨੂੰ ਆਪਾਂ ਐਕਸ਼ਨ ਸੌਂਗ ਕਹਿ ਦਿੰਦੇ ਆ, ਐਕਸ਼ਨ ਸੌਂਗ ਹੈ ਜਿਹੜਾ, ਉਹ ਬੇਸਿਕਲੀ ਡਾਂਸ ਦੀ ਫਾਰਮ ਹੈ ਜਿਹਦੇ ਵਿੱਚ ਬਲੌਕਿੰਗ ਤੇ ਮੂਵਮੈਂਟਸ ਰਾਹੀਂ ਜਿਹੜੇ ਐਕਟਰ ਨੇ, ਜਿਹੜੇ ਕਲਾਕਾਰ ਨੇ, ਉਹ ਆਪਣੀ ਐਟਮ ਨੂੰ ਪੇਸ਼ ਕਰਦੇ ਨੇ। ਤੇ ਦੂਜੇ ਪਾਸੇ ਕੋਰੀਓਗ੍ਰਾਫੀ ਦੇ ਵਿੱਚ ਪਿੱਛੇ ਭਾਵੇਂ ਗੀਤ ਹੀ ਚੱਲਦਾ ਹੈ, ਪਰ ਅੱਗੇ ਜਿਹੜੇ ਕਲਾਕਾਰ ਨੇ ਉਹ ਐਕਟਰ ਨੇ, ਉਹ ਡਾਂਸਰ ਨਹੀਂ ਹੈਗੇ। ਕੋਰੀਓਗ੍ਰਾਫੀ ਦੇ ਵਿੱਚ ਕਿਸੇ ਐਕਟਰ ਨੂੰ ਡਾਂਸ ਆਉਣਾ ਜ਼ਰੂਰੀ ਨਹੀਂ ਕਿ ਉਹਨੂੰ ਆਉਂਦਾ ਹੋਵੇ। ਜਿਹਨੂੰ ਡਾਂਸ ਨਹੀਂ ਆਉਂਦਾ ਉਹ ਬਹੁਤ ਅੱਛੀ ਕੋਰੀਓਗ੍ਰਾਫੀ ਕਰ ਸਕਦਾ ਹੈਗਾ, ਉਹ ਕਿਉਂਕਿ ਉਹਨੇ ਡਾਂਸ ਕਰਨਾ ਹੀ ਨਹੀਂ ਹੈਗਾ। ਕੋਈ ਉਹਦਾ ਇੱਕ ਰੋਲ ਹੋ ਸਕਦਾ ਬਾਈ ਦਾ ਵੇ, ਕੋਈ ਡਾਂਸ ਦਾ ਰੋਲ ਹੋ ਸਕਦਾ ਹੈਗਾ, ਉਹ ਵੱਖਰੀ ਗੱਲ ਹੈ, ਉੱਥੇ ਤੁਸੀਂ ਕੋਈ ਡਾਂਸਰ ਐਕਟਰ ਲੈ ਲਓਗੇ। ਪਰ ਅਦਰਵਾਈਜ਼ ਉਹਨਾਂ ਨੇ ਐਕਟਿੰਗ ਕਰਨੀ ਹੈ ਸਟੇਜ ਦੇ ਉੱਤੇ, ਉਸ ਥੀਮ ਨੂੰ ਐਕਟਿੰਗ ਰਾਹੀਂ ਪੇਸ਼ ਕਰਨਾ ਹੈ, ਐਕਸ਼ਨ ਰਾਹੀਂ ਪੇਸ਼ ਕਰਨਾ ਹੈ, ਕਾਰਜ ਰਾਹੀਂ ਪੇਸ਼ ਕਰਨਾ ਹੈ, ਤੇ ਉਹਦੇ ਵਿੱਚ ਥੀਮ ਨੂੰ ਤੁਸੀਂ ਨੱਚ ਕੇ ਪੇਸ਼ ਕਰਨਾ ਹੈ। ਸੋ ਨੱਚ ਕੇ ਤੁਸੀਂ ਆਪਣੀਆਂ ਗੱਲਾਂ ਕਹਿਣੀਆਂ ਨੇ। ਜਦੋਂ ਅਸੀਂ ਖੁਸ਼ੀ ਦੇ ਵਿੱਚ ਹੁੰਦੇ ਹਾਂ, ਮਾਰਦਾ ਦਮਾਮੇ ਜੱਟ ਮੇਲੇ ਆ ਗਿਆ, ਉੱਥੇ ਤੁਸੀਂ ਖੁਸ਼ੀ ਵਾਲੇ ਐਕਸ਼ਨ ਕਰ ਰਹੇ ਹੋ ਤੇ ਉਸ ਖੁਸ਼ੀ ਨੂੰ ਜਿਹੜਾ ਦਰਸ਼ਕ ਮਾਣ ਰਿਹਾ ਹੈ। ਪਰ ਜਦੋਂ ਤੁਸੀਂ ਸਟੇਜ ਤੇ ਪੇਸ਼ ਕਰਦੇ ਹੋ ਇਸੇ ਗੀਤ ਨੂੰ, ਤਾਂ ਉਹ ਜਿਹੜੀ ਟ੍ਰੈਜਡੀ ਹੈ, ਚਾਹੇ ਕੁਛ ਵੀ ਹੈ, ਚਾਹੇ ਖੁਸ਼ੀ ਹੈ, ਉਹਨੂੰ ਤੁਸੀਂ ਐਕਟਿੰਗ ਰਾਹੀਂ ਪੇਸ਼ ਕਰੋਗੇ। ਉਹ ਬਕਾਇਦਾ ਤੁਹਾਨੂੰ ਆਉਂਦਾ ਦਿਖਾਈ ਦੇਊਗਾ ਕਿ ਹੁਣ ਆ ਰਿਹਾ ਹੈ, ਉਹਨਾਂ ਨੇ ਇੱਕ ਦੂਜੇ ਨਾਲ ਜੱਫੀ ਪਾਈ ਹੋਈ ਹੈ, ਉਹ ਖੇਡਦੇ ਨੇ, ਉਹ ਹੱਸ ਰਹੇ ਨੇ, ਉਹ ਗਾ ਰਹੇ ਨੇ, ਉਹ ਭੰਗ ਦੇ ਪਕੌੜੇ ਖਾ ਰਹੇ ਨੇ, ਉਹ ਕੁਛ ਵੀ ਕਰ ਰਹੇ ਨੇ। ਉਹ ਤੁਹਾਨੂੰ ਐਕਟਿੰਗ ਦਿਖਾਈ ਦੇਊਗੀ ਸਟੇਜ ਦੇ ਉੱਤੇ। ਜਦੋਂ ਉੱਤੇ ਅਸੀਂ ਕਹਾਂਗੇ ਕਿ ਆ ਮੇਲੇ ਦਾ ਦ੍ਰਿਸ਼ ਹੈ, ਉਹਦੇ ਵਿੱਚ ਸਾਰਾ ਨਾਚ ਨਹੀਂ ਹੋਊਗਾ। ਸੋ ਉਹ ਡਾਂਸ ਦੀ ਫਾਰਮ ਹੈ, ਜਿਹੜਾ ਐਕਸ਼ਨ ਸੌਂਗ ਹੈ। ਕੋਰੀਓਗ੍ਰਾਫੀ ਥੀਏਟਰ ਦੀ ਫਾਰਮ ਹੈ। ਦੋਨੇ ਬਿਲਕੁਲ ਡਿਫਰੈਂਟ ਨੇ, ਦੋਨਾਂ 'ਚ ਸਾਂਝੀ ਇੱਕੋ ਹੀ ਚੀਜ਼ ਹੈ ਕਿ ਦੋਨੇ ਗੀਤ ਤੇ ਪੇਸ਼ ਹੁੰਦੇ ਜੀ। ਜੀ ਮੈਨੂੰ ਲੱਗਦਾ ਸ਼ਾਇਦ ਸਾਡੇ ਅਧਿਆਪਕ ਸਾਥੀਆਂ ਨੂੰ ਤੇ ਵਿਦਿਆਰਥੀ ਸਾਥੀਆਂ ਨੂੰ ਸਮਝ ਆ ਗਿਆ ਹੋਣਾ ਬਹੁਤ ਚੰਗੀ ਤਰ੍ਹਾਂ ਕਿ ਇਹਨਾਂ ਦੋਨਾਂ ਵਿਧਾਵਾਂ ਦੇ ਵਿੱਚ ਕੀ ਵੱਡਾ ਫਰਕ ਹੈ। ਤੇ ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਸਾਡਾ ਇਹ ਹਫ਼ਤਾਵਾਰੀ ਲਾਈਵ ਪ੍ਰੋਗਰਾਮ ਆਓ ਗੱਲਾਂ ਕਰੀਏ ਇੱਕੋ ਸਮੇਂ ਤੇ ਫੇਸਬੁੱਕ ਦੇ ਉੱਪਰ ਵੀ ਚੱਲ ਰਿਹਾ ਤੇ ਜ਼ੂਮ ਐਪ ਰਾਹੀਂ ਵੀ ਸਾਡੇ ਨਾਲ ਬਹੁਤ ਸਾਰੇ ਸਾਥੀ ਜੁੜੇ ਹੋਏ ਨੇ ਤੇ ਬਹੁਤ ਸਾਰੇ ਸਾਥੀ ਫੇਸਬੁੱਕ ਦੇ ਉੱਪਰ ਦੇਖ ਰਹੇ ਨੇ। ਸੋ ਜਿਹੜੇ ਸਾਡੇ ਸਾਥੀ ਜ਼ੂਮ ਰਾਹੀਂ ਜੁੜੇ ਹੋਏ ਨੇ ਉਹਨਾਂ ਦੇ ਮਨ ਵਿੱਚ ਵੀ ਜੇਕਰ ਕਿਸੇ ਵਿਧਾ ਸੰਬੰਧੀ ਕੋਈ ਸਵਾਲ ਹੋਵੇ ਤਾਂ ਉਹ ਆਪਣਾ ਨੋਟ ਕਰਕੇ ਰੱਖਣ। ਅਸੀਂ ਲਾਸਟ ਦੇ ਵਿੱਚ ਕੁਝ ਸਮਾਂ ਰਾਖਵਾਂ ਰੱਖਿਆ ਹੋਇਆ, ਉਹਦੇ ਵਿੱਚ ਅਸੀਂ ਉਹਨਾਂ ਦੇ ਸਵਾਲ ਲਵਾਂਗੇ। ਤੇ ਇਸ ਤੋਂ ਇਲਾਵਾ ਜਿਹੜੇ ਸਾਥੀ ਫੇਸਬੁੱਕ ਦੇ ਉੱਪਰ ਇਸ ਪ੍ਰੋਗਰਾਮ ਨੂੰ ਦੇਖ ਰਹੇ ਨੇ ਲਾਈਵ, ਤਾਂ ਉਹ ਸਾਡੇ ਮੈਡਮ ਬਲਜਿੰਦਰ ਕੌਰ ਉੱਥੇ ਵਾਚ ਕਰ ਰਹੇ ਨੇ। ਉਹ ਆਪਣਾ ਕੋਈ ਵੀ ਜੋ ਸਵਾਲ ਹੈ ਉਹ ਕਮੈਂਟ ਬਾਕਸ ਦੇ ਵਿੱਚ ਛੱਡ ਸਕਦੇ ਨੇ। ਉਹ ਉੱਥੋਂ ਤੁਹਾਡਾ ਸਵਾਲ ਲੈ ਕੇ ਸਾਡੇ ਨਾਲ ਸਾਂਝਾ ਕਰਨਗੇ ਤੇ ਉਸ ਬਾਰੇ ਵੀ ਆਪਾਂ ਇਸ ਪ੍ਰੋਗਰਾਮ ਰਾਹੀਂ ਚਰਚਾ ਕਰਾਂਗੇ। ਸੋ ਹੁਣ ਅਗਲੇ ਸਵਾਲ ਲਈ ਅਸੀਂ ਮਨਜਿੰਦਰ ਮੈਮ ਨੂੰ ਕਹਾਂਗੇ। ਹਾਂਜੀ ਸਰ, ਆਮ ਤੌਰ ਤੇ ਮੁਕਾਬਲਿਆਂ ਦੀ ਜਿਹੜੀ ਜੱਜਮੈਂਟ ਹੈ ਉਹਦੇ ਉੱਪਰ ਅਕਸਰ ਅਸੀਂ ਦੇਖਦੇ ਹਾਂ ਕਿ ਕਈ ਵਾਰ ਸਵਾਲ ਖੜੇ ਹੋ ਜਾਂਦੇ। ਸਰ ਤੁਹਾਡੇ ਹਿਸਾਬ ਨਾਲ ਜਿਹੜੇ ਵਿਦਿਅਕ ਮੁਕਾਬਲਿਆਂ ਦੇ ਜਿਹੜੇ ਜੱਜਮੈਂਟ ਪੈਨਲ ਆ ਉਹਦੇ ਵਿੱਚ ਕੌਣ ਸ਼ਾਮਲ ਹੋਣਾ ਚਾਹੀਦਾ ਆ, ਜਾਂ ਜੱਜਮੈਂਟ ਪੈਨਲ ਦੀ ਜਿਹੜੀ ਚੋਣ ਆ ਉਹ ਕਿਵੇਂ ਤੇ ਕਿਸ ਆਧਾਰ ਤੇ ਹੋਣੀ ਚਾਹੀਦੀ ਆ ਤਾਂ ਕਿ ਜਿਹੜੀ ਜੱਜਮੈਂਟ ਆ ਉਹ ਤਰਕਸੰਗਤ ਤੇ ਨਿਆਂਪੂਰਨ ਹੋ ਸਕੇ। ਜੀ ਦੇਖੋ, ਜਦੋਂ ਮੁਕਾਬਲਾ ਸ਼ਬਦ ਆ ਜਾਂਦਾ ਹੈ ਜਾਂ ਮੁਕਾਬਲਾ ਟਰਮ ਆ ਜਾਂਦੀ ਹੈ ਤਾਂ ਉੱਥੇ ਫਿਰ ਜੱਜਮੈਂਟ ਟਰਮ ਵੀ ਨਾਲ ਦੀ ਨਾਲ ਆ ਜਾਂਦੀ ਹੈ। ਬੇਸਿਕਲੀ ਤਾਂ ਇਹ ਜਿਹੜੀਆਂ ਕਲਾਮਾਂ ਨੇ ਇਹ ਇਕੱਲੀਆਂ ਕੋਈ ਕੰਪੀਟੀਸ਼ਨ ਵਾਸਤੇ ਨਹੀਂ ਹੁੰਦੀਆਂ ਹੈਗੀਆਂ। ਜਿਵੇਂ ਮਨੁੱਖ ਨੇ ਸ਼ੁਰੂ ਤੋਂ ਆਪਣਾ ਮਨੋਰੰਜਨ ਕਰਨਾ ਸ਼ੁਰੂ ਕੀਤਾ ਵੱਖ-ਵੱਖ ਤਰੀਕਿਆਂ ਨਾਲ,
ਤਾਂ ਉਵੇਂ ਜਿਵੇਂ ਇਹ ਫਾਰਮ ਵੀ ਹੌਲੀ ਹੌਲੀ ਡਿਵੈਲਪ ਹੋਈਆਂ। ਇਹ ਕਿਹਾ ਜਾਂਦਾ ਹੈ ਕਿ ਜਿਹੜਾ ਨਾਟਕ ਹੈ ਇਹ ਦੁਨੀਆ ਦੇ ਵਿੱਚ ਸਭ ਤੋਂ ਪਹਿਲਾਂ ਪੈਦਾ ਹੋਣ ਵਾਲੀ ਵਿਧਾ ਹੈ। ਜਦੋਂ ਅਜੇ ਭਾਸ਼ਾ ਦੀ ਕਾਢ ਵੀ ਨਹੀਂ ਕੱਢੀ ਸੀ ਆਦਿ ਮਾਨਵ ਨੇ ਜੀ, ਤੇ ਇੱਕ ਇਨਸਟੈਂਸ ਦੱਸਿਆ ਜਾਂਦਾ ਹੈ ਇਸ ਕਿਸਮ ਦਾ ਕਿ ਜਦੋਂ ਆਦਿ ਮਾਨਵ ਪਹਿਲੀ ਵਾਰ ਸ਼ਿਕਾਰ ਮਾਰ ਕੇ ਲੈ ਕੇ ਆਇਆ ਸੀ ਤਾਂ ਉਹਨੇ ਬਿਨਾਂ ਬੋਲਣ ਤੋਂ ਐਕਟਿੰਗ ਕਰਕੇ ਆਪਣੇ ਸਾਥੀਆਂ ਨੂੰ ਦੱਸਿਆ ਸੀ ਕਿ ਮੈਂ ਐਡਾ ਵੱਡਾ ਸ਼ਿਕਾਰ ਮਾਰ ਕੇ ਲੈ ਕੇ ਆਇਆ ਤੇ ਮੈਂ ਉਹਦੇ ਵਿੱਚ ਐਂ ਕੀਤਾ, ਮੈਂ ਉਹਦੇ ਵਿੱਚ ਐਂ ਕੀਤਾ, ਮੈਂ ਉਹਦੇ ਵਿੱਚ ਐਂ ਕੀਤਾ। ਉਹਨੂੰ ਮਤਲਬ ਅਸੀਂ ਦੁਨੀਆ ਦਾ ਪਹਿਲਾ ਨਾਟਕ ਕਹਿੰਦੇ ਆ। ਸੋ ਇਹਨਾਂ ਕਲਾਮਾਂ ਦਾ ਜਿਹੜਾ ਰੋਲ ਹੈ ਉਹ ਤਾਂ ਸਾਨੂੰ ਅੰਦਰੋਂ ਖੁਸ਼ ਕਰਨਾ, ਅੰਦਰੋਂ ਸਾਡਾ ਮਨੋਰੰਜਨ ਕਰਨਾ, ਅੰਦਰੋਂ ਸਾਨੂੰ ਪ੍ਰਿਪੇਅਰ ਕਰਨਾ, ਆਪਣੇ ਭਾਵਾਂ ਨੂੰ ਕਨਵੇ ਕਰਨਾ, ਇਹ ਬੇਸਿਕਲੀ ਪਰਪਸ ਹੈ। ਹੌਲੀ ਹੌਲੀ ਫਿਰ ਅਸੀਂ ਇਹਦੇ ਵਿੱਚ ਥੀਮ ਇੰਟਰੋਡਿਊਸ ਕਰਤੇ ਕਿ ਇੱਕ ਖਾਸ ਪਰਪਸ ਨੂੰ ਲੈ ਕੇ ਕਵਿਤਾਵਾਂ, ਇੱਕ ਖਾਸ ਪਰਪਸ ਨੂੰ ਲੈ ਕੇ ਨਾਟਕ, ਇੱਕ ਖਾਸ ਪਰਪਸ ਨੂੰ ਲੈ ਕੇ ਡਾਂਸ, ਉਹ ਇੱਕ ਪਰਪਸ ਉਹਦੇ ਨਾਲ ਜੁੜ ਗਿਆ ਤਾਂ ਇਹ ਸਾਹਿਤ ਦੀ ਵੰਨਗੀ ਬਣ ਗਈ। ਕਿਉਂਕਿ ਸਾਹਿਤ ਦੇ ਵਿੱਚ ਪਰਪਸਲੈਸ ਕੋਈ ਚੀਜ਼ ਨਹੀਂ ਹੁੰਦੀ। ਤੁਸੀਂ ਕਿਸੇ ਵੀ ਵੰਨਗੀ ਨੂੰ, ਕਿਸੇ ਵੀ ਵਿਧਾ ਨੂੰ ਜਦੋਂ ਪੇਸ਼ ਕਰਨਾ ਹੈ ਤਾਂ ਤੁਸੀਂ ਉਹਦੇ ਰਾਹੀਂ ਕੁਝ ਕਹਿਣਾ ਹੁੰਦਾ ਹੈ। ਸੋ ਹੌਲੀ ਹੌਲੀ ਅਸੀਂ ਇਹਨਾਂ ਰਾਹੀਂ ਕੁਝ ਕਹਿਣ ਲੱਗ ਗਏ ਤੇ ਉਸ ਤੋਂ ਬਾਅਦ ਹੌਲੀ ਹੌਲੀ ਫਿਰ ਇਹਦੇ ਜਿਹੜੇ ਮੁਕਾਬਲੇ ਨੇ ਉਹ ਇੰਟਰੋਡਿਊਸ ਹੋਣ ਲੱਗੇ ਕਿ ਆਓ ਆਪਾਂ ਹੁਣ ਨਾਟਕਾਂ ਦੇ ਮੁਕਾਬਲੇ ਕਰਦੇ ਹਾਂ, ਆਓ ਆਪਾਂ ਹੁਣ ਸਕਿੱਟਾਂ ਦੇ ਮੁਕਾਬਲੇ ਕਰਦੇ ਹਾਂ, ਆਓ ਆਪਾਂ ਕੋਰੀਓਗ੍ਰਾਫੀਆਂ ਦੇ ਮੁਕਾਬਲੇ ਕਰਦੇ ਹਾਂ, ਕਵਿਤਾ, ਭਾਸ਼ਣ, ਪੇਂਟਿੰਗ, ਕੈਲੀਗ੍ਰਾਫੀ ਤੇ ਹੋਰ ਚੀਜ਼ਾਂ, ਇਹ ਸਾਰੇ ਜਿਹੜੇ ਮੁਕਾਬਲੇ ਹੋਣ ਲੱਗੇ। ਹੁਣ ਜਦੋਂ ਮੁਕਾਬਲੇ ਹੋਣਾ ਸ਼ੁਰੂ ਹੋਏ ਤਾਂ ਉੱਥੇ ਫਿਰ ਇੱਕ ਜੱਜਮੈਂਟ ਪੈਨਲ ਹੋਣਾ ਜ਼ਰੂਰੀ ਹੈ ਕਿ ਕਿਹੜੀ ਆਈਟਮ ਅੱਛੀ ਹੈ, ਕਿਹੜੀ ਆਈਟਮ ਗਲਤ ਹੈ, ਕਿਹੜੀ ਆਈਟਮ ਠੀਕ ਹੈ, ਕਿਹੜੀ ਆਈਟਮ ਬਣ ਗਈ ਤੇ ਖਰੀ ਨਹੀਂ ਉਤਰਦੀ। ਅਕਸਰ ਤੁਸੀਂ ਦੇਖਿਆ ਹੋਣਾ ਕਿ ਕਈ ਵਾਰੀ ਸਾਡੀ ਜੱਜਮੈਂਟ ਕੁਝ ਹੋਰ ਹੁੰਦੀ ਹੈ, ਜੱਜਾਂ ਦੀ ਜੱਜਮੈਂਟ ਕੁਝ ਹੋਰ ਹੁੰਦੀ ਹੈ। ਉੱਥੇ ਬਹੁਤ ਵਾਰੀ ਆ ਕੇ ਸਾਨੂੰ ਮਤਲਬ ਇਹ ਕਹਿ ਵੀ ਦਿੱਤਾ ਜਾਂਦਾ ਵੀ ਆ ਲੋਕਾਂ ਨੇ ਤਾਂ ਉਹਦੇ ਤਾੜੀਆਂ ਵੱਧ ਮਾਰੀਆਂ ਸੀ ਜੀ, ਤੁਸੀਂ ਉਸ ਆਈਟਮ ਨੂੰ ਕੱਢਤਾ। ਜੱਜਸ ਨੇ ਲੋਕਾਂ ਦੀਆਂ ਤਾੜੀਆਂ ਦੇ ਨਾਲ ਜੱਜਮੈਂਟ ਨਹੀਂ ਕਰਨੀ। ਜੱਜਸ ਨੇ ਉਹਦੇ ਉਸ ਵਿਧਾ ਦੇ ਨਾਰਮਸ ਦੇ ਮੁਤਾਬਕ ਜੱਜਮੈਂਟ ਕਰਨੀ ਹੁੰਦੀ ਹੈ। ਜੇ ਮੈਂ ਤੁਹਾਨੂੰ ਪਹਿਲਾਂ ਦੱਸ ਕੇ ਹਟਿਆ ਕਿ ਮੈਂ ਇਸ ਵਾਰੀ ਕੋਰੀਓਗ੍ਰਾਫੀ ਦੇ ਕੰਪੀਟੀਸ਼ਨ ਦੇ ਵਿੱਚ 12 ਦੇ ਵਿੱਚੋਂ 10 ਚੀਜ਼ਾਂ ਨੂੰ ਰੱਦ ਕਰਤਾ, ਰਿਜੈਕਟ ਕਰਤਾ। ਇਹ ਕੋਰੀਓਗ੍ਰਾਫੀਆਂ ਹੈ ਹੀ ਨਹੀਂ। ਮੈਂ ਤਾਂ ਜੱਜਮੈਂਟ 2 ਦੇ ਵਿੱਚੋਂ ਹੀ ਕੀਤੀ ਹੈ ਬਸ, ਕਿ 2 ਦੇ ਵਿੱਚੋਂ ਫਸਟ ਕਿਹੜਾ, ਸੈਕੰਡ ਕਿਹੜਾ, ਬਾਕੀ ਤਾਂ ਮੈਂ ਲੀਕ ਮਾਰਤੀ ਜੀ। ਹੋ ਸਕਦਾ ਤਾੜੀਆਂ ਉਹਨਾਂ ਤੇ ਵੱਧ ਵੱਜੀਆਂ ਹੋਣ। ਉਹਨੇ ਬਕਾਇਦਾ ਕਿਹਾ ਵੀ ਮੈਨੂੰ ਇਸ ਗੱਲ ਦਾ ਅਫਸੋਸ ਹੈ ਕਿ ਟੀਚਰਾਂ ਨੇ ਬਹੁਤ ਮਿਹਨਤ ਕੀਤੀ ਸੀ, ਟੀਚਰ ਬਹੁਤ ਪੈਸੇ ਖਰਚ ਕੇ ਮਹਿੰਗੀਆਂ ਵਰਦੀਆਂ ਖਰੀਦ ਕੇ ਲਿਆਏ ਆਪਣੇ ਬੱਚਿਆਂ ਵਾਸਤੇ, ਤਿਰੰਗੇ ਵਾਲੀਆਂ ਵਰਦੀਆਂ ਖਰੀਦ ਕੇ ਲਿਆਇਆ, ਕੋਈ ਖਰੀਦ ਕੇ ਲਿਆਇਆ, ਕੋਈ ਮਿਊਜ਼ਿਕ ਤੇ ਵਿਚਾਰੇ 15 ਦਿਨ ਤਿਆਰੀ ਕਰਾਉਂਦੇ ਰਹੇ, ਬੱਚੇ ਨੱਚਦੇ ਰਹੇ। ਉਹ ਸਾਰਾ ਕੁਝ ਕੀਤਾ ਉਹਨਾਂ ਨੇ, ਉਹਦੀ ਪ੍ਰੇਜ਼ ਕੀਤੀ ਜਾ ਸਕਦੀ ਹੈ, ਪਰ ਉਹ ਕੰਪੀਟੀਸ਼ਨ ਦੇ ਵਿੱਚੋਂ ਨਹੀਂ ਆਈਟਮ ਕੱਢੀ ਜਾ ਸਕਦੀ ਹੈ। ਕਿਉਂਕਿ ਕੰਪੀਟੀਸ਼ਨ ਜਦੋਂ ਕਿਸੇ ਵਿਧਾ ਦਾ ਹੁੰਦਾ ਹੈ ਤਾਂ ਜੱਜਮੈਂਟ, ਪਹਿਲੀ ਸ਼ਰਤ ਹੈ ਜੱਜਮੈਂਟ ਦੀ ਕਿ ਜੱਜ ਉਹ ਹੋਣਾ ਚਾਹੀਦਾ ਹੈ ਜਿਹਨੂੰ ਉਸ ਵਿਧਾ ਦੀ ਤਕਨੀਕੀ ਜਾਣਕਾਰੀ ਹੈ, ਜਿਹਨੂੰ ਉਸ ਵਿਧਾ ਦੀ ਸਮਝ ਹੈ। ਪਰ ਆਪਣੇ ਬਦਕਿਸਮਤੀ ਇਹ ਹੈ ਕਿ ਅਸੀਂ ਜਿਹੋ ਜਿਹੇ ਸਾਡੇ ਕੋਲ ਬੰਦੇ ਹੁੰਦੇ ਨੇ ਅਸੀਂ ਉਹਨਾਂ ਦੀ ਜੱਜਮੈਂਟ ਲਾ ਦਿੰਦੇ, ਜੱਜਸ ਲਾ ਦਿੰਦੇ ਆ ਵੀ ਲਓ ਜੀ ਇਸ ਸਕੂਲ 'ਚ ਮੁਕਾਬਲਾ ਹੈ, ਉਸ ਸਕੂਲ ਦੇ 3 ਟੀਚਰਾਂ ਨੂੰ ਜੱਜਮੈਂਟ ਤੇ ਬਿਠਾਤਾ। ਤੇ ਕਈ ਵਾਰ ਤਾਂ ਇਹੀ ਹੁੰਦਾ ਹੈ ਕਿ ਜਿਹੜੇ ਆਏ ਹੁੰਦੇ ਨੇ ਭਾਗ ਲੈਣ ਵਾਸਤੇ ਉਹਨਾਂ ਨੂੰ ਕਹਿੰਦੇ ਨੇ ਕਿ ਆਪਦੇ ਜੀ ਤੁਸੀਂ 3 ਜੱਜ ਬਣਾ ਲਓ। ਅਸੀਂ ਜੱਜਮੈਂਟ ਵਰਗੇ ਮਹੱਤਵਪੂਰਨ ਕੰਮ ਨੂੰ ਕਦੇ ਸੀਰੀਅਸ ਲਿਆ ਹੀ ਨਹੀਂ ਹੈਗਾ ਜੀ, ਜਿਹੜਾ ਕਿ ਬਹੁਤ ਖਤਰਨਾਕ ਪੁਆਇੰਟ ਹੈ। ਹੁੰਦਾ ਕੀ ਹੈ, ਮਤਲਬ ਤੁਸੀਂ ਸਾਰੇ ਲਗਭਗ ਇਹਨਾਂ ਮੁਕਾਬਲਿਆਂ ਜੁੜੇ ਹੋਏ ਹੋ, ਜਿਹੜੀ ਆਈਟਮ ਨੇ ਸਟੇਟ ਦੇ ਵਿੱਚ ਜਾਣਾ ਹੈ ਉਹ ਕਲਸਟਰ ਦੇ ਵਿੱਚੋਂ ਹੀ ਅਸੀਂ ਰੱਦ ਕਰ ਦਿੰਦੇ ਹਾਂ ਮਾੜੇ ਜੱਜ। ਮੰਨ ਲਓ ਉਹਦੇ ਵਿੱਚ ਕੋਰੀਓਗ੍ਰਾਫੀ ਦੇ ਮੁਕਾਬਲੇ 'ਚ 2 ਕੋਰੀਓਗ੍ਰਾਫੀ ਆਈਆਂ ਹੋਈਆਂ ਨੇ, 5 ਸਕਿੱਟਾਂ ਆਈਆਂ ਹੋਈਆਂ ਨੇ, ਤੁਸੀਂ ਉਹ ਜੱਜ ਬਿਠਾਤਾ ਜਿਹਨੂੰ ਕੋਰੀਓਗ੍ਰਾਫੀ ਦਾ ਪਤਾ ਹੀ ਨਹੀਂ। ਉਹ ਦੋ ਕੋਰੀਓਗ੍ਰਾਫੀ ਦੀ ਪੋਜੀਸ਼ਨ ਨਹੀਂ ਕੱਢੂਗਾ, ਉਹ 5 ਸਕਿੱਟਾਂ 'ਚ ਪੋਜੀਸ਼ਨ ਕੱਢ ਦੂਗਾ। ਇਹਦਾ ਮਤਲਬ ਕੋਰੀਓਗ੍ਰਾਫੀ ਦੇ ਮੁਕਾਬਲੇ ਵਾਸਤੇ ਚੋਣ ਕਿਹਦੀ ਕਰ ਲੇਗੀ, ਸਕਿੱਟ ਦੀ। ਤੇ ਜਦੋਂ ਉਹ ਸਕਿੱਟ ਅੱਗੇ ਜਾਊਗੀ ਉਹ ਰਿਜੈਕਟ ਹੋ ਜਾਊਗੀ, ਕੰਪੀਟੀਸ਼ਨ 'ਚ ਬਾਹਰ ਹੋ ਜਾਊਗੀ। ਉਹ ਨੁਕਸਾਨ ਕਿੱਥੇ ਹੋ ਗਿਆ, ਪਹਿਲੀ ਸਟੇਜ ਤੇ। ਕਈ ਵਾਰੀ ਸਟੇਟ ਤੇ ਜਾਣ ਵਾਲੀਆਂ ਆਈਟਮਾਂ ਪਹਿਲੀ ਸਟੇਜ ਤੇ ਫੇਲ ਹੋ ਜਾਂਦੀਆਂ ਨੇ। ਇਹੋ ਜਿਹੇ ਬਹੁਤ ਸਾਰੇ ਤਜਰਬੇ ਨੇ। ਗੁਰਜੰਟ ਸਿੰਘ ਆਪ ਇਹਦੇ ਵਿੱਚ ਸ਼ਾਮਲ ਹੁੰਦਾ ਹੈ। ਪਹਿਲਾਂ ਕੀ ਹੁੰਦਾ ਸੀ, ਮਤਲਬ 3 ਪੋਜੀਸ਼ਨਾਂ ਜਾਂਦੀਆਂ ਸੀ ਉੱਪਰ, ਫਸਟ, ਸੈਕੰਡ, ਥਰਡ। ਜੱਜਾਂ ਨੇ 3rd ਪੋਜੀਸ਼ਨ ਕੱਢਦੀ ਜਿਹੜੇ ਬੰਦੇ ਦੀ, ਉਹ ਅਗਲੇ ਮੁਕਾਬਲੇ ਜਾ ਕੇ ਫਸਟ ਆ ਜਾਂਦਾ ਸੀ। ਮਤਲਬ ਕਹਿਣ ਦਾ ਭਾਵ ਇਹ ਹੈ ਕਿ ਜੱਜਮੈਂਟ ਬਹੁਤ ਸੀਰੀਅਸ ਵਰਕ ਹੈ ਤੇ ਬਹੁਤ ਟੈਕਨੀਕਲ ਵਰਕ ਹੈ। ਇਹਦੇ ਸਾਨੂੰ ਬਹੁਤ ਐਕਸਪਰਟ ਬੰਦੇ ਲਾਉਣੇ ਚਾਹੀਦੇ ਨੇ। ਇਹਨੂੰ ਬਹੁਤ ਅਸੀਂ ਕੈਜੂਅਲੀ ਲੈਨੇ ਆ। ਕਦੇ ਵੀ ਉਹਨਾਂ ਟੀਮਾਂ ਦੇ ਬੰਦਿਆਂ ਨੂੰ ਜੱਜਮੈਂਟ ਤੇ ਨਾ ਲਾਓ ਜਿਨ੍ਹਾਂ ਦੇ ਟੀਮਾਂ ਭਾਗ ਲੈ ਰਹੀਆਂ ਨੇ। ਉਸ ਸਕੂਲ ਦੇ ਅਧਿਆਪਕਾਂ ਨੂੰ ਨਾ ਲਾਓ ਜਿਹੜੇ ਸਕੂਲ ਦੇ ਵਿੱਚ ਕੰਪੀਟੀਸ਼ਨ ਹੋ ਰਹੇ ਨੇ।
ਤੁਸੀਂ ਉਸ ਇਲਾਕੇ 'ਚੋਂ ਦੇਖੋ, ਉਸ ਇਲਾਕੇ 'ਚ ਬਥੇਰੇ ਬੰਦੇ ਨੇ। ਇਸ ਵੇਲੇ ਹਰ ਖੇਤਰ ਦੇ ਵਿੱਚ ਤੁਹਾਨੂੰ ਉਸ ਇਲਾਕੇ 'ਚੋਂ ਬੰਦੇ ਮਿਲ ਜਾਣਗੇ। ਜੇ ਮਾਨਸਾ 'ਚ ਤੁਸੀਂ ਕੰਪੀਟੀਸ਼ਨ ਕਰਾ ਰਹੇ ਹੋ, ਮਾਨਸਾ 'ਚ ਥੀਏਟਰ ਨਾਲ ਜੁੜੇ ਬੰਦੇ ਬਥੇਰੇ ਨੇ, ਮਾਨਸਾ ਦੇ ਵਿੱਚ ਸੰਗੀਤ ਨਾਲ ਜੁੜੇ ਬੰਦੇ ਬਥੇਰੇ ਨੇ, ਮਾਨਸਾ ਦੇ ਵਿੱਚ ਡਾਂਸ ਨਾਲ ਜੁੜੇ ਬੰਦੇ ਬਥੇਰੇ ਨੇ। ਕਿਉਂ ਨਹੀਂ ਅਸੀਂ ਇੱਕ ਪੂਲ ਤਿਆਰ ਕਰਦੇ, ਹਰ ਜ਼ਿਲ੍ਹੇ ਦਾ ਸਿੱਖਿਆ ਮਹਿਕਮਾ ਪੂਲ ਤਿਆਰ ਕਰੇ ਕਿ ਭਾਈ ਤੁਹਾਡੇ ਜ਼ਿਲ੍ਹੇ ਦੇ ਵਿੱਚ ਸਾਨੂੰ ਇੱਕ ਲਿਸਟ ਬਣਾ ਕੇ ਭੇਜੋ ਕਿ ਥੀਏਟਰ ਨਾਲ ਕਿਹੜੇ ਜੁੜੇ ਹੋਏ ਬੰਦੇ ਨੇ, ਕਵਿਤਾ ਨਾਲ ਕਿਹੜੇ ਜੁੜੇ ਬੰਦੇ ਨੇ, ਭਾਸ਼ਣ ਨਾਲ ਕਿਹੜੇ ਜੁੜੇ ਬੰਦੇ ਨੇ। 50 ਬੰਦੇ ਲੱਭ ਜਾਣਗੇ ਤੁਹਾਨੂੰ। ਅਸੀਂ ਕਦੇ ਇਹ ਜੀ ਕੋਸ਼ਿਸ਼ ਨਹੀਂ ਕਰਦੇ, ਅਸੀਂ ਪੂਲ ਬਣਾਉਂਦੇ ਹੀ ਨਹੀਂ। ਇੱਕ ਰਿਜ਼ਰਵ ਪੂਲ ਤੁਹਾਡੇ ਕੋਲੇ ਹੋਣਾ ਚਾਹੀਦਾ। ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਫਤਿਹਗੜ੍ਹ ਸਾਹਿਬ ਦੇ ਵਿੱਚ ਆ 10 ਬੰਦੇ ਥੀਏਟਰ ਨਾਲ ਜੁੜੇ ਹੋਏ ਨੇ। ਤੁਸੀਂ ਕਿਤੇ ਵੀ ਕੋਈ ਮੁਕਾਬਲਾ ਹੁੰਦਾ ਥੀਏਟਰ ਦਾ, ਉਹਨੂੰ ਦੱਸੋ, ਕਿਸੇ ਬੰਦੇ ਨੂੰ ਕਾਲ ਕਰ ਲਓ। ਸੋ ਇਹ ਸਟੇਟ ਲੈਵਲ ਤੇ ਸਟੇਟ ਨੂੰ ਆਪਣੇ ਇੱਕ ਪੂਲ ਬਣਾਉਣੇ ਚਾਹੀਦੇ ਨੇ, ਬਲਾਕ ਲੈਵਲ ਤੇ ਬਲਾਕ ਨੂੰ ਆਪਣਾ ਇੱਕ ਪੂਲ ਬਣਾਉਣਾ ਚਾਹੀਦਾ ਹੈ। ਬਕਾਇਦਾ ਇਹਦੀ ਇੱਕ ਪਹਿਲਾਂ ਤਿਆਰੀ ਚਾਹੀਦੀ ਹੁੰਦੀ ਹੈ। ਅਸੀਂ ਜੱਜਾਂ ਦੇ ਮਾਮਲੇ ਨੂੰ ਕਦੇ ਸੀਰੀਅਸ ਨਹੀਂ ਲੈਂਦੇ। ਅਸੀਂ ਇੱਕ ਦਿਨ ਜਾਂ 2 ਦਿਨ ਪਹਿਲਾਂ, ਕਈ ਵਾਰ ਤਾਂ ਮੌਕੇ ਤੇ ਹੀ, ਮੈਂ ਗਿਆ ਇੱਕ ਥਾਂ ਤੇ, ਮੈਂ ਆਪਣੀ ਟੀਮ ਲੈ ਕੇ ਗਿਆ ਸੀ, ਮੈਨੂੰ ਕਹਿੰਦੇ ਜਜਮੈਂਟ ਕਰ ਦਿਓ ਜੀ। ਹੁਣ ਐਡੀ ਨੌਨ ਸੀਰੀਅਸਨੈਸ ਵੀ ਤੁਸੀਂ ਗਏ ਬੰਦੇ ਨੂੰ ਬਿਠਾ ਲਓ ਜਜਮੈਂਟ ਕਰਨਾ। ਇਹਦਾ ਮਤਲਬ ਜੇ ਮੈਂ ਨਾ ਜਾਂਦਾ ਫਿਰ ਜਜਮੈਂਟ ਕੌਣ ਕਰਦਾ ਬਈ? ਸੋ ਬਹੁਤ ਜ਼ਿਆਦਾ ਟੈਕਨੀਕਲ ਕੰਮ ਹੈ ਇਹ, ਬਹੁਤ ਜ਼ਿਆਦਾ ਸੀਰੀਅਸ ਕੰਮ ਹੈ ਇਹ। ਇਸ ਕੰਮ ਨੂੰ ਓਨਾ ਹੀ ਸੀਰੀਅਸ ਲੈਣਾ ਚਾਹੀਦਾ ਜਿੰਨਾ ਸੀਰੀਅਸ ਕੰਮ ਹੈ ਇਹ। ਪਰ ਜਿੰਨਾ ਇਹ ਸੀਰੀਅਸ ਕੰਮ ਹੈ, ਅਸੀਂ ਓਨਾ ਹੀ ਇਸ ਮਾਮਲੇ 'ਚ ਨੌਨ ਸੀਰੀਅਸ ਹਾਂ। ਸਾਨੂੰ ਕੋਈ ਨਹੀਂ ਪਤਾ ਹੁੰਦਾ ਹੈਗਾ ਕਿ ਸਾਡੇ ਖੇਤਰ ਦੇ ਵਿੱਚ ਡਿਬੇਟ ਦੀ ਜਜਮੈਂਟ ਕੌਣ ਕਰ ਸਕਦਾ ਹੈ। ਸਾਨੂੰ ਕੋਈ ਪਤਾ ਨਹੀਂ ਹੁੰਦਾ ਕਿ ਕੈਲੀਗ੍ਰਾਫਰ ਕੌਣ ਹੈ ਸਾਡੇ। ਸਾਨੂੰ ਕੋਈ ਨਹੀਂ ਪਤਾ ਹੁੰਦਾ ਕਿ ਸੁੰਦਰ ਲਿਖਾਈ ਤੇ ਕੈਲੀਗ੍ਰਾਫੀ 'ਚ ਕੀ ਫਰਕ ਹੈ। ਮਤਲਬ ਕਹਿਣ ਦਾ ਭਾਵ ਇਹ ਹੈ ਕਿ ਸਾਨੂੰ ਟੈਕਨੀਕਲ ਜਾਣਕਾਰੀ ਨਹੀਂ ਹੁੰਦੀ ਹੈਗੀ। ਅਸੀਂ ਜਿਹੜਾ ਮਰਜ਼ੀ ਨੀਮ ਹਕੀਮ ਖਤਰਾਏ ਜਾਨ, ਮਾੜੇ ਹਕੀਮਾਂ ਦੇ ਬਸ ਪਾ ਦਿੰਦੇ ਆ ਮਰੀਜ਼ਾਂ ਨੂੰ। ਤੇ ਜਿਹੜੇ ਮਰੀਜ਼ ਨੇ ਠੀਕ ਹੋਣਾ ਹੁੰਦਾ ਹੈ ਉਹ ਐਮਰਜੈਂਸੀ ਚਲਾ ਜਾਂਦਾ ਹੈ, ਜਿਹਨੇ ਐਮਰਜੈਂਸੀ ਜਾਣਾ ਹੁੰਦਾ ਹੈ ਉਹ ਅਗਲੀ ਦੁਨੀਆ ਚਲਾ ਜਾਂਦਾ ਹੈ। ਤੇ ਅਸੀਂ ਐਂ ਮਤਲਬ ਠੀਕ ਠਾਕ ਸਮਝ ਕੇ ਆਪਣੇ ਆਪ ਨੂੰ ਅੱਗੇ ਤੁਰੀ ਜਾਂਦੇ ਆ। ਸੋ ਇਹ ਮਾਮਲਾ ਬਹੁਤ ਗੰਭੀਰ ਹੈ ਤੇ ਇਸ ਤੇ ਬਹੁਤ ਗੰਭੀਰਤਾ ਨਾਲ ਚਰਚਾ ਹੋਣੀ ਚਾਹੀਦੀ ਹੈ। ਜੀ ਬਿਲਕੁਲ ਸਰ, ਤੁਸੀਂ ਬਹੁਤ ਸੋਹਣੇ ਸੁਝਾਅ ਦਿੱਤੇ ਨੇ ਜੱਜਮੈਂਟ ਪੈਨਲ ਦੀ ਚੋਣ ਵਾਸਤੇ। ਤੇ ਖਾਸ ਕਰਕੇ ਜਿਹੜਾ ਪੂਲ ਬਣਾਉਣ ਵਾਲਾ ਤੁਹਾਡਾ ਸੁਝਾਅ ਹੈ ਇਹ ਬੜਾ ਕਾਬਲੇ ਤਾਰੀਫ ਹੈ। ਤੇ ਗੁਰਜੰਟ ਸਰ ਗੱਲ ਕਰ ਰਹੇ ਸੀਗੇ ਮੋਨੋ ਐਕਟਿੰਗ ਤੇ ਮਿਮਿਕਰੀ ਬਾਰੇ। ਸਰ ਕੀ ਸੀ ਤੁਹਾਡਾ ਸਵਾਲ? ਹਾਂਜੀ ਸਰ, ਮੈਂ ਪੁੱਛਣਾ ਚਾਹੁੰਦਾ ਵੀ ਮੋਨੋ ਤੇ ਸਰ ਥੋੜਾ ਉੱਚੀ ਫੀਲਡ ਦੇ ਵਿੱਚ ਬਹੁਤ ਘੱਟ ਮਤਲਬ ਕਿ ਮੋਨੋ ਐਕਟਿੰਗ ਤੇ ਮਿਮਿਕਰੀ, ਹਾਂ ਇਹਨਾਂ ਬਾਰੇ ਆਪਾਂ ਗੱਲ ਵੈਸੇ ਕੀਤੀ ਵੀ ਨਹੀਂ ਹੈਗੀ। ਮੋਨੋ ਐਕਟਿੰਗ ਜਿਵੇਂ ਦੇ ਨਾਂ ਤੋਂ ਹੀ ਸਪਸ਼ਟ ਹੈ ਕਿ ਐਕਟਰ ਇੱਕ ਹੁੰਦਾ ਹੈ, ਪਾਤਰ ਬਹੁਤ ਸਾਰੇ ਹੁੰਦੇ ਨੇ। ਇੱਕ ਐਕਟਰ ਨੇ ਇੱਕੋ ਵੇਲੇ 5 ਤੋਂ ਲੈ ਕੇ 7 ਮਿੰਟਾਂ ਦੇ ਜਾਂ 4 ਤੋਂ ਲੈ ਕੇ 7 ਮਿੰਟਾਂ ਦੇ ਵਿੱਚ 7-8 ਪਾਤਰਾਂ ਨੂੰ ਪੇਸ਼ ਕਰਨਾ ਹੁੰਦਾ ਹੈ। ਇਹ ਸਮਝ ਲਓ ਕਿ ਜੇ ਸਕਿੱਟ ਨੂੰ ਇੱਕੋ ਹੀ ਐਕਟਰ ਕਰੇ ਤਾਂ ਮੋਨੋ ਐਕਟਿੰਗ ਬਣ ਜੂਗੀ। ਹੁੰਦਾ ਹਾਸਰਸੀ ਆ, ਉਹ ਵੀ ਸਟਾਇਰ ਵੀ ਹੁੰਦਾ, ਇਹਦੇ ਵਿੱਚ ਹਾਸਾ ਵੀ ਹੁੰਦਾ, ਪਰ ਐਕਟਰ ਇੱਕੋ ਹੀ ਹੁੰਦਾ ਹੈ। ਉਹ ਐਕਟਰ ਮਤਲਬ ਜਿਵੇਂ ਮੈਂ ਛੋਟੀ ਜਿਹੀ ਉਦਾਹਰਨ ਦਿੰਦਾ, ਮੰਨ ਲਓ ਤੁਸੀਂ ਇੱਕ ਬੰਦਾ ਹੈ, ਉਹ ਇੱਕ ਬੱਸ ਦਾ ਸੀਨ ਕ੍ਰੀਏਟ ਕਰ ਰਿਹਾ ਹੈ ਆਪਣੀ ਮੋਨੋ ਐਕਟਿੰਗ ਦੇ ਵਿੱਚ। ਉਹ ਕੰਡਕਟਰ ਬਣ ਕੇ ਬਾਜ਼ ਮਾਰਦਾ ਹੈ ਵੀ ਆਜੋ ਭਾਈ ਫਲਾਣੇ ਧਮਕੇ ਵਾਲੇ ਇਸ ਪਾਸੇ ਜਾਣ ਵਾਲੇ ਆਜੋ। ਅੱਗੇ ਹੁਣ ਬੱਸ ਦਾ ਇੱਕ ਦ੍ਰਿਸ਼ ਹੈ, ਬੱਸ ਦੇ ਵਿੱਚ ਅਲੱਗ-ਅਲੱਗ ਸਵਾਰੀਆਂ ਨੇ, ਉਹ ਅਲੱਗ-ਅਲੱਗ ਸਵਾਰੀਆਂ ਕੰਡਕਟਰ ਨਾਲ ਡਾਇਲਾਗ ਕਰਦੀਆਂ ਨੇ। ਉਹ ਕੰਡਕਟਰ ਜਦੋਂ ਇਧਰਲੇ ਪਾਸੇ ਖੜਾ ਹੁੰਦਾ ਹੈ ਉਦੋਂ ਕੰਡਕਟਰ ਹੁੰਦਾ ਹੈ, ਜਦੋਂ ਇੱਥੇ ਆ ਕੇ ਖੜ ਜਾਂਦਾ ਹੈ ਉਦੋਂ ਇੱਕ ਸਵਾਰੀ ਬਣ ਜਾਂਦਾ ਹੈ, ਜਦੋਂ ਇੱਥੇ ਆ ਕੇ ਖੜ ਜਾਂਦਾ ਇੱਕ ਸਵਾਰੀ ਬਣ ਜਾਂਦਾ ਹੈ, ਜਦੋਂ ਉਧਰ ਆ ਕੇ ਖੜ ਜਾਂਦਾ ਡਰਾਈਵਰ ਬਣ ਜਾਂਦਾ ਹੈ। ਉਹ ਡਰਾਈਵਰ ਦੀ ਐਕਟਿੰਗ ਵੀ ਕਰਦਾ ਹੈ, ਉਹ ਪਹਿਲੀ ਸਵਾਰੀ ਦੀ ਐਕਟਿੰਗ ਵੀ ਕਰਦਾ ਹੈ, ਉਹ ਦੂਜੀ ਸਵਾਰੀ ਦੀ ਐਕਟਿੰਗ ਵੀ ਕਰਦਾ ਹੈ, ਉਹ ਬਤੌਰ ਕੰਡਕਟਰ ਵੀ ਐਕਟਿੰਗ ਕਰਦਾ ਹੈ। ਉਹਨੂੰ ਮਤਲਬ ਘੱਟੋ ਘੱਟ 7-8 ਪਾਤਰ ਇੱਕੋ ਸਮੇਂ ਮੇਨਟੇਨ ਕਰਕੇ ਰੱਖਣੇ ਹੁੰਦੇ ਨੇ। ਹੁੰਦਾ ਕੀ ਹੈ ਮਤਲਬ, ਮੰਨ ਲਓ ਉਹਦੇ ਵਿੱਚ ਇੱਕ ਬੱਚੇ ਦਾ ਰੋਲ ਕਰ ਰਿਹਾ ਉਹ ਹਨਾ, ਉਹਨੇ ਨਾਲ ਦੇ ਨਾਲ ਆਵਾਜ਼ ਬਦਲ ਕੇ ਬੱਚਾ ਬਣਨਾ ਪਊਗਾ। ਉਦੋਂ ਬਾਅਦ ਉਹ ਔਰਤ ਦਾ ਰੋਲ ਕਰ ਰਿਹਾ ਹੈ, ਉਹਨੂੰ ਆਵਾਜ਼ ਬਦਲ ਕੇ ਔਰਤ ਬਣਨਾ ਪਊਗਾ। ਮੰਨ ਲਓ ਫਿਰ ਇੱਕ ਹੋਰ ਔਰਤ ਦਾ ਰੋਲ ਕਰ ਰਿਹਾ ਹੈ, ਫਿਰ ਦੋਨਾਂ ਔਰਤਾਂ ਦੀਆਂ ਆਵਾਜ਼ਾਂ ਵੱਖ-ਵੱਖ ਕਰਨੀਆਂ ਪੈਣਗੀਆਂ ਉਸਨੂੰ। ਉਹ ਸ਼ੁਰੂ 'ਚ ਤਾਂ ਕਰ ਲੈਂਦਾ ਜਿਹੜਾ ਮਾੜਾ ਐਕਟਰ ਹੈ, ਪਰ ਉਦੋਂ ਬਾਅਦ ਕੀ ਹੁੰਦਾ, ਜਦੋਂ ਅਗਲੀ ਵਾਰੀ ਔਰਤ ਦੀ ਆਵਾਜ਼ ਬਦਲ ਜਾਂਦੀ ਹੈ, ਉਸ ਔਰਤ ਦੀਆਂ ਤੇ ਹੋਰ ਆਵਾਜ਼ ਆ ਜਾਂਦੀ ਹੈ, ਦੂਜੀ ਔਰਤਾਂ ਤੇ ਹੋਰ ਆਵਾਜ਼ ਆਉਂਦੀ ਹੈ। ਪਹਿਲਾਂ ਬੱਚਾ ਹੋਰ ਤਰ੍ਹਾਂ ਬੋਲਦਾ ਹੁੰਦਾ ਹੈ, ਜਦੋਂ 3-4 ਮਿੰਟਾਂ ਬਾਅਦ ਬੱਚਾ ਹੋਰ ਤਰੀਕੇ ਨਾਲ ਬੋਲਣ ਲੱਗ ਜਾਂਦਾ ਹੈ। ਇੱਕ ਜਿਹੜਾ ਕਰੈਕਟਰ ਬਿਲਡ ਕਰ ਲਿਆ ਤੁਸੀਂ ਪਹਿਲਾਂ, ਜਿਹੜਾ ਉਹਦਾ ਸਟਾਈਲ ਬਿਲਡ ਕਰ ਲਿਆ, ਜਿਹੜੀ ਉਹਦੀ ਆਵਾਜ਼ ਬਿਲਡ ਕਰ ਲਈ, ਉਹ ਆਵਾਜ਼ 7 ਦੇ 7 ਮਿੰਟ ਸੇਮ ਰਹਿਣੀ ਚਾਹੀਦੀ ਹੈ। ਕੰਡਕਟਰ ਨੇ ਜਿਹੜਾ ਬਤੌਰ ਕੰਡਕਟਰ ਆਪਣਾ ਸਟਾਈਲ ਬਿਲਡ ਕਰ ਲਿਆ, ਉਹ 7 ਮਿੰਟ ਸੇਮ ਜਾਣਾ ਚਾਹੀਦਾ ਹੈ। ਜੇ ਆਪਾਂ ਬਜ਼ੁਰਗ ਕਰੈਕਟਰ ਪਾ ਲਿਆ, ਪਹਿਲਾਂ ਤਾਂ ਆਪਾਂ ਬਜ਼ੁਰਗ ਕਰੈਕਟਰ ਦੀ ਆਪਾਂ ਡਾਇਲੌਗ ਬੋਲ ਦਾਂਗੇ ਬਜ਼ੁਰਗਾਂ ਵਾਂਗੂ, ਪਰ ਜਦੋਂ 7-8 ਕਰੈਕਟਰਾਂ ਦਾ ਘਰਾਂ ਵਾਲਾ ਹੋ ਗਿਆ ਉਦੋਂ ਫਿਰ ਛੱਡ ਜਾਣੇ ਅਸੀਂ, ਫਿਰ ਸਾਨੂੰ ਉਹ ਭੁੱਲ ਜਾਣੇ ਅਸੀਂ ਉਹਦੇ ਵਿੱਚ ਵੜ ਨਹੀਂ ਸਕਦੇ ਹੈਗੇ। ਇਹ ਬਹੁਤ ਔਖੀ ਗੱਲ ਹੈ। ਤੁਸੀਂ 7-8 ਪਾਤਰਾਂ ਨੂੰ 7-8 ਮਿੰਟਾਂ ਦੇ ਵਿੱਚ ਲਗਾਤਾਰ ਜਿਉਣਾ ਹੁੰਦਾ ਹੈ ਤੇ ਆਡੀਅנס ਨੂੰ
ਇਹ ਕਲੀਅਰ ਕਰਨਾ ਹੁੰਦਾ ਹੈ, ਇਹ ਆਡੀਅנס ਦੇ ਮਨਾਂ ਦੇ ਵਿੱਚ ਕਰੈਕਟਰ ਐਸਟੈਬਲਿਸ਼ ਕਰਨੇ ਹੁੰਦੇ ਨੇ ਕਿ ਆ ਖੁਸਰਾ ਕਰੈਕਟਰ ਹੈ, ਆ ਕਿਨਰ ਹੈ, ਆ ਅਮਲੀ ਹੈ, ਆ ਬਜ਼ੁਰਗ ਹੈ, ਆ ਔਰਤ ਹੈ, ਆ ਬੱਚਾ ਹੈ, ਆ ਭਾਰੀ ਔਰਤ ਹੈ, ਆ ਪਤਲੀ ਔਰਤ ਹੈ, ਆ 80 ਸਾਲ ਦਾ ਹੈ, ਆ 60 ਸਾਲ ਦਾ ਹੈ। ਉਹ ਜਿੰਨੀ ਦੇਰ ਤੱਕ ਉਹ ਆਵਾਜ਼ਾਂ ਐਸਟੈਬਲਿਸ਼ ਨਹੀਂ ਹੁੰਦੀਆਂ, ਜਿੰਨੀ ਦੇਰ ਤੱਕ ਉਹ ਕਰੈਕਟਰ ਐਸਟੈਬਲਿਸ਼ ਨਹੀਂ ਹੁੰਦੇ ਹੈਗੇ, ਉਨੀ ਦੇਰ ਤੱਕ ਤੁਸੀਂ ਵਧੀਆ ਮੋਨੋ ਐਕਟਰ ਨਹੀਂ ਹੈਗੇ। ਸੋ ਮੋਨੋ ਐਕਟਿੰਗ ਜਿਹੜੀ ਹੈਗੀ ਹੈ ਉਹ ਬਹੁਤ ਔਖੀ ਬਣ ਗਈ ਹੈ। ਮੋਨੋ ਐਕਟਿੰਗ ਹਰੇਕ ਬੰਦਾ ਨਹੀਂ ਕਰ ਸਕਦਾ ਹੈਗਾ, ਕਿਉਂਕਿ ਸਕਿੱਟ ਦੇ ਵਿੱਚ, ਨਾਟਕ ਦੇ ਵਿੱਚ ਜੇ 10 ਐਕਟਰ ਨੇ ਤਾਂ 10 ਪਾਤਰ ਨੇ ਤਾਂ 10 ਐਕਟਰ ਲੈ ਲਓਗੇ, ਪਰ ਉਹਦੇ ਵਿੱਚ ਪਾਤਰ ਤਾਂ 10 ਹੀ ਨੇ, ਐਕਟਰ ਇਕੱਲਾ ਹੈ, ਇਕੱਲੇ ਐਕਟਰ ਨੇ ਪੇਸ਼ ਕਰਨੀ ਹੁੰਦੀ ਹੈ। ਉਸ ਤੋਂ ਬਾਅਦ ਜਿਹੜੀ ਦੂਜੀ ਤੁਸੀਂ ਕਿਹਾ ਸੀ ਕਿ ਮਿਮਿਕਰੀ ਬਹੁਤ, ਇਹ ਵੀ ਬਹੁਤ ਖੂਬਸੂਰਤ ਕਲਾ ਹੈ ਆਪਣੇ ਆਪ ਦੇ ਵਿੱਚ। ਇਹਦੇ ਵਿੱਚ ਐਕਟਰ ਨੇ ਆਵਾਜ਼ਾਂ ਕੱਢਣੀਆਂ ਹੁੰਦੀਆਂ ਨੇ, ਉਹ ਆਵਾਜ਼ਾਂ ਉਹ ਹੁੰਦੀਆਂ ਨੇ ਜਿਹੜੀਆਂ ਜਾਣੀਆਂ ਪਛਾਣੀਆਂ ਆਵਾਜ਼ਾਂ ਹੁੰਦੀਆਂ ਨੇ। ਅਸੀਂ ਬਹੁਤ ਸਾਰੀਆਂ ਆਵਾਜ਼ਾਂ ਸੁਣਦੇ ਹਾਂ, ਜਦੋਂ ਮੰਨ ਲਓ ਕਿਤੇ ਘੁੱਗੀ ਬੋਲਦੀ ਹੈ ਸਾਨੂੰ ਪਤਾ ਲੱਗ ਜਾਂਦਾ ਵੀ ਘੁੱਗੀ ਦੀ ਆਵਾਜ਼ ਹੈ, ਜਦੋਂ ਕਿਤੇ ਚਿੜੀ ਬੋਲਦੀ ਹੈ ਸਾਨੂੰ ਪਤਾ ਲੱਗ ਚਿੜੀ ਦੀ ਆਵਾਜ਼ ਹੈ। ਇਸ ਤਰ੍ਹਾਂ ਕੁਝ ਕਰੈਕਟਰ ਹੁੰਦੇ ਨੇ, ਜਿਵੇਂ ਮੰਨ ਲਓ ਧਰਮਿੰਦਰ ਦੀ ਆਵਾਜ਼ ਹੈ ਆਪਾਂ ਨੂੰ ਪਤਾ ਲੱਗ ਜਾਂਦਾ, ਅਮਿਤਾਭ ਬੱਚਨ ਦੀ ਆਵਾਜ਼ ਹੈ ਆਪਾਂ ਨੂੰ ਪਤਾ ਲੱਗ ਜਾਂਦਾ, ਭਾਈ ਮੰਨਾ ਸਿੰਘ ਦੀ ਆਵਾਜ਼ ਹੈ ਆਪਾਂ ਨੂੰ ਪਤਾ ਲੱਗ ਜਾਂਦਾ, ਮਾਨਸਾ ਵਾਲੇ ਨੂੰ ਪ੍ਰੋਫੈਸਰ ਔਲਖ ਦੀ ਆਵਾਜ਼ ਦਾ ਪਤਾ ਲੱਗ ਜਾਂਦਾ ਹੈ। ਇਸ ਤਰ੍ਹਾਂ ਹੀ ਹੋਰ ਜਿਹੜੇ ਵੱਡੇ ਐਕਟਰ ਨੇ ਉਹਨਾਂ ਦੀ ਆਵਾਜ਼ਾਂ ਦਾ ਸਾਨੂੰ ਪਤਾ ਲੱਗ ਜਾਂਦਾ ਹੈ, ਸਾਨੂੰ ਪਤਾ ਲੱਗ ਜਾਂਦਾ ਕਿ ਨਾਨਾ ਪਾਟੇਕਰ ਦੀ ਆਵਾਜ਼ ਹੈ। ਇਹ ਜਿਹੜੀਆਂ ਜਾਣੀਆਂ ਪਛਾਣੀਆਂ ਆਵਾਜ਼ਾਂ ਨੇ, ਇਹਨਾਂ ਆਵਾਜ਼ਾਂ ਦੀ ਪੇਸ਼ਕਾਰੀ ਕਰਨੀ ਹੁੰਦੀ ਹੈ। ਜਿਹੜਾ ਐਕਟਰ ਹੈ ਉਹਨੇ ਘੰਟੀ ਦੀ ਆਵਾਜ਼, ਮੋਟਰਸਾਈਕਲ ਦੀ ਆਵਾਜ਼, ਕਾਰ ਦੀ ਆਵਾਜ਼, ਜਹਾਜ਼ ਦੀ ਆਵਾਜ਼, ਪਾਣੀ ਦੀਆਂ ਬੂੰਦਾਂ ਡਿੱਗਣ ਦੀ ਆਵਾਜ਼, ਤੇ ਆਵਾਜ਼ ਉਹ ਹੈ ਜਿਹੜੀ ਪਛਾਣ ਚ ਆ ਜੇ। ਮੰਨ ਲਓ ਐਕਟਰ ਨੇ ਆਵਾਜ਼ ਕੱਢੀ, ਆਡੀਅנס ਨਾਲ ਦੀ ਨਾਲ ਬੋਲ ਪੈਂਦਾ ਹੈ ਘੋੜੇ ਦੀ ਆਵਾਜ਼, ਐਕਟਰ ਦਾ ਰਿਸਪੌਂਸ, ਆਡੀਅנס ਦਾ ਰਿਸਪੌਂਸ ਨਾਲ ਦੀ ਨਾਲ ਆ ਜਾਂਦਾ ਹੈ ਕਿ ਆ ਕਮਾਲ ਹੈ, ਵੀ ਕਮਾਲ ਦੀ ਗੱਲ ਹੈ, ਤਾਂ ਬੀਨ ਹੀ ਵਜਾਦੀ, ਜਮਾ ਬੀਨ ਵਜਾ ਰਿਹਾ ਉਹ। ਜੇ ਤਾਂ ਉਹਨੂੰ ਪਛਾਣ ਚ ਆ ਗਿਆ ਆਡੀਅנס ਨੂੰ, ਫਿਰ ਤਾਂ ਉਹ ਐਕਟਰ ਕਾਮਯਾਬ ਹੈ। ਜੇ ਐਕਟਰ ਨੂੰ, ਆਡੀਅנס ਨੂੰ ਪਤਾ ਹੀ ਨਾ ਲੱਗਿਆ ਕਿ ਬੀਨ ਵਜਾਈ ਹੈ, ਕਿਸ ਨੇ ਸਰੰਗੀ ਵਜਾਈ ਹੈ, ਕਿਸ ਨੇ ਲਗੋਜਾ ਵਜਾਇਆ, ਫਿਰ ਉਹ ਫੇਲ ਹੈ। ਸੋ ਜਿੰਨੀਆਂ ਵੱਧ ਤੋਂ ਵੱਧ ਆਵਾਜ਼ਾਂ ਕੱਢ ਦੂਗਾ ਤੇ ਜਿੰਨੇ ਵਧੀਆ ਤਰੀਕੇ ਨਾਲ ਕੱਢ ਦੂਗਾ, ਉਹ ਬਹੁਤ ਅੱਛਾ ਜਿਹੜਾ ਹੈਗਾ ਉਹ ਮਿਮਿਕਰੀ ਕਰ ਰਿਹਾ ਹੈ। ਤੇ ਇਹਦੇ ਨਾਲ ਹੀ ਇੱਕ ਜਿਹੜੀ ਫਾਰਮ ਹੋਰ ਹੈ ਉਹ ਹੈ ਮਾਈਮ। ਜੀ, ਮਾਈਮ ਤੇ ਮਿਮਿਕਰੀ ਨੂੰ ਵੀ ਬਹੁਤ ਸਾਰੇ ਲੋਕ ਇੱਕੋ ਹੀ ਸਮਝ ਲੈਂਦੇ ਨੇ। ਜਿਹੜੀ ਮਾਈਮ ਹੈ ਉਹਦੇ ਪਿੱਛੇ ਇੱਕ ਮਿਊਜ਼ਿਕ ਚੱਲ ਰਿਹਾ ਹੈ, ਮਿਊਜ਼ਿਕ ਨਾਟ ਸੌਂਗ। ਕੋਰੀਓਗ੍ਰਾਫੀ ਦੇ ਵਿੱਚ, ਐਕਸ਼ਨ ਸੌਂਗ ਦੇ ਵਿੱਚ ਸੌਂਗ ਚੱਲਦਾ ਪਿੱਛੇ, ਉਸ ਸੌਂਗ ਤੇ ਐਕਸ਼ਨ ਸੌਂਗ ਦੇ ਵਿੱਚ ਐਕਸ਼ਨ ਕੀਤਾ ਜਾਂਦਾ ਹੈ, ਡਾਂਸ ਕੀਤਾ ਜਾਂਦਾ ਹੈ, ਕੋਰੀਓਗ੍ਰਾਫੀ ਦੇ ਵਿੱਚ ਉਹਤੇ ਐਕਟਿੰਗ ਕੀਤੀ ਜਾਂਦੀ ਹੈ। ਬਟ ਜਿਹੜੇ ਮਾਈਮ ਹੈ ਉਹਦੇ ਵਿੱਚ ਪਿੱਛੇ ਕੱਲਾ ਮਿਊਜ਼ਿਕ ਚੱਲਦਾ ਹੈ, ਤੇ ਜਿਹੜੇ ਮੂਰੇ ਐਕਟਰ ਨੇ ਉਹਨਾਂ ਨੇ ਸਾਰਿਆਂ ਨੇ ਇੱਕੋ ਜਿਹਾ ਪਹਿਰਾਵਾ ਪਾਇਆ ਹੁੰਦਾ ਹੈ। ਮੰਨ ਲਓ ਉਹਨਾਂ ਨੇ ਕਾਲੇ ਰੰਗ ਦੇ ਜਿਹੜੇ ਸਕਿਨ ਟਾਈਟ ਕੱਪੜੇ ਪਾਏ ਹੋਏ ਨੇ, ਜਾਂ ਵਾਈਟ ਕਲਰ ਦੇ ਸਕਿਨ ਟਾਈਟ ਕੱਪੜੇ ਪਾਏ ਹੁੰਦੇ ਨੇ, ਮੂੰਹ ਤੇ ਮੰਨ ਲਓ ਕਲਰ ਕੀਤਾ ਹੋਇਆ ਉਹਨਾਂ ਨੇ, ਉਹ ਇੱਕੋ ਹੀ ਤਰ੍ਹਾਂ ਦਾ ਪਹਿਰਾਵਾ ਹੁੰਦਾ ਉਹਨਾਂ ਸਾਰਿਆਂ ਦਾ। ਤੇ ਉਹ ਸਿਰਫ ਜਿਹੜਾ ਪਿੱਛੇ ਮਿਊਜ਼ਿਕ ਚੱਲਦਾ ਹੈ ਉਸ ਮਿਊਜ਼ਿਕ ਦੇ ਮੁਤਾਬਕ ਐਕਟਿੰਗ ਕਰਦੇ ਨੇ। ਮੰਨ ਲਓ ਪਿੱਛੇ ਮਿਊਜ਼ਿਕ ਚੱਲ ਰਿਹਾ ਹੈ, ਉਹ ਟੋਕਾ ਕੁੱਟਣ ਵਾਲੀ ਮਸ਼ੀਨ ਚਲਾ ਰਹੇ ਨੇ, ਹਨਾ, ਉਹਦੀ ਐਕਟਿੰਗ ਕਰ ਰਹੇ ਨੇ, ਉਹ ਨਹਾ ਰਹੇ ਨੇ, ਪਾਣੀ ਦੇ ਛਿੱਟੇ ਮਾਰ ਰਹੇ ਨੇ, ਉਹ ਕੇਲਾ ਖਾ ਰਹੇ ਹੈ ਕਰਕੇ ਪਿੱਛੇ ਮਿਊਜ਼ਿਕ ਚੱਲ ਰਿਹਾ ਹੈ। ਮਿਊਜ਼ਿਕ ਦੇ ਨਾਲ ਨਾਲ ਉਹਨਾਂ ਨੇ ਆਪਣੀਆਂ ਥੀਏਟਰੀਕਲ ਮੂਵਮੈਂਟਸ ਤੈਅ ਕਰਨੀਆਂ ਹੁੰਦੀਆਂ ਨੇ ਕਿ ਕਿੱਥੋਂ ਕਿੱਥੇ ਜਾਣਾ, ਕਿੱਥੋਂ ਕਿੱਥੇ ਜਾਣਾ, ਘੋੜਾ ਬਣਨਾ ਹੈ, ਬੈਲ ਗੱਡੀ ਬਣਨੀ ਹੈ, ਜੰਪ ਮਾਰਨਾ ਹੈ, ਲੁੱਟਣੀਆਂ ਖਾਣੀਆਂ ਨੇ, ਅੱਗ ਦੇ ਵਿੱਚੋਂ ਲੰਘਣਾ ਹੈ। ਉਹ ਇੱਕ ਥੀਮ ਹੁੰਦਾ, ਇੱਕ ਸਟੋਰੀ ਹੁੰਦੀ ਹੈ, ਪਰ ਉਹ ਸਟੋਰੀ ਸਾਇਲੈਂਟ ਹੁੰਦੀ ਹੈ। ਉਹ ਸਟੋਰੀ ਮਿਊਜ਼ਿਕ ਦੇ ਮੁਤਾਬਕ ਚੱਲਦੀ ਹੈ। ਜਿਵੇਂ ਜਿਵੇਂ ਮਿਊਜ਼ਿਕ ਚੱਲੂਗਾ ਤਿਵੇਂ ਤਿਵੇਂ ਐਕਟਰ ਐਕਟਿੰਗ ਕਰਨਗੇ, ਤੇ ਜਿਹੜੇ ਆਡੀਅנס ਆ ਉਹ ਦੇਖੂਗੀ ਕਿ ਉਹ ਕੀ ਕਹਿਣ ਦੀ ਕੋਸ਼ਿਸ਼ ਕਰਦਾ ਹੈ। ਜਦੋਂ ਪਿੱਛੇ ਮਿਊਜ਼ਿਕ, ਸੈਡ ਮਿਊਜ਼ਿਕ ਚੱਲ ਰਿਹਾ ਤੇ ਸਾਹਮਣੇ ਸਟੇਜ ਤੇ ਉਹ ਇੱਕ ਅਰਥੀ ਲੈ ਕੇ ਜਾ ਰਹੇ ਨੇ, ਤਾਂ ਉਹਨਾਂ ਨੂੰ ਪਤਾ ਲੱਗੂ ਕਿ ਮੌਤ ਹੋ ਗਈ, ਆਡੀਅנס ਨੂੰ ਪਤਾ ਲੱਗ ਜੂ ਮੌਤ ਹੋ ਗਈ। ਉਧਰੋਂ ਮਿਊਜ਼ਿਕ ਚੱਲ ਰਿਹਾ ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ, ਉਧਰੋਂ ਸਲੂਟ ਮਾਰ ਰਹੇ ਨੇ ਸਾਰੇ ਜਿਹੜੇ ਮਾਈਮ ਦੇ ਐਕਟਿੰਗ ਨੇ, ਤਾਂ ਪਤਾ ਲੱਗ ਜੂਗਾ ਕਿ ਦੇਸ਼ ਭਗਤੀ ਦਾ ਕੋਈ ਥੀਮ ਕਰ ਰਹੇ ਨੇ ਇਹ। ਸੋ ਉਧਰ ਐਕਟਰ ਬਿਲਕੁਲ ਨਹੀਂ ਬੋਲਦੇ ਹੈਗੇ, ਐਕਟਰ ਨੇ ਆਪਣੇ ਮੂਵਮੈਂਟਸ ਰਾਹੀਂ ਉਹ ਸਾਰੇ ਥੀਮ ਨੂੰ ਪੇਸ਼ ਕਰਨਾ ਹੁੰਦਾ ਤੇ ਪਿੱਛੇ ਇਕੱਲਾ ਮਿਊਜ਼ਿਕ ਚੱਲ ਰਿਹਾ ਹੁੰਦਾ ਹੈ। ਸੋ ਮਾਈਮ, ਮਿਮਿਕਰੀ, ਮੋਨੋ ਐਕਟਿੰਗ, ਕੋਰੀਓਗ੍ਰਾਫੀ, ਨਾਟਕ, ਸਕਿੱਟ, ਇਹ ਸਾਰੀਆਂ ਥੀਏਟਰ ਦੀਆਂ ਫਾਰਮ ਬਾਰੇ ਆਪਾਂ ਗੱਲ ਕੀਤੀ ਹੈ। ਹੋਰ ਜੇ ਕੋਈ ਥੀਏਟਰ ਦੀ ਫਾਰਮ ਤੁਹਾਨੂੰ ਲੱਗਦਾ ਰਹਿ ਗਈ ਤਾਂ ਉਹਦੇ ਬਾਰੇ ਵੀ ਆਪਾਂ ਗੱਲ ਕਰ ਸਕਦੇ ਹਾਂ। ਜੀ ਸਰ, ਬਿਲਕੁਲ। ਤੇ ਇੱਕ ਤਾਂ ਸਰ ਇਹ ਸੀਗਾ ਕਿ ਮਿਮਿਕਰੀ ਜਦੋਂ ਅਸੀਂ ਦੇਖਦੇ ਹਾਂ ਤਾਂ ਅਕਸਰ ਹੀ ਜਦੋਂ ਪਰਫਾਰਮਰ ਹੁੰਦੇ ਨੇ ਮਿਮਿਕਰੀ ਦੇ, ਤਾਂ ਉਹ ਆਪਣੀ ਸਾਰੀਆਂ ਜਿਹੜੀਆਂ ਆਵਾਜ਼ਾਂ ਨੇ ਉਹਨਾਂ ਨੂੰ ਇੱਕ ਸਟੋਰੀ ਦੇ ਰੂਪ ਦੇ ਵਿੱਚ ਪੇਸ਼ ਕਰਦੇ ਨੇ।
ਕਿਸੇ ਨਾ ਕਿਸੇ ਤਰ੍ਹਾਂ ਉਹਨੂੰ ਸੂਤਰਬੱਧ ਕਰਦੇ ਨੇ, ਤਾਂ ਕੀ ਇਹ ਜ਼ਰੂਰੀ ਹੁੰਦਾ ਹੈ ਜਾਂ ਉਹ ਇਸ ਨੂੰ ਹੋਰ ਸੋਹਣਾ ਬਣਾਉਣ ਲਈ ਇਸ ਤਰ੍ਹਾਂ ਕਰਦੇ ਨੇ? ਤੇ ਦੂਸਰਾ ਸਵਾਲ ਸੀਗਾ ਮਾਈਮ ਬਾਰੇ, ਮੇਰੇ ਮਨ ਦੇ ਵਿੱਚ ਆ ਰਿਹਾ ਕਿ ਮਾਈਮ ਦੇ ਵਿੱਚ ਵੀ ਕਮੇਡੀ ਟੱਚ ਨੂੰ ਆਪਾਂ ਸ਼ਾਮਲ ਕਰ ਸਕਦੇ ਹਾਂ? ਜੀ ਮਾਈਮ ਦੇ ਵਿੱਚ ਟੱਚ ਕਰ ਸਕਦੇ ਹਾਂ। ਮਾਈਮ ਦੇ ਵਿੱਚ ਕੋਈ ਵੀ ਥੀਮ ਹੋ ਸਕਦਾ, ਕਿਸੇ ਵੀ ਰੂਪ ਦਾ ਹੋ ਸਕਦਾ, ਸੀਰੀਅਸ ਵੀ ਹੋ ਸਕਦਾ, ਕਮੇਡੀ ਵੀ ਹੋ ਸਕਦਾ, ਇਹਦੀ ਕੋਈ ਪ੍ਰੋਬਲਮ ਨਹੀਂ ਹੈਗੀ। ਇਹ ਓਪਨ ਹੈ, ਮਤਲਬ ਇਹਦੇ ਵਿੱਚ ਮਤਲਬ ਇਸ ਕਿਸਮ ਦੀ ਕੋਈ ਬੰਦਿਸ਼ ਨਹੀਂ ਹੈਗੀ। ਜਿਹੜਾ ਦੂਜਾ ਸਵਾਲ ਕੀ ਸੀ ਤੁਹਾਡਾ? ਮਿਮਿਕਰੀ, ਜਦੋਂ ਮਿਮਿਕਰੀ ਦੇ ਵਿੱਚ, ਹਾਂਜੀ ਮਿਮਿਕਰੀ ਦੇ ਵਿੱਚ ਕੀ ਅੱਗੇ ਪੂਰਾ ਦੁਬਾਰਾ ਕਰੋ, ਰਿਪੀਟ ਕੁਐਸਚਨ। ਜਦੋਂ ਮਿਮਿਕਰੀ ਕਰਦੇ ਨੇ ਪਰਫਾਰਮਰ, ਤਾਂ ਅਕਸਰ ਉਹ ਕੀ ਕਰਦੇ ਨੇ, ਆਪਣੀਆਂ ਸਾਰੀਆਂ ਆਵਾਜ਼ਾਂ ਨੂੰ ਇੰਟਰਕਨੈਕਟ ਕਰ ਲੈਂਦੇ ਨੇ ਇੱਕ ਦੂਸਰੇ ਦੇ ਨਾਲ ਤੇ ਕੋਈ ਸਟੋਰੀ ਬਣਾ ਲੈਂਦੇ ਨੇ। ਨਹੀਂ ਕਰਨਾ ਹੈਗਾ, ਇਹ ਕੋਈ ਕੰਡੀਸ਼ਨ ਨਹੀਂ ਹੁੰਦੀ ਹੈਗੀ। ਤੁਸੀਂ ਵੈਸੇ ਵੀ ਦੱਸ ਸਕਦੇ ਹੋ ਕਿ ਹੁਣ ਮੈਂ ਤੁਹਾਡੇ ਸਾਹਮਣੇ ਅਮਰੀਸ਼ ਪੁਰੀ ਦੀ ਆਵਾਜ਼ ਕੱਢ ਰਿਹਾ, ਪਰ ਸਟੋਰੀ ਦੇ ਵਿੱਚ ਇੱਕ ਖਾਸ ਕਿਸਮ ਦੀ ਰੌਚਕਤਾ ਬਣਦੀ ਹੈ, ਇੱਕ ਥੀਮ ਆਉਂਦਾ ਹੈ, ਤਾਂ ਉਹ ਤੁਹਾਨੂੰ ਜ਼ਿਆਦਾ ਨੰਬਰ ਮਿਲਣਗੇ ਉਹਦੇ, ਕਿਉਂਕਿ ਤੁਸੀਂ ਉਸ ਨੂੰ ਇੱਕ ਸੀਕੁਐਂਸ ਦੇ ਵਿੱਚ ਆਵਾਜ਼ਾਂ ਨੂੰ ਪੇਸ਼ ਕਰ ਰਹੇ ਹਾਂ। ਮੈਂ ਸਵੇਰੇ ਉੱਠਿਆ, ਚਿੜੀਆਂ ਚਹਿਚਹਾ ਰਹੀਆਂ ਸਨ, ਤੁਸੀਂ ਚਿੜੀਆਂ ਦੀ ਆਵਾਜ਼ ਕੱਢਤੀ। ਮੈਂ ਅੱਗੇ ਗਿਆ ਤਾਂ ਇੰਜਣ ਚੱਲ ਰਿਹਾ ਸੀ, ਤੁਸੀਂ ਇੰਜਣ ਦੀ ਆਵਾਜ਼ ਕੱਢਤੀ। ਮੈਂ ਘਰ ਦੇ ਵਿੱਚੋਂ ਚਾਬੀ ਚੱਕੀ ਤੇ ਕਾਰ ਸਟਾਰਟ ਕੀਤੀ, ਤੁਸੀਂ ਕਾਰ ਦੀ ਆਵਾਜ਼ ਕੱਢਤੀ। ਮੈਂ ਅੱਗੇ ਗਿਆ ਤਾਂ ਕੁੱਤਾ ਭੌਂਕ ਰਿਹਾ ਸੀ, ਮੈਂ ਕੁੱਤੇ ਦੀ ਆਵਾਜ਼ ਕੱਢਤੀ। ਮਤਲਬ ਉਹ ਫਿਰ ਇੱਕ ਸੀਕੁਐਂਸ ਦੇ ਵਿੱਚ ਚੀਜ਼ਾਂ ਆਈ ਜਾਂਦੀਆਂ ਨੇ। ਉਹ ਆਡੀਅנס ਨੂੰ ਸਮਝਣ ਦੇ ਐਂਗਲ ਤੋਂ ਵੀ ਤੇ ਆਡੀਅנס ਨੂੰ ਇੰਜੋਏ ਕਰਨ ਦੇ ਐਂਗਲ ਤੋਂ ਵੀ ਤੇ ਸੋਹ ਸਵਾਦ ਦੇ ਪੱਖੋਂ ਵੀ ਉਹ ਜ਼ਿਆਦਾ ਵਧੀਆ ਲੱਗਦੀ ਹੈ। ਇਸ ਕਰਕੇ ਇੱਕ ਰਵਾਇਤ ਹੈ ਇਹ ਕਿ ਤੁਸੀਂ ਜਦੋਂ ਮਿਮਿਕਰੀ ਪੇਸ਼ ਕਰਨੀ ਹੈ ਤਾਂ ਉਹਦੀ ਕੋਈ ਵੀ ਹਲਕੀ ਫੁਲਕੀ ਇੱਕ ਸਟੋਰੀ ਡਿਵੈਲਪ ਕਰ ਲਓ। ਸਟੋਰੀ ਕਈ ਵਾਰੀ ਕਮੇਡੀ ਵੀ ਹੁੰਦੀ ਹੈ, ਕਈ ਵਾਰੀ ਸਟੋਰੀ ਸੀਰੀਅਸ ਵੀ ਹੁੰਦੀ ਹੈ। ਉਹ ਜਿਹੋ ਜਿਹੀ ਤੁਹਾਡੀ ਮਿਮਿਕਰੀ ਦਾ ਕੰਟੈਂਟ ਹੈ, ਤੁਸੀਂ ਉਹੀ ਦੀ ਸਟੋਰੀ ਉਹਦੇ ਵਿੱਚ ਡਿਵੈਲਪ ਕਰ ਸਕਦੇ। ਤੇ ਸਰ, ਦੋ ਸਾਡੇ ਹੋਰ ਹੈਗੀਆਂ ਵਿਧਾਵਾਂ ਇਹਦੇ ਵਿੱਚ ਮੁਕਾਬਲਿਆਂ ਦੀਆਂ। ਇੱਕ ਤਾਂ ਪਹਿਰਾਵਾ ਪ੍ਰਦਰਸ਼ਨੀ, ਉਹ ਪ੍ਰਾਇਮਰੀ ਪੱਧਰ ਦੇ ਉੱਪਰ ਬਹੁਤ ਖਾਸ ਮਹੱਤਵ ਰੱਖਦੀ ਆ ਇਹ ਆਈਟਮ। ਤੇ ਦੂਸਰਾ ਇੱਕ ਨਵਾਂ ਇਸ ਵਾਰ ਇੰਟਰੋਡਿਊਸ ਹੋਇਆ ਹੈ, ਪਹਿਲਾਂ ਪ੍ਰਾਇਮਰੀ ਦੇ ਵਿੱਚ ਸ਼ਾਇਦ ਨਹੀਂ ਹੁੰਦਾ, ਪਰ ਟੀਚਰ ਇਸ ਨੂੰ ਆਪਣੇ ਪੜ੍ਹਾਉਣ ਲਈ ਜ਼ਰੂਰ ਵਰਤਦੇ ਰਹਿੰਦੇ ਨੇ, ਰੋਲ ਪਲੇ। ਇਹਨਾਂ ਦੋਨਾਂ ਮੁਕਾਬਲਿਆਂ ਬਾਰੇ ਵੀ ਜ਼ਰੂਰ ਦੱਸੋ। ਜਿੱਥੋਂ ਤੱਕ ਪਹਿਲਾ ਮੁਕਾਬਲਾ ਫੈਂਸੀ ਡਰੈਸ ਪਹਿਰਾਵਾ ਪ੍ਰਦਰਸ਼ਨੀ, ਇਹ ਬਹੁਤ ਪੁਰਾਣਾ ਮੁਕਾਬਲਾ ਹੈ ਤੇ ਛੋਟੇ ਬੱਚਿਆਂ ਤੋਂ ਲੈ ਕੇ ਯੂਨੀਵਰਸਿਟੀ ਲੈਵਲ ਤੱਕ ਦੇ ਬੱਚਿਆਂ ਤੱਕ ਇਹ ਕੰਪੀਟੀਸ਼ਨ ਕਰਵਾਇਆ ਜਾਂਦਾ ਹੈ। ਬਸ ਇਹਦੇ ਵਿੱਚ ਛੋਟੇ ਬੱਚਿਆਂ ਵਾਸਤੇ ਥੋੜੇ ਜਿਹੇ ਸੌਖੇ ਥੀਮ ਰੱਖ ਲੈਂਦੇ ਆਪਾਂ। ਜਿਵੇਂ ਜਿਵੇਂ ਕਾਲਜਾਂ ਯੂਨੀਵਰਸਿਟੀਆਂ ਤੱਕ ਜਾਂਦੇ ਆ, ਉੱਥੇ ਫਿਰ ਅਸੀਂ ਉਹਨਾਂ ਥੀਮਾਂ ਨੂੰ ਬਹੁਤ ਸਪੈਸੀਫਾਈ ਕਰ ਦਿੰਦੇ ਆ। ਜਿਵੇਂ ਮੰਨ ਲਓ ਆਪਾਂ ਇੱਕ ਥੀਮ ਦੇ ਦਈਏ ਕਿ ਅਸੀਂ ਇਕੱਲੇ ਫੋਕ ਦਾ ਫੈਂਸੀ ਡਰੈਸ ਕਰਾਉਣਾ ਹੈ, ਇੱਕ ਸਪੈਸੀਫਾਈ ਥੀਮ ਹੋ ਗਿਆ। ਫਿਰ ਉਹਦੇ ਵਿੱਚ ਹੀ ਐਕਸਪੈਰੀਮੈਂਟ ਕੀਤੇ ਜਾ ਸਕਦੇ ਨੇ। ਜਿਵੇਂ ਅਸੀਂ ਕਰ ਦਈਏ ਕਿ 21ਵੀਂ ਸਦੀ ਦੇ ਜਿਹੜੇ ਪਹਿਰਾਵੇ ਨੇ ਅਸੀਂ ਉਹਨਾਂ ਤੇ ਫੋਕਸ ਕਰਨਾ ਚਾਹੁੰਦੇ ਆ, ਤਾਂ ਫਿਰ ਉਹ ਇੱਕ ਦਾਇਰਾ ਫਿਕਸ ਕਰ ਲਿਆ, ਅਸੀਂ ਸਪੈਸੀਫਾਈ ਕਰ ਲਿਆ। ਸੋ ਵੱਡੇ ਲੈਵਲ ਤੇ ਜਾ ਕੇ ਅਸੀਂ ਉਹਨਾਂ ਦਾਇਰਿਆਂ ਨੂੰ ਸੀਮਿਤ ਕਰ ਲੈਂਦੇ ਆ ਤਾਂ ਕਿ ਉਹਦੇ ਵਿੱਚੋਂ ਨਵੇਂ-ਨਵੇਂ ਐਕਸਪੈਰੀਮੈਂਟ ਹੋਣ, ਨਵੇਂ-ਨਵੇਂ ਤਜਰਬੇ ਹੋਣ, ਨਵੇਂ-ਨਵੇਂ ਪਹਿਰਾਵੇ ਦੇ ਰੰਗ ਸਾਹਮਣੇ ਆਉਣ। ਪਰ ਛੋਟੇ ਬੱਚਿਆਂ ਤੱਕ ਆਮ ਤੌਰ ਤੇ ਓਪਨ ਮੁਕਾਬਲਾ ਕਰਾ ਲਿਆ ਜਾਂਦਾ ਹੈ ਜਾਂ ਸੌਖੇ ਥੀਮ ਰੱਖ ਲਏ ਜਾਂਦੇ ਨੇ। ਤਾਂ ਉਹਦੇ ਵਿੱਚ ਕੀ ਹੁੰਦਾ ਹੈ, ਸਿੰਪਲੀ ਤੁਸੀਂ ਇੱਕ ਕਰੈਕਟਰ ਐਸਟੈਬਲਿਸ਼ ਕਰਨਾ ਹੁੰਦਾ ਪਹਿਰਾਵੇ ਰਾਹੀਂ। ਮੰਨ ਲਓ ਆਪਾਂ ਇੱਕ ਸਾਧ ਦਾ ਪਹਿਰਾਵਾ ਦਿਖਾ ਰਹੇ ਹਾਂ, ਤਾਂ ਤੁਸੀਂ ਸਟੇਜ ਤੇ ਜਦੋਂ ਆਓਗੇ ਤਾਂ ਆਡੀਅנס ਨੂੰ ਲੱਗੇ ਕਿ ਤੁਸੀਂ ਸੱਚਮੁੱਚ ਸਾਧ ਦਾ ਪਹਿਰਾਵਾ ਪਾਇਆ ਹੋਇਆ ਹੈ। ਜਿੰਨਾ ਤੁਸੀਂ ਵਧੀਆ ਸਾਧ ਪਹਿਰਾਵੇ ਤੌਰ ਤੇ ਦਿਖਾ ਦੋਗੇ, ਉਹਨੇ ਤੁਸੀਂ ਵੱਧ ਕਾਮਯਾਬ ਹੋਵੋਗੇ। ਹੁਣ ਸਾਧ ਦੇ ਵਿੱਚ ਤੁਸੀਂ ਕੱਲਾ ਜੋੜਾ ਪਾ ਕੇ ਵੀ ਆ ਸਕਦੇ ਹੋ, ਸਾਧ ਦੇ ਵਿੱਚ ਤੁਸੀਂ ਕੰਨਾਂ 'ਚ ਮੁੰਦਰਾਂ ਵੀ ਪਾ ਕੇ ਆ ਸਕਦੇ ਹੋ, ਸਾਧ ਦੇ ਵਿੱਚ ਹੱਥ ਦੇ ਵਿੱਚ ਕੋਈ ਚਿੱਪੀ, ਕੋਈ ਕਾਸਾ, ਕੋਈ ਚਿਮਟੀ ਉਹ ਵੀ ਰੱਖ ਸਕਦੇ ਹੋ। ਸਾਧ ਕੋਲੇ ਕੋਈ ਚਿਲਮ ਵੀ ਫੜੀ ਹੋ ਸਕਦੀ ਹੈ, ਸਾਧ ਦੀਆਂ ਜਟਾਵਾਂ ਵੀ ਹੋ ਸਕਦੀਆਂ ਨੇ, ਸਾਧ ਦੇ ਸਿਰ ਤੇ ਵੀ ਭਗਮਾ ਕੱਪੜਾ ਬੰਨਿਆ ਹੋ ਸਕਦਾ ਹੈ, ਸਾਧ ਦੇ ਤਿਲਕ ਵੀ ਲਾਇਆ ਹੋ ਸਕਦਾ ਹੈ। ਹੁਣ ਇਹ ਸਾਧ ਹੋਣ ਦੀਆਂ ਨਿਸ਼ਾਨੀਆਂ ਨੇ ਸਾਰੀਆਂ ਉਹਦੇ ਪਹਿਰਾਵੇ ਦੀਆਂ। ਕੋਈ ਬੰਦਾ ਇਹਨਾਂ ਚੋਂ ਆਪਣੀ ਚੋਣ ਦੇ ਮੁਤਾਬਕ, ਆਪਣੇ ਥੀਮ ਦੇ ਮੁਤਾਬਕ ਕਿੰਨਾ ਕੁ ਵਧੀਆ ਪਹਿਰਾਵਾ ਕਰ ਸਕਦਾ ਹੈ, ਇਹ ਉਹਦੇ ਦੇਖਣਾ ਹੈ। ਇਸ ਤਰ੍ਹਾਂ ਮੰਨ ਲਓ ਪੰਜਾਬਣ ਦਾ ਤੁਸੀਂ ਲੁੱਕ ਬਣਾ ਕੇ ਆਉਂਦੇ ਹੋ। ਹੁਣ ਪੰਜਾਬਣ ਬਹੁਤ ਤਰੀਕੇ ਦੀ ਹੋ ਸਕਦੀ ਹੈ। ਪੰਜਾਬਣ ਉੱਤੇ ਦੂਰੀ ਚੁੰਨੀ ਲਈ ਹੋ ਸਕਦੀ ਹੈ, ਦੋ ਚੁੰਨੀਆਂ ਲੈਣ ਦਾ ਰਿਵਾਜ ਸੀ। ਪੰਜਾਬਣ ਨੇ ਸ਼ਾਲ ਵੀ ਲਿਆ ਹੋ ਸਕਦਾ ਹੈ, ਪੰਜਾਬਣ ਨੇ ਫੁਲਕਾਰੀ ਵੀ ਲਈ ਹੋ ਸਕਦੀ ਹੈ, ਪੰਜਾਬਣ ਨੇ ਸਿਰ ਤੇ ਭੱਤਾ ਵੀ ਰੱਖਿਆ ਹੋ ਸਕਦਾ ਹੈ, ਪੰਜਾਬਣ ਨੇ ਚੂੜੀਆਂ ਵੀ ਪਾਈਆਂ ਹੋ ਸਕਦੀਆਂ ਨੇ, ਪੰਜਾਬਣ ਨੇ ਸੱਗੀ ਫੁੱਲ ਵੀ ਪਾਇਆ ਹੋ ਸਕਦਾ ਹੈ, ਪੰਜਾਬਣ ਨੇ ਗਲ ਦੇ ਵਿੱਚ ਗਹਿਣੇ ਵੀ ਪਾਏ ਹੋ ਸਕਦੇ ਨੇ। ਸੋ ਬਹੁਤ ਤਰੀਕੇ ਦਾ ਪੰਜਾਬਣ ਬਣਾਈ ਜਾ ਸਕਦੀ ਹੈ। ਉਹਦੇ ਵਿੱਚੋਂ ਤੁਸੀਂ ਕੀ ਚੂਜ਼ ਕਰਦੇ ਹੋ ਤੇ ਤੁਹਾਡੇ ਪੈਰਲਲ ਜਿੰਨੇ ਹੋਰ ਕੰਪੀਟੀਸ਼ਨ ਵਾਲੇ ਨੇ ਉਹ ਉਸ ਕਰੈਕਟਰ ਨੂੰ ਕਿਵੇਂ ਵਧੀਆ ਤਰੀਕੇ ਨਾਲ ਪੇਸ਼ ਕਰ ਸਕਦੇ ਨੇ, ਇਹਦੀ ਜੱਜਮੈਂਟ ਇਸ ਤਰ੍ਹਾਂ ਹੁੰਦੀ ਹੈ। ਸੋ ਮੰਨ ਲਓ ਭਗਤ ਸਿੰਘ ਤੁਸੀਂ ਬਣ ਕੇ ਆਉਣੇ ਹੋ, ਕਿਹੜਾ ਬੰਦਾ 5 ਭਗਤ ਸਿੰਘ ਆਉਂਦੇ ਨੇ, 5 ਭਗਤ ਸਿੰਘ ਦੇ ਵਿੱਚੋਂ ਭਗਤ ਸਿੰਘ ਦੀ ਡਰੈਸ ਨੂੰ ਕਿਹੜਾ ਬੰਦਾ ਪੂਰਨ ਤੌਰ ਤੇ ਫਾਲੋ ਕਰਦਾ ਹੈ, ਕਿਹੜਾ ਬੰਦਾ ਵਿੱਚ ਗਲਤੀਆਂ ਕਰ ਜਾਂਦਾ ਹੈ।
ਸੋ ਉੱਥੇ ਇਹਨਾਂ ਚੀਜ਼ਾਂ ਦਾ ਮੁਕਾਬਲਾ ਹੁੰਦਾ। ਟੈਕਨੀਕਲੀ ਜਿਹੜਾ ਪਹਿਰਾਵਾ, ਜਿਹੜੇ ਬੰਦੇ ਦਾ ਪਹਿਰਾਵਾ, ਜਿਹੜੇ ਕਿੱਤੇ ਦਾ ਪਹਿਰਾਵਾ ਤੁਸੀਂ ਪੇਸ਼ ਕਰਦੇ ਹੋ, ਜੇ ਤੁਹਾਡਾ ਪਹਿਰਾਵਾ ਉਹਦੇ ਵੱਧ ਤੋਂ ਵੱਧ ਨੇੜੇ ਹੈ ਤਾਂ ਤੁਹਾਨੂੰ ਉਸ ਕੰਪੀਟੀਸ਼ਨ ਦੇ ਵਿੱਚ ਵੱਧ ਨੰਬਰ ਮਿਲਣਗੇ। ਜਿੰਨਾ ਤੁਸੀਂ ਗਲਤੀਆਂ ਕਰਦੇ ਹੋ ਜਾਂ ਜਿੰਨੀਆਂ ਚੀਜ਼ਾਂ ਘੱਟ ਕਰਦੇ ਹੋ, ਜਿੰਨੀਆਂ ਨਾਨ ਸੀਰੀਅਸ ਤਰੀਕੇ ਨਾਲ ਕਰਦੇ ਹੋ, ਉਹਨੇ ਮਤਲਬ ਉਹਦੇ ਵਿੱਚ ਤੁਹਾਡੇ ਨੰਬਰ ਘਟਣਗੇ। ਹਾਂ, ਪਹਿਲਾਂ ਮਤਲਬ ਕਈ ਵਾਰੀ ਅਸੀਂ ਇਹ ਅਲਾਉ ਕਰਦੇ ਸੀ ਕਿ ਇਹਦੇ ਵਿੱਚ ਤੁਸੀਂ ਇੱਕ ਡਾਇਲਾਗ ਬੋਲ ਸਕਦੇ ਹੋ ਜਾਂ 2 ਡਾਇਲਾਗ ਬੋਲ ਸਕਦੇ ਹੋ। ਪਹਿਲਾਂ ਸ਼ੁਰੂ ਦੇ ਵਿੱਚ ਇਸ ਤਰ੍ਹਾਂ ਦੇ ਕੰਪੀਟੀਸ਼ਨ ਹੁੰਦੇ ਰਹੇ, ਪਰ ਹੁਣ ਲਗਭਗ ਇਹ ਰੂਲ ਯੂਨੀਵਰਸਿਟੀਆਂ ਤੋਂ ਲੈ ਕੇ ਸਕੂਲਾਂ ਤੱਕ ਬਣ ਗਿਆ ਕਿ ਪਹਿਰਾਵੇ 'ਚ ਡਾਇਲਾਗ ਕੋਈ ਨਹੀਂ ਹੋਊਗਾ। ਪਹਿਰਾਵਾ ਇਕੱਲਾ ਪਹਿਰਾਵਾ ਹੋਊਗਾ। ਬੰਦਾ ਇੱਕ ਪਹਿਰਾਵਾ ਪਾ ਕੇ ਸਟੇਜ ਤੇ ਆਊਗਾ, ਉਧਰੋਂ ਉਹਨੇ ਸਟੇਜ ਤੋਂ ਇੱਕ ਪਾਸਿਓਂ ਐਂਟਰ ਕਰਨਾ ਹੈ। ਜੇ ਉਹਨੇ ਕੋਈ 10 ਸਕਿੰਟ ਦਾ, 15 ਸਕਿੰਟ ਦਾ, 20 ਸਕਿੰਟ ਦਾ, ਵੱਧ ਤੋਂ ਵੱਧ ਅੱਧੇ ਮਿੰਟ ਦਾ ਕੋਈ ਸਟੇਜ ਤੇ ਖੜ ਕੇ ਜਾਂ ਬਹਿ ਕੇ ਕੁਝ ਕਰਨਾ ਚਾਹੁੰਦਾ, ਆਪਣੇ ਪਹਿਰਾਵੇ ਬਾਰੇ ਦਿਖਾਉਣਾ ਚਾਹੁੰਦਾ ਉਹ, ਤਾਂ ਉਹ ਦਿਖਾ ਦੇ, ਤੇ ਨਹੀਂ ਤਾਂ ਦੂਜੇ ਪਾਸੇ ਦੀ ਸਟੇਜ ਤੋਂ ਉਹ ਬਾਹਰ ਨਿਕਲ ਜਾਊਗਾ। ਸੋ ਪਹਿਰਾਵਾ ਮਤਲਬ ਪਹਿਰਾਵੇ ਦੇ ਵਿੱਚ ਅਸੀਂ ਕੋਈ ਚੀਜ਼ਾਂ ਕਿ ਸਟੇਜ ਤੇ ਬਹੁਤ ਜ਼ਿਆਦਾ ਕਰਨੀਆਂ ਨਹੀਂ ਹੁੰਦੀਆਂ ਹੈਗੀਆਂ। ਆਪਣੇ ਪਹਿਰਾਵੇ ਨੂੰ ਪੇਸ਼ ਕਰਨ ਵਾਸਤੇ ਅਸੀਂ ਕੋਈ ਜਿਵੇਂ ਆਪਾਂ ਫੈਸ਼ਨ ਸ਼ੋਅ ਅੱਜ ਕੱਲ੍ਹ ਚੱਲਦੇ ਨੇ ਹਨਾ, ਉਹ ਰੈਪ ਤੇ ਲੜਕੀਆਂ ਆਉਂਦੀਆਂ ਨੇ, ਉਹ ਰੈਪ ਤੇ ਆਉਂਦੀਆਂ ਨੇ, ਉਹਨਾਂ ਨੇ ਕੀ ਦਿਖਾਉਣਾ ਹੁੰਦਾ ਹੈ, ਜਿਹੜਾ ਕੁਝ ਉਹਨਾਂ ਨੇ ਦਿਖਾਉਣਾ ਹੁੰਦਾ ਜਾਂ ਜਿਹੜੀ ਆਡੀਅנס ਨੂੰ ਦਿਖਾਉਣਾ ਹੁੰਦਾ ਹੈ, ਉਧਰੋਂ ਜੈਸਚਰ ਦਿੰਦੀਆਂ ਨੇ ਆਪਣੇ ਕੁਝ, ਉਹ ਜੈਸਚਰ ਦੇ ਕੇ ਫਿਰ ਉਹ ਆਰਾਮ ਨਾਲ ਦੂਜੇ ਪਾਸੇ ਨਿਕਲ ਜਾਂਦੀਆਂ ਨੇ। ਇਹਦੇ ਵਿੱਚ ਵੀ ਤੁਸੀਂ ਆਪਣੇ ਪਹਿਰਾਵੇ ਨੂੰ ਪੇਸ਼ ਕਰਨ ਵਾਸਤੇ ਜੇ ਕੋਈ ਜੈਸਚਰ ਦੇਣਾ ਹੈ, ਕੋਈ 10 ਸਕਿੰਟ ਖੜ ਕੇ ਦੇਣਾ ਹੈ, ਇੱਕ ਪਾਸੇ ਦੀ ਆਡੀਅנס ਨੂੰ ਦੇਣਾ ਹੈ, ਫਿਰ ਦੂਜੇ ਪਾਸੇ ਦੀ ਆਡੀਅנס ਨੂੰ ਦੇਣਾ ਹੈ, ਉਹ ਤੁਸੀਂ ਉਹਨਾਂ ਕਰ ਸਕਦੇ ਹੋ 10-20 ਮਿੰਟ। ਅਦਰਵਾਈਜ਼ ਤੁਸੀਂ 1-1.5 ਮਿੰਟ ਦੇ ਵਿੱਚ ਕਿਸੇ ਇੱਕ ਬੰਦੇ ਦਾ ਜਾਂ ਕਿਸੇ ਇੱਕ ਕਿੱਤੇ ਦਾ ਪਹਿਰਾਵਾ ਪੇਸ਼ ਕਰਨਾ ਹੁੰਦਾ ਹੈ। ਜਿਹੜਾ ਅਗਲਾ ਮੁਕਾਬਲਾ ਸੀ ਤੁਹਾਡਾ ਰੋਲ ਪਲੇ, ਇਹ ਨਵਾਂ ਮੁਕਾਬਲਾ ਹੈ। ਇਹ ਬੇਸਿਕਲੀ ਉਵੇਂ ਡਾਇਰੈਕਟ ਥੀਏਟਰ ਦੀ ਫਾਰਮ ਨਹੀਂ ਹੈਗੀ। ਇਹਦੇ ਵਿੱਚ ਕੀ ਹੋਇਆ, ਜਦੋਂ ਅਸੀਂ ਪੜ੍ਹਾ ਰਹੇ ਹਾਂ ਸਿਲੇਬਸ, ਤਾਂ ਉਦੋਂ ਬਹੁਤ ਸਾਰੀਆਂ ਵਿਧੀਆਂ ਵਰਤਦੇ ਹਾਂ ਸਿਲੇਬਸ ਨੂੰ ਕਰਾਉਣ ਲਈ। ਬਹੁਤ ਸਾਰੇ ਟੌਪਿਕ ਜਿਨ੍ਹਾਂ ਨੂੰ ਅਸੀਂ ਹਾਰਡ ਸਪੌਟ ਕਹਿੰਦੇ ਆ ਸਾਡੇ ਸਿਲੇਬਸ ਦੇ ਵਿੱਚ, ਕਿ ਔਖੀਆਂ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਸਮਝ ਨਹੀਂ ਆਉਂਦੀਆਂ ਹੈਗੀਆਂ ਬੱਚਿਆਂ ਨੂੰ ਛੇਤੀ ਕੀਤੇ। ਉੱਥੇ ਅਸੀਂ ਇਹ ਕਹਿੰਦੇ ਆ ਅਧਿਆਪਕ ਨੂੰ ਕਿ ਅਧਿਆਪਕ ਉੱਤੇ ਕੋਈ ਐਕਟੀਵਿਟੀ ਕਰਕੇ ਸਮਝਾਵੇ ਉਸ ਚੀਜ਼ ਨੂੰ, ਉਸ ਥੀਮ ਨੂੰ ਕੋਈ ਐਕਟੀਵਿਟੀ ਕਰਕੇ ਸਮਝਾਵੇ। ਤਾਂ ਉਸ ਥੀਮ ਨੂੰ ਸਮਝਾਉਣ ਦੀ ਇੱਕ ਐਕਟੀਵਿਟੀ ਰੋਲ ਪਲੇ ਹੈ ਕਿ ਤੁਸੀਂ ਉਸ ਥੀਮ ਨੂੰ ਨਾਟਕੀ ਤਰੀਕੇ ਨਾਲ ਪੇਸ਼ ਕਰ ਦਿਓ, ਉਹਦਾ ਛੋਟਾ ਜਿਹਾ ਨਾਟਕ ਬਣਾ ਕੇ ਪੇਸ਼ ਕਰ ਦਿਓ ਤਾਂ ਕਿ ਉਹ ਬੱਚਿਆਂ ਨੂੰ ਉਹ ਐਕਟੀਵਿਟੀ ਸਮਝ ਆ ਜੇ। ਇਹਦੇ ਵਿੱਚ ਮਤਲਬ ਬਹੁਤ ਪ੍ਰੋਪਰ ਤਰੀਕੇ ਨਾਲ ਸਟੇਜ ਹੋਵੇ, ਪ੍ਰੋਪਰ ਤਰੀਕੇ ਨਾਲ ਤੁਸੀਂ ਪਾਤਰ ਇਕੱਠੇ ਕਰੋ, ਪ੍ਰੋਪਰ ਤਰੀਕੇ ਨਾਲ ਉਹਨਾਂ ਦੇ 10-10 ਦਿਨ ਰਿਹਰਸਲਾਂ ਕਰਾਓ, ਉਹਨਾਂ ਦੇ ਕਾਸਟਿਊਮ ਇਕੱਠੇ ਕਰੋ। ਇਹ ਸਾਰੀਆਂ ਚੀਜ਼ਾਂ ਇਹਦੇ ਵਿੱਚ ਉਵੇਂ ਨਹੀਂ ਹੁੰਦੀਆਂ ਹੈਗੀਆਂ। ਇਹਦੇ ਵਿੱਚ ਸਿਰਫ ਇਹ ਹੁੰਦਾ ਹੈ ਕਿ ਤੁਸੀਂ ਮੌਕੇ ਤੇ ਤੁਹਾਨੂੰ ਲੱਗਿਆ ਕਿ ਆਹ ਇੱਕ ਹਾਰਡ ਸਪੌਟ ਹੈ, ਆਹ ਚੀਜ਼ ਸਾਡੇ ਬੱਚਿਆਂ ਨੂੰ ਸਮਝ ਨਹੀਂ ਆਉਂਦੀ ਹੈਗੀ, ਆਹ ਕਨਸੈਪਟ ਸਾਡੇ ਬੱਚਿਆਂ ਨੂੰ ਸਮਝ ਨਹੀਂ ਆਉਂਦਾ ਹੈਗਾ, ਮੰਨ ਲਓ ਸੂਰਜ ਗ੍ਰਹਿਣ ਬੱਚਿਆਂ ਨੂੰ ਸਮਝ ਨਹੀਂ ਆਉਂਦਾ ਹੈਗਾ, ਤਾਂ ਤੁਸੀਂ ਮੌਕੇ ਤੇ 3 ਕਰੈਕਟਰ ਖੜੇ ਕਰੋ, ਲੈ ਪੁੱਤ ਤੂੰ ਸੂਰਜ ਬਣ ਜਾ, ਤੂੰ ਚੰਦ ਬਣ ਜਾ, ਤੂੰ ਧਰਤੀ ਬਣ ਜਾ। ਜਿਹੜਾ ਧਰਤੀ ਆ ਉਹ ਸੂਰਜ ਦੇ ਆਲੇ ਦੁਆਲੇ ਗੇੜੇ ਕੱਟੂਗੀ, ਜਿਹੜਾ ਚੰਦ ਆ ਉਹ ਧਰਤੀ ਦੇ ਆਲੇ ਦੁਆਲੇ ਗੇੜੇ ਕੱਟੂਗਾ। ਗੇੜੇ ਕੱਟਦਾ ਜਦੋਂ ਚੰਦ ਧਰਤੀ ਦੇ ਵਿਚਾਲੇ ਆ ਗਿਆ ਤਾਂ ਆਹ ਗ੍ਰਹਿਣ ਲੱਗ ਜਾਊਗਾ। ਹੁਣ ਇਹ ਇੱਕ ਛੋਟੀ ਜਿਹੀ ਐਕਟੀਵਿਟੀ ਹੈ ਜਿਹਦੇ ਵਿੱਚ ਅਸੀਂ ਥੀਏਟਰ ਨੂੰ ਇੱਕ ਜੁਗਤ ਦੇ ਤੌਰ ਤੇ ਪੇਸ਼ ਕੀਤਾ ਹੈ, ਥੀਏਟਰ ਦੀ ਮਦਦ ਲੈ ਲਈ। ਅਸੀਂ ਉਸ ਐਕਟੀਵਿਟੀ ਨੂੰ ਮਿਊਜ਼ਿਕ ਰਾਹੀਂ ਵੀ ਕਈ ਵਾਰੀ ਸਮਝਾ ਦਿੰਦੇ ਹਾਂ, ਅਸੀਂ ਉਹਦਾ ਗੀਤ ਬਣਾ ਕੇ ਸਮਝਾ ਦਿੰਦੇ ਹਾਂ, ਉਹਨੂੰ ਕਵਿਤਾ ਰਾਹੀਂ ਵੀ ਸਮਝਾ ਸਕਦੇ ਹਾਂ, ਉਹਨੂੰ ਕਿਸੇ ਹੋਰ ਰੂਪ ਵਿੱਚ ਸਮਝਾ ਸਕਦੇ ਹਾਂ, ਉਹਨੂੰ ਕਿਸੇ ਮਾਡਲ ਰਾਹੀਂ, ਕਿਸੇ ਟੀਚਿੰਗ ਏਡ ਰਾਹੀਂ ਵੀ ਪੇਸ਼ ਕਰ ਸਕਦੇ ਹਾਂ। ਜਾਣੀ ਕਿ ਕਿਸੇ ਵੀ ਹਾਰਡ ਸਪੌਟ ਨੂੰ ਸਮਝਾਉਣ ਦਾ ਤਰੀਕਾ, ਨਾਟਕੀ ਤਰੀਕੇ ਨਾਲ ਸਮਝਾਉਣ ਦਾ ਤਰੀਕਾ ਰੋਲ ਪਲੇ ਹੈ। ਉਹਦੇ ਵਿੱਚ ਅਸੀਂ ਸਿਰਫ ਮੌਕੇ ਤੇ ਹੀ ਜਾਂ ਇੱਕ ਦਿਨ ਵੱਧ ਤੋਂ ਵੱਧ, ਬਹੁਤ ਲੰਬਾ ਨਹੀਂ, ਉਹਦੀਆਂ ਕੋਈ ਹਫ਼ਤਾ ਰਿਹਰਸਲਾਂ ਨਹੀਂ ਹੁੰਦੀਆਂ ਹੈਗੀਆਂ, ਕਿਉਂਕਿ ਇਹ ਤਾਂ ਬਹੁਤ ਸਾਰੇ ਹਾਰਡ ਸਪੌਟ ਹੁੰਦੇ ਨੇ, ਫਿਰ ਤਾਂ ਆਪਾਂ ਇਕੱਲੇ ਰੋਲ ਪਲੇ ਕਰਦੇ ਰਹਿ ਜਾਾਂਗੇ। ਇਹ ਤਾਂ ਸਾਨੂੰ ਮੌਕੇ ਤੇ ਇੱਕ ਹਰਡਲ ਆਈ, ਸਾਨੂੰ ਲੱਗਿਆ ਵੀ ਯਾਰ ਆਹ ਚੀਜ਼ ਨਾ ਬੱਚੇ ਨੂੰ ਸਾਡੇ ਨੂੰ ਸਮਝ ਨਹੀਂ ਆ ਰਹੀ ਹੈਗੀ। ਮੈਂ ਮੌਕੇ ਤੇ ਦਿਮਾਗ ਲੜਾਇਆ, ਮੈਨੂੰ ਕਿਹਾ ਵੀ ਚਲੋ ਵੀ ਆ ਜਾਓ, ਆਹ ਪਾਤਰ ਆ ਜਾਓ, ਆਹ ਪਾਤਰ ਆ ਜਾਓ, ਤੂੰ ਆਹ ਬਣ ਜਾ, ਤੂੰ ਆਹ ਬਣ ਜਾ, ਤੂੰ ਆਹ ਬਣ ਜਾ, ਤੂੰ ਐ ਬੋਲ, ਤੂੰ ਐ ਬੋਲ, ਤੂੰ ਐ ਬੋਲ। ਉਹਦੇ ਨਾਲ ਇੱਕ ਰਾਚਕ ਤਰੀਕੇ ਨਾਲ ਇੱਕ ਡੀਪ ਕੰਟੈਂਟ ਹੈ ਜਿਹੜਾ, ਇੱਕ ਔਖਾ ਕੰਟੈਂਟ ਹੈ ਜਿਹੜਾ, ਉਹ ਬੱਚਿਆਂ ਨੂੰ ਬਹੁਤ ਸੌਖਾ ਸਮਝ ਆ ਸਕਦਾ ਹੈ। ਤੇ ਥੀਏਟਰੀਕਲ ਤਰੀਕੇ ਨਾਲ ਜਦੋਂ ਤੁਸੀਂ ਕਿਸੇ ਔਖੇ ਸਬਜੈਕਟ ਨੂੰ ਬੱਚਿਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹੋ ਤਾਂ ਉਹ ਰੋਲ ਪਲੇ ਹੁੰਦਾ ਹੈ। ਅਸੀਂ ਇਹਦਾ ਵੀ ਮੁਕਾਬਲਾ ਕਰਾ ਲਿਆ। ਬੇਸਿਕਲੀ ਰੋਲ ਪਲੇ ਕੋਈ ਮੁਕਾਬਲੇ 'ਚ ਆਉਣ ਵਾਲੀ ਚੀਜ਼ ਨਹੀਂ ਹੁੰਦੀ ਹੈਗੀ, ਕਿਉਂਕਿ ਰੋਲ ਪਲੇ ਫਿਰ ਤਾਂ ਉਹ ਜਾਂ ਸਕਿੱਟ ਬਣ ਜਾਊਗੀ ਜਾਂ ਉਹ ਨਾਟਕ ਬਣ ਜਾਊਗਾ ਜਾਂ ਕੁਝ ਵੀ ਬਣ ਜਾਊਗਾ, ਫਿਰ ਰੋਲ ਪਲੇ ਤਾਂ ਰਹਿਣਾ ਨਹੀਂ ਹੈਗਾ। ਰੋਲ ਪਲੇ ਦਾ ਮਤਲਬ ਹੈ ਕਿ ਤੁਸੀਂ ਮੌਕੇ ਤੇ ਰੋਲ ਕਰਵਾ ਰਹੇ ਹੋ ਬਸ,
ਮੌਕੇ ਤੇ ਤੁਸੀਂ ਇੱਕ ਛੋਟਾ ਜਿਹਾ ਪਲੇ ਡਿਜ਼ਾਈਨ ਕਰ ਲਿਆ, ਉਹ ਬੱਚਿਆਂ ਨੂੰ ਸਮਝਾਉਣ ਵਾਸਤੇ ਕੀਤਾ, ਤਾਂ ਉਹਦਾ ਪਰਪਸ ਉੱਥੇ ਹੀ ਹੱਲ ਹੋ ਗਿਆ। ਉਹਦੀ ਕੋਈ ਬਹੁਤ ਅੱਛੀ ਸਕ੍ਰਿਪਟ ਵੀ ਅਸੀਂ ਡਿਜ਼ਾਈਨ ਨਹੀਂ ਕੀਤੀ, ਇੱਕ ਸਾਡੇ ਸਾਹਮਣੇ ਹਰਡਲ ਸੀ, ਉਸ ਹਰਡਲ ਨੂੰ ਅਸੀਂ ਕਲੀਅਰ ਕਰਤਾ। ਚਲੋ ਇਹ ਹੁਣ ਬਾਅਦ ਦੀ ਗੱਲ ਹੈ ਕਿ ਅਸੀਂ ਰੋਲ ਪਲੇ ਤੇ ਵੀ ਉਹਦੇ ਵੀ ਕੰਪੀਟੀਸ਼ਨ ਕਰਾਉਣ ਲੱਗੇ। ਰੋਲ ਪਲੇ ਨੂੰ ਜੇ ਤੁਸੀਂ ਕੰਪੀਟੀਸ਼ਨ ਦੇ ਵਿੱਚ ਲੈ ਕੇ ਜਾਓਗੇ ਤਾਂ ਉਹ ਬਾਕੀ ਸਾਰੀਆਂ ਫਾਰਮਾਂ ਦੇ ਵਿੱਚੋਂ ਇੱਕ ਫਾਰਮ ਬਣ ਜੂਗੀ, ਰੋਲ ਪਲੇ ਵੱਖਰੀ ਕੋਈ ਫਾਰਮ ਨਹੀਂ ਹੁੰਦੀ। ਤੁਹਾਡੀ ਆ ਲਾਸਟ ਵਾਲੀ ਗੱਲ ਤੋਂ ਸਰ ਮੇਰੇ ਇੱਕ ਗੱਲ ਯਾਦ ਆ ਰਹੀ ਹੈ ਕਿ ਆਪਾਂ ਇੱਕ ਮੁਕਾਬਲਾ ਕਰਵਾਉਂਦੇ ਰਹੇ ਹਾਂ ਪਹਿਲਾਂ ਪਿਛਲੇ ਸਮੇਂ ਦੇ ਵਿੱਚ, ਮੌਕੇ ਤੇ ਐਕਟਿੰਗ। ਇਹ ਮੈਨੂੰ ਲੱਗਦਾ ਕਿ ਸ਼ਾਇਦ ਉਹਦੇ ਨਾਲ ਬਿਲਕੁਲ ਮਿਲਦੀ ਜੁਲਦੀ ਗੱਲ ਹੈ, ਰੋਲ ਪਲੇ। ਬਿਲਕੁਲ ਬਿਲਕੁਲ ਬਿਲਕੁਲ। ਬਸ ਜਿਹੜਾ ਮੌਕੇ ਤੇ ਐਕਟਿੰਗ ਮੁਕਾਬਲਾ ਸੀ ਉਹਦੇ ਵਿੱਚ ਆਪਾਂ ਸਿਰਫ ਮੌਕੇ ਤੇ ਇੱਕ ਪਰਚੀ ਕੱਢਦੇ ਸੀ, ਉਹਦੇ ਵਿੱਚ ਆਪਾਂ ਕਹਿੰਦੇ ਸੀ ਕਿ ਤੂੰ ਇੱਕ ਸਿੰਗਲ ਬੰਦੇ ਦਾ ਰੋਲ ਕਰਕੇ ਦਿਖਾ, ਸ਼ਰਾਬੀ ਦਾ ਰੋਲ ਕਰਕੇ ਦਿਖਾ, ਹੁਣ ਤੂੰ ਮਤਲਬ ਭੰਗੜਾ ਪਾ ਕੇ ਦਿਖਾ, ਜਾਂ ਹੋਰ ਕੋਈ ਚੀਜ਼ਾਂ ਕਰਕੇ ਦਿਖਾ, ਜਾਂ ਇੱਕ ਲਲਾਰੀ ਦਾ ਰੋਲ ਕਰਕੇ ਦਿਖਾ, ਜਾਂ ਸਬਜ਼ੀ ਵੇਚਣ ਦਾ ਰੋਲ ਕਰਕੇ ਦਿਖਾ। ਬਸ ਉਹਦੇ ਵਿੱਚ ਇੱਕ ਬੰਦੇ ਦਾ ਆਪਾਂ ਕੋਈ ਕਿਰਦਾਰ ਦਿੰਦੇ ਆ ਕਰਕੇ ਦਿਖਾ। ਪਰ ਰੋਲ ਪਲੇ ਦੇ ਵਿੱਚ ਤੁਸੀਂ ਥੀਮ ਦੇ ਮੁਤਾਬਕ, ਤੁਸੀਂ ਹਾਰਡ ਸਪੌਟ ਦੇ ਮੁਤਾਬਕ, ਤੁਸੀਂ ਉਸ ਐਕਟੀਵਿਟੀ ਦੇ ਮੁਤਾਬਕ ਇੱਕ ਪਾਤਰ, 2 ਪਾਤਰ, 3 ਪਾਤਰ, 4 ਪਾਤਰ, 5 ਪਾਤਰ, ਸਾਰੀ ਕਲਾਸ ਵੀ ਲੈ ਸਕਦੇ ਹੋ, ਕਿਉਂਕਿ ਤੁਸੀਂ ਮੌਕੇ ਤੇ ਖੜਾ ਕਰਨਾ ਹੈ ਵੀ ਲਓ ਜੀ ਆ ਇੱਕ ਲੀਡਰ ਹੈ, ਆ ਸਾਰੀ ਜਨਤਾ ਖੜੀ ਹੈ, ਇਹ ਇਸ ਤਰ੍ਹਾਂ ਇੱਥੇ ਖੜ ਕੇ ਨਾਰੇ ਲਾਊਗਾ ਤੇ ਤੁਸੀਂ ਨਾਰਿਆਂ ਦਾ ਜਵਾਬ ਦਿਓਗੇ, ਸਾਰੀ ਕਲਾਸ ਵੀ ਐਕਟਰ ਬਣ ਗਈ ਉੱਥੇ। ਸੋ ਇਹਦੇ ਵਿੱਚ ਕੋਈ ਇਹੋ ਜਿਹੀ ਕੋਈ ਹਾਰਡ ਐਂਡ ਫਾਸਟ ਰੂਲ ਨਹੀਂ ਹੈਗਾ, ਤੁਸੀਂ ਸਿਰਫ ਇੱਕ ਥੀਮ ਸਮਝਾਉਣਾ ਹੈ। ਉਸ ਥੀਮ ਨੂੰ ਸਮਝਾਉਣ ਵਾਸਤੇ ਇਹ ਸਮਝ ਲਓ ਤੁਸੀਂ ਥੀਏਟਰ ਦੀ ਮਦਦ ਲੈ ਲਈ, ਥੀਏਟਰ ਤੁਹਾਡੀ ਹੈਲਪ ਕਰ ਰਿਹਾ ਹੈ। ਜਿਹੜੇ ਅਧਿਆਪਕ ਨੂੰ ਥੀਏਟਰ ਦੀ ਸਮਝ ਹੈ ਉਹ ਉਸ ਥੀਮ ਨੂੰ ਵਧੀਆ ਤਰੀਕੇ ਨਾਲ ਰੋਲ ਪਲੇ ਕਰਕੇ ਸਮਝਾ ਸਕਦਾ ਹੈ। ਹਾਂ, ਇਹਦਾ ਇੱਕ ਫਾਇਦਾ ਜ਼ਰੂਰ ਹੈ ਕਿ ਇਹਦੇ ਵਿੱਚੋਂ ਐਕਟਰ ਕੱਢੇ ਜਾ ਸਕਦੇ ਨੇ। ਇਹ ਐਕਟਰਾਂ ਨੂੰ ਕੱਢਣ ਦਾ ਇੱਕ ਵਧੀਆ ਤਰੀਕਾ ਹੈ। ਜਿਹੜਾ ਅਧਿਆਪਕ ਵੱਧ ਰੋਲ ਪਲੇ ਕਰਾਉਂਦਾ ਹੈ ਆਪਣੀ ਪੜ੍ਹਾਉਣ ਲੱਗੇ, ਉਹਦੀ ਕਲਾਸ ਦੇ ਵਿੱਚੋਂ, ਉਹਦੀ ਸਕੂਲ ਦੇ ਵਿੱਚੋਂ ਅੱਛੇ ਐਕਟਰ ਨਿਕਲਣ ਦੀਆਂ ਸੰਭਾਵਨਾਵਾਂ ਹੁੰਦੀਆਂ ਨੇ। ਉਹਨੂੰ ਪਤਾ ਲੱਗ ਜਾਂਦਾ ਕਿ ਆਹ ਬੱਚੇ 'ਚ ਐਕਟਿੰਗ ਕਰਨ ਦੀ ਸਮਰੱਥ ਹੈ। ਉਦੋਂ ਬਾਅਦ ਉਸ ਬੱਚੇ ਨੂੰ ਉਹ ਨਾਟਕ 'ਚ ਲੈ ਕੇ ਜਾਵੇ, ਉਦੋਂ ਬਾਅਦ ਉਸ ਬੱਚੇ ਨੂੰ ਕੋਰੀਓਗ੍ਰਾਫੀ 'ਚ ਲੈ ਕੇ ਜਾਵੇ, ਸਕਿੱਟ 'ਚ ਲੈ ਕੇ ਜਾਵੇ, ਮਾਈਮ 'ਚ ਲੈ ਕੇ ਜਾਵੇ, ਮਿਮਿਕਰੀ 'ਚ ਲੈ ਕੇ ਜਾਵੇ, ਕਿਤੇ ਵੀ ਲੈ ਕੇ ਜਾਵੇ। ਉਹ ਇਹਦੇ ਨਾਲ ਜਿਹੜਾ ਹਿਡਨ ਟੈਲੈਂਟ ਹੈ ਬੱਚੇ ਦਾ ਉਹ ਸਾਹਮਣੇ ਆ ਜਾਂਦਾ ਹੈ। ਆਪਾਂ ਨੂੰ ਪਤਾ ਲੱਗਦਾ ਕਿ ਆਹ ਬੱਚੇ ਨੇ ਤਾਂ ਕਮਾਲ ਦੀ ਗੱਲ ਹੈ ਯਾਰ, ਮਿੰਟ 'ਚ ਇੰਨਾ ਵਧੀਆ ਰੋਲ ਕਰਤਾ। ਅਸੀਂ ਮੌਕੇ ਤੇ ਕੋਈ ਥੀਮ ਦਿੰਦੇ ਆ, ਇੱਕ ਕੰਪੀਟੀਸ਼ਨ ਇਸ ਤਰ੍ਹਾਂ ਦਾ ਵੀ ਕਰਾਉਣੇ ਹੁੰਦੇ, ਕਈ ਵਾਰੀ ਟ੍ਰੇਨਿੰਗਾਂ ਦੇ ਵਿੱਚ ਮੈਂ ਕਰਾਉਣਾ ਹੁੰਦਾ ਵੀ ਲਓ ਜੀ ਸਹਿਯੋਗ, ਤੁਹਾਨੂੰ ਇੱਕ ਟੌਪਿਕ ਦੇਤਾ, ਆ 10 ਦਿਨਾਂ ਦਾ ਇੱਕ ਗਰੁੱਪ ਹੈ, ਤੁਸੀਂ ਉੱਥੇ ਜਾਓ 10 ਮਿੰਟ ਆਪ ਹੀ ਸਹਿਯੋਗ ਤੇ ਇੱਕ ਸਕ੍ਰਿਪਟ ਕਰੋ ਤੇ ਆਪ ਹੀ ਪੇਸ਼ ਕਰੋ। ਦੂਜੇ ਨੂੰ ਕਹਿੰਦਾ ਕਿ ਤੁਹਾਨੂੰ ਡਿਸਿਪਲਿਨ ਇੱਕ ਟੌਪਿਕ ਦੇਤਾ, ਤੁਸੀਂ ਇਹ ਕਰਨਾ ਹੈ। ਤੀਜੇ ਨੂੰ ਕਹਿੰਦਾ ਆਰਡਰ, ਤੁਸੀਂ 10 ਜਣੇ ਜਾਓ, ਇਹਦੇ ਆਰਡਰ ਤੇ ਇੱਕ ਸਕ੍ਰਿਪਟ ਤਿਆਰ ਕਰੋ। ਉਹ ਮੌਕੇ ਤੇ ਹੀ ਸੋਚਦੇ ਨੇ, ਮੌਕੇ ਤੇ ਹੀ ਤਿਆਰ ਕਰਦੇ ਨੇ ਤੇ 5 ਮਿੰਟਾਂ ਬਾਅਦ ਤੁਹਾਡੇ ਸਾਹਮਣੇ ਪੇਸ਼ ਕਰ ਦਿੰਦੇ ਨੇ। ਸੋ ਇਹੋ ਜਿਹੀਆਂ ਜਿਹੜੀਆਂ ਸਾਰੀਆਂ ਚੀਜ਼ਾਂ ਨੇ, ਇਹਦੇ ਵਿੱਚੋਂ ਐਕਟਰਾਂ ਦੀ ਤਲਾਸ਼ ਹੁੰਦੀ ਹੈ। ਇਹਦੇ ਵਿੱਚ ਤੁਹਾਨੂੰ ਪਤਾ ਲੱਗ ਜਾਂਦਾ ਹੈ ਕਿ ਆਹ ਬੰਦਿਆਂ 'ਚ ਐਕਟਰ ਬਣਨ ਦੀ, ਡਾਇਰੈਕਟਰ ਬਣਨ ਦੀ, ਨਾਟਕਕਾਰ ਬਣਨ ਦੀ, ਕਹਾਣੀਕਾਰ ਬਣਨ ਦੀ, ਕਵੀ ਬਣਨ ਦੀ, ਗਾਇਕ ਬਣਨ ਦੀ ਸਮਰੱਥਾ ਪਈ ਹੈ। ਨਾਟਕ ਬਹੁਤ ਸਾਰੀਆਂ ਕਲਾਵਾਂ ਡਿਵੈਲਪ ਕਰਦਾ ਤੁਹਾਡੇ ਅੰਦਰ। ਤੁਸੀਂ ਦੇਖੋਗੇ ਕੋਈ ਬੱਚਾ ਬਹੁਤ ਅੱਛਾ ਨਾਟਕਕਾਰ ਬਣਨ ਦੀ ਸੰਭਾਵਨਾ ਹੁੰਦੀ, ਉਹ ਸਕ੍ਰਿਪਟ ਲਿਖ ਰਿਹਾ ਹੁੰਦਾ ਵਧੀਆ। ਤੁਸੀਂ ਦੇਖੋਗੇ ਕਿ ਉਹ ਦੂਜਿਆਂ ਨੂੰ ਤਿਆਰ ਕਰਾ ਰਿਹਾ ਹੈ, ਇਹਦੇ ਨਾਲ ਡਾਇਰੈਕਟਰ ਬਣਨ ਦੀ ਸੰਭਾਵਨਾ ਹੈ। ਤੁਸੀਂ ਦੇਖੋਗੇ ਕਿ ਉਹ ਐਕਟਰ ਬਹੁਤ ਅੱਛਾ ਕਰ ਰਿਹਾ ਹੈ, ਉਹਦੇ ਅੰਦਰ ਐਕਟਰ ਬਣਨ ਦੀ ਸੰਭਾਵਨਾ ਹੈ। ਇਹ ਸਾਰੀਆਂ ਚੀਜ਼ਾਂ ਸਾਨੂੰ ਇਹ ਮਦਦ ਕਰਦੀਆਂ ਨੇ ਕਿ ਬੱਚਿਆਂ ਦੇ ਅੰਦਰੋਂ ਪ੍ਰਤਿਭਾ ਕਿਵੇਂ ਬਾਹਰ ਕੱਢੀ ਜਾ ਸਕਦੀ ਹੈ, ਬੱਚਿਆਂ ਦੇ ਅੰਦਰੋਂ ਟੈਲੈਂਟ ਕਿਵੇਂ ਬਾਹਰ ਕੱਢਿਆ ਜਾ ਸਕਦਾ ਹੈ, ਬੱਚਿਆਂ ਦੇ ਅੰਦਰ ਆਤਮ ਵਿਸ਼ਵਾਸ ਕਿਵੇਂ ਪੈਦਾ ਕੀਤਾ ਜਾ ਸਕਦਾ ਹੈ, ਬੱਚੇ ਕਿਵੇਂ ਇੱਕ ਦੂਜੇ ਦਾ ਸਹਿਯੋਗ ਕਰਦੇ ਨੇ, ਬੱਚੇ ਕਿਵੇਂ ਓਬਜ਼ਰਵ ਕਰਦੇ ਨੇ ਇੱਕ ਦੂਜੇ ਨੂੰ, ਬੱਚੇ ਕਿਵੇਂ ਦੱਸਦੇ ਨੇ ਕਿ ਤੂੰ ਗਲਤ ਸੀ ਮੈਂ ਠੀਕ ਸੀ, ਜਾਂ ਮੈਂ ਗਲਤ ਸੀ ਤੂੰ ਠੀਕ ਸੀ। ਇਹ ਸਾਰੀਆਂ ਚੀਜ਼ਾਂ ਇਹੀ ਹੈ ਬੰਦੇ ਨੂੰ ਬਿਹਤਰ ਇਨਸਾਨ ਬਣਾਉਣ ਦੀ ਪ੍ਰੈਕਟਿਸ, ਜਿਹੜੀ ਕਲਾਮਾਂ ਰਾਹੀਂ ਕੀਤੀ ਜਾ ਸਕਦੀ ਹੈ। ਤੇ ਸਰ ਇਸੇ ਬਾਰੇ ਇੱਕ ਗੱਲ ਸੀ ਕਿ ਜਦੋਂ ਹੁਣ ਇਹ ਰੋਲ ਪਲੇ ਮੁਕਾਬਲੇ ਦੇ ਰੂਪ 'ਚ ਸਾਡੇ ਸਾਹਮਣੇ ਆ ਹੀ ਚੁੱਕਿਆ ਹੈ ਤੇ ਇਹਦਾ ਮੁਕਾਬਲਾ ਸ਼ੁਰੂ ਹੋ ਚੁੱਕਿਆ ਜਾਂ ਇਸ ਵਾਰ ਅਸੀਂ ਕਰਵਾ ਰਹੇ ਹਾਂ, ਤਾਂ ਇਸ ਨੂੰ ਕਿਵੇਂ ਵਿਅੰਤਿਆ ਜਾਵੇ? ਕੋਈ ਥੋੜੇ ਇਸ ਸੰਬੰਧੀ ਸੁਜੈਸ਼ਨਸ ਹੋਣ ਜਾਂ ਕੋਈ ਗਾਈਡਲਾਈਨਸ ਹੋਣ? ਇਸ ਸੰਬੰਧੀ ਮੇਰਾ ਸੁਜੈਸ਼ਨ ਇਹ ਹੈ ਕਿ ਜਿਵੇਂ ਆਪਾਂ ਮੌਲਿਕ ਲਿਖਤ ਦੇ ਟੌਪਿਕ ਦਿੰਦੇ ਆ ਨਾ, ਜੇ ਅਸੀਂ ਰੋਲ ਪਲੇ ਦਾ ਮੁਕਾਬਲਾ ਕਰਾਉਣਾ ਹੈ, ਅਸੀਂ ਪਹਿਲਾਂ ਟੌਪਿਕ ਦੇਈਏ ਜੀ। ਸਾਡੇ ਸਿਲੇਬਸ ਦੇ ਵਿੱਚੋਂ ਮੰਨ ਲਓ ਸਾਇੰਸ ਦੇ ਵਿੱਚੋਂ, ਸਮਾਜਿਕ ਦੇ ਵਿੱਚੋਂ, ਪੰਜਾਬੀ ਦੇ ਵਿੱਚੋਂ, ਹਿੰਦੀ ਦੇ ਵਿੱਚੋਂ, ਮੈਥ ਦੇ ਵਿੱਚੋਂ ਆਪਾਂ 5 ਟੌਪਿਕ 10 ਟੌਪਿਕ ਦੀ ਇੱਕ ਲਿਸਟ ਜਾਰੀ ਕਰੀਏ ਕਿ ਆਹ 10 ਟੌਪਿਕ ਨੇ, ਇਹਨਾਂ 'ਚ ਤੁਸੀਂ ਰੋਲ ਪਲੇ ਕਰਨਾ ਹੈ। ਇਹਦੇ ਨਾਲ ਇੱਕ ਵੱਡਾ ਫਾਇਦਾ ਕੀ ਹੋਊਗਾ ਕਿ ਸਾਨੂੰ ਔਖੇ ਵਿਸ਼ਿਆਂ ਨੂੰ ਸਮਝਾਉਣ ਵਾਸਤੇ ਇੱਕ ਬਹੁਤ ਸੋਹਣਾ ਟੂਲ ਮਿਲ ਜਾਊਗਾ। ਉੱਥੇ ਫਿਰ ਟੀਚਰ ਐਫਰਟਸ ਕਰਨਗੇ। ਮੰਨ ਲਓ ਅਲਜਬਰੇ ਦਾ ਕੋਈ ਕਨਸੈਪਟ ਹੈ, ਬੱਚੇ ਨੂੰ ਸਮਝ ਨਹੀਂ ਆਉਂਦਾ ਹੈਗਾ, ਤੁਸੀਂ ਉਹਨੂੰ ਥੀਏਟਰ ਦੀ ਮਦਦ ਨਾਲ ਕਿਵੇਂ ਕਰਾ ਸਕਦੇ ਹੋ। ਮੰਨ ਲਓ ਹਿਸਟਰੀ ਦਾ ਕੋਈ ਟੌਪਿਕ ਹੈ, ਆਪਾਂ ਨੂੰ ਸਮਝ ਨਹੀਂ ਆਉਂਦਾ ਹੈਗਾ, ਤੁਸੀਂ ਉਹਨੂੰ ਰੋਲ ਪਲੇ ਰਾਹੀਂ ਕਿਵੇਂ ਕਰਾ ਸਕਦੇ ਹੋ। ਜੇ ਆਪਾਂ ਆਪਣੇ
ਕਲਾਸਾਂ ਦੇ ਮੁਤਾਬਕ ਮੰਨ ਲਓ ਮਿਡਲ ਸਕੂਲ ਹੈ, ਮਿਡਲ ਸਕੂਲ ਦੇ ਵਿੱਚ 6ਵੀਂ 7ਵੀਂ 8ਵੀਂ 3 ਕਲਾਸਾਂ ਨੇ, 3 ਕਲਾਸਾਂ ਦੇ 20 ਹਾਰਡ ਸਪੌਟ ਲੱਭ ਲਈਏ ਆਪਾਂ। ਉਹਨਾਂ 20 ਹਾਰਡ ਸਪੌਟ ਨੂੰ ਆਪਾਂ ਟੌਪਿਕ ਦੇ ਦਈਏ ਬੱਚਿਆਂ ਨੂੰ ਕਿ ਇਹਨਾਂ 20 ਹਾਰਡ ਸਪੌਟ ਤੇ ਆਪਾਂ ਰੋਲ ਪਲੇ ਦਾ ਮੁਕਾਬਲਾ ਕਰਾਉਣਾ ਹੈ। ਹੋਊਗਾ ਤਾਂ ਨਾਟਕ ਹੀ 5 ਮਿੰਟ ਦਾ 7 ਮਿੰਟ ਦਾ ਹੋਊਗਾ ਤਾਂ ਨਾਟਕ, ਪਰ ਉਹ ਨਾਟਕ ਸਾਡੇ ਸਿਲੇਬਸ ਤੇ ਬਹੁਤ ਸਾਰੇ ਮਸਲੇ ਹੱਲ ਕਰ ਸਕਦਾ ਹੈ, ਸਾਨੂੰ ਬਹੁਤ ਅੱਛਾ ਕੰਟੈਂਟ ਦੇ ਸਕਦਾ ਹੈ ਤੇ ਸਾਨੂੰ ਪੜ੍ਹਾਉਣ ਦੀਆਂ ਬਹੁਤ ਅੱਛੀਆਂ ਵਿਧੀਆਂ ਉਹਦੇ ਵਿੱਚੋਂ ਮਿਲ ਸਕਦੀਆਂ ਨੇ। ਇਸ ਕਰਕੇ ਇਹਦੀ ਜੱਜਮੈਂਟ ਵੀ ਐਂ ਕਰਨੀ ਚਾਹੀਦੀ ਹੈ ਕਿ ਜਿਹੜਾ ਟੌਪਿਕ ਦਿੱਤਾ ਹੋਇਆ ਹੈ ਉਸ ਟੌਪਿਕ ਨੂੰ ਕਲਾਸਰੂਮ ਟੀਚਿੰਗ ਦੇ ਤੌਰ ਤੇ, ਕਲਾਸਰੂਮ ਟੀਚਿੰਗ ਦੇ ਟੂਲ ਦੇ ਤੌਰ ਤੇ ਕੀ ਇਹ ਰੋਲ ਪਲੇ ਸਾਡੇ ਅੰਦਰ ਕੋਈ ਨਵਾਂ ਵਾਧਾ ਕਰਦਾ ਹੈ। ਜੇ ਤਾਂ ਸਾਡੇ ਅੰਦਰ ਨਵਾਂ ਵਾਧਾ ਕਰਦਾ ਹੈ ਫਿਰ ਤਾਂ ਤੁਸੀਂ ਉਸਨੂੰ ਮੈਕਸਿਮਮ ਨੰਬਰ ਦੇ ਦਿਓ, ਜੋ ਤੁਹਾਡੇ ਅੰਦਰ ਨਵਾਂ ਵਾਧਾ ਨਹੀਂ ਕਰਦਾ ਹੈਗਾ ਫਿਰ ਉਹ ਰੋਲ ਪਲੇ ਦੇ ਤੌਰ ਤੇ ਫੇਲ ਆਈਟਮ ਹੈ। ਸੋ ਇਹਦਾ ਕ੍ਰਾਈਟੇਰੀਆ ਹੀ ਹੋਰ ਹੈ ਜੱਜਮੈਂਟ ਦਾ। ਰੋਲ ਪਲੇ ਦਾ ਮਤਲਬ ਹੀ ਇਹ ਹੈ ਕਿ ਤੁਸੀਂ ਉਸਨੂੰ ਟੀਚਿੰਗ ਟੂਲ ਦੇ ਤੌਰ ਤੇ ਯੂਜ਼ ਕਰ ਰਹੇ ਹੋ। ਜੇ ਤਾਂ ਤੁਹਾਡਾ ਰੋਲ ਪਲੇ ਟੀਚਰ ਨੂੰ ਤੇ ਬੱਚਿਆਂ ਨੂੰ ਕਿਸੇ ਚੀਜ਼ ਨੂੰ ਟੀਚ ਕਰਨ ਦੇ ਵਿੱਚ ਤੇ ਕਿਸੇ ਚੀਜ਼ ਨੂੰ ਸਮਝਣ ਦੇ ਵਿੱਚ ਮਹੱਤਵਪੂਰਨ ਭੂਮਿਕਾ ਅਦਾ ਕਰ ਰਿਹਾ ਹੈ ਤਾਂ ਰੋਲ ਪਲੇ ਕਾਮਯਾਬ ਹੈ, ਅਦਰਵਾਈਜ਼ ਕਾਮਯਾਬ ਨਹੀਂ ਹੈਗਾ। ਤੇ ਇਸ ਬਹਾਨੇ ਅਸੀਂ ਆਪਣੇ ਸਿਲੇਬਸ ਦੇ ਬਹੁਤ ਸਾਰੇ ਹਾਰਡ ਸਪੌਟ ਨੇ ਜਿਹੜੇ ਉਹਨਾਂ ਨੂੰ ਈਜੀ ਸਪੌਟ ਚ ਕਨਵਰਟ ਕਰ ਸਕਦੇ ਹਾਂ। ਇੱਕ ਮਹੱਤਵਪੂਰਨ ਪੜ੍ਹਾਉਣ ਦਾ ਟੂਲ ਸਾਬਤ ਹੋ ਸਕਦਾ ਹੈ ਜੀ। ਤੇ ਹੁਣ ਅਸੀਂ ਗੁਰਜੰਟ ਸਿੰਘ ਜੀ ਨੂੰ ਕਹਾਂਗੇ ਕਿ ਉਹ ਸਾਡਾ ਅੱਜ ਦਾ ਜਿਹੜਾ ਆਖਰੀ ਸਵਾਲ ਹੈ ਉਹ ਸਾਂਝਾ ਕਰਨ, ਤੇ ਇਸ ਤੋਂ ਬਾਅਦ ਅਸੀਂ ਸਾਡੇ ਨਾਲ ਜ਼ੂਮ ਐਪ ਰਾਹੀਂ ਜੁੜੇ ਸਾਥੀਆਂ ਦੇ ਜੋ ਸਵਾਲ ਨੇ ਜਾਂ ਜਿੰਨੇ ਕੁ ਸਵਾਲ ਫੇਸਬੁੱਕ ਰਾਹੀਂ ਸਾਡੇ ਕੋਲ ਪਹੁੰਚੇ ਨੇ ਜਾਂ ਸਾਡੇ ਐਡਮਿਨ ਦੇ ਵਿੱਚੋਂ ਕਿਸ ਦਾ ਕੋਈ ਸਵਾਲ ਹੋਏਗਾ ਤਾਂ ਅਸੀਂ ਉਹ ਸਵਾਲ ਵੀ ਲਵਾਂਗੇ ਤੇ ਉਹਨਾਂ ਬਾਰੇ ਵੀ ਅਸੀਂ 10 ਜਾਂ 15 ਮਿੰਟ ਚਰਚਾ ਹਲੇ ਕਰਾਂਗੇ। ਜੱਟ ਸਿੰਘ ਆਵਾਜ਼ ਨਹੀਂ ਆ ਰਹੀ ਤੁਹਾਡੀ। ਹਾਂ ਮਾਤਰਾ ਦੇ ਬੋਲਿਓ। ਨਹੀਂ ਆ ਰਹੀ। ਚਲੋ ਸਰ ਮੈਂ ਬੋਲਦਾ ਸਵਾਲ। ਜਿਵੇਂ ਜੱਜਮੈਂਟ ਦੇ ਵਿੱਚ ਅਸੀਂ ਕਿਹਾ ਸੀ ਕਿ ਬਹੁਤ ਸਾਰੇ ਸਵਾਲ ਖੜੇ ਹੁੰਦੇ ਨੇ ਤੇ ਕਿਤੇ ਨਾ ਕਿਤੇ ਜੱਜਮੈਂਟ ਵੀ ਇੱਕ ਪ੍ਰਬੰਧਨ ਦਾ ਹੀ ਮਸਲਾ ਹੈ ਤੇ ਪ੍ਰਬੰਧਨ ਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਕਮੀਆਂ ਨੇ ਜਿਹੜੀਆਂ ਉਹ ਇਹਨਾਂ ਮੁਕਾਬਲਿਆਂ ਦੇ ਵਿੱਚ ਦੇਖਣ ਨੂੰ ਮਿਲਦੀਆਂ ਨੇ ਤੇ ਜਿਨ੍ਹਾਂ ਬਾਰੇ ਤੁਸੀਂ ਪਹਿਲਾਂ ਜੱਜਮੈਂਟ ਦੇ ਬਹਾਨੇ ਥੋੜੀ ਬਹੁਤ ਗੱਲ ਛੇੜੀ ਵੀ, ਪਰ ਇਸ ਬਾਰੇ ਅਸੀਂ ਥੋੜੀ ਹੋਰ ਚਰਚਾ ਕਰਨੀ ਚਾਹੁੰਦੇ ਹਾਂ ਕਿ ਪ੍ਰਬੰਧਾਂ ਦੇ ਵਿੱਚ ਕਿੱਥੇ ਕਮੀਆਂ ਰਹਿ ਜਾਂਦੀਆਂ ਨੇ, ਕਿਸ ਤਰ੍ਹਾਂ ਦੀਆਂ ਕਮੀਆਂ ਰਹਿ ਜਾਂਦੀਆਂ ਨੇ, ਉਹਨਾਂ ਨੂੰ ਕਿਸ ਤਰ੍ਹਾਂ ਦੂਰ ਕੀਤਾ ਜਾ ਸਕਦਾ ਹੈ, ਇਸ ਨੂੰ ਹੋਰ ਬਿਹਤਰ ਕਿਵੇਂ ਇਹਨਾਂ ਮੁਕਾਬਲਿਆਂ ਦਾ ਸੰਚਾਲਨ ਹੋ ਸਕਦਾ ਹੈ, ਪ੍ਰਬੰਧਨ ਹੋ ਸਕਦਾ ਹੈ। ਇਹ ਬਹੁਤ ਮਹੱਤਵਪੂਰਨ ਮਸਲਾ ਸੁਖਜੀਵਨ। ਅਸੀਂ ਕੰਪੀਟੀਸ਼ਨ ਤਾਂ ਬਹੁਤ ਸਾਰੇ ਕਰਾਉਣੇ ਆ ਹੁਣ ਇਸ ਵੇਲੇ ਨਾ। ਪਹਿਲਾਂ ਤਾਂ ਅੱਜ ਤੋਂ 10-15 ਸਾਲ ਪਹਿਲਾਂ 20 ਸਾਲ ਪਹਿਲਾਂ ਤੱਕ ਸਾਲ ਦੇ ਵਿੱਚ ਇੱਕ ਵਾਰ ਬੋਰਡ ਦੇ ਵਿਦਿਅਕ ਮੁਕਾਬਲੇ ਹੁੰਦੇ ਸੀ ਬਸ ਜੀ। ਪਹਿਲਾਂ ਬਲਾਕ ਲੈਵਲ ਤੇ, ਤਹਿਸੀਲ ਲੈਵਲ ਤੇ ਹੁੰਦੇ ਸੀ, ਉਸ ਤੋਂ ਬਾਅਦ ਡਿਸਟ੍ਰਿਕਟ ਲੈਵਲ ਤੇ, ਡਿਸਟ੍ਰਿਕਟ ਲੈਵਲ ਤੋਂ ਬਾਅਦ ਸਟੇਟ ਲੈਵਲ ਤੇ, ਹੋਰ ਕੋਈ ਮੁਕਾਬਲਾ ਉਵੇਂ ਹੁੰਦਾ ਨਹੀਂ ਸੀ। ਪਰ ਪਿਛਲੇ 10-15-20 ਸਾਲਾਂ ਤੋਂ ਅਸੀਂ ਹਰੇਕ ਇਵੈਂਟ ਕੰਪੀਟੀਸ਼ਨਾਂ ਦੇ ਰੂਪ ਦੇ ਵਿੱਚ ਮਨਾਉਣਾ ਸ਼ੁਰੂ ਕਰਤਾ ਜੀ। 365 ਦੇ 365 ਦਿਨ ਲਗਭਗ ਸਾਡੇ ਬੁੱਕ ਨੇ। ਕਦੇ ਮਹਿਲਾ ਦਿਵਸ ਹੈ, ਕਦੇ ਵਾਤਾਵਰਣ ਦਿਵਸ ਹੈ, ਕਦੇ ਬਾਲ ਦਿਵਸ ਹੈ, ਕਦੇ ਅਧਿਆਪਕ ਦਿਵਸ ਹੈ, ਕਦੇ ਮਾਂ ਦਿਵਸ ਹੈ, ਕਦੇ ਪਿਓ ਦਿਵਸ ਹੈ, ਕਦੇ ਭਰਜਾਈ ਦਿਵਸ ਹੈ, ਕਦੇ ਨਾਨੀ ਦਿਵਸ ਹੈ, ਕਦੇ ਦੋਤੀ ਦਿਵਸ ਹੈ। ਮਤਲਬ ਸਾਰੇ ਦੇ ਸਾਰੇ 365 ਦਿਨ ਲਗਭਗ ਸਾਡੇ ਬੁੱਕ ਨੇ। ਤੇ ਸਾਡਾ ਜਿਹੜਾ ਮਹਿਕਮਾ ਉਹ ਕੀ ਕਰਦਾ ਹੈ, ਬਸ ਇੱਕ ਚਿੱਠੀ ਭੇਜ ਦਿੰਦਾ ਥੱਲੇ ਕਿ ਆਹ ਦਿਵਸ ਆ ਗਿਆ ਜੀ, ਇਹ ਤੇ ਮੁਕਾਬਲੇ ਕਰਾ ਕੇ ਪਹਿਲੀਆਂ 3 ਪੋਜੀਸ਼ਨਾਂ ਦੇ ਨਾਂ ਸਾਨੂੰ ਭੇਜ ਦਿੱਤੇ ਜਾਣ ਜੀ। ਕਦੇ ਵੀ ਇਹ ਮੁਕਾਬਲੇ ਨਹੀਂ ਹੁੰਦੇ ਹੈਗੇ। ਇੱਕ ਮੁਕਾਬਲਾ ਜੇ ਤੁਸੀਂ ਕਰਾਉਣਾ ਹੈ, ਚਾਹੇ ਕਵਿਤਾ ਦਾ ਮੁਕਾਬਲਾ ਹੈ, ਤੁਸੀਂ ਉਹਦੇ ਨਾਲ ਸੰਬੰਧ ਕਵਿਤਾ ਕਿੱਥੋਂ ਲੈ ਕੇ ਆਓਗੇ, ਤੁਸੀਂ ਉਹਦੇ ਨਾਲ ਸੰਬੰਧ ਭਾਸ਼ਣ ਕਿੱਥੋਂ ਲੈ ਕੇ ਆਓਗੇ, ਤੁਸੀਂ ਉਹਦੇ ਨਾਲ ਸੰਬੰਧ ਗੀਤ ਕਿੱਥੇ ਲੈ ਕੇ ਆਓਗੇ, ਉਹਦੀ ਤਿਆਰੀ ਕਦੋਂ ਕਰਾਓਗੇ ਤੁਸੀਂ। ਘੱਟੋ ਘੱਟ ਜੇ ਤੁਸੀਂ ਕੋਈ ਵੀ ਮੁਕਾਬਲਾ ਤਿਆਰ ਕਰਾਉਣਾ ਹੈ ਤਾਂ ਉਹਦੇ ਵਾਸਤੇ ਤੁਹਾਨੂੰ 10-15 ਦਿਨ ਚਾਹੀਦੇ ਨੇ। ਜੇ ਤੁਸੀਂ ਕੋਈ ਵੀ ਕੰਪੀਟੀਸ਼ਨ ਤਿਆਰ ਕਰਾਉਣਾ ਹੈ 10-15 ਦਿਨਾਂ ਤੋਂ ਪਹਿਲਾਂ ਕੋਈ ਕੰਪੀਟੀਸ਼ਨ ਤਿਆਰ ਨਹੀਂ ਕਰ ਸਕਦਾ ਹੈਗਾ। ਜੇ ਤੁਸੀਂ ਇੱਕ ਕਵਿਤਾ ਅੱਜ ਬੱਚੇ ਨੂੰ ਦਿੰਦੇ ਹੋ ਤਾਂ ਘੱਟੋ ਘੱਟ ਬੱਚਾ 7-8 ਦਿਨਾਂ 'ਚ ਕਵਿਤਾ ਪ੍ਰੋਪਰ ਯਾਦ ਕਰੂਗਾ। ਉਸ ਤੋਂ ਬਾਅਦ ਫਿਰ ਉਹ ਕਵਿਤਾ ਦੀ ਰਿਹਰਸਲ ਉਹਦੇ ਹਾਵ ਭਾਵ ਦੇ ਮੁਤਾਬਕ ਉਚਾਰਦਾ ਕਿ ਨਹੀਂ ਉਚਾਰਦਾ। ਤੇ ਮੈਨੂੰ ਲੱਗਦਾ ਕਿ ਕਵਿਤਾ ਸਭ ਤੋਂ ਈਜ਼ੀ ਮੁਕਾਬਲਿਆਂ 'ਚ ਮੰਨਦੇ ਹਾਂ ਅਸੀਂ ਕਵਿਤਾ ਨੂੰ, ਵੀ ਕਵਿਤਾ 'ਚ ਇੱਕ ਬੱਚੇ ਨੇ ਕਵਿਤਾ ਬੋਲਣੀ ਹੁੰਦੀ ਹੈ। ਤੇ ਨਾਟਕ ਵਰਗੇ ਮੁਕਾਬਲੇ, ਰੋਲ ਪਲੇ ਵਰਗੇ ਮੁਕਾਬਲੇ, ਇਹ ਤਾਂ ਸਾਨੂੰ 10-10, 15-15, 20 ਦਿਨ ਚਾਹੀਦੇ ਨੇ ਫਿਰ ਜੇ ਅਸੀਂ ਇਹਨਾਂ ਨੂੰ ਕੰਪੀਟੀਸ਼ਨ ਦੇ ਤੌਰ ਤੇ ਕਰਾਉਣਾ ਹੈ। ਸੋ ਅਸੀਂ ਮਤਲਬ ਕੰਟੈਂਟ ਤਾਂ ਬਹੁਤ ਸਾਰਾ ਲਿਆਂਦਾ। ਅਸੀਂ ਚਾਹੁੰਦੇ ਤਾਂ ਇਹ ਆ ਕਿ ਰੋਜ਼ ਕੰਪੀਟੀਸ਼ਨ ਸਕੂਲਾਂ ਵਾਲੇ ਕਰਾਏ ਜਾਣ ਤੇ ਰੋਜ਼ ਸਾਨੂੰ ਭੇਜੀ ਜਾਣ। ਅਸੀਂ ਇਹ ਸੋਚ ਕੇ ਥੱਲੇ ਕੰਟੈਂਟ ਭੇਜੀ ਜਾਂਦੇ ਆ ਸਾਰਾ, ਵੀ ਲਓ ਜੀ ਹੁਣ ਆਹ ਕੰਪੀਟੀਸ਼ਨ ਕਰਾ ਲਓ, ਹੁਣ ਆਹ ਕੰਪੀਟੀਸ਼ਨ ਕਰਾ ਲਓ। ਉਹ ਫਿਰ ਮਤਲਬ ਉਹ ਹੁੰਦਾ ਕਿ ਪੰਚਾਂ ਦਾ ਕਿਹਾ ਸਿਰ ਮੱਥੇ ਪਰ ਪਰਨਾਲਾ ਉੱਥੇ ਦਾ ਉੱਥੇ ਕਰਦੇ, ਫਿਰ ਹੇਠਾਂ ਵੀ ਕੁਛ ਨਹੀਂ, ਕਿਉਂਕਿ ਹੋ ਹੀ ਨਹੀਂ ਸਕਦਾ ਹੈਗਾ।
ਫਿਰ ਜਿਹੜੇ ਕੁਝ ਕੁ ਬੰਦੇ ਕਰਦੇ ਨੇ ਬਸ ਉਹੀ ਕਰੀ ਜਾਂਦੇ ਨੇ, ਮਾੜਾ ਮੋਟਾ ਇਧਰੋਂ ਉਧਰੋਂ ਕਰਕੇ ਕਦੇ ਊਂ ਨਾ ਭੇਜਦੇ। ਸਕੂਲ ਲੈਵਲ ਤੇ ਤਾਂ ਕੰਪੀਟੀਸ਼ਨ ਆਪਾਂ ਨੂੰ ਪਤਾ ਕਿ ਹੁੰਦੇ ਹੀ ਨਹੀਂ ਹੈਗੇ। ਸਕੂਲ ਲੈਵਲ ਤਾਂ ਅਸੀਂ ਇੱਕ ਬੱਚਾ ਚੁਣ ਕੇ ਉੱਪਰ ਭੇਜ ਦਿੰਦੇ ਆ, ਅਸੀਂ ਕਹਿ ਦਿੰਦੇ ਹਾਂ ਜੀ ਅੱਜ ਕੰਪੀਟੀਸ਼ਨ ਕਰਾਏ ਗਏ, ਉਹਦੇ ਵਿੱਚੋਂ ਇੰਨੇ ਬੱਚੇ ਨੇ ਭਾਗ ਲਿਆ ਤੇ ਅਸੀਂ ਆਹ ਬੱਚਾ ਤੁਹਾਨੂੰ ਭੇਜਤਾ। ਉੱਥੇ ਸੱਚਮੁੱਚ ਲਗਭਗ ਸਥਿਤੀ ਇਹੀ ਹੈ ਕਿ ਸਾਡੇ ਕੋਲ 1 ਜਾਂ 2 ਬੱਚੇ ਹੁੰਦੇ ਨੇ ਸਕੂਲ ਲੈਵਲ ਤੇ ਜਿਹੜੇ ਅਸੀਂ ਵੈਸੇ ਕੱਢ ਲੈਣੇ ਤੇ ਉਹਨਾਂ ਨਾਂ ਭੇਜ ਦਿੰਦੇ ਆ, ਤੇ ਉੱਪਰੋਂ ਬਲਾਕ ਲੈਵਲ ਤੇ ਵੀ ਫਿਰ ਅਸੀਂ ਤਿਆਰੀਆਂ ਨਹੀਂ ਕਰਾ ਸਕਦੇ ਹੈਗੇ। ਹੁਣ ਅਸਲ ਦੇ ਵਿੱਚ ਇਹ ਚਾਹੀਦਾ, ਜਿਹੜਾ ਮੇਰੀ ਸਮਝ ਹੁਣ ਤੱਕ 27-28 ਸਾਲਾਂ ਦੇ ਵਿੱਚ ਬਣੀ ਹੈ, ਕਿ ਜਿਵੇਂ ਡਿਸਟ੍ਰਿਕਟ ਸਪੋਰਟਸ ਅਫਸਰ, ਬਲਾਕ ਸਪੋਰਟਸ ਅਫਸਰ ਤੇ ਸਟੇਟ ਸਪੋਰਟਸ ਅਫਸਰ ਦੀ ਪੋਸਟ ਹੈ, ਇਸ ਤਰ੍ਹਾਂ ਹੀ ਸਟੇਟ ਲੈਵਲ ਤੇ ਇੱਕ ਆਰਟ ਐਂਡ ਕਲਚਰ ਅਫੀਸਰ ਚਾਹੀਦਾ ਹੈ, ਇੱਕ ਡਿਸਟ੍ਰਿਕਟ ਲੈਵਲ ਤੇ ਆਰਟ ਐਂਡ ਕਲਚਰ ਅਫੀਸਰ ਚਾਹੀਦਾ ਹੈ, ਤੇ ਇੱਕ ਬਲਾਕ ਲੈਵਲ ਤੇ ਆਰਟ ਐਂਡ ਕਲਚਰ ਅਫੀਸਰ ਚਾਹੀਦਾ ਹੈ। ਉਹ ਜਿਹੜਾ ਆਰਟ ਐਂਡ ਕਲਚਰ ਅਫੀਸਰ ਹੈ ਉਹ ਹੋਲੀ ਸੋਲੀ ਇੰਚਾਰਜ ਹੋਵੇ ਇਹਨਾਂ ਐਕਟੀਵਿਟੀਜ਼ ਦਾ, ਉਹ ਬਕਾਇਦਾ ਸਾਲ ਦਾ ਇੱਕ ਕੈਲੰਡਰ ਬਣਾਵੇ ਕਿ ਇਹ ਸਾਲ ਦੇ ਵਿੱਚ ਅਸੀਂ ਇੰਨੇ ਕੰਪੀਟੀਸ਼ਨ ਕਰਾਉਣੇ ਨੇ। ਹਰੇਕ ਕੰਪੀਟੀਸ਼ਨ ਦੀ ਇਨਫੋਰਮੇਸ਼ਨ ਘੱਟੋ ਘੱਟ 1 ਮਹੀਨਾ ਪਹਿਲਾਂ ਸਕੂਲ ਦੇ ਵਿੱਚ ਜਾਵੇ, 1 ਮਹੀਨੇ ਦੇ ਵਿੱਚ ਉੱਤੇ ਫਿਰ ਤਿਆਰੀਆਂ ਹੋਣ। ਉਹ ਬਕਾਇਦਾ ਜਿਹੜਾ ਆਰਟ ਐਂਡ ਕਲਚਰ ਅਫੀਸਰ ਹੈ ਉਹ ਕਿਸੇ ਜਿਹੜੀਆਂ ਵੰਨਗੀਆਂ ਨੇ ਸਾਰੀਆਂ ਇਹਨਾਂ ਦਾ ਮਾਹਰ ਬੰਦਾ ਹੋਵੇ, ਉਹਦਾ ਤਜਰਬਾ ਹੋਵੇ, ਕੋਈ 10 ਸਾਲਾਂ ਦਾ, 15 ਸਾਲਾਂ ਦਾ, 20 ਸਾਲਾਂ ਦਾ, ਉਹਦੀ ਕੋਈ ਰਿਸਰਚ ਹੋਵੇ ਉਸ ਮਾਮਲੇ ਦੇ ਵਿੱਚ, ਉਹਦੀਆਂ ਕੋਈ ਕਿਤਾਬਾਂ ਹੋਣ, ਉਹਦਾ ਕੋਈ ਪ੍ਰੈਕਟੀਕਲ ਕੈਰੀਅਰ ਹੋਵੇ। ਉਹੋ ਜਿਹੇ ਬੰਦੇ ਤੁਹਾਨੂੰ ਬਹੁਤ ਸਾਰੇ ਲੱਭ ਜਾਣਗੇ, ਤੇ ਉਹ ਬੰਦੇ ਬਕਾਇਦਾ ਉਹਨਾਂ ਅਧਿਆਪਕਾਂ ਦੀਆਂ ਵਰਕਸ਼ਾਪਾਂ ਲਾਉਣ। ਜਿਵੇਂ ਹੁਣ 75 ਸਾਲਾ ਸੀ, 75 ਸਾਲਾਂ ਵਾਸਤੇ ਨਾ ਕੋਈ ਫੰਡ ਆਇਆ, ਨਾ ਕੋਈ ਪੱਕੇ ਤੌਰ ਤੇ ਅਫੀਸਰ ਹੈ ਜਿਹੜਾ ਅਪਾਇੰਟ ਕੀਤਾ ਹੋਇਆ ਹੈ। ਅਸੀਂ 15 ਕੰਪੀਟੀਸ਼ਨ ਥੱਲੇ ਡੇਗਤੇ ਕਿ ਲਓ ਜੀ ਕਰਾ ਲਓ ਤੁਸੀਂ। ਹੁਣ ਕਰਾਊਗਾ ਕੌਣ ਤੇ ਕਿਵੇਂ ਕਰਾਊਗਾ? ਕਿਸੇ ਨੂੰ ਪਤਾ ਹੀ ਨਹੀਂ ਕੋਰੀਓਗ੍ਰਾਫੀ ਕੀ ਹੁੰਦੀ ਹੈ, ਕਿਸੇ ਨੂੰ ਪਤਾ ਹੀ ਨਹੀਂ ਸਕਿੱਟ ਕੀ ਹੁੰਦੀ ਹੈ, ਕਿਸੇ ਨੂੰ ਪਤਾ ਹੀ ਨਹੀਂ ਹੈਗਾ ਕਿ ਕਵਿਤਾ ਗਾਇਨ ਤੇ ਕਵਿਤਾ ਉਚਾਰਨ 'ਚ ਕੀ ਫਰਕ ਹੈ, ਕਿ ਦੋਨੇ ਚੀਜ਼ਾਂ ਇਕੱਠੀਆਂ ਵੀ ਹੋ ਸਕਦੀਆਂ ਨੇ। ਕਿਸੇ ਨੂੰ ਇਹ ਨਹੀਂ ਪਤਾ ਕਿ ਕਵਿਤਾ ਗਾਇਨ ਤੇ ਗੀਤ ਦੇ ਮੁਕਾਬਲੇ 'ਚ ਕੀ ਫਰਕ ਹੈ। ਇਹ ਆਪਾਂ ਅਗਲੇ ਦਿਨਾਂ 'ਚ ਹੋਰ ਗੱਲਾਂ ਕਰਾਂਗੇ ਕਿ ਕਵਿਤਾ ਗਾਇਨ, ਬੱਚਾ ਕਵਿਤਾ ਵੀ ਗਾਉਂਦਾ ਤੇ ਗੀਤ ਵੀ ਗਾਉਂਦਾ ਹੈ, ਫਿਰ ਦੋਨਾਂ 'ਚ ਕੀ ਫਰਕ ਹੋਇਆ? ਕਿ ਇੱਕੋ ਹੀ ਨੇ ਕਿ ਅਲੱਗ-ਅਲੱਗ ਚੀਜ਼ਾਂ ਨੇ ਇਹ? ਹੁਣ ਇਹ ਸਾਰੀਆਂ ਚੀਜ਼ਾਂ ਵਾਸਤੇ ਜਿਹੜੇ ਆਰਟ ਐਂਡ ਕਲਚਰ ਅਫੀਸਰ ਨੇ ਉਹ ਅੱਗੇ ਫਿਰ ਵਰਕਸ਼ਾਪਾਂ ਲਾਉਣ, ਉਹੀ ਜੱਜਾਂ ਦੇ ਪੂਲ ਤਿਆਰ ਕਰਨ, ਉਹ ਜਿੱਥੇ ਮੁਕਾਬਲੇ ਕਰਾਉਣੇ ਨੇ ਉਹ ਥਾਵਾਂ ਸਿਲੈਕਟ ਕਰਨ। ਮੰਨ ਲਓ ਹੁਣ ਕੋਰੀਓਗ੍ਰਾਫੀ ਦਾ ਮੁਕਾਬਲਾ ਹੈ, ਅਸੀਂ ਕੀ ਕਰਦਾ, ਕਲਾਸ 'ਚ ਕਰਾਤਾ। ਹੁਣ ਉਹਨੂੰ ਪਤਾ ਹੋਣਾ ਚਾਹੀਦਾ ਜਿਹੜਾ ਆਰਟ ਐਂਡ ਕਲਚਰ ਅਫੀਸਰ ਹੈ ਜਾਂ ਜਿਹੜਾ ਨੋਡਲ ਅਫੀਸਰ ਹੈ, ਜਿਹੜਾ ਇੰਚਾਰਜ ਹੈ, ਵੀ ਇਹਦੇ ਵਾਸਤੇ ਇੱਕ ਸਾਊਂਡ ਵੀ ਚਾਹੀਦਾ ਸਾਨੂੰ, ਇਹਦੇ ਵਿੱਚ ਪੈਨ ਡਰਾਈਵ ਲੱਗ ਜੇ ਜਿਹਦੇ ਨਾਲ ਡਾਟਾ ਕੇਬਲ ਅਟੈਚ ਹੋ ਜੇ, ਇੱਕ ਸਟੇਜ ਵੀ ਚਾਹੀਦੀ ਹੈ ਸਾਨੂੰ, ਪੀਣ ਵਾਸਤੇ ਪਾਣੀ ਵੀ ਸਾਨੂੰ ਚਾਹੀਦਾ ਹੈ, ਬੱਚਿਆਂ ਦੇ ਆਡੀਅנס ਦੇ ਬੈਠਣ ਵਾਸਤੇ ਥਾਂ ਵੀ ਚਾਹੀਦੀ ਹੈ। ਅਸੀਂ ਬੰਦ ਕਮਰਿਆਂ 'ਚ ਕੰਪੀਟੀਸ਼ਨ ਕਰਾ ਦਿੰਦੇ ਹਾਂ। ਬੰਦ ਕਮਰਿਆਂ 'ਚ ਕੰਪੀਟੀਸ਼ਨ ਕਰਾਉਣ ਦਾ ਕੋਈ ਮੀਨਿੰਗ ਨਹੀਂ ਹੈਗਾ। ਮੈਂ ਬਹੁਤ ਹੈਰਾਨ ਹੋਣਾ ਮੈਂ 7-8 ਸਾਲ ਹੈਡ ਦੇ ਤੌਰ ਤੇ ਵੀ ਕੰਮ ਕੀਤਾ। ਸਾਡੇ ਬਹੁਤ ਸਾਰੇ ਸਕੂਲਾਂ ਟੂਰਨਾਮੈਂਟ ਹੁੰਦੇ ਨੇ, ਟੂਰਨਾਮੈਂਟ 'ਚ ਕੀ ਕਰਦੇ ਨੇ, ਗਰਾਊਂਡ 'ਚ ਮੈਚ ਹੋ ਰਿਹਾ ਹੁੰਦਾ, ਕਲਾਸਾਂ ਕਮਰਿਆਂ ਦੇ ਅੰਦਰ ਹੁੰਦੀਆਂ ਨੇ। ਹੈਡ ਨੂੰ ਇਹ ਲੱਗਦਾ ਕਿ ਇਹ ਜਿਹੜਾ ਮੈਚ ਹੈ ਇਹ ਸਾਡੇ ਬੱਚਿਆਂ ਵਾਸਤੇ ਨਹੀਂ ਹੈਗਾ। ਤੁਸੀਂ ਪੜ੍ਹਾ ਹੀ ਨਹੀਂ ਸਕਦੇ ਹੈਗੇ ਜੇ ਬਾਹਰ ਮੈਚ ਚੱਲ ਰਿਹਾ ਤੇ ਕਮਰਿਆਂ 'ਚ ਕਲਾਸਾਂ ਨੇ। ਤੁਸੀਂ ਉਹਨਾਂ ਨੂੰ ਬੰਨ ਕੇ ਤਾਂ ਬਿਠਾ ਸਕਦੇ ਹੋ, ਪਰ ਜਵਾਕਾਂ ਦੀਆਂ ਸੁਰਤੀਆਂ ਤਾਂ ਗਰਾਊਂਡ 'ਚ ਹੁੰਦੀਆਂ ਨੇ। ਹੁਣ ਇਹ ਚਾਹੀਦਾ ਹੈ ਕਿ ਸਾਰੇ ਦਾ ਸਾਰਾ ਸਕੂਲ ਉੱਥੇ ਹੋਵੇ, ਗਰਾਊਂਡ ਦੇ ਵਿੱਚ ਮੈਚ ਚੱਲ ਰਿਹਾ ਹੋਵੇ, ਬੱਚੇ ਦੇਖ ਕੇ ਵੀ ਤਾਂ ਬਹੁਤ ਕੁਝ ਸਿੱਖਦੇ ਨੇ। ਹੁਣ ਸਾਡੇ ਕੀ ਹੁੰਦਾ, ਮਤਲਬ ਜਿਹੜੇ ਸਕੂਲ ਦੇ ਵਿੱਚ ਕੰਪੀਟੀਸ਼ਨ ਹੈ, ਸਕੂਲ ਨੂੰ ਪਤਾ ਹੀ ਨਹੀਂ ਹੁੰਦਾ ਕਿ ਸਕੂਲ 'ਚ ਕੰਪੀਟੀਸ਼ਨ ਹੈ। ਅਸੀਂ ਇੱਕ ਬੰਦ ਕਮਰੇ 'ਚ ਭਾਸ਼ਣ ਕਰਾ ਦਿੰਦੇ ਹਾਂ, ਇੱਕ ਬੰਦ ਕਮਰੇ 'ਚ ਕਵਿਤਾ ਕਰਾ ਦਿੰਦੇ ਹਾਂ, ਇੱਕ ਬੰਦ ਕਮਰੇ 'ਚ ਹੈਰਾਨੀ ਦੀ ਗੱਲ ਹੈ ਕਿ ਸਟੇਜ ਦੀਆਂ ਆਈਟਮਾਂ ਵੀ ਬੰਦ ਕਮਰੇ 'ਚ ਕਰਾ ਦਿੰਦੇ ਹਾਂ। ਚਲੋ ਭਾਸ਼ਣ ਕਵਿਤਾ ਤਾਂ ਮੰਨ ਲਈ ਕਿ ਤਾਂ ਬੰਦ ਕਮਰੇ 'ਚ ਕਰਾ ਲਈ, ਥੋੜੇ ਬੱਚੇ ਹੁੰਦੇ ਨੇ। ਕੋਰੀਓਗ੍ਰਾਫੀ ਜਿਹਦੇ ਵਿੱਚ 10 ਐਕਟਰ ਹੁੰਦੇ ਨੇ ਉਹਨੂੰ ਵੀ ਬੰਦ ਕਮਰੇ 'ਚ ਕਰਾ ਰਹੇ ਹਾਂ। ਅਸੀਂ ਇਹਨਾਂ ਨੂੰ ਫੈਸਟੀਵਲ ਵਾਂਗੂ ਫੈਸਟੀਵਲ ਬਣਾਈਏ। 75 ਸਾਲਾ ਬਹੁਤ ਵੱਡਾ ਇਵੈਂਟ ਹੈ ਜੇ ਅਸੀਂ ਇਸ ਨੂੰ ਮੰਨੀਏ ਤਾਂ। ਫਿਰ 75 ਸਾਲਾ ਜਿਹੜਾ ਇਵੈਂਟ ਹੈ ਇਹਨੂੰ ਯੂਥ ਫੈਸਟੀਵਲ ਵਾਂਗੂ ਕਾਹਤੋਂ ਨਹੀਂ ਕਰਾਇਆ ਹੈਗਾ? ਇਹਦੇ ਵੱਡੇ ਟੈਂਟ ਲੱਗ ਕੇ, ਵੱਡੀਆਂ ਸਟੇਜਾਂ ਲੱਗ ਕੇ ਕਿਉਂ ਨਹੀਂ ਅਸੀਂ ਇਹਨੂੰ ਡਿਸਟ੍ਰਿਕਟ ਲੈਵਲ ਤੇ ਸੈਲੀਬ੍ਰੇਟ ਕੀਤਾ ਹੈਗਾ? ਕਾਹਤੋਂ ਅਸੀਂ ਇਹਨੂੰ ਬੰਦ ਕਮਰੇ 'ਚ ਕਰਾਤਾ? ਸਾਡਾ ਮੈਸੇਜ ਕੀ ਗਿਆ? ਅਸੀਂ ਕੀ ਮੈਸੇਜ ਦੇਣਾ ਚਾਹੁੰਦੇ ਆ? ਅਸੀਂ ਬਸ ਇਕੱਲੇ ਕੰਪੀਟੀਸ਼ਨ ਕਰਾ ਕੇ ਫਸਟ ਸੈਕੰਡ ਕੱਢ ਕੇ ਅੱਗੇ ਭੇਜਦੇ ਬੱਚੇ, ਬਸ ਆਹ ਸਾਡਾ ਮਸਲਾ ਹੱਲ ਹੋ ਗਿਆ। ਪਰਪਸ ਇਹ ਸੀ ਕਿ 75 ਸਾਲਾਂ ਦਾ ਮੈਸੇਜ ਸਕੂਲ ਤੱਕ, ਸਕੂਲ ਦੇ ਬੱਚਿਆਂ ਰਾਹੀਂ ਸਮਾਜ ਤੱਕ ਜਾਵੇ, ਤੇ ਅਸੀਂ ਤਾਂ ਬੰਦ ਕਮਰੇ 'ਚ ਮੁਕਾਬਲੇ ਕਰਾਤੇ। ਸਾਡਾ ਤਾਂ ਮੈਸੇਜ ਕਿਤੇ ਗਿਆ ਹੀ ਨਹੀਂ ਹੈਗਾ। ਅਸੀਂ ਚੀਜ਼ਾਂ ਨੂੰ ਤੁੱਥ-ਮੁੱਥ ਕਰਦੇ ਹਾਂ, ਅਸੀਂ ਚੀਜ਼ਾਂ ਦੀ ਖਾਨਾ ਪੂਰਤੀ ਕਰਦੇ ਹਾਂ। ਬਕਾਇਦਾ ਜਦੋਂ ਸਾਰਾ ਸਾਲ ਕੰਪੀਟੀਸ਼ਨ ਚੱਲਣੇ ਨੇ, ਸਪੋਰਟਸ ਦਾ ਸਾਲ ਦੇ ਵਿੱਚ 2 ਵਾਰੀ ਹੁੰਦੀਆਂ ਨੇ, ਇੱਕ ਸਰਦੀ ਦੀਆਂ ਖੇਡਾਂ ਤੇ ਗਰਮੀ ਦੀਆਂ ਖੇਡਾਂ। ਉਹਦੇ ਵਾਸਤੇ ਤਾਂ ਅਸੀਂ ਸਪੋਰਟਸ ਅਫਸਰ ਲਾ ਰੱਖੇ ਨੇ, ਬਹੁਤ ਵਧੀਆ ਗੱਲ ਹੈ, ਲਾਉਣੇ ਚਾਹੀਦੇ ਨੇ। ਉਹਦੇ ਵਾਸਤੇ ਪੀਟੀਡੀਪੀ ਵੀ ਹੈਗੇ ਨੇ ਸਕੂਲਾਂ ਦੇ ਵਿੱਚ, ਉਹਨਾਂ ਦਾ ਕੰਮ ਵੀ ਸਪੋਰਟਸ ਵਾਲਾ ਹੈ। ਪਰ ਕਲਚਰਲ ਐਕਟੀਵਿਟੀ ਵਾਸਤੇ ਕੀ ਹੈ? ਨਾ ਤਾਂ ਸਕੂਲਾਂ ਦੇ ਵਿੱਚ ਕੋਈ ਸਪੈਸ਼ਲ ਪੋਸਟ ਹੈ, ਨਾ ਬਲਾਕ ਲੈਵਲ ਤੇ ਕੋਈ ਸਪੈਸ਼ਲ ਪੋਸਟ ਹੈ, ਨਾ ਡਿਸਟ੍ਰਿਕਟ ਲੈਵਲ ਤੇ ਸਪੈਸ਼ਲ ਪੋਸਟ ਹੈ, ਨਾ ਸਟੇਟ ਲੈਵਲ ਤੇ ਕੋਈ ਸਪੈਸ਼ਲ ਪੋਸਟ ਹੈ। ਕਿਤੇ ਵੀ ਐਕਸਪਰਟ ਤਾਂ ਹੈ ਹੀ ਨਹੀਂਗਾ। ਇਹਦਾ ਮਤਲਬ ਸਾਰਾ ਸਿਸਟਮ ਰੱਬ ਆਸਰੇ ਚੱਲ ਰਿਹਾ ਹੈ। ਉੱਪਰੋਂ ਥੱਲੇ ਤੱਕ ਭੇਜੀ ਜਾਓ, ਥੱਲੇ ਸਾਰਾ ਕੁਝ ਉੱਪਰੋਂ ਆ ਜਾਂਦਾ ਹੈ। ਨਾ ਕਿਸੇ ਸਕੂਲ ਦੇ ਟੀਚਰ ਨੂੰ ਪਤਾ ਹੈ
ਜਿਹੜੇ ਸਕੂਲ ਦੇ ਵਿੱਚ ਟੀਚਰ ਨੇ ਉਹਨਾਂ ਚੋਂ ਜਿਹੜਾ ਕਲਚਰਲ ਟੇਸਟ ਵਾਲਾ ਟੀਚਰ ਹੈ ਉਹਨੂੰ ਬੁਲਾਓ, ਉਹਦੀਆਂ ਵਰਕਸ਼ਾਪਾਂ ਲਾਓ, ਉਹਨੂੰ ਅਨਰਿਚ ਕਰੋ, ਉਹਨੂੰ ਸਮਾਂ ਦਿਓ, ਉਹਨੂੰ ਔਨ ਡਿਊਟੀਆਂ ਦਿਓ, ਉਹਨੂੰ ਇਨਸੈਂਟਿਵ ਦਿਓ, ਉਸਨੂੰ ਕੋਈ ਉਹਦਾ ਕੋਈ ਇਨਾਮ ਸਨਮਾਨ ਦਿਓ। ਇੱਥੇ ਕੁਝ ਵੀ ਨਹੀਂ ਹੈਗਾ। ਆਮ ਤੌਰ ਤੇ ਕੀ ਹੁੰਦਾ ਹੈ, ਕਈ ਵਾਰੀ ਦਾ ਮਤਲਬ ਇਹ ਹੁੰਦਾ ਕਿ ਤੁਸੀਂ ਭਾਸ਼ਣ ਲੈ ਕੇ ਗਏ ਹੋ, 7 ਬੱਚੇ ਭਾਸ਼ਣ ਦੇ ਨੇ, ਤੁਹਾਡੇ ਕੋਲ ਕਮਰਾ ਛੋਟਾ ਹੈ, ਤੁਸੀਂ ਕਰੋਗੇ ਟੀਚਰ ਸਾਰੇ ਬਾਹਰ ਭੇਜੋ ਜੀ, ਅੰਦਰ ਬੱਚੇ ਇਕੱਲੇ ਹੋਣਗੇ। ਕਿੱਡਾ ਵਾਹੀਆਤ ਗੱਲ ਹੈ ਕਿ ਜਿਹੜੇ ਬੱਚਿਆਂ ਦੇ ਟੀਚਰ ਨਾਲ ਆਏ ਹੋਏ ਨੇ ਉਹਨਾਂ ਨੂੰ ਤੁਸੀਂ ਪਿੱਛੇ ਨਹੀਂ ਬੈਠਣ ਦਿੰਦੇ ਹੈਗੇ। ਉਹ ਕਿਵੇਂ ਅਬਜ਼ਰਵ ਕਰਨਗੇ ਕਿ ਸਾਡੇ ਬੱਚੇ ਨੇ ਕੀ ਬੋਲਿਆ, ਬੱਚਾ ਕਿਵੇਂ ਕੌਨਫੀਡੈਂਸ ਦੇ ਵਿੱਚ ਆਊਗਾ ਜੇ ਟੀਚਰ ਹੀ ਨਹੀਂ ਸਾਹਮਣੇ ਬੈਠਾ ਹੈਗਾ। ਉਹਨਾਂ ਨੂੰ ਕੀ ਪਤਾ ਲੱਗੂਗਾ ਕਿ ਦੂਜੇ ਬੱਚੇ ਨੇ ਕਿਹੋ ਜਿਹਾ ਬੋਲਿਆ, ਤੀਜੇ ਬੱਚੇ ਨੇ ਕਿਹੋ ਜਿਹਾ ਬੋਲਿਆ, ਉਹਨੂੰ ਕੀ ਪਤਾ ਲੱਗੂ ਸਾਰੇ ਬੱਚਿਆਂ ਨੇ ਕਿਹੋ ਜਿਹਾ ਬੋਲਿਆ। ਸੋ ਸਾਨੂੰ ਮਤਲਬ ਅਸੀਂ ਇਹਨਾਂ ਚੀਜ਼ਾਂ ਨੂੰ ਬਹੁਤ ਕੈਜੂਅਲ ਲੈ ਰਹੇ ਹਾਂ। ਅਸੀਂ ਐਡੇ ਵੱਡੇ ਵਿੱਢ ਤਾਂ ਵਿੱਢ ਲੈਨੇ ਆ ਕਿ ਅਸੀਂ ਮਤਲਬ 300 ਦਿਨਾਂ ਦੇ ਵਿੱਚੋਂ 100 ਦਿਨ ਕੰਪੀਟੀਸ਼ਨ ਕਰਾਈ ਜਾਈਏ, ਅਸੀਂ ਮੈਥ ਮੇਲੇ ਲਾ ਦਈਏ, ਅਸੀਂ ਸਾਇੰਸ ਮੇਲੇ ਲਾ ਦਈਏ, ਅਸੀਂ ਭਾਸ਼ਾ ਮੇਲੇ ਲਾ ਦਈਏ। ਉਹਦੇ ਵਾਸਤੇ ਇਨਫਰਾਸਟ੍ਰਕਚਰ ਕੋਈ ਨਹੀਂ, ਉਹਦੇ ਵਾਸਤੇ ਪੈਸਾ ਕੋਈ ਨਹੀਂ, ਉਹਦੇ ਵਾਸਤੇ ਪ੍ਰਬੰਧ ਕੋਈ ਨਹੀਂ, ਉਹਦੇ ਵਾਸਤੇ ਹਿਊਮਨ ਰਿਸੋਰਸਸ ਕੋਈ ਨਹੀਂ, ਉਹਦੇ ਵਾਸਤੇ ਟ੍ਰੇਨਿੰਗ ਕੋਈ ਨਹੀਂ, ਵਰਕਸ਼ਾਪ ਕੋਈ ਨਹੀਂ। ਇਹ ਬਹੁਤ ਪਲੈਨਿੰਗ ਹੋਣੀ ਚਾਹੀਦੀ ਹੈ। ਜਦੋਂ ਇੰਨੀਆਂ ਐਡੇ ਵੱਡੇ ਬਜਟ ਨੇ ਸਰਕਾਰਾਂ ਦੇ, ਅਸੀਂ ਕਹਿੰਦੇ ਹਾਂ ਕਿ ਅਸੀਂ 15% ਬਜਟ ਐਜੂਕੇਸ਼ਨ ਤੇ ਲਾ ਰਹੇ ਹਾਂ, ਤਾਂ ਸਕੂਲਾਂ ਦੇ ਵਿੱਚ ਆਰਟ ਐਂਡ ਕਲਚਰ ਟੀਚਰ ਹੋਣੇ ਚਾਹੀਦੇ ਨੇ, ਬਲਾਕ ਲੈਵਲ ਤੇ ਆਰਟ ਐਂਡ ਕਲਚਰ ਅਫੀਸਰ ਹੋਣੇ ਚਾਹੀਦੇ ਨੇ, ਡਿਸਟ੍ਰਿਕਟ ਲੈਵਲ ਤੇ ਆਰਟ ਐਂਡ ਕਲਚਰ ਅਫੀਸਰ ਹੋਣੇ ਚਾਹੀਦੇ ਨੇ, ਸਟੇਟ ਲੈਵਲ ਤੇ ਹੋਣੇ ਚਾਹੀਦੇ ਨੇ। ਇੱਕ ਪੂਰਾ ਨੈਟਵਰਕ ਬਣੇ, ਇੱਕ ਪੂਰੀ ਟੀਮ ਬਣੇ। ਇਹ ਕੋਈ ਛੋਟੀ ਮੋਟੀ ਗੱਲ ਨਹੀਂ। ਤੁਸੀਂ ਭਵਿੱਖ ਦੇ ਨਾਗਰਿਕ ਤਿਆਰ ਕਰ ਰਹੇ ਹੋ। ਸਕੂਲਾਂ ਦੇ ਮੈਗਜ਼ੀਨ ਕੱਢਣੇ ਨੇ, ਸਕੂਲਾਂ 'ਚ ਐਨੂਅਲ ਫੈਸਟੀਵਲ ਕਰਾਉਣੇ ਨੇ, ਸਕੂਲਾਂ 'ਚ ਕੰਪੀਟੀਸ਼ਨ ਕਰਾਉਣੇ ਨੇ, ਸਕੂਲਾਂ 'ਚ ਮੇਲੇ ਲਾਉਣੇ ਨੇ। ਇਹ ਸਾਰਾ ਇੱਕ ਸਿਲੇਬਸ ਹੈ ਵੱਖਰੀ ਤਰ੍ਹਾਂ ਦਾ, ਇਹ ਸਾਰਾ ਇੱਕ ਯੂਨਿਟ ਹੈ ਵੱਖਰੀ ਤਰ੍ਹਾਂ ਦਾ। ਇਹ ਸਾਰੇ ਕੰਮ ਕਰਨ ਵਾਸਤੇ ਸਕੂਲ ਲੈਵਲ ਤੋਂ ਲੈ ਕੇ ਸਟੇਟ ਲੈਵਲ ਤੱਕ ਹਿਊਮਨ ਟੀਮ ਚਾਹੀਦੀ ਹੈ, ਇੱਕ ਚੇਨ ਚਾਹੀਦੀ ਹੈ, ਇੱਕ ਨੈਟਵਰਕ ਚਾਹੀਦਾ ਹੈ, ਤਾਂ ਕਿ ਸਕੂਲ ਦੇ ਵਿੱਚ ਵੀ ਪੀਟੀਡੀਪੀ ਵਾਂਗੂ ਆਰਟ ਐਂਡ ਕਲਚਰ ਟੀਚਰ ਬੈਠਾ ਹੋਵੇ ਤੇ ਸਟੇਟ ਲੈਵਲ ਤੇ ਵੀ ਇੱਕ ਆਰਟ ਐਂਡ ਕਲਚਰ ਅਫੀਸਰ ਬੈਠਾ ਹੋਵੇ। ਉਹਦਾ ਆਪਸ ਦੇ ਵਿੱਚ ਤਾਲਮੇਲ ਹੋਵੇ ਤੇ ਥੱਲੋਂ ਐ ਪਨੀਰੀ ਤਿਆਰ ਹੋ ਕੇ ਆਵੇ, ਮੇਲੇ ਲੱਗਣ ਬਕਾਇਦਾ, ਫੈਸਟੀਵਲ ਹੋਣ ਬਕਾਇਦਾ, ਤੇ ਅਸੀਂ ਕਾਲਜਾਂ ਨੂੰ, ਯੂਨੀਵਰਸਿਟੀਆਂ ਨੂੰ ਬੱਚੇ ਤਿਆਰ ਕਰਕੇ ਦਈਏ ਕਿ ਆਹ ਲਓ ਸਾਡੇ ਭੰਗੜਾ ਪਾਉਣ ਵਾਲੇ ਬੱਚੇ, ਆਹ ਲਓ ਸਾਡੇ ਥੀਏਟਰ ਵਾਲੇ ਬੱਚੇ, ਆਹ ਲਓ ਸਾਡੇ ਕਵਿਤਾ ਭਾਸ਼ਣ ਵਾਲੇ ਬੱਚੇ, ਅਸੀਂ ਤੁਹਾਨੂੰ ਸੱਚੀ ਮੁੱਚੀ ਪਨੀਰੀ ਕਰਕੇ ਦਿੰਨੇ ਆ। ਤੇ ਸਾਡੇ ਤਾਂ ਜੇ ਆਪਾਂ ਮੰਨ ਲਈਏ ਕਿ 10 ਲੱਖ ਬੱਚਾ ਹੈ, 10 ਲੱਖ ਬੱਚਿਆਂ ਦੇ ਵਿੱਚੋਂ ਅਸੀਂ ਇੱਕ ਸਾਲ ਦੇ ਵਿੱਚ 1000 ਬੱਚਾ ਵੀ ਤਿਆਰ ਨਹੀਂ ਕਰਦੇ ਹੈਗੇ। 10 ਦਾ 10 ਲੱਖ ਬੱਚਾ ਤਿਆਰ ਹੋਣਾ ਚਾਹੀਦਾ ਹੈ। ਮੇਰੀ ਕਵਿਤਾ ਦਾ ਕਿਸੇ ਹੋਰ ਬੱਚੇ ਨੂੰ ਕੋਈ ਫਾਇਦਾ ਨਹੀਂ ਹੈਗਾ। ਜੇ ਕਲਾਸ 40 ਬੱਚੇ ਨੇ, 40 ਦੇ 40 ਬੱਚੇ ਕਿਸੇ ਕਲਚਰਲ ਐਕਟੀਵਿਟੀ 'ਚ ਹੋਣੇ ਚਾਹੀਦੇ ਨੇ। ਕਿਸੇ ਇੱਕ ਬੱਚੇ ਦੀ ਕਲਚਰਲ ਐਕਟੀਵਿਟੀ ਦਾ ਦੂਜੇ ਬੱਚੇ ਨੂੰ ਕੀ ਫਾਇਦਾ ਹੋਊਗਾ। ਪ੍ਰਾਈਵੇਟ ਸਕੂਲ ਵਾਲੇ ਸਾਡੇ ਨਾਲ ਇਸ ਮਾਮਲੇ ਚੰਗੇ ਨੇ। ਉਹ ਜੇ ਇੱਕ ਕਲਾਸ 40 ਬੱਚੇ ਨੇ, 40 ਦੇ 40 ਨੂੰ ਸਟੇਜ ਤੇ ਚੜਾਉਂਦੇ ਨੇ ਉਹ। ਪਰ ਅਸੀਂ ਕੀ ਕਰਦੇ ਆ, ਅਸੀਂ ਸਕੂਲ ਦੇ ਵਿੱਚੋਂ 10-15 ਬੱਚੇ ਸ਼ਿੰਗਾਰੇ ਹੁੰਦੇ ਨੇ। ਸਾਨੂੰ ਪਤਾ ਹੁੰਦਾ ਕਿ ਇਹਨਾਂ 'ਚ ਟੈਲੈਂਟ ਹੈ। ਫਿਰ ਜਿਹੜਾ ਵੀ ਕੰਪੀਟੀਸ਼ਨ ਆਉਂਦਾ ਤੇ ਉਹੀ ਬੱਚਾ ਭੇਜ ਦਿੰਦੇ ਆ, ਕਿਉਂਕਿ ਹੋਰ ਅਸੀਂ ਕਰ ਹੀ ਨਹੀਂ ਸਕਦੇ। ਸਾਡੇ ਕੋਲ ਕਿਹੜਾ ਫੁੱਲ ਫਲੈਜ ਟੀਚਰ ਹੈ, ਸਾਡੇ ਕੋਲ ਕਿਹੜਾ ਨੌਲੇਜ ਹੈ। ਕਿਤੇ ਕੋਈ ਕਵਿਤਾ ਵਾਲਾ ਬੰਦਾ ਬੈਠਾ ਹੈ, ਉਹ ਕਵਿਤਾ ਤਿਆਰ ਕਰਾਉਂਦਾ ਹੈ। ਕਿਤੇ ਕੋਈ ਮੇਰੇ ਵਰਗਾ ਨਾਟਕ ਵਾਲਾ ਬੈਠਾ, ਉਹ ਨਾਟਕ ਤਿਆਰ ਕਰਾਉਂਦਾ ਹੈ। ਕਿਸੇ ਕੋਲੇ ਕੋਈ ਬਾਈ ਦਾ ਵੇ ਭੰਗੜਿਆ ਟੀਚਰ ਬੈਠਾ, ਉਹ ਭੰਗੜਾ ਤਿਆਰ ਕਰਾਉਂਦਾ ਹੈ। ਇਦਾਂ ਅਸੀਂ ਤਾਂ ਸਾਡਾ ਤਾਂ ਕੰਮ ਰੱਬ ਆਸਰੇ ਚੱਲਦਾ ਹੈ ਕਿ ਜਿੱਥੇ ਕੋਈ ਬੈਠਾ ਵਿਚਾਰਾ ਉਹ ਤਿਆਰ ਕਰਾ ਦਿੰਦਾ ਹੈ, ਜਿੱਥੇ ਕੋਈ ਨਹੀਂ ਹੈਗਾ ਉੱਥੇ ਕੋਈ ਤਿਆਰ ਨਹੀਂ ਕਰਦਾ ਹੈਗਾ, ਕੋਈ ਨਹੀਂ ਸੋਚਦਾ ਹੈਗਾ। ਉਹਨਾਂ ਬੱਚਿਆਂ ਨੂੰ ਕਲਚਰਲ ਐਕਟੀਵਿਟੀ ਦੀ ਲੋੜ ਨਹੀਂ। ਕਦੇ ਸਰਵੇ ਕਰਕੇ ਦੇਖਿਓ ਕਿ ਕਿੰਨੇ ਸਕੂਲ ਭਾਗ ਲੈਂਦੇ ਨੇ ਤੁਹਾਡੇ, ਸੱਚੀ ਮੁੱਚੀ ਕਿੰਨੇ ਸਕੂਲ ਭਾਗ ਲੈਂਦੇ ਨੇ। ਇਹ ਠੀਕ ਹੈ ਕਿ ਲੈ ਤਾਂ ਅਸੀਂ ਸਾਰੇ ਲੈ ਆਉਨੇ ਆ, ਮਤਲਬ ਜੇ ਸਾਡੇ ਹਜ਼ਾਰਾਂ ਸਕੂਲ ਭਾਗ ਹੀ ਨਹੀਂ ਲੈਂਦੇ ਹੈਗੇ ਤਾਂ ਉਹਨਾਂ ਸਕੂਲਾਂ ਦੇ ਬੱਚਿਆਂ ਦੀ ਕਲਚਰਲ ਡਿਵੈਲਪਮੈਂਟ ਕਿਵੇਂ ਹੋਊਗੀ। ਇੱਕ ਬਹੁਤ ਵੱਡਾ ਸਵਾਲ ਹੈ। ਇਸ ਸਵਾਲ ਨੂੰ ਵੱਡੇ ਪੱਧਰ ਤੇ ਐਡਰੈਸ ਕਰਨ ਦੀ ਲੋੜ ਹੈ। ਇਹਨੂੰ ਪਾਲਿਸੀ ਮੈਟਰ ਬਣਾਉਣ ਦੀ ਲੋੜ ਹੈ। ਇਹਨੂੰ ਐਜੂਕੇਸ਼ਨ ਪਾਲਿਸੀ ਦਾ ਹਿੱਸਾ ਬਣਾਉਣ ਦੀ ਜ਼ਰੂਰਤ ਹੈ। ਜੀ ਬਿਲਕੁਲ ਸਰ, ਮੈਨੂੰ ਲੱਗਦਾ ਸਾਡੇ ਅਧਿਕਾਰੀ ਸਾਹਿਬਾਨ, ਸਾਡੇ ਅਧਿਆਪਕ ਜਥੇਬੰਦੀਆਂ ਦੇ ਨੁਮਾਇੰਦੇ ਤੇ ਇਹਨਾਂ ਖੇਤਰਾਂ ਦੇ ਵਿੱਚ ਸਰਗਰਮ ਸਾਡੇ ਅਧਿਆਪਕ ਵੀ ਇਹਨਾਂ ਗੱਲਾਂ ਵੱਲ ਜ਼ਰੂਰ ਧਿਆਨ ਦੇਣਗੇ ਤੇ ਇਹਨਾਂ ਮੁਕਾਬਲਿਆਂ ਦੇ ਪ੍ਰਬੰਧਨ ਲਈ ਆਪਣੀ ਆਵਾਜ਼ ਨੂੰ ਬੁਲੰਦ ਕਰਨਗੇ ਤੇ ਅਸੀਂ ਇਸ ਪਾਸੇ ਕੁਝ ਹੋਰ ਚੰਗਾ ਕਰਨ ਦੀ ਆਸ ਨਾਲ ਅੱਗੇ ਵਧਾਂਗੇ। ਤੇ ਹੁਣ ਵੈਸੇ ਬਹੁਤ ਲੰਬੀ ਚਰਚਾ ਅਸੀਂ ਅੱਜ ਕੀਤੀ ਤੇ ਸਾਡੇ ਨਾਲ ਜ਼ੂਮ ਰਾਹੀਂ ਵੀ ਕਾਫੀ ਸਾਥੀ ਜੁੜੇ ਹੋਏ ਨੇ ਤੇ ਬਲਜਿੰਦਰ ਕੌਰ ਮੈਡਮ ਨੂੰ ਅਸੀਂ ਚਾਹਾਂਗੇ ਕਿ ਉਹ ਹੁਣ ਜ਼ੂਮ ਰਾਹੀਂ ਆ ਕੇ ਉਹ ਸਾਰੇ ਸਵਾਲ ਸਾਡੇ ਨਾਲ ਸਾਂਝੇ ਕਰਨ ਜਿਹੜੇ ਫੇਸਬੁੱਕ ਰਾਹੀਂ ਆਏ ਨੇ। ਤੇ ਜਿਹੜੇ ਸਾਥੀ ਜ਼ੂਮ ਰਾਹੀਂ ਸਵਾਲ ਕਰਨਗੇ ਉਹਨਾਂ ਨੂੰ ਇੱਕ ਬੇਨਤੀ ਹੈ ਕਿ ਇੱਕ ਤਾਂ ਕਿਸੇ ਕਿਸਮ ਦਾ ਦੁਹਰਾਓ ਨਾ ਹੋਵੇ, ਜਿਹੜੀਆਂ ਗੱਲਾਂ ਪਹਿਲਾਂ ਹੋ ਚੁੱਕੀਆਂ ਨੇ ਉਹਨਾਂ ਨੂੰ ਦੁਹਰਾਇਆ ਨਾ ਜਾਵੇ। ਤੇ ਦੂਸਰਾ ਇਹ ਕਿ ਜੇਕਰ ਇੱਕ ਸਾਥੀ ਸਵਾਲ ਕਰਦਾ ਤਾਂ ਕਿਰਪਾ ਕਰਕੇ ਉਸਨੂੰ ਵਾਰੀ ਸਿਰੇ ਆਪਾਂ ਸਵਾਲ ਕਰੀਏ। ਸੋ ਜ਼ੂਮ ਵਾਲੇ ਸਾਥੀਆਂ ਦੇ ਵਿੱਚੋਂ ਕਿਸੇ ਦਾ ਕੋਈ ਸਵਾਲ ਹੋਵੇ, ਸਾਡੇ ਐਡਮਿਨ ਸਾਥੀਆਂ ਦੇ ਵਿੱਚੋਂ ਜਾਂ ਹੋਰ ਕੋਈ ਸਾਥੀ ਜੇਕਰ ਜੁੜਿਆ ਤਾਂ ਉਹਨਾਂ ਦੇ ਵਿੱਚੋਂ, ਤਾਂ ਉਹ ਜ਼ਰੂਰ ਆਪਣਾ ਸਵਾਲ ਸਰ ਨਾਲ ਰੱਖਣ।
ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਮੈਮ, ਸਤਿ ਸ਼੍ਰੀ ਅਕਾਲ। ਸਰ ਸਰਬਜੀਤ ਕੌਰ ਭੁੱਲਰ ਜੀ ਦਾ ਸਵਾਲ ਹੈ ਕਿ ਮੋਨੋ ਐਕਟਿੰਗ ਵਿੱਚ ਕਿੰਨੇ ਪਾਤਰ ਰੋਲ ਕਰ ਸਕਦੇ ਹਨ? ਜੀ ਮੋਨੋ ਐਕਟਿੰਗ ਦੇ ਵਿੱਚ ਕੋਈ ਬੰਦਿਸ਼ ਨਹੀਂ ਹੁੰਦੀ, ਸਗੋਂ ਇਹ ਸਮਰੱਥਾ ਹੈ ਉਹਦੀ, ਤੇ ਇਹੀ ਜਜਮੈਂਟ ਦਾ ਆਧਾਰ ਵੀ ਹੁੰਦੀ ਹੈ ਕਿ ਉਹਦੀ ਮੋਨੋ ਐਕਟਿੰਗ ਦੇ ਵਿੱਚ ਉਹਨੇ ਵੱਧ ਤੋਂ ਵੱਧ ਕਿੰਨੇ ਪਾਤਰਾਂ ਨੂੰ ਲਿਆਂਦਾ ਤੇ ਕਿੰਨੇ ਪਾਤਰਾਂ ਨੂੰ ਐਸਟੈਬਲਿਸ਼ ਕਰਦਾ। ਮੰਨ ਲਓ 10 ਪਾਤਰ ਲੈ ਆਉਂਦਾ ਹੈ, 10 ਪਾਤਰਾਂ ਦੇ ਵਿੱਚੋਂ 2-3 ਪਾਤਰਾਂ ਨੂੰ ਤਾਂ ਉਹ ਵਧੀਆ ਤਰੀਕੇ ਨਾਲ ਐਸਟੈਬਲਿਸ਼ ਕਰਦਾ ਹੈ, ਆਡੀਅנס ਨੂੰ ਲੱਗਦਾ ਵੀ ਹਾਂ ਅਮਲੀ ਹੈ ਇਹ, ਆਡੀਅנס ਨੂੰ ਲੱਗਦਾ ਹੈ ਹਾਂ ਇਹ ਬਜ਼ੁਰਗ ਹੈ, ਆਡੀਅנס ਨੂੰ ਲੱਗਦਾ ਇਹ ਬੱਚਾ ਹੈ। ਬਾਕੀ 4 ਪਾਤਰਾਂ ਦੀਆਂ ਆਵਾਜ਼ਾਂ ਰਲਗੜ ਹੋ ਜਾਂਦੀਆਂ ਨੇ ਆਪਸ ਦੇ ਵਿੱਚ, ਉਹਨੂੰ ਆਡੀਅנס ਨੂੰ ਪਤਾ ਹੀ ਨਹੀਂ ਲੱਗਦਾ ਕਿ ਹੁਣ ਕਿਹੜਾ ਪਾਤਰ ਬੋਲੀ ਜਾਂਦਾ, ਕਿਉਂਕਿ ਐਕਟਰ ਤਾਂ ਇੱਕੋ ਹੀ ਹੈ। ਉਹਨੇ ਮਤਲਬ ਇਹ ਕਰਨਾ ਹੁੰਦਾ ਹੈ ਕਿ ਥਾਵਾਂ ਬਦਲ ਲੈਣੀਆਂ ਹੁੰਦੀਆਂ ਨੇ। ਮੰਨ ਲਓ ਉਹਨੇ ਚੂੜੀਆਂ ਵੇਚਣ ਵਾਲਾ ਦਾ ਰੋਲ ਕਰਨਾ ਹੈ, ਉਹ ਇੱਕ ਥਾਂ ਤੇ ਬੈਠਾ ਹੈ, ਉੱਥੇ ਉਹ ਚੂੜੀਆਂ ਵੇਚਣ ਵਾਲਾ ਹੈ। ਜਦੋਂ ਉਹ ਕਿਸੇ ਚੂੜੀਆਂ ਚੜਾਉਣ ਵਾਲੀ ਔਰਤ ਦੀ ਐਕਟਿੰਗ ਕਰੂਗਾ ਤਾਂ ਉਹ ਆਪਣਾ ਥਾਂ ਬਦਲੂਗਾ, ਥਾਂ ਬਦਲ ਕੇ ਇੱਕ ਹੋਰ ਥਾਂ ਤੇ ਬੈਠੂਗਾ ਤਾਂ ਕਿ ਆਡੀਅנס ਨੂੰ ਪਤਾ ਲੱਗ ਜਾਏ ਕਿ ਕਰੈਕਟਰ ਚੇਂਜ ਹੋ ਗਿਆ ਹੁਣ। ਉੱਥੇ ਫਿਰ ਉਹ ਆਵਾਜ਼ ਵੀ ਚੇਂਜ ਕਰੂਗਾ, ਆਪਣੀ ਐਕਟਿੰਗ ਵੀ ਚੇਂਜ ਕਰੂਗਾ। ਸੋ ਇੱਕ ਸਟੋਰੀ, ਇੱਕ ਥੀਮ ਹੁੰਦਾ ਇਹਦੇ ਵਿੱਚ, ਉਹ ਥੀਮ ਦੇ ਮੁਤਾਬਕ ਸਟੋਰੀ ਬਣਾਈ ਹੁੰਦੀ ਹੈ, ਉਹਦੇ ਮੁਤਾਬਕ ਫਿਰ ਉਹ ਐਕਟਰ, ਉਹ ਪਾਤਰ ਉਹਦੇ ਵਿੱਚ ਆਈ ਜਾਂਦੇ ਨੇ ਤੇ ਉਹਨਾਂ ਪਾਤਰਾਂ ਦੀ ਉਹ ਐਕਟਿੰਗ ਕਰੀ ਜਾਂਦਾ ਹੈ, ਥਾਂ ਬਦਲ ਕੇ ਇੱਧਰੋਂ ਇੱਧਰ, ਇੱਧਰੋਂ ਇੱਧਰ। 3-4 ਸਪੌਟ ਉਹਨੇ ਬਣਾਏ ਹੁੰਦੇ ਨੇ, ਉਹ 3-4 ਸਪੌਟ ਤੇ ਬਦਲ ਕੇ ਉਹਨਾਂ ਪਾਤਰਾਂ ਦੀ ਐਕਟਿੰਗ ਕਰੀ ਜਾਂਦਾ। ਤੇ ਵਧੀਆ ਐਕਟਰ ਉਹ ਹੁੰਦਾ ਹੈ ਜਿਹੜਾ ਸਾਰੇ ਕਰੈਕਟਰਾਂ ਨੂੰ ਤੇ ਆਪਣੀ ਕਹਾਣੀ ਨੂੰ, ਆਪਣੇ ਥੀਮ ਨੂੰ ਆਡੀਅנס ਤੱਕ ਬਿਹਤਰ ਤਰੀਕੇ ਨਾਲ ਲੈ ਜਾਏ। ਬਹੁਤ ਬਹੁਤ ਸ਼ੁਕਰੀਆ ਸਰ। ਸਰ ਦੂਸਰਾ ਸਵਾਲ ਹੈ ਜੀ ਕੁਲਦੀਪ ਸਿੰਘ ਦਾਤੇਵਾਲ ਸਰ ਜੀ ਦਾ। ਇਹਨਾਂ ਦਾ ਹੈਗਾ ਸਵਾਲ ਕਿ ਇਹ ਜ਼ਰੂਰੀ ਹੈ ਕਿ ਸਾਰੀ ਸਕਿੱਟ ਹਾਸਰਸ ਹੋਵੇ? ਦੇਖੋ, ਸਕਿੱਟ ਦੀ ਵੰਨਗੀ, ਸਕਿੱਟ ਦਾ ਮਤਲਬ ਹੀ ਹਾਸਰਸੀ ਹੈ। ਇਹ ਤੇ ਬੜੀ ਡਿਬੇਟ ਹੋਈ ਇਸ ਮਸਲੇ ਤੇ। ਜਦੋਂ ਸਕਿੱਟ ਨੂੰ ਤੁਸੀਂ ਹਾਸਰਸ ਚੋਂ ਬਾਹਰ ਕੱਢ ਦੋਗੇ ਨਾ, ਫਿਰ ਉਹ ਸਿੰਪਲ ਨਾਟਕ ਬਣ ਜਾਂਦਾ ਹੈ, ਫਿਰ ਉਹ ਸਕਿੱਟ ਰਹਿੰਦੀ ਨਹੀਂ ਹੈਗੀ। ਸੋ ਸਕਿੱਟ ਦੀ ਪਰਿਭਾਸ਼ਾ ਜੀ ਸ਼ਾਮਲ ਹੈ, ਸਕਿੱਟ ਦੀ ਡੈਫੀਨੇਸ਼ਨ ਦੇ ਵਿੱਚ ਸ਼ਾਮਲ ਹੈ, ਜਿਹਦੇ ਵਿੱਚ ਅਸੀਂ ਕਿਸੇ ਥੀਮ ਨੂੰ ਹਾਸਰਸੀ ਤਰੀਕੇ ਨਾਲ ਪੇਸ਼ ਕਰਨਾ ਹੁੰਦਾ ਹੈ। ਉਹਦੇ ਵਿੱਚ ਕੋਈ ਉਪਦੇਸ਼ ਨਹੀਂ ਦੇਣਾ ਹੁੰਦਾ, ਆਪਾਂ ਕੋਈ ਉਹਦੇ ਵਿੱਚ ਸਿੱਖਿਆ ਨਹੀਂ ਦੇਣੀ ਹੁੰਦੀ ਹੈਗੀ। ਇੱਕ ਕਰਪਟ ਬੰਦੇ ਨੂੰ ਸਟੇਜ ਤੇ ਪੇਸ਼ ਕਰਨਾ ਵੀ ਸਿੱਖਿਆ ਹੁੰਦੀ ਹੈ ਆਪਣੇ ਆਪ ਦੇ ਵਿੱਚ। ਇਹ ਨਹੀਂ ਕਿ ਜੇ ਕੋਈ ਆ ਕੇ ਬੰਦਾ ਉਪਦੇਸ਼ ਦੇਊਗਾ ਵੀ ਹਾਂ ਕਰਪਸ਼ਨ ਕਰਨੀ ਬਹੁਤ ਮਾੜੀ ਗੱਲ ਹੈ ਤਾਂ ਹੀ ਆਪਾਂ ਨੂੰ ਸਮਝ ਆਊਗੀ। ਜੇ ਕਰਪਟ ਬੰਦੇ ਨੂੰ ਐਂਡ ਤੇ ਪੁਲਿਸ ਵਾਲਾ ਗ੍ਰਿਫਤਾਰ ਕਰਕੇ ਲੈ ਜਾਂਦਾ ਹੈ ਤਾਂ ਇਹ ਵੀ ਆਪਣੇ ਆਪ ਦੇ ਵਿੱਚ ਸਿੱਖਿਆ ਹੈ ਜਿਹੜੀ ਹਾਸਰਸੀ ਤਰੀਕੇ ਨਾਲ ਉਹਨਾਂ ਨੇ ਦਿੱਤੀ ਹੈ। ਸੋ ਇਹਦਾ ਸਕਿੱਟ ਦਾ ਜ਼ਰੂਰੀ ਹੈ ਕਿ ਇਹ 'ਚ ਹਾਸਰਸੀ ਹੋਵੇ ਤੇ ਹਾਸਰਸ ਤਰੀਕੇ ਨਾਲ ਤੁਸੀਂ ਬਹੁਤ ਗੰਭੀਰ ਗੱਲਾਂ ਕਹਿ ਸਕਦੇ ਹੋ। ਮੇਰੇ ਲਗਭਗ 5 ਨਾਟਕ ਨੇ ਜਿਹੜੇ ਇਕੱਲੇ ਹਾਸਰਸੀ ਨਾਟਕ ਨੇ, ਜਿਹੜੇ ਮਤਲਬ ਹਾਸਰਸੀ ਨਾਟਕਾਂ ਦੇ ਮੁਕਾਬਲੇ ਚੋਂ ਫਸਟ ਆਏ ਹੋਏ ਨੇ। ਸੋ ਜਿਹੜਾ ਹਾਸਰਸੀ ਨਾਟਕ ਹੈ ਉਹ ਲਗਭਗ 35-40 ਮਿੰਟ ਦੀ ਸਕ੍ਰਿਪਟ ਹੁੰਦਾ, 30-35 ਮਿੰਟ ਦੀ ਹੁੰਦਾ ਹੈ। ਜਿਹੜਾ ਹਾਸਰਸੀ ਸਕਿੱਟ ਹੈ ਉਹ 10-12 ਮਿੰਟ ਦੀ ਹੁੰਦੀ ਹੈ। 10-12 ਮਿੰਟਾਂ ਦੇ ਵਿੱਚ ਕਿਸੇ ਥੀਮ ਨੂੰ ਹਾਸ ਵਿਅੰਗ ਤਰੀਕੇ ਨਾਲ ਤੁਸੀਂ ਪੇਸ਼ ਕਰਨਾ ਹੁੰਦਾ ਹੈ। ਸਰ ਇੱਕ ਸਵਾਲ ਹੋਰ ਹੈ ਸਰਬਜੀਤ ਕੌਰ ਭੁੱਲਰ ਦਾ, ਵੀ ਕੀ ਮੋਨੋ ਐਕਟਿੰਗ ਵਿੱਚ ਐਕਟਰ ਦੱਸੇਗਾ ਕਿ ਉਹ ਕਿਸ ਦੀ ਐਕਟਿੰਗ ਕਰ ਰਿਹਾ? ਜਿਵੇਂ ਕਿ ਕੀ ਉਹ ਦੱਸੇਗਾ ਵੀ ਉਹ ਡਰਾਈਵਰ ਹੈ ਜਾਂ ਕੰਡਕਟਰ ਹੈ ਜਾਂ ਉਹ ਸਵਾਰੀ ਦਾ ਰੋਲ ਕਰ ਰਿਹਾ? ਦੱਸੇਗਾ ਨਹੀਂ ਜੀ, ਉਹ ਆਪਣੇ ਆਪ ਹੀ ਜਦੋਂ ਐਕਟਰ ਆਈ ਜਾਣਗੇ ਆਡੀਅנס ਆਪਣੇ ਆਪ ਸਮਝੀ ਜਾਊਗੀ। ਜਿਵੇਂ ਮੰਨ ਲਓ ਬੱਸ ਕੰਡਕਟਰ ਦੀ ਮੈਂ ਪਹਿਲਾਂ ਵੀ ਉਦਾਹਰਨ ਦਿੱਤੀ ਹੈ। ਬੱਸ ਕੰਡਕਟਰ ਕਹਿ ਰਿਹਾ ਵੀ ਚਲੋ ਵੀ ਦਿੱਲੀ ਵਾਲੇ, ਕੁਰੂਕਸ਼ੇਤਰ ਵਾਲੇ, ਰੋਹਤਕ ਵਾਲੇ ਆਜੋ, ਬਹਿ ਜਾਓ, ਗੱਡੀ ਚੱਲੀ ਅੱਧੇ ਘੰਟੇ ਤੱਕ। ਉਦੋਂ ਬਾਅਦ ਇੱਕ ਸਵਾਰੀ ਆਉਂਦੀ ਹੈ ਵੀ ਪੁੱਤ ਇਹ ਗੱਡੀ ਫਲਾਣੀ ਥਾਂ ਤੇ ਰੁਕੂਗੀ। ਉਹਨਾਂ ਨੂੰ ਦੱਸਣਾ ਨਹੀਂ ਕਿ ਇੱਥੇ ਔਰਤ ਆ ਗਈ, ਜਦੋਂ ਬੋਲੂਗਾ ਤਾਂ ਉਹਨੂੰ ਆਪਣੇ ਆਪ ਹੀ ਆਡੀਅנס ਨੂੰ ਪਤਾ ਲੱਗ ਜਾਊਗਾ ਕਿ ਇੱਕ ਔਰਤ ਆ ਗਈ ਜਿਹੜੀ ਸਵਾਰੀ ਹੈ। ਕੋਈ ਹੋਰ ਸਵਾਰੀ ਚੜ ਗਈ, ਕੋਈ ਹੋਰ ਸਵਾਰੀ ਆ ਗਈ, ਕੋਈ ਡਰਾਈਵਰ ਬੋਲਣ ਲੱਗ ਗਿਆ ਤਾਂ ਉਹਨੇ ਮਤਲਬ ਐ ਨਹੀਂ ਦੱਸਣਾ ਕੋਈ ਕਰੈਕਟਰ ਆ ਗਿਆ, ਉਹ ਆਪਦੇ ਆਪ ਹੀ ਆਈ ਜਾਣਗੇ। ਕਰੈਕਟਰ ਇੱਕ ਸਟੋਰੀ ਚੱਲਦੀ ਰਹੂਗੀ ਤੇ ਉਹ ਸਟੋਰੀ ਦੇ ਮੁਤਾਬਕ ਆਡੀਅנס ਆਪਣੇ ਆਪ ਹੀ ਸਮਝੀ ਜਾਊਗਾ। ਨਾਟਕ ਦੇ ਵਿੱਚ ਵੀ ਇਹੀ ਹੁੰਦਾ ਹੈ। ਨਾਟਕ ਦੇ ਵਿੱਚ ਕੋਈ ਬੰਦਾ ਦੱਸਦਾ ਨਹੀਂ ਹੈਗਾ ਕਿ ਹੁਣ ਅਮਲੀ ਆਊਗਾ, ਅਮਲੀ ਆ ਰਿਹਾ ਹੈ, ਅਮਲੀ ਆ ਕੇ ਆਪਣਾ ਰੋਲ ਬੋਲ ਰਿਹਾ। ਉਹਦੇ ਵਿੱਚ ਅਮਲੀ ਵੱਖਰਾ ਨਹੀਂ ਆ ਰਿਹਾ, ਉਹਨੇ ਆਪਣੇ ਅੰਦਰੋਂ ਹੀ ਅਮਲੀ ਕੱਢਣਾ ਹੈ। ਉਸ ਐਕਟਰ ਨੇ ਹੀ ਅਮਲੀ ਬਣਨਾ ਆਪ ਹੀ। ਅਮਲੀ ਤੋਂ ਬਾਅਦ ਉਸਨੇ ਮੰਨ ਲਓ ਕਿਨਰ ਬਣ ਜਾਣਾ ਹੈ, ਕਿਨਰ ਤੋਂ ਬਾਅਦ ਮੰਨ ਲਓ ਉਸਨੇ ਬਜ਼ੁਰਗ ਬਣ ਜਾਣਾ ਹੈ, ਬਜ਼ੁਰਗ ਤੋਂ ਬਾਅਦ ਮੰਨ ਲਓ ਉਸਨੇ ਬੱਚਾ ਬਣ ਜਾਣਾ ਹੈ, ਉਸਨੇ ਕਿਸਾਨ ਬਣ ਜਾਣਾ ਹੈ, ਉਸਨੇ ਪੁਲਿਸ ਇੰਸਪੈਕਟਰ ਬਣ ਜਾਣਾ ਹੈ, ਉਸਨੇ ਸਿਪਾਹੀ ਬਣ ਜਾਣਾ ਹੈ, ਉਸਨੇ ਫੌਜੀ ਬਣ ਜਾਣਾ ਹੈ। ਉਹ ਸਾਰੇ ਰੋਲ ਉਹਨੇ ਕਰੀ ਜਾਣਾ, ਆਡੀਅנס ਨੇ ਸਮਝੀ ਜਾਣਾ। ਬਸ ਸਪੈਸ਼ਲ ਦੱਸੂਗਾ ਨਹੀਂ, ਮੈਂਸ਼ਨ ਨਹੀਂ ਕਰੂਗਾ। ਸਰ ਫੇਸਬੁੱਕ ਤੇ ਤਾਂ ਇੰਨੇ ਕੀ ਸੀਗੇ ਜੀ ਪ੍ਰਸ਼ਨ। ਬਹੁਤ ਬਹੁਤ ਸ਼ੁਕਰੀਆ ਸਰ। ਥੈਂਕ ਯੂ।
ਸਾਡੇ ਨਾਲ ਇਸ ਸਮੇਂ ਜੁੜੇ ਹੋਏ ਨੇ ਗੁਰਜੰਟ ਚਾਲ ਜੀ, ਮਨਜਿੰਦਰ ਮੈਡਮ ਮੇਰੇ ਨਾਲ ਸੰਚਾਲਕ ਦੇ ਤੌਰ ਤੇ ਇਸ ਤੋਂ ਇਲਾਵਾ ਸਾਡੇ ਨਾਲ ਦਲਜੀਤ ਚਾਨਾ ਜੀ ਜੁੜੇ ਹੋਏ ਨੇ, ਸਾਡੇ ਸਿਰਜਣਾਤਮਕ ਸਿੱਖਿਆ ਸੰਸਾਰ ਗਰੁੱਪ ਦੇ ਵੀ ਕਾਫੀ ਅੱਛੇ ਤੇ ਐਕਟਿਵ ਮੈਂਬਰ ਨੇ। ਡਾਕਟਰ ਵਿਨੋਦ ਮਿੱਤਲ ਜੁੜੇ ਹੋਏ ਨੇ ਮਾਨਸਾ ਤੋਂ, ਉਹ ਬਹੁਤ ਅੱਛੇ ਅਧਿਆਪਕ ਨੇ। ਤੇ ਇਸ ਤੋਂ ਇਲਾਵਾ ਸਾਡੇ ਨਾਲ ਪੰਜਾਬੀ ਲੋਕਧਾਰਾ ਨਾਲ ਜੁੜੇ ਹੋਏ ਮੈਡਮ ਗੁਰਮੇਲ ਜੋਸ਼ੀ ਜੀ ਨੇ, ਜਿਨ੍ਹਾਂ ਨੇ ਪੰਜਾਬੀ ਲੋਕਧਾਰਾ ਬਾਰੇ ਕਾਫੀ ਕੁਛ ਲਿਖਿਆ ਵੀ ਹੈ, ਕਾਫੀ ਕੁਛ ਇਕੱਠਾ ਵੀ ਕੀਤਾ ਹੈ, ਕਾਫੀ ਸਾਰੀਆਂ ਕਿਤਾਬਾਂ ਉਹਨਾਂ ਦੀਆਂ ਆਈਆਂ ਹੋਈਆਂ ਨੇ। ਤੇ ਸਾਡੇ ਐਡਮਿਨ ਮੈਡਮ ਮਨਦੀਪ ਰਿੰਪੀ ਜੁੜੇ ਹੋਏ ਨੇ। ਸੋ ਇਹਨਾਂ ਸਾਰਿਆਂ ਦੇ ਵਿੱਚੋਂ ਜੇਕਰ ਕਿਸੇ ਦੇ ਮਨ ਦੇ ਵਿੱਚ ਕੋਈ ਸਵਾਲ ਹੋਵੇ ਤਾਂ ਤੁਸੀਂ ਜ਼ਰੂਰ ਰੱਖ ਸਕਦੇ ਹੋ। ਤੇ ਜਦੋਂ ਤੱਕ ਇਹ ਸਾਥੀ ਆਪਣਾ ਸਵਾਲ ਰੱਖਦੇ ਨੇ, ਇੱਕ ਸਵਾਲ ਸਰ ਮੇਰੇ ਮਨ ਦੇ ਵਿੱਚ ਆਇਆ ਕਿ ਇਹ ਅੱਜ ਆਪਾਂ ਜਿਹੜੇ ਮੁਕਾਬਲਿਆਂ ਬਾਰੇ ਗੱਲ ਕੀਤੀ ਹੈ, ਥੀਏਟਰੀਕਲ ਮੁਕਾਬਲੇ ਨੇ ਇਹ ਸਾਰੇ, ਤਾਂ ਕੀ ਇਹਨਾਂ ਦੇ ਵਿੱਚ ਕੁਝ ਚੀਜ਼ਾਂ ਅਜਿਹੀਆਂ ਵੀ ਹੁੰਦੀਆਂ ਨੇ ਜਿਨ੍ਹਾਂ ਬਾਰੇ ਨੈਗੇਟਿਵ ਮਾਰਕਿੰਗ ਜੱਜਮੈਂਟ ਪੈਨਲ ਵੱਲੋਂ ਹੋ ਸਕਦੀ ਹੈ? ਜੀ ਬਿਲਕੁਲ, ਜੱਜਮੈਂਟ ਦੇ ਐਂਗਲ ਤੋਂ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ। ਨੰਬਰ 1 ਤਾਂ ਅਸੀਂ ਕੁਝ ਚੀਜ਼ਾਂ ਨੂੰ ਡਿਸਕੁਆਲੀਫਾਈ ਕਰਦੇ ਹਾਂ ਜੀ, ਜਦੋਂ ਜੱਜਮੈਂਟ ਦੇ ਐਂਗਲ ਤੋਂ, ਜਿਹੜਾ ਬਹੁਤ ਮਹੱਤਵਪੂਰਨ ਨੁਕਤਾ ਹੈ। ਡਿਸਕੁਆਲੀਫਾਈ 2-3 ਮੇਜਰ ਚੀਜ਼ਾਂ ਹੁੰਦੀਆਂ ਨੇ। ਇੱਕ ਤਾਂ ਕੋਈ ਆਈਟਮ ਆਪਣਾ ਸਮਾਂ ਨਾ ਪੂਰਾ ਕਰੇ ਜੀ, ਤਾਂ ਉਹਨੂੰ ਕੰਪੀਟੀਸ਼ਨ ਚੋਂ ਬਾਹਰ ਕੱਢ ਦਿੱਤਾ ਜਾਂਦਾ ਹੈ, ਉਹ ਸਿੱਧੇ ਤੌਰ ਤੇ ਡਿਸਕੁਆਲੀਫਾਈ ਹੈ। ਦੂਜੇ ਤੌਰ ਤੇ ਜਿਵੇਂ ਅਸੀਂ ਕਹਿੰਦੇ ਹਾਂ ਕਿ ਇੱਕ ਵੰਨਗੀ ਦੀ ਇੱਕ ਸਭ ਤੋਂ ਮਹੱਤਵਪੂਰਨ ਗੱਲ ਹੁੰਦੀ ਹੈ ਕਿ ਤੁਸੀਂ ਕੋਰੀਓਗ੍ਰਾਫੀ ਦਾ ਤੇ ਸਕਿੱਟ ਪੇਸ਼ ਕਰ ਦੋ, ਸਕਿੱਟ ਦੀ ਤੇ ਕੋਰੀਓਗ੍ਰਾਫੀ ਪੇਸ਼ ਕਰ ਦੋ, ਤਾਂ ਉਹ ਆਈਟਮ ਡਿਸਕੁਆਲੀਫਾਈ ਹੋ ਜਾਂਦੀ ਹੈ। ਆਪਾਂ ਇਹ ਕਹਿ ਸਕਦੇ ਹਾਂ ਕਿ ਇਹ ਤਾਂ ਨਾਟਕ ਹੀ ਨਹੀਂ ਹੈਗਾ ਜੀ, ਇਹ ਤਾਂ ਸਕਿੱਟ ਹੀ ਨਹੀਂ ਹੈਗੀ ਜੀ, ਇਹ ਤਾਂ ਕੋਰੀਓਗ੍ਰਾਫੀ ਬਣਦੀ ਨਹੀਂ ਹੈਗੀ ਜੀ। ਜਾਂ ਤੀਜੇ ਨੰਬਰ ਤੇ ਕੋਈ ਬਹੁਤ ਆਬਜੈਕਸ਼ਨੇਬਲ ਮਟੀਰੀਅਲ ਉਹਦੇ ਵਿੱਚ ਆ ਜੇ, ਉਹ ਜੇ ਲੱਚਰਤਾ ਬਹੁਤ ਜ਼ਿਆਦਾ ਆ ਜੇ, ਕੋਈ ਹਜੇ ਬਹੁਤ ਕ੍ਰਿਟੀਕਲ ਕਮੈਂਟ ਉਹਦੇ ਵਿੱਚ ਆ ਜਾਣ ਜਿਹੜੇ ਮਤਲਬ ਤੁਹਾਡੇ ਰੂਲਸ ਨੂੰ ਜਾਂ ਤੁਹਾਡੀ ਸੁਸਾਇਟੀ ਨੂੰ ਉਵੇਂ ਬਰਦਾਸ਼ਤ ਨਾ ਹੋਣ, ਤਾਂ ਉਸ ਆਈਟਮ ਨੂੰ ਵੀ ਡਿਸਕੁਆਲੀਫਾਈ ਕੀਤਾ ਜਾ ਸਕਦਾ। ਇਹ 3 ਆਧਾਰ ਤਾਂ ਹੁੰਦੇ ਨੇ ਡਿਸਕੁਆਲੀਫਾਈ ਦੇ। ਜਿਹੜੇ ਨੈਗੇਟਿਵ ਰਿਮਾਰਕਸ ਹੁੰਦੇ ਨੇ, ਇਹ ਵੀ ਜੱਜਮੈਂਟ ਦਾ ਇੱਕ ਹਿੱਸਾ ਹੁੰਦੇ ਨੇ। ਜੱਜਮੈਂਟ ਕਰਨ ਵੇਲੇ ਤੁਸੀਂ ਨਾਲ ਬਹੁਤ ਗੱਲਾਂ ਨੋਟ ਕਰਨੀਆਂ ਹੁੰਦੀਆਂ ਨੇ। ਜਿਵੇਂ ਮੰਨ ਲਓ ਤੁਸੀਂ ਥੀਏਟਰੀਕਲ ਆਈਟਮਾਂ ਦੇ ਵਿੱਚ ਪਾਤਰ ਦੇ ਬੋਲਣ ਦਾ ਫਲੋ ਦੇਖਣਾ ਹੁੰਦਾ ਹੈ ਕਿ ਪਾਤਰ ਕਿਤਾਬੀ ਭਾਸ਼ਾ ਬੋਲ ਰਿਹਾ ਹੈ ਜਾਂ ਸੁਭਾਵਿਕ ਭਾਸ਼ਾ ਬੋਲ ਰਿਹਾ ਹੈ, ਤਾਂ ਉੱਥੇ ਅਸੀਂ ਫਿਰ ਰਿਮਾਰਕਸ ਦਿੰਦੇ ਹਾਂ ਕਿ ਇਹਦਾ ਫਲੋ ਨਹੀਂ ਸੀ ਇਸ ਪਾਤਰ ਦਾ, ਇਹਦਾ ਮਤਲਬ ਉਹਦਾ ਨੈਗੇਟਿਵ ਰਿਮਾਰਕਸ ਹੈ। ਇਸ ਤਰ੍ਹਾਂ ਹੀ ਕਿਸੇ ਪਾਤਰ ਜਿਹੜਾ ਰੋਲ ਕਰ ਰਿਹਾ ਹੈ, ਉਹਦਾ ਪਹਿਰਾਵਾ ਉਹਦੇ ਮੁਤਾਬਿਕ ਠੀਕ ਨਹੀਂ ਪਾਇਆ ਹੋਇਆ, ਉਸਨੇ ਉਹ ਲੱਗਦਾ ਨਹੀਂ ਹੈਗਾ ਕਿ ਉਹਦਾ ਵੀ ਉੱਥੇ ਨੈਗੇਟਿਵ ਰਿਮਾਰਕਸ ਹੋ ਜਾਊਗਾ। ਇਸ ਤਰ੍ਹਾਂ ਹੀ ਮੰਨ ਲਓ ਉਹ ਬੋਲਦਾ ਡਾਇਲਾਗ ਸਕਿਪ ਕਰ ਗਿਆ, ਥੋੜਾ ਬਹੁਤ ਭੁੱਲ ਗਿਆ, ਤਾਂ ਉਹ ਵੀ ਉਹਦਾ ਨੈਗੇਟਿਵ ਰਿਮਾਰਕਸ ਹੈ। ਇਸ ਤਰ੍ਹਾਂ ਉਸ ਵਿਧਾ ਦੇ ਮੁਤਾਬਕ ਬਹੁਤ ਸਾਰੀਆਂ ਚੀਜ਼ਾਂ ਇਹੋ ਜਿਹੀਆਂ ਹੁੰਦੀਆਂ ਨੇ ਜਿੱਥੇ ਅਸੀਂ ਜੱਜਮੈਂਟ ਦੇ ਵਿੱਚ ਬਕਾਇਦਾ ਨੈਗੇਟਿਵ ਰਿਮਾਰਕਸ ਦਿੰਨੇ ਆ, ਤੇ ਉਹ ਨੈਗੇਟਿਵ ਰਿਮਾਰਕਸ ਜਦੋਂ ਫਾਈਨਲ ਜੱਜਮੈਂਟ ਤਿਆਰ ਕਰਦੇ ਆ ਉਹਦੇ ਵਿੱਚ ਆਪਣਾ ਰੋਲ ਪਲੇ ਕਰਦੀ ਹੈ। ਤੁਸੀਂ ਉਹਨਾਂ ਦੇ ਆਧਾਰ ਤੇ ਜਿਹਨੇ ਘੱਟ ਗਲਤੀਆਂ ਕੀਤੀਆਂ ਨੇ ਉਹਨਾਂ ਨੂੰ ਵੱਧ ਨੰਬਰ ਦਿਓਗੇ ਉਹਨਾਂ ਦੇ ਮੁਕਾਬਲੇ ਜਿਨ੍ਹਾਂ ਨੇ ਵੱਧ ਗਲਤੀਆਂ ਕੀਤੀਆਂ ਨੇ। ਸੋ ਇਹ ਨਿੱਕੀਆਂ ਗੱਲਾਂ ਇੱਕ ਸਕਿੱਟ ਦੇ ਵਿੱਚ ਜਾਂ ਇੱਕ ਆਈਟਮ ਦੇ ਵਿੱਚ 8-8 10-10 ਪੋਜ਼ਿਟਿਵ ਪੁਆਇੰਟ ਵੀ ਹੁੰਦੇ ਨੇ, 8-8 10-10 ਨੈਗੇਟਿਵ ਪੁਆਇੰਟ ਵੀ ਹੁੰਦੇ ਨੇ। ਤੇ ਜਦੋਂ ਤੁਸੀਂ ਉਹਨੂੰ ਨਾਲ ਨੋਟ ਕਰਦੇ ਹੋ, ਬਾਅਦ ਦੇ ਵਿੱਚ ਕਈ ਵਾਰੀ ਟੀਮਾਂ ਨੂੰ ਸੈਟੀਸਫਾਈ ਵੀ ਕਰਨਾ ਪੈਂਦਾ ਬਕਾਇਦਾ। ਮੰਨ ਲਓ ਕਿਸੇ ਕੋਰੀਓਗ੍ਰਾਫੀ ਦੇ ਵਿੱਚ ਜਾਂ ਸਕਿੱਟ ਦੇ ਵਿੱਚ ਪਾਤਰ ਬਹੁਤ ਲਾਊਡ ਬੋਲ ਰਹੇ ਨੇ, ਬਹੁਤ ਉੱਚਾ ਬੋਲਦੇ ਨੇ, ਚੀਕਾਂ ਮਾਰਦੇ ਨੇ ਉਹ, ਜਾਂ ਕਿਸੇ ਦੇ ਵਿੱਚ ਬਹੁਤ ਸਲੋ ਬੋਲੀ ਜਾਂਦੇ ਨੇ, ਉਹਨਾਂ ਦੀ ਆਵਾਜ਼ ਹੀ ਨਹੀਂ ਉੱਥੇ ਤੱਕ ਪਹੁੰਚਦੀ ਹੈਗੀ। ਇਹ ਵੀ ਇੱਕ ਬਹੁਤ ਮਹੱਤਵਪੂਰਨ ਨੁਕਤਾ ਹੈ ਕਿ ਤੁਹਾਡੀ ਆਵਾਜ਼ ਜੇ ਜਾ ਹੀ ਨਹੀਂ ਰਹੀ ਫਿਰ ਤੁਸੀਂ ਕਰ ਕੀ ਰਹੇ ਹੋ ਸਟੇਜ ਤੇ, ਜਾਂ ਤੁਹਾਡੀ ਆਵਾਜ਼ ਚੀਕਾਂ ਬਣ ਰਹੀ ਹੈ, ਜਾਂ ਹੁਣ ਥੀਏਟਰ ਦੀ ਕਿਸੇ ਵੀ ਆਈਟਮ ਦੇ ਵਿੱਚ ਜੇ ਤੁਸੀਂ ਮੰਚ ਵੱਲ ਪਿੱਠ ਕਰਕੇ ਆਪਦੇ ਆਪ 'ਚ ਹੀ ਗੱਲਾਂ ਕਰੀ ਜਾਂਦੇ ਹੋ, ਤਾਂ ਇਹ ਵੀ ਤੁਹਾਡਾ ਨੈਗੇਟਿਵ ਪੁਆਇੰਟ ਹੈ। ਇਹਦੇ ਮਤਲਬ ਤੁਹਾਨੂੰ ਸਟੇਜ ਦੀ ਸਮਝ ਨਹੀਂ ਹੈਗੀ। ਸਟੇਜ ਕ੍ਰਾਫਟਿੰਗ, ਸਟੇਜ ਪ੍ਰੋਪਰਟੀ, ਸਟੇਜ ਕਸਟਿਊਮ, ਸਟੇਜ ਲੈਂਗੁਏਜ, ਇਹ ਸਾਰੀਆਂ ਚੀਜ਼ਾਂ ਬਹੁਤ ਇੰਪੋਰਟੈਂਟ ਹੁੰਦੀਆਂ ਨੇ। ਜਿਹੜਾ ਸਟੇਜ ਤੇ ਪ੍ਰੋਪਰਟੀ ਪਈ ਹੈ, ਤੁਸੀਂ ਸਟੇਜ ਤੇ ਇਹੋ ਜਿਹੀ ਕੋਈ ਪ੍ਰੋਪਰਟੀ ਨਹੀਂ ਰੱਖ ਸਕਦੇ, ਇਹੋ ਜਿਹਾ ਕੋਈ ਸਮਾਨ ਨਹੀਂ ਰੱਖ ਸਕਦੇ ਜਿਹੜਾ ਤੁਸੀਂ ਨਾਟਕ ਦੇ ਵਿੱਚ ਵਰਤੋ ਨਾ। ਉਹੀ ਨਹੀਂ ਕਿ ਆਪਾਂ ਇੱਥੇ ਚੁੰਨੀਆਂ ਰੱਖਤੀਆਂ ਜਿਵੇਂ ਗਿੱਧੇ 'ਚ ਆਮ ਤੌਰ ਤੇ ਕਰਦੇ ਹੁੰਦੇ ਆ, ਇੱਥੇ ਫੁਲਕਾਰੀਆਂ ਲਟਕਾਤੀਆਂ, ਉਧਰ ਪੱਖੀਆਂ ਜਿਹੀਆਂ ਲਟਕਾਤੀਆਂ। ਨਾਟਕ ਦੇ ਵਿੱਚ ਇਸ ਤਰ੍ਹਾਂ ਨਹੀਂ ਹੁੰਦਾ। ਨਾਟਕ ਦੇ ਵਿੱਚ ਜੇ ਤੁਸੀਂ ਕੋਈ ਮੰਚ ਤੇ ਚੀਜ਼ ਰੱਖੀ ਹੈ ਤਾਂ ਉਹ ਪਰਪਸਫੁਲ ਹੈ, ਉਹਦਾ ਕੋਈ ਯੂਜ਼ ਹੋਣਾ ਚਾਹੀਦਾ ਹੈ, ਉਹ ਤੁਹਾਡੇ ਥੀਮ ਨੂੰ ਪੇਸ਼ ਕਰਨ ਦੇ ਵਿੱਚ ਉਹਦਾ ਕੋਈ ਰੋਲ ਹੋਣਾ ਚਾਹੀਦਾ ਹੈ। ਤੇ ਜ਼ਰੂਰੀ ਨਹੀਂ ਹੁੰਦਾ ਕਿ ਚੀਜ਼ਾਂ ਨਾਲ ਹੀ ਨਾਟਕ ਕੀਤਾ ਜਾਵੇ। ਵਧੀਆ ਟੀਮ, ਵਧੀਆ ਨਾਟਕ, ਵਧੀਆ ਆਈਟਮ ਉਹ ਹੁੰਦੀ ਹੈ ਜਿਹੜੀਆਂ ਬਿਨਾਂ ਚੀਜ਼ਾਂ ਤੋਂ ਵੀ ਤੁਹਾਡੇ ਅੰਦਰ ਦ੍ਰਿਸ਼ ਪੈਦਾ ਕਰਦੇ,
ਜ਼ਰੂਰੀ ਨਹੀਂ ਕਿ ਪੁਲਿਸ ਵਾਲੇ ਦੇ ਹੱਥ 'ਚ ਡੰਡਾ ਹੀ ਹੋਵੇ। ਐਕਟਰ ਉਹ ਵਧੀਆ ਹੁੰਦਾ ਹੈ ਜਿਹੜਾ ਡੰਡਾ ਨਾ ਹੁੰਦੇ ਹੋਏ ਵੀ ਡੰਡੇ ਦੀ ਫੀਲਿੰਗ ਲੈ ਆਵੇ ਆਪਣੇ ਅੰਦਰ, ਤੇ ਆਡੀਅנס ਨੂੰ ਪਤਾ, ਆਡੀਅנס ਨੂੰ ਫੀਲਿੰਗ ਕਰਾ ਦੇ ਕਿ ਹਾਂ ਮੇਰੇ ਹੱਥ 'ਚ ਡੰਡਾ ਹੈ ਹੁਣ। ਸੋ ਇਸ ਤਰ੍ਹਾਂ ਤਾਂ ਫਿਰ ਪੂਰਾ ਘਰ ਤਾਂ ਢੋਇਆ ਨਹੀਂ ਜਾ ਸਕਦਾ ਹੈਗਾ। ਨਾਟਕ ਤਾਂ ਜ਼ਿੰਦਗੀ ਵਰਗਾ ਹੁੰਦਾ ਹੈ। ਆਪਾਂ ਇਹ ਥੋੜੀ ਕਹਿ ਸਕਦੇ ਕਿ ਕਮਰੇ ਦੇ ਵਿੱਚ ਹੁਣ ਮੱਝਾਂ ਵੀ ਲੈ ਜਾਾਂਗੇ ਆਪਾਂ, ਜੇ ਮੱਝਾਂ ਦਾ ਸੀਨ ਆ ਗਿਆ ਤਾਂ ਉਹਨੇ ਪਾਤਰ ਨੇ ਮੱਝਾਂ ਨੂੰ ਐਸਟੈਬਲਿਸ਼ ਕਰਨਾ ਹੁੰਦਾ ਹੈ। ਉਹ ਆਪਣੇ ਡਾਇਲਾਗ ਦੇ ਨਾਲ ਹੀ ਮਤਲਬ ਇੱਕ ਪਾਤਰ ਧਾਰ ਕੱਢ ਰਿਹਾ ਹੈ ਨਾ, ਉਹ ਧਾਰ ਕੱਢਣ ਦੀ ਐਕਟਿੰਗ ਕਰਦਾ ਹੈ। ਧਾਰ ਕੱਢਦੇ ਮੱਝ ਦੇ ਪੂਛ ਮਾਰਦੀ ਹੈ, ਉਹਦੀ ਬਾਲਟੀ 'ਚ ਦੁੱਧ ਡੁੱਲ ਪੈਂਦਾ ਹੈ, ਤਾਂ ਹੁਣ ਉੱਥੇ ਸੱਚੀ ਮੁੱਚੀ ਮੱਝ ਥੋੜੀ ਲੈਂਦੀ ਜਾਊਗੀ ਸਟੇਜ ਤੇ, ਪਰ ਉਹ ਮਤਲਬ ਉਵੇਂ ਕੋਈ ਗਾਲ ਕੱਢੂਗਾ ਵੀ ਇਹ ਪਤਾ ਨਹੀਂ ਕਿਹੋ ਜਿਹੇ ਖਾਨਦਾਨ ਦੀ ਆ ਗਈ, ਪੂਛ ਮਾਰਤੀ, ਇਹ ਹੋ ਗਿਆ ਉਹ ਹੋ ਗਿਆ। ਉਹ ਆਪਣੇ ਡਾਇਲਾਗਾਂ ਰਾਹੀਂ ਐਸਟੈਬਲਿਸ਼ ਕਰ ਦੂਗਾ ਕਿ ਇੱਥੇ ਇੱਕ ਮੱਝ ਸੀ, ਮੈਂ ਇਸ ਮੱਝ ਦੀ ਧਾਰ ਕੱਢ ਰਿਹਾ ਤੇ ਇਸ ਮੱਝ ਨੇ ਮੇਰੇ ਹੁਣ ਪੂਛ ਮਾਰੀ ਹੈ। ਉਹ ਸਾਰਾ ਕੁਝ ਬਿਨਾਂ ਚੀਜ਼ਾਂ ਤੋਂ ਵੀ ਬਹੁਤ ਕੁਝ ਕਰਨਾ ਹੁੰਦਾ ਹੈ। ਸਾਰੀਆਂ ਚੀਜ਼ਾਂ ਮੰਚ ਤੇ ਨਹੀਂ ਲਿਆਂਦੀਆਂ ਜਾ ਸਕਦੀਆਂ ਹੈਗੀਆਂ। ਸੋ ਬਹੁਤ ਸਾਰੇ ਨੈਗੇਟਿਵ ਰਿਮਾਰਕਸ ਹੁੰਦੇ ਨੇ, ਬਹੁਤ ਸਾਰੇ ਪੋਜ਼ਿਟਿਵ ਰਿਮਾਰਕਸ ਹੁੰਦੇ ਨੇ ਜੋ ਤੁਸੀਂ ਜਜਮੈਂਟ ਕਰਦੇ ਹੋ। ਕਵਿਤਾ ਦੇ ਵਿੱਚ ਕਵਿਤਾ ਵਾਲੇ ਹੁੰਦੇ ਨੇ, ਭਾਸ਼ਣ 'ਚ ਭਾਸ਼ਣ ਵਾਲੇ ਹੁੰਦੇ ਨੇ, ਗੀਤ ਵਾਲੇ ਹੁੰਦੇ ਨੇ, ਤੇ ਥੀਏਟਰ 'ਚ ਥੀਏਟਰ ਵਾਲੇ ਹੁੰਦੇ ਨੇ ਜੀ। ਸੋ ਜੇਕਰ ਕਿਸੇ ਸਾਡੇ ਸਾਥੀ ਦਾ ਸਵਾਲ ਹੈ ਤਾਂ ਉਹ ਜ਼ਰੂਰ ਸਾਂਝਾ ਕਰੋ ਜੀ। हेलो जी डॉक्टर साहब नमस्कार जी। नमस्कार जी, नमस्कार मित्तल साहब। सर एक मेरा सवाल जी सर वैसे अपना वो विषय विनोद मित्तल जी बोल रहे ने, ਆਪਾਂ ਇਹਨਾਂ ਦੀ ਗੱਲ ਸੁਣ ਲਈ ਜੀ। नमस्कार जी। नमस्कार जी, नमस्कार। ਸੁਖਜੀਵਨ ਜੀ ਬਹੁਤ ਸੋਹਣਾ ਅੱਜ ਦਾ ਜਿਹੜੀ ਵਿਚਾਰ ਚਰਚਾ ਦਾ ਪ੍ਰਬੰਧ ਚਲਾ ਰਹੇ ਨੇ ਮੇਰੇ ਵੱਡੇ ਵੀਰ ਗੁਰਜੰਟ ਚਾਹਲ ਜੀ, ਤੇ ਜਿੰਨੇ ਵੀ ਇਸ ਅੱਜ ਦੇ ਇਸ ਮੰਚ ਨਾਲ ਜੁੜੇ ਨੇ ਸਾਰਿਆਂ ਨੂੰ ਮੇਰੇ ਵੱਲੋਂ ਨਮਸਕਾਰ ਜੀ। ਮਤਲਬ ਜਿਹੜੀ ਗੱਲ ਕੀਤੀ ਸੀ ਪ੍ਰਬੰਧਾਂ ਦੀ ਵੀ ਉੱਪਰੋਂ ਚਿੱਠੀ ਆ ਜਾਂਦੀ ਹੈ ਔਰ ਇਹ ਕਹਿ ਦਿੱਤਾ ਜਾਂਦਾ ਵੀ ਇਹ ਮੁਕਾਬਲੇ ਕਰਵਾ ਕੇ ਇਹਦੇ 3 ਪੋਜੀਸ਼ਨਾਂ ਦੀ ਲਿਸਟ ਬਣਾ ਕੇ ਭੇਜ ਦਿਓ। ਬਿਲਕੁਲ 100% ਸਹੀ ਹੈ ਜੀ। ਇਹ ਅਕਸਰ ਹੀ ਹੁੰਦਾ ਹੈਗਾ ਕਿਉਂਕਿ ਉੱਪਰੋਂ ਭੇਜ ਦਿੰਦੇ ਆਪਾਂ ਨੂੰ, ਪਰ ਨਿਚਲੇ ਲੈਵਲ ਤੇ ਪ੍ਰਿੰਸੀਪਲ ਵੀ ਆਪਾਂ ਨੂੰ ਸਾਈਨ ਕਰ ਦਿੰਦਾ ਵੀ ਤੁਸੀਂ ਕਰਵਾਉਣੇ ਨੇ ਜੀ। ਜੀ ਜੀ ਜੀ। ਔਰ ਆਪਣੇ ਕੋਲ ਉਹਨਾਂ ਨੂੰ ਕਰਵਾਉਣ ਵਾਸਤੇ ਕੋਈ ਚੀਜ਼ ਨਹੀਂ ਹੁੰਦੀ, ਤੇ ਬਹੁਤ ਵੱਡੀ ਮਤਲਬ ਕਮੀ ਹੈ ਆਪਣੀ ਡਿਪਾਰਟਮੈਂਟ ਦੀ ਕਹਿ ਸਕਦੇ ਹਾਂ। ਤੁਹਾਡੀ ਗੱਲ ਵੱਡੀ ਗੱਲ, ਪਿਛਲੇ ਦਿਨ 12 ਤਰੀਕ ਨੂੰ ਇਸ 12 ਜੁਲਾਈ ਨੂੰ ਬਲਾਕ ਲੈਵਲ ਤੇ ਆਜ਼ਾਦੀ ਦੇ 75 ਸਾਲਾ ਦਿਵਸ ਨੂੰ ਸਮਰਪਿਤ ਸਕਿੱਟ ਮੁਕਾਬਲੇ ਕਰਵਾਏ ਗਏ ਸੀ ਸਰਕਾਰੀ ਸੈਕੰਡਰੀ ਸਕੂਲ ਲੜਕੇ ਮਾਨਸਾ। ਸਾਡੇ ਸਕੂਲ ਤੋਂ ਮੈਡਮ ਸੁਪਨਦੀਪ ਕੌਰ ਜੀ ਔਰ ਵੱਡੇ ਵੀ ਗੁਰਜੰਟ ਚਾਹਲ ਜੀ ਉਹਦੇ ਵਿੱਚ ਐਜ਼ ਜਜਮੈਂਟ ਗਏ ਸੀ। ਤੇ ਤੁਸੀਂ ਦੇਖੋ ਵੀ ਉਹਦਾ 1 ਹਫ਼ਤਾ ਪਹਿਲਾਂ ਚਿੱਠੀ ਆਈ ਸੀ 6 ਦਿਨ, ਉਹਦੇ ਵਿੱਚ ਜੂਨੀਅਰ ਔਰ ਸੀਨੀਅਰ 6ਵੀਂ ਤੋਂ 8ਵੀਂ ਜੂਨੀਅਰ ਔਰ 9ਵੀਂ ਤੋਂ 12ਵੀਂ ਸੀਨੀਅਰ ਗਰੁੱਪ ਦੇ ਵਿੱਚ ਸਕਿੱਟ ਮੁਕਾਬਲੇ ਕਰਵਾਏ ਗਏ ਸੀ ਜੀ। ਮੁਕਾਬਲਿਆਂ ਦੇ ਵਿੱਚ ਤੁਸੀਂ ਦੇਖੋਗੇ ਬਲਾਕ ਲੈਵਲ ਲਗਭਗ 50 ਤੋਂ ਉੱਪਰ ਸਕੂਲ ਨੇ। ਮਾਨਸਾ ਬਲਾਕ ਦੇ ਵਿੱਚ ਸਭ ਤੋਂ ਵੱਡਾ ਬਲਾਕ ਹੈ। ਮੇਰੇ ਖਿਆਲ ਚਾਲ ਸਾਹਿਬ ਬੈਠੇ ਨੇ ਇੱਥੇ, ਔਰ ਜੂਨੀਅਰ ਦੇ ਵਿੱਚ ਸਿਰਫ 1 ਟੀਮ ਔਰ ਸੀਨੀਅਰ ਦੇ ਵਿੱਚ ਸਿਰਫ ਸਕਿੱਟ ਦੀਆਂ 2 ਟੀਮਾਂ। ਬਿਲਕੁਲ ਇਹ ਸੱਚਾਈ ਹੈ ਵੀ ਇਹ ਉਹ ਵੀ ਜਿਹੜੀਆਂ ਟੀਮਾਂ ਆਉਂਦੀਆਂ ਜਿਹੜਾ ਉਹਨਾਂ ਦਾ ਜੋ ਤਾਂ ਪਹਿਲਾਂ ਮਤਲਬ ਉਹਨਾਂ ਕੋਲ ਹੈ ਤਿਆਰ ਗੱਲਬਾਤ ਜਾਂ ਮਤਲਬ ਲੋੜ ਤੋਂ ਵੱਧ ਮਤਲਬ ਇੱਛਕ ਹੁੰਦੇ ਵਿੱਚ ਆਪਣੀ ਟੀਮ ਲੈ ਕੇ ਜਾਣੀ ਹੈ ਸਾਡੇ ਤਾਂ ਤਿਆਰ ਹੈ ਉਹ ਹੈ, ਪਰ ਨਾ ਤਾਂ ਉਸ ਨੂੰ ਤਿਆਰੀ ਵਾਸਤੇ ਸਾਨੂੰ ਕੋਈ ਸਮਾਂ ਮਿਲਦਾ ਨਾ ਕੋਈ ਪ੍ਰਬੰਧਾਂ ਵਾਸਤੇ ਹੈ। ਈਵਨ ਕਿ ਹੋਰ ਮੈਂ ਗੱਲ ਹੀ ਵੱਡੀ ਕਰਦਾ, ਇਸ ਤੋਂ ਪਹਿਲਾਂ ਜਿਹੜੇ ਜ਼ਿਲ੍ਹਾ ਲੈਵਲ ਤੇ ਮੁਕਾਬਲੇ ਅਸੀਂ ਆਪ ਕਿਉਂਕਿ ਐਜ਼ ਏ BM ਮੈਂ ਮਾਨਸਾ ਬਲਾਕ ਪੰਜਾਬੀ ਕੰਮ ਕਰ ਰਿਹਾ, ਜ਼ਿਲ੍ਹਾ ਲੈਵਲ ਤੇ ਜਿਹੜੇ ਵੱਖ-ਵੱਖ ਬਲਾਕਾਂ ਦੇ ਵਿੱਚੋਂ ਫਸਟ ਪੋਜੀਸ਼ਨਾਂ ਆਈਆਂ ਸੀ ਉਹਨਾਂ ਦੇ ਸਕਿੱਟ ਕਰਵਾਏ। ਲਗਭਗ 4 ਮਹੀਨੇ ਪਹਿਲਾਂ ਅਸੀਂ ਸਾਡੇ ਮਾਨਸਾ ਗਰਲ ਸਕੂਲ ਦੇ ਵਿੱਚੋਂ ਮੁਕਾਬਲੇ ਕਰਵਾਏ ਗਏ ਸੀ। ਔਰ ਮੈਂ ਜਿਹੜੀ ਸਾਡੀ ਟੀਮ ਸੀ ਸਾਡੇ DM ਸਾਹਿਬ ਇੰਦਰਜੀਤ ਸਿੰਘ ਸੇਖੋਂ ਜੀ, ਉਹਨਾਂ ਨੂੰ ਵੀ ਇਹ ਗੱਲ ਕਹੀ ਵੀ ਤੁਸੀਂ ਘੱਟੋ ਘੱਟ ਕੋਈ 1st 2nd 3rd 3 ਪ੍ਰਾਈਜ਼ ਹਨਾ, ਕਿਉਂਕਿ ਬਾਕੀ ਅਸੀਂ ਬੰਦ ਕਰਤਾ ਸੀ। ਚਲੋ ਗਰਲ ਸਕੂਲ ਦੇ ਵਿੱਚ ਜਿਹੋ ਜਿਹੀ ਸਟੇਜ ਹੈਗੀ ਸਾਊਂਡ ਤੋਂ ਬਿਨਾਂ ਅਸੀਂ ਕੰਮ ਚਲਾ ਲਿਆ ਹਨਾ। ਘੱਟੋ ਘੱਟ 1st 2nd 3rd ਨੂੰ ਕੋਈ 3 ਮੋਮੈਂਟੋ ਕੋਈ ਮਤਲਬ ਮਿਲ ਜਾਣ ਹਨਾ, ਕੁਛ ਨਹੀਂ ਘੱਟੋ ਘੱਟ ਸਰਟੀਫਿਕੇਟ ਹੀ ਮਤਲਬ ਉਹਨਾਂ ਨੂੰ ਆਪਾਂ ਭਰ ਕੇ ਦੇ ਦਿੰਦੇ ਇੰਨਾ ਸਨਮਾਨ ਹੋ ਜਾਂਦਾ। ਔਰ ਉਹ ਸਰਟੀਫਿਕੇਟ ਜਦੋਂ ਬੱਚਿਆਂ ਨੂੰ ਮਿਲ ਜਾਂਦੇ ਆ ਉਹ ਲੈ ਕੇ ਸਕੂਲੇ ਜਾਂਦੇ ਆ, ਸਕੂਲ ਦੇ ਫਿਰ ਉਹਨਾਂ ਨੂੰ ਸਟੇਜ ਤੇ ਸਨਮਾਨਿਤ ਕੀਤਾ ਜਾਂਦਾ, ਉਹ ਸਰਟੀਫਿਕੇਟ ਹੀ ਦੇ ਦੇਣ ਭਾਵੇਂ ਹਨਾ। ਇਹ ਬਹੁਤ ਮਾਣ ਵਾਲੀ ਗੱਲ ਹੁੰਦੀ ਹੈ ਬੱਚੇ ਵਾਸਤੇ, ਸਕੂਲ ਵਾਸਤੇ। ਬਿਲਕੁਲ ਤੁਸੀਂ ਬਹੁਤ ਮਹੱਤਵਪੂਰਨ ਮੁੱਦਾ ਉਠਾਇਆ ਇਹ ਗੱਲ ਕਿਤੇ ਆਪਣੀ ਟੱਚ ਹੁਣ ਰਹਿ ਗਈ ਸੀ ਜਿਹੜੀ ਸਰਟੀਫਿਕੇਟਾਂ ਵਾਲੀ ਹੈ, ਸਨਮਾਨ ਪੱਤਰਾਂ ਵਾਲੀ ਹੈ। ਇਹ ਗੱਲ ਕੰਪੀਟੀਸ਼ਨ ਦੇ ਐਂਗਲ ਤੋਂ ਬਹੁਤ ਇੰਪੋਰਟੈਂਟ ਹੈ, ਕਿਉਂਕਿ ਕੰਪੀਟੀਸ਼ਨ ਦੇ ਵਿੱਚ ਜਦੋਂ ਤੁਸੀਂ ਜੂਝ ਰਹੇ ਹੁੰਦੇ ਹੋ
ਤਾਂ ਉਸ ਜੂਝਣ ਤੋਂ ਬਾਅਦ ਜਦੋਂ ਤੁਹਾਡੀ ਕੋਈ ਪੋਜੀਸ਼ਨ ਆਉਂਦੀ ਹੈ, ਤੁਹਾਡੇ ਵਾਸਤੇ ਮੋਸਟ ਇੰਜੋਏਬਲ ਤੇ ਮੋਸਟ ਪ੍ਰਾਊਡੇਬਲ ਪਲ ਹੁੰਦੇ ਨੇ ਇਹ, ਤੇ ਉਹਨਾਂ ਪਲਾਂ ਨੂੰ ਸੈਲੀਬ੍ਰੇਟ ਕਰਨ ਦਾ, ਉਹਨਾਂ ਨੂੰ ਪ੍ਰੋਪਰ ਸ਼ਾਬਾਸ਼ ਦੇਣ ਦਾ। ਕਈ ਵਾਰ ਤਾਂ ਅਸੀਂ 4-4 ਦਿਨ ਰਿਜ਼ਲਟ ਹੀ ਨਹੀਂ ਦਿੰਦੇ ਹੈਗੇ, ਕਈ ਵਾਰ 2-2 ਮਹੀਨੇ ਰਿਜ਼ਲਟ ਨਹੀਂ ਦਿੰਦੇ ਹੈਗੇ, ਅਸੀਂ ਉਡੀਕਦੇ ਰਹਿੰਦੇ ਹਾਂ, ਉਦੋਂ ਤੱਕ 4 ਮਹੀਨੇ ਮਰ ਜਾਂਦਾ ਉਹਨਾਂ ਰਿਜ਼ਲਟਾਂ ਦਾ, ਜਦੋਂ ਤੱਕ ਰਿਜ਼ਲਟ ਆਉਂਦੇ ਨੇ। ਸੋ ਨਾਲ ਦੀ ਨਾਲ ਰਿਜ਼ਲਟ, ਨਾਲ ਦੀ ਨਾਲ ਪ੍ਰਾਈਜ਼, ਨਾਲ ਦੀ ਨਾਲ ਸਰਟੀਫਿਕੇਟ, ਨਾਲ ਦੀ ਨਾਲ ਸਕੂਲ ਚ ਆ ਕੇ ਮਾਰਨਿੰਗ ਅਸੈਂਬਲੀ ਜਿਹਨਾਂ ਬੱਚਿਆਂ ਦਾ ਸਨਮਾਨ, ਇਹਦੇ ਨਾਲ ਹੀ ਬੱਚੇ ਇਸ ਪਾਸੇ ਵੱਲ ਵੱਧਦੇ ਨੇ। ਤੇ ਇੱਕ ਹੋਰ ਬਹੁਤ ਇੰਪੋਰਟੈਂਟ ਗੱਲ ਜਿਹੜੀ ਇਸ ਗੱਲ ਦੇ ਵਿੱਚੋਂ ਨਿਕਲੀ ਹੈ, ਜਦੋਂ ਅਸੀਂ ਕੰਪੀਟੀਸ਼ਨ ਡਿਜ਼ਾਈਨ ਕਰਦੇ ਹਾਂ ਤਾਂ ਸਾਡੇ ਕੋਲੇ ਸਕੂਲਾਂ ਦੀਆਂ ਲਾਇਬ੍ਰੇਰੀਆਂ ਨੇ, ਅਸੀਂ ਲਾਇਬ੍ਰੇਰੀਆਂ ਤੇ ਹਰ ਸਾਲ 10-10 ਹਜ਼ਾਰ ਰੁਪਏ ਦੀਆਂ ਗ੍ਰਾਂਟਾਂ ਦਿੰਦੇ ਆ ਉਹਨਾਂ ਨੂੰ। ਅਸੀਂ ਇਹ ਵੀ ਬਹੁਤ ਸਾਰਾ ਕਰਦੇ ਕਿ ਅਸੀਂ ਫਲਾਣੀਆਂ ਕਿਤਾਬਾਂ ਤਿਆਰ ਕਰਾ ਰਹੇ ਹਾਂ, ਧਮਕੀਆਂ ਕਿਤਾਬਾਂ ਤਿਆਰ ਕਰਾ ਰਹੇ ਹਾਂ। ਕੀ ਅਸੀਂ ਦੇਸ਼ ਭਗਤੀ ਦੇ ਗੀਤਾਂ ਦੀ ਕਿਤਾਬ ਨਹੀਂ ਤਿਆਰ ਕਰਾ ਸਕਦੇ ਸੀ? 1 ਸਾਲ ਪਹਿਲਾਂ, 6 ਮਹੀਨੇ ਪਹਿਲਾਂ ਸਾਨੂੰ ਪਤਾ ਕਿ 75 ਸਾਲ ਆਉਣ ਵਾਲਾ ਹੈ, ਅਸੀਂ 200 ਗੀਤਾਂ ਦੀ ਕਿਤਾਬ ਛਪਾ ਦਈਏ ਇੱਕ ਡਿਪਾਰਟਮੈਂਟ ਵੱਲੋਂ, ਹਰੇਕ ਸਕੂਲ ਦੀ ਇੱਕ ਕਿਤਾਬ ਜਾਵੇ, 200 ਗੀਤ ਸਾਡੇ ਕੋਲੇ ਪਿਆ ਹੋਵੇ। ਇੱਥੇ ਮੇਰੇ ਕੋਲੇ ਫੋਨ ਆਈ ਜਾਂਦੇ ਨੇ, ਦੇਸ਼ ਭਗਤੀ ਦਾ ਗੀਤ ਦੇ ਦਿਓ ਜੀ, ਕਵਿਤਾ ਦੇ ਦਿਓ ਜੀ, ਸਕਿੱਟ ਭੇਜ ਦਿਓ। ਅਸੀਂ ਕੋਈ ਸਕਿੱਟਾਂ ਦੀ ਕਿਤਾਬ ਨਹੀਂ ਤਿਆਰ ਕਰਾ ਸਕਦੇ ਹੈਗੇ। ਕਿਸੇ ਨੂੰ ਦੇਣ ਮੇਰੇ ਵਰਗੇ ਨੂੰ ਪ੍ਰੋਜੈਕਟ, ਹਾਂ ਵੀ ਤੁਸੀਂ ਦੇਸ਼ ਭਗਤੀ ਦੀਆਂ ਸਕਿੱਟਾਂ 10 ਸਕਿੱਟਾਂ ਜਾਂ 15 ਸਕਿੱਟਾਂ ਜਾਂ 20 ਸਕਿੱਟਾਂ ਸਾਨੂੰ ਦਿਓ। ਸਾਡੇ ਕੋਲੇ ਕੋਈ ਮਟੀਰੀਅਲ ਤਾਂ ਹੋਵੇ। ਸਾਡੇ ਕੋਲੇ ਕਵਿਤਾਵਾਂ ਦੀ ਕੋਈ ਕਿਤਾਬ ਨਹੀਂ, ਸਾਡੇ ਕੋਲੇ ਭਾਸ਼ਣਾਂ ਦੀ ਕੋਈ ਕਿਤਾਬ ਨਹੀਂ, ਸਾਡੇ ਕੋਲੇ ਸਕਿੱਟਾਂ ਦੀ ਕੋਈ ਕਿਤਾਬ ਨਹੀਂ, ਸਾਡੇ ਕੋਲੇ ਨਾਟਕਾਂ ਦੀ ਕੋਈ ਕਿਤਾਬ ਨਹੀਂ। ਯੂਥ ਫੈਸਟੀਵਲ ਵਾਸਤੇ ਜਾਂ ਇਹਨਾਂ ਮੁਕਾਬਲਿਆਂ ਵਾਸਤੇ ਕਿਹੋ ਜਿਹੇ ਨਾਟਕ ਹੋਣੇ ਚਾਹੀਦੇ ਨੇ, ਪ੍ਰਾਇਮਰੀ ਵਾਸਤੇ ਕਿਹੋ ਜਿਹੇ ਨਾਟਕ ਹੋਣੇ ਚਾਹੀਦੇ ਨੇ, ਸਾਡੇ ਕੋਲੇ ਕੋਈ ਕਿਤਾਬ ਨਹੀਂ ਹੈਗੀ। ਭਾਸ਼ਣ ਕਿਹੋ ਜਿਹੇ ਹੋਣੇ ਚਾਹੀਦੇ ਨੇ, ਸਾਡੇ ਕੋਲੇ ਕੋਈ ਕਿਤਾਬ ਨਹੀਂ ਹੈਗੀ। ਕਵਿਤਾਵਾਂ ਅਸੀਂ ਕਹਿ ਦਿੰਦੇ ਹਾਂ ਜੀ, ਹਾਂ ਅਸੀਂ ਸਮਰਪਿਤ ਕਰਤਾ ਜੀ 75 ਸਾਲਾਂ ਨੂੰ, ਪਰ ਕੁਝ ਮਟੀਰੀਅਲ ਤਾਂ ਦੇ ਦਿਓ। ਕਿੱਥੋਂ ਲੈ ਕੇ ਆਉਣਗੇ ਟੀਚਰ? ਕਿੱਥੋਂ ਆਊਗਾ ਮਟੀਰੀਅਲ? ਉਹੀ ਇੱਕ ਕਵਿਤਾ 10-10 ਵਾਰੀ ਆ ਜਾਂਦੀ ਹੈ ਕੰਪੀਟੀਸ਼ਨ ਦੇ ਵਿੱਚ। ਉਹੀ ਨੈਟ ਤੇ 4-5 ਕਵਿਤਾਵਾਂ ਪਈਆਂ ਹੁੰਦੀਆਂ ਨੇ ਜਿਹੜੀਆਂ ਅਸੀਂ ਇੱਕ ਰਿਪੀਟ ਕਰੀ ਜਾਂਦੇ ਆ, ਉਹੀ ਕੋਰੀਓਗ੍ਰਾਫੀ ਰਿਪੀਟ ਕਰੀ ਜਾਂਦੇ ਆ ਜਿਹੜੀਆਂ ਨੈਟ ਤੇ ਕੋਈ ਇੱਕ ਦੋ ਲੱਭ ਗਈਆਂ। ਮਤਲਬ ਕਹਿਣ ਦਾ ਭਾਵ, ਜਿਹੜੀ ਮੈਂ ਗੱਲ ਕੀਤੀ ਸੀ ਕਿ ਆਰਟ ਐਂਡ ਕਲਚਰ ਟੀਚਰ ਤੋਂ ਲੈ ਕੇ ਆਰਟ ਐਂਡ ਕਲਚਰ ਅਫੀਸਰ ਤੱਕ ਅਸੀਂ ਇਹ ਕੰਮ ਕਰੀਏ, ਅਸੀਂ ਰਿਸੋਰਸਫੁਲ ਹੁੰਨੇ ਆ ਇਹਦੇ ਨਾਲ। ਸਾਡੀਆਂ ਲਾਇਬ੍ਰੇਰੀਆਂ ਚੋਂ ਕਿਤਾਬਾਂ ਪਈਆਂ, ਹੁਣ ਟੀਚਰ ਪੜੂਗਾ ਵੀ ਉਹਨਾਂ ਨੂੰ, ਬੱਚੇ ਵੀ ਪੜਨਗੇ ਉਹਨਾਂ ਨੂੰ। ਸਕਿੱਟਾਂ ਦੀ ਕਿਤਾਬ ਪਈ ਹੁੰਦੀ, ਮੇਰੀ ਗਰੰਟੀ ਹੈ ਉਹਨੂੰ ਹਜ਼ਾਰਾਂ ਬੱਚਿਆਂ ਨੇ ਪੜ੍ਹ ਲੈਣਾ ਸੀ ਇਹਨਾਂ ਮੁਕਾਬਲਿਆਂ ਤੋਂ ਪਹਿਲਾਂ। ਦੇਸ਼ ਭਗਤੀ ਦੇ ਗੀਤਾਂ ਦੀ ਕਿਤਾਬ ਹੁੰਦੀ, ਉਹ ਕਿਤਾਬ ਨੂੰ ਪੜ੍ਹ ਕੇ ਬੋਝਾ ਕਰ ਦੇਣਾ ਸੀ ਜਵਾਕਾਂ ਨੇ ਹੁਣ ਇਹਨਾਂ ਮੁਕਾਬਲਿਆਂ ਵੇਲੇ। ਅਸੀਂ ਲਾਇਬ੍ਰੇਰੀ ਕਲਚਰ ਪੈਦਾ ਕਰਨਾ ਚਾਹੁੰਦੇ ਆ। ਮਟੀਰੀਅਲ ਸਾਡੇ ਕੋਲ ਹੋਰ ਤਰ੍ਹਾਂ ਦਾ, ਜਿਹੜੀ ਮਟੀਰੀਅਲ ਚਾਹੀਦਾ ਸਾਨੂੰ ਉਹ ਮਟੀਰੀਅਲ ਸਾਡੀ ਲਾਇਬ੍ਰੇਰੀ 'ਚ ਮਿਲਦਾ ਨਹੀਂ ਹੈਗਾ। ਇੱਥੇ ਪ੍ਰਕਾਸ਼ਕ ਆਪਣੀਆਂ ਸਾਰੀਆਂ ਕਿਤਾਬਾਂ ਗਰੰਡੀਆਂ ਬਣ ਕੇ ਸਾਨੂੰ ਦੇਈ ਜਾਂਦੇ ਨੇ ਤੇ ਅਸੀਂ ਗ੍ਰਾਂਟਾਂ ਖਰਚ ਕਰਨ ਦੇ ਚੱਕਰ ਦੇ ਵਿੱਚ ਉਹ ਆਪਣੇ ਸਕੂਲਾਂ 'ਚ ਲੈ ਆਉਣੇ ਆ। ਕਿਸੇ ਨੇ 1000 ਕਮਿਸ਼ਨ ਲੈ ਲਿਆ, ਕਿਸੇ ਨੇ 2000 ਕਮਿਸ਼ਨ ਲੈ ਲਿਆ। ਮੀਆਂ ਬੀਬੀ ਰਾਜੀ ਤਾਂ ਕੀ ਕਰੂਗਾ ਕਾਜੀ, ਸਾਰੇ ਖੁਸ਼ ਨੇ, ਪ੍ਰਕਾਸ਼ਕ ਵੀ ਖੁਸ਼ ਹੈ, ਸਰਕਾਰ ਵੀ ਖੁਸ਼ ਹੈ ਤੇ ਟੀਚਰ ਵੀ ਖੁਸ਼ ਹੋ ਜਾਂਦੇ ਨੇ। ਇਹ ਬਹੁਤ ਸਾਰਾ ਮਟੀਰੀਅਲ ਤਿਆਰ ਕਰਾਉਣ ਦੀ ਜ਼ਰੂਰਤ ਹੁੰਦੀ ਹੈ। ਬਕਾਇਦਾ ਇੱਕ ਰਿਸੋਰਸ ਗਰੁੱਪ ਹੋਣਾ ਚਾਹੀਦਾ ਹੈ ਸਟੇਟ ਲੈਵਲ ਤੇ, ਜਿਹੜਾ ਕਿਸੇ ਵੀ ਮੁਕਾਬਲੇ ਆਪਣੇ ਕੈਲੰਡਰ ਦੇ ਮੁਤਾਬਕ ਆਪਾਂ ਨੂੰ ਪਤਾ ਹੋਣਾ ਚਾਹੀਦਾ ਕਿ 6 ਮਹੀਨਿਆਂ ਤੋਂ ਬਾਅਦ ਆਪਣੇ ਕੈਲੰਡਰ ਦੇ ਵਿੱਚ ਅਸੀਂ ਮਹਿਲਾ ਦਿਵਸ ਨਾਲ ਸੰਬੰਧਿਤ ਕੰਪੀਟੀਸ਼ਨ ਕਰਾਉਣੇ ਨੇ। ਤੁਸੀਂ ਕਿਤਾਬ ਦੇ ਦਿਓ ਇੱਕ ਜਿਹਦੇ ਵਿੱਚ ਮਹਿਲਾ ਦਿਵਸ ਨਾਲ ਸੰਬੰਧਿਤ ਕਵਿਤਾਵਾਂ ਹੋਣ, ਮਹਿਲਾ ਦਿਵਸ ਨਾਲ ਸੰਬੰਧਿਤ ਗੀਤ ਹੋਣ। ਦੇਖੋ ਨਾਲ ਲਾਇਬ੍ਰੇਰੀ ਦੀਆਂ ਕਿਤਾਬਾਂ ਪੜ੍ਹੀਆਂ ਜਾਂਦੀਆਂ, ਲੋਕ ਭੱਜ ਕੇ ਲਾਇਬ੍ਰੇਰੀ ਚੋਂ ਕਿਤਾਬਾਂ ਕਢਾਉਣਗੇ। ਸਾਡੇ ਕੋਲੇ ਕੁਝ ਨਹੀਂ, ਟੱਕਰਾਂ ਮਾਰਦੇ ਮਰ ਜਾਂਦੇ ਨੇ ਟੀਚਰ, ਨੈਟ ਤੋਂ ਲੱਭਦੇ ਮਰ ਜਾਂਦੇ ਨੇ। ਮੇਰੇ ਵਰਗੇ ਨੂੰ ਫੋਨ ਆਈ ਜਾਂਦੇ ਨੇ ਕਿ ਸਾਨੂੰ ਕੋਈ ਮਟੀਰੀਅਲ ਦੇ ਦਿਓ। ਮਟੀਰੀਅਲ ਕਿੱਥੋਂ ਜਨਰੇਟ ਕਰ ਦਾਂਗੇ ਰਾਤੋਂ ਰਾਤ? ਹੁੰਦਾ ਹੀ ਨਹੀਂ ਹੈਗਾ। ਸੋ ਬਹੁਤ ਕੁਝ ਕਰਨ ਦੀ ਜ਼ਰੂਰਤ ਹੈ, ਬਹੁਤ ਵੱਡੇ ਪੱਧਰ ਤੇ ਤਿਆਰੀਆਂ ਕਰਨ ਦੀ ਜ਼ਰੂਰਤ ਹੈ, ਤਾਂ ਸਾਡੇ ਸਕੂਲ ਰਿਸੋਰਸ ਨਾਲ ਭਰੇ ਹੋਏ ਹੋਣਗੇ ਤੇ ਇਹਨਾਂ ਕੰਪੀਟੀਸ਼ਨਾਂ ਦੇ ਬਹਾਨੇ ਅਸੀਂ ਲਾਇਬ੍ਰੇਰੀ ਕਲਚਰ ਨੂੰ ਵੀ ਪ੍ਰਮੋਟ ਕਰ ਸਕਦੇ ਹਾਂ ਜੇ ਅਸੀਂ ਪਲਾਨ ਕਰੀਏ ਤਾਂ। ਜੀ ਸ਼ੁਕਰੀਆ ਸਰ, ਤੁਸੀਂ ਬਹੁਤ ਸੋਹਣਾ ਅੱਜ ਦੇ ਇਸ ਥੀਏਟਰੀਕਲ ਆਈਟਮਾਂ ਬਾਰੇ ਗੱਲਬਾਤ ਕੀਤੀ ਤੇ ਹੋਰ ਵੀ ਬਹੁਤ ਸਾਰੇ ਸਵਾਲ ਇਹਨਾਂ ਆਈਟਮਾਂ ਦੇ ਬਹਾਨੇ ਅਸੀਂ ਵਿਚਾਰੇ ਤੇ ਸਾਡੀ ਇਹ ਚਰਚਾ ਹੋਰ ਲੰਬੀ ਚੱਲਣੀ ਆਉਣ ਵਾਲੇ ਦਿਨਾਂ ਦੇ ਵਿੱਚ। ਹੋਰ ਅਸੀਂ ਪ੍ਰੋਗਰਾਮ ਇਸ ਦੇ ਉੱਪਰ ਕਰਨੇ ਨੇ ਤੇ ਬਾਕੀ ਜੇਕਰ ਕੋਈ ਗੱਲਾਂ ਰਹਿ ਗਈਆਂ ਨੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਤਾਂ ਉਹਨਾਂ ਨੂੰ ਵੀ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਨਾਲ ਜੋੜ ਲਿਆ ਜਾਵੇਗਾ। ਸੋ ਜਿੰਨੇ ਵੀ ਸਾਡੇ ਦੋਸਤ ਇਸ ਪ੍ਰੋਗਰਾਮ ਨਾਲ ਜੁੜੇ, ਕਿਸੇ ਵੀ ਰੂਪ ਦੇ ਵਿੱਚ ਜੁੜੇ, ਜ਼ੂਮ ਰਾਹੀਂ, ਫੇਸਬੁੱਕ ਰਾਹੀਂ ਜਾਂ ਬਾਅਦ ਦੇ ਵਿੱਚ ਜਿਨ੍ਹਾਂ ਨੇ YouTube ਰਾਹੀਂ ਜੁੜਨਾ, ਸੋ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ। ਸੋ ਜਲਦੀ ਹੀ ਮਿਲਦੇ ਹਾਂ ਇਸੇ ਵਿਸ਼ੇ ਦੇ ਉੱਪਰ ਹੋਰ ਨਵੇਂ ਮਹਿਮਾਨਾਂ ਨੂੰ ਨਾਲ ਲੈ ਕੇ ਤੇ ਅਗਲੇ ਸ਼ਨੀਵਾਰ। ਧੰਨਵਾਦ। ਸ਼ੁਕਰੀਆ, ਮੇਰੇ ਵੱਲੋਂ ਵੀ ਤੁਹਾਡਾ ਸਾਰਿਆਂ ਦਾ ਬਹੁਤ ਖੂਬਸੂਰਤ ਚਰਚਾ ਕੀਤੀ। ਤੁਸੀਂ ਮੇਰੇ ਅੰਦਰੋਂ ਕਾਫੀ ਕੁਝ ਕਢਾ ਲਿਆ। ਥੈਂਕ ਯੂ ਵੈਰੀ ਮਚ ਸਰ। ਇੰਨੇ ਸਾਲ ਹੋ ਗਏ ਵਿਦਿਅਕ ਮੁਕਾਬਲਿਆਂ ਵਿੱਚ ਬੱਚੇ ਲੈ ਕੇ ਜਾਂਦੇ ਆ, ਪਰ ਜਿਹੜੇ ਅੱਜ ਤੁਸੀਂ ਗਿਆਨ ਦੇ ਮੋਤੀ ਵੰਡੇ ਆ ਨਾ, ਧੰਨ ਹੋ ਗਈ। ਥੈਂਕ ਯੂ ਜੀ ਸ਼ੁਕਰੀਆ ਸਰ। ਡਾਕਟਰ ਸਾਹਿਬ ਲੱਗਿਆ ਜੀ ਤੁਹਾਡੇ ਨਾਲ ਜੁੜ ਕੇ ਕਰਾਂਗੇ ਸ਼ਨੀਵਾਰ ਕਰਾਂਗੇ। ਖਾਲਸਾ ਤੇ ਬਹੁਤ ਬਹੁਤ ਧੰਨਵਾਦ ਸੁਖਜੀਵਨ ਜੀ।
ਆਪਣੇ ਅੱਜ ਦੀ ਵਿਚਾਰ ਚਰਚਾ ਨੂੰ ਬਹੁਤ ਸੋਹਣੇ ਢੰਗ ਨਾਲ ਚਲਾਇਆ। ਥੈਂਕ ਯੂ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ।